ਕੀ ਫਤਿਹ। ਉਹ ਹੁੰਦੀ ਧੱਕੇਸ਼ਾਹੀ ਤੇ ਜਿਨ ਨਾਰਾ ਲਾਇਆ ਹੈ, ਹੱਕ ਦੀ ਥੋੜੀ ਖਾ ਕੇ ਜਿੰਨੇ ਸ਼ੁਕਰ ਮਨਾਇਆ ਹੈ। ਰਾਹ ਸੱਚ ਦੇ ਤੁਰਿਆ, ਰਾਹ ਸੱਚ ਦੇ ਤੁਰਿਆ ਜੋ ਛੱਡ ਲਾਭ ਤੇ ਹਾਨੀ ਹੈ। ਮਾਂ ਤੇ ਧੀ ਬੇਗਾਨੀ ਜਿਸਨੇ ਸਨਮਾਨੀ ਹੈ। ਸੜਕੀ ਸੁੱਤੇ ਲੋਕ ਵੇਖ ਕੇ, ਸੜਕੀ ਸੁੱਤੇ ਲੋਕ ਵੇਖ ਕੇ ਸੀਨੇ ਧੂਜ ਪੈਂਦੀ ਹੈ। ਉਸ ਬੰਦੇ ਦੀ ਪੀੜੀ ਸਦਾ ਆਜ਼ਾਦ ਪੀ ਰਹਿੰਦੀ ਹੈ। ਵਕਤ ਖੁੰਝਾ ਕੇ ਲੁੱਟ ਜਾਣ ਤੇ, ਵਕਤ ਖੁੰਝਾ ਕੇ ਲੁੱਟ ਜਾਣ ਤੇ ਦੁਨੀ ਉਡਾਵੇ ਖਿੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਤੁਰ ਪਈਏ ਦਿੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਤੁਰ ਪਈਏ ਦਿੱਲੀ ਨੂੰ। ਉਹ ਅਟਕਾਂ ਵਰਗੇ ਰਾਹ ਸਦਾ ਤੋਂ ਰਹੇ ਅਟਕਾਉਂਦੇ ਆ, ਪਰ ਵਾਰਸ ਫੂਲਾ ਸਿੰਘ ਦੇ ਕਿੱਥੇ ਫਿਕਰ ਮਨਾਉਂਦੇ ਆ। ਖਤਰਾ ਬਣਿਆ ਜਦ ਵੀ ਕੌਮ ਨੂੰ ਸ਼ਾਸਕ ਨੀਮ ਹਕੀਮਾਂ ਤੋਂ। ਹੱਕ ਮੰਗਣ ਵਾਲੇ ਹੁੰਦੇ ਆਏ ਬਾਗੀ ਮੁੱਢ ਕਦੀਮਾਂ ਤੋਂ। ਉਹ ਪਾਪ ਬਰਾਤਾਂ ਲੈ ਕੇ ਬਾਬਰ ਜਦ ਵੀ ਵਿਹੜੇ ਵੜਦੇ ਨੇ, ਕਹਿ ਕੇ ਉਹਨੂੰ ਜਾਬਰ ਸੂਰਮੇ ਡਟ ਕੇ ਅੱਗੇ ਖੜਦੇ ਨੇ। ਲੱਥਣਾ ਨਹੀਂ ਜੇ ਲੱਗ ਗਿਆ ਦਾਗ, ਲੱਥਣਾ ਨਹੀਂ ਜੇ ਲੱਗ ਗਿਆ ਦਾਗ ਰੂ ਵਾਲੀ ਜੁੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਤੁਰ ਪਈਏ ਦਿੱਲੀ ਨੂੰ। ਖੋਣੇ ਹੱਕ ਗੁਲਾਮ ਬਣਾਉਣਾ ਦੁਸ਼ਮਣ ਕਰੇ ਇਰਾਦੇ ਨੇ। ਬਾਰਡਰ ਸਾਰੇ ਮੱਲ ਕੇ ਬਹਿ ਗਏ ਰੋਸ਼ਨ ਜ਼ਮੀਰ ਜੋ ਜਾਗੇ ਨੇ। ਗਿਰਜਾਂ ਵਾਲਾ ਸੁਭਾਅ ਬਣਾ ਕਈ ਉੱਚੇ ਉੱਡਦੇ ਨੇ। ਉਹ ਤੱਕਦੇ ਨੇ ਮੁਰਦਾਰ ਸਦਾ ਮੁਰਦੇ ਤੇ ਡਿੱਗਦੇ ਨੇ। ਉਹ ਬੋਲੀ ਸਿੱਖ ਸ਼ਿਕਾਰੀ ਦੀ ਜੋ ਤੋਤੇ ਵਾਂਗ ਕੂਕਦੇ ਨੇ। ਬੋਲੀ ਸਿੱਖ ਸ਼ਿਕਾਰੀ ਦੀ ਜੋ ਤੋਤੇ ਵਾਂਗ ਕੂਕਦੇ ਨੇ। ਇਸ ਖਸਲਤ ਦੇ ਮਾਲਕ ਆਪਣੀ ਕੌਮ ਫੂਕਦੇ ਨੇ। ਇਸ ਖਸਲਤ ਦੇ ਮਾਲਕ ਆਪਣੀ ਨਸਲ ਫੂਕਦੇ ਨੇ। ਹਿੰਮਤ ਕਰਕੇ ਕੱਢ ਸੁੱਟੀਏ ਹਾਕਮ ਦੇ ਡੰਡੇ ਗੁੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਤੁਰ ਪਈਏ ਦਿੱਲੀ ਨੂੰ। ਚੱਲ ਰਹੀ ਤਵਰੀਕ ਸਾਡੀ ਗਵਾਹੀ ਇਹੀ ਭਰਦੀ ਆ। ਹੜਸਰ ਸਾਦੇ ਬੁਰਜ ਵੀ ਠੰਡੇ ਜ਼ਮੀਰ ਕਿੱਥੇ ਠਰਦੀ ਆ। ਦੋ ਡੰਗ ਦੀ ਰੋਟੀ ਖਾਣ ਨੂੰ ਤਾਂ ਮਿਲ ਜਾਵੇ ਗੋਲਿਆਂ ਨੂੰ। ਅਣਖਾਂ ਵਾਲੇ ਬਦਾਮ ਆਖਦਿਆਂ ਛਕ ਲੈਂਦੇ ਛੋਲਿਆਂ ਨੂੰ। ਇੱਜ਼ਤ ਪਿਆਰ ਦੇ ਲੰਗਰ ਵਿਹੜੇ ਜੇ ਚੱਲਦੇ ਰੱਖਣੇ ਨੇ। ਸਿਦਕ ਸਬਰ ਦੀ ਮਾਰ ਕੇ ਥਾਪੀ ਜਾਬਰ ਪੈਣੇ ਡੱਕਣੇ ਨੇ। ਸਿਦਕ ਸਬਰ ਦੀ ਮਾਰ ਕੇ ਥਾਪੀ ਜਾਬਰ ਪੈਣੇ ਡੱਕਣੇ ਨੇ। ਝੂਠ ਦੇ ਪੈਰ ਕਦੇ ਨਾ ਟਿਕਦੇ ਦੱਸ ਦਈਏ ਦੁਸ਼ਮਣ ਸ਼ੇਖੇ ਝਿੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਚੀਮੇ ਚੱਲ ਉੱਠ ਚੱਲੀਏ ਦਿੱਲੀ ਨੂੰ। ਲਾਸ਼ਾਂ ਬਣ ਕੇ ਜਿਉਣ ਨਾਲੋਂ ਚੱਲ ਤੁਰ ਚੱਲੀਏ ਦਿੱਲੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸ਼ਾਂ ਬਣ ਕੇ ਜਿਉਣ ਨਾਲੋਂ ਤੁਰ ਪਈਏ ਦਿੱਲੀ ਨੂੰ। ਬਹੁਤ ਸੋਹਣੀ ਕਵਿਤਾ ਸਾਡੇ ਵੀਰ ਗੁਰਸ਼ਰਨ ਸਿੰਘ ਚੀਮਾ ਉਹਨਾਂ ਨੇ, ਜਿਹੜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਵੀ ਆ, ਉਹਨਾਂ ਨੇ ਲਿਖੀ ਸੀ ਤੇ ਮੇਰੇ ਕਹਿਣ ਤੇ ਉਹਨਾਂ ਨੇ ਗਾ ਕੇ ਰਿਕਾਰਡ ਕਰਕੇ ਭੇਜੀ ਆ। ਬਹੁਤ ਪਿਆਰੀ ਕਵਿਤਾ ਆ। ਜੇ ਹੁਣ ਦਿੱਲੀ ਨੂੰ ਨਾ ਗਏ ਤਾਂ ਸਾਰੀ ਜ਼ਿੰਦਗੀ ਪਛਤਾਵਾਂਗੇ, ਇਹ ਮੇਰੀ ਗਰੰਟੀ ਆ। ਇਹਨੂੰ ਲਿਖ ਕੇ ਲੈ ਲਓ। ਜਿਹੜਾ ਹੁਣ ਦਿੱਲੀ ਨਾ ਗਿਆ ਉਹ ਸਾਰੀ ਜ਼ਿੰਦਗੀ ਪਛਤਾਊਗਾ ਕਿ ਮੈਂ ਉੱਥੇ ਹੋ ਕੇ ਭਾਰਤ ਵਿੱਚ ਰਹਿੰਦਾ ਹੋਇਆ ਦਿੱਲੀ ਨਹੀਂ ਜਾ ਸਕਿਆ। ਸੋ ਆਪਾਂ ਆਪਣੇ ਪ੍ਰੋਗਰਾਮ ਵੱਲ ਨੂੰ ਵੱਧਦੇ ਹਾਂ। ਪਿਛਲੇ 3 ਮਹੀਨਿਆਂ ਤੋਂ ਆਪਾਂ ਲਗਾਤਾਰ ਕਿਸਾਨੀ ਮੋਰਚੇ 'ਤੇ ਪ੍ਰੋਗਰਾਮ ਕਰ ਰਹੇ ਹਾਂ। ਜਿੱਦਾਂ ਆਪਾਂ ਪ੍ਰੋਮਿਸ ਕੀਤਾ ਸੀ ਕਿ ਜਿੰਨਾ ਚਿਰ ਖਤਮ ਨਹੀਂ ਹੁੰਦਾ ਆਪਣੇ ਸਾਰੇ ਪ੍ਰੋਗਰਾਮ, ਕਿਉਂਕਿ ਸਿੱਖਾਂ ਦਾ ਇਸ ਤੋਂ ਵੱਧ ਭਖ ਦਾ ਮਸਲਾ ਕੋਈ ਹੋ ਨਹੀਂ ਸਕਦਾ। ਤੇ ਉਸ ਲੜੀ ਤਹਿਤ ਆਪਾਂ ਵੱਖ-ਵੱਖ ਕਿਸਾਨ ਆਗੂਆਂ ਨੂੰ ਲੈ ਕੇ ਆ ਰਹੇ ਹਾਂ। ਅੱਜ ਆਪਣੀ 7ਵੀਂ ਇੰਟਰਵਿਊ ਆ ਕਿਸਾਨ ਆਗੂਆਂ ਨਾਲ। ਤੇ ਸਾਰੇ ਕਿਸਾਨ ਆਗੂਆਂ ਨਾਲ ਆਪਾਂ ਉਹ ਗੱਲਬਾਤ ਕੀਤੀ ਆ ਜਿਹੜੇ ਆਮ ਰਿਪੋਰਟਰ, ਆਮ ਜਿਹੜੇ ਇੰਟਰਵਿਊ ਲੈਂਦੇ ਆ ਉਹ ਨਹੀਂ ਕਰਦੇ, ਕਿਉਂਕਿ ਉਹ ਤੁਹਾਡੇ ਮੂੰਹ 'ਚ ਮਾਈਕ ਦੇ ਕੇ ਉਹ ਸਵਾਲ ਪੁੱਛਦੇ ਜਿਹੜੇ ਉਹ ਪੁੱਛਣੇ ਚਾਹੁੰਦੇ ਆ। ਤੇ ਬਹੁਤ ਸਾਰੇ ਲੋਕਾਂ ਦੀ ਇਹ ਤਮੰਨਾ ਸੀ ਵੀ ਅਸੀਂ ਇਹਨਾਂ ਦੇ ਜੀਵਨ ਬਾਰੇ ਜਾਣੀਏ। ਜਿੰਨੇ ਕਿਸਾਨ ਲੀਡਰ ਮੋਹਰੇ ਹੋਏ ਆ ਵੀ ਉਹਨਾਂ ਦਾ ਆਪ ਦਾ ਜੀਵਨ ਕਿਹੋ ਜਿਹਾ, ਕਿੱਦਾਂ ਇਸ ਸੰਘਰਸ਼ ਵੱਲ ਨੂੰ ਵਧੇ ਆ।
ਸੋ ਉਹਦੇ ਵਿੱਚ ਆਪਾਂ ਤੁਹਾਨੂੰ ਪਤਾ ਹੈ ਸ਼ੁਰੂ ਕੀਤਾ ਸੀ ਆਪਾਂ ਬਲਵੀਰ ਸਿੰਘ ਰਾਜੇਵਾਲ ਹੁਣਾਂ ਨੂੰ ਲੈ ਕੇ ਆਏ ਆ, ਕੁਲਵੰਤ ਸਿੰਘ ਸੰਧੂ ਹੁਣਾਂ ਨੂੰ ਲੈ ਕੇ ਆਏ ਆ, ਪ੍ਰਗਟ ਸਿੰਘ ਹੁਣਾਂ ਨੂੰ ਲੈ ਕੇ ਆਏ ਆ, ਰੁਲਦੂ ਸਿੰਘ ਮਾਨਸਾ ਹੁਣਾਂ ਨੂੰ ਲੈ ਕੇ ਆਏ ਆ, ਬੂਟਾ ਸਿੰਘ ਹੁਣਾਂ ਨੂੰ ਲੈ ਕੇ ਆਏ ਆ। ਸੋ ਉਸੇ ਲੜੀ ਦੇ ਤਹਿਤ ਆਪਾਂ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਲੈ ਕੇ ਆਏ ਆ ਅੱਜ ਦੇ ਪ੍ਰੋਗਰਾਮ 'ਚ, ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਆਪਾਂ ਕੋਈ ਨਾ ਕੋਈ ਕਿਸਾਨ ਆਗੂ ਤੁਹਾਡੇ ਰੂਬਰੂ ਕਰਾਉਂਦੇ ਰਹੀਏ। ਸੋ ਆਪਾਂ ਪ੍ਰੋਗਰਾਮ ਨੂੰ ਵੱਧਦੇ ਹਾਂ। ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸਟਾਰਟਿੰਗ ਕਰੋ ਤੇ ਫਿਰ ਆਪਾਂ ਵੀਰ ਜੀ ਉਹਨਾਂ ਨੂੰ ਸਵਾਲ ਪੁੱਛਦੇ ਹਾਂ। ਹਾਂਜੀ, ਹਮੇਸ਼ਾ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਵੱਖ-ਵੱਖ ਸ਼ਖਸੀਅਤਾਂ ਪ੍ਰੋਗਰਾਮਾਂ 'ਚ ਲੈ ਕੇ ਆਈਏ। ਸੋ ਸਭ ਤੋਂ ਸਿੱਖਾਂ ਦਾ ਭਖ ਦਾ ਮਸਲਾ ਇਸ ਟਾਈਮ ਜਿਹੜਾ ਆ ਉਹ ਕਿਸਾਨੀ ਮੁੱਦਾ ਆ। ਸਿੱਖੀ ਪੂਰੀ ਭਾਰਤ ਦੇਸ਼ ਦਾ ਜਿਹੜਾ ਮੁੱਦਾ ਇਹ ਆ, ਕਿਉਂਕਿ ਇਹ ਸਿੱਖਾਂ ਦਾ ਮੁੱਦਾ ਬਣਾ ਕੇ ਦਿਖਾਇਆ ਜਾ ਰਿਹਾ, ਪਰ ਅਸਲੀ ਦੇ ਵਿੱਚ ਮੁੱਦਾ ਜਿਹੜਾ ਪੂਰੇ ਭਾਰਤ ਦਾ ਆ। ਕਿਸਾਨ ਚਾਹੁੰਦਾ ਆ ਕਿ ਜਿਹੜਾ ਆਟਾ ਆ ਉਹ 25 ਰੁਪਏ ਕਿਲੋ ਹੀ ਲੋਕਾਂ ਨੂੰ ਮਿਲੇ, ਜਿਹੜੇ ਗਰੀਬ ਗੁਰਬੇ ਆ ਜਾਂ ਕਿਸੇ ਵੀ ਸਟੇਟ ਦੇ ਵਿੱਚ ਉਹ 25 ਰੁਪਏ ਕਿਲੋ ਮਿਲੇ। ਪਰ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਚਾਹੁੰਦੇ ਆ ਜਿਹੜਾ ਆਟਾ ਆ ਅਸੀਂ 150 ਰੁਪਏ ਕਿਲੋ ਨੂੰ, ਜਾਂ ਸਰਕਾਰ ਚਾਹੁੰਦੀ ਆ ਵੀ 150 ਰੁਪਏ ਕਿਲੋ ਨੂੰ ਆਟਾ ਲੋਕਾਂ ਨੂੰ ਜਾਵੇ। ਸੋ ਪਹਿਲਾਂ ਤਾਂ ਸਾਡਾ ਜੀ ਆਇਆਂ ਸਾਰੇ ਜਿੰਨੇ ਦਰਸ਼ਕ ਸਾਨੂੰ ਵਰਲਡ ਵਾਈਡ ਦੇਸੀ ਚੈਨਲ, ਪਿਓਰ ਪੰਜਾਬੀ ਤੇ ਗੁਰਮਤ ਟੀਵੀ ਤੇ ਲਾਈਵ ਦੇਖ ਰਹੇ, ਤੇ ਜਿਹੜੇ ਫੇਸਬੁੱਕ ਪੇਜ ਸੱਚ ਦੀ ਖੋਜ ਤੇ ਲਾਈਵ ਦੇਖ ਰਹੇ, ਤੇ ਜਿਹੜੇ YouTube ਚੈਨਲ SDBM TV ਸਾਡੇ ਉੱਤੇ ਲਾਈਵ ਦੇਖ ਰਹੇ, ਸਾਰੇ ਦਰਸ਼ਕਾਂ ਦਾ ਜੀ ਆਇਆਂ। ਸਭ ਤੋਂ ਪਹਿਲਾਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਮੈਂ 10ਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਗਜਾਊਂਗਾ ਆਪਣੇ ਸਿੰਘ ਸਾਹਿਬ ਹੁਣਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲਾ ਸਵਾਲ ਤੇ ਜਿਹੜਾ ਹੈਗਾ ਜੀ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਿਸਾਨ ਲੀਡਰ ਆ ਉਹਨਾਂ ਦਾ ਸਫ਼ਰ ਜਿਹੜਾ ਆ ਇੱਥੋਂ ਲੈ ਕੇ ਇਸ ਮੁਕਾਮ ਤੱਕ, ਇੱਕ ਤੋਂ ਲੈ ਕੇ ਇਸ ਮੁਕਾਮ ਤੱਕ ਕਿੱਦਾਂ ਪਹੁੰਚਿਆ, ਉਹਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਚਾਹੀਦੀ ਤੁਹਾਡੇ ਕੋਲੋਂ, ਕਿਉਂਕਿ ਇੱਕ ਤੁਹਾਡੀ ਇਹ ਡਾਕੂਮੈਂਟਰੀ ਬਣ ਜਾਊਗੀ ਵੀ ਤੁਹਾਡੇ ਜੀਵਨ ਦਾ ਸਫ਼ਰ। ਤੇ ਸਾਡੇ ਕੋਲ ਖੁੱਲਾ ਟਾਈਮ ਹੈ ਇਹਦੇ ਵਿੱਚ, ਤੁਸੀਂ ਸਾਨੂੰ ਸ਼ੁਰੂ ਬਚਪਨ ਤੋਂ ਲੈ ਕੇ ਹੁਣ ਤੱਕ ਦੱਸ ਸਕਦੇ ਆ ਤੁਸੀਂ ਕਿੱਦਾਂ ਇਸ ਜਗ੍ਹਾ ਤੇ ਪੜਾਅ ਤੇ ਪਹੁੰਚੇ ਆ। ਸੋ ਪਹਿਲਾ ਮੇਰਾ ਇਹ ਸਵਾਲ ਹੈ ਤੁਹਾਡੇ ਨਿੱਜ ਤੇ ਵੀ ਤੁਸੀਂ ਕਿੱਦਾਂ ਤੁਰੇ ਔਰ ਕਿੱਦਾਂ ਇਸ ਮੁਕਾਮ ਤੱਕ ਪਹੁੰਚੇ। ਜੀ ਆਇਆਂ ਵੀਰ ਜੀਓ। ਸਤਿ ਸ਼੍ਰੀ ਅਕਾਲ ਜੀ। ਸਾਡਾ ਜਿਹੜਾ ਜੀਵਨ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ, ਦੇਖੋ ਸਟਾਰਟਿੰਗ ਦੇ ਵਿੱਚ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਉਸ ਤੋਂ ਅੱਗੇ ਗੁਆਂਢੀ ਪਿੰਡ ਦੇ ਹਾਈ ਸਕੂਲ ਦੇ ਵਿੱਚ ਪੜ੍ਹਦਾ ਹੋਇਆ ਅੱਗੇ ਮੈਂ ਕਾਲਜ ਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਦਾਖਲਾ ਲਿਆ। ਉੱਥੇ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਵੀ ਕੁਝ ਸਮਾਂ ਕੰਮ ਕਰਦਾ ਰਿਹਾ। ਉਸ ਦੇ ਚਲਦਿਆਂ ਇੱਕ ਦੁੱਧ ਦਾ ਮੋਰਚਾ, ਕਿਸਾਨ ਸੰਗਠਨਾਂ ਨੇ ਦੁੱਧ ਦਾ ਮੋਰਚਾ ਲਾਇਆ ਸੀਗਾ, ਜੋ ਦੁੱਧ ਦਾ ਰੇਟ ਬਹੁਤ ਘੱਟ ਮਿਲਦਾ ਸੀ 1980 ਦੇ ਵਿੱਚ। ਉਸ ਮੋਰਚੇ ਦੇ ਵਿੱਚ ਅਸੀਂ ਆਪਦੀ ਹੈਸੀਅਤ ਦੇ ਮੁਤਾਬਕ ਐਜ਼ ਏ ਸਟੂਡੈਂਟ, ਨੌਜਵਾਨ ਹੋਣ ਦੇ ਨਾਤੇ, ਉਹਦੇ ਵਿੱਚ ਅਸੀਂ ਲੋੜ ਸਮਝੀ ਕਿ ਸਾਨੂੰ ਇਸ ਮੋਰਚੇ ਦੇ ਵਿੱਚ ਸਾਡੇ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ। ਅਸੀਂ ਉਹਦਾ ਸਾਥ ਦਿੱਤਾ। ਉਸ ਮੋਰਚੇ ਦੇ ਵਿੱਚ ਇੱਕ ਵਾਰੀ ਸਾਡੇ ਕੋਲੋਂ ਮੈਂ ਸਮਝਦਾ ਕਿ ਨੌਜਵਾਨ ਹੁੰਦਿਆਂ ਅਸੀਂ ਜੋ ਮਹਿਸੂਸ ਕੀਤਾ, ਇੱਕ ਵਾਰੀ ਕਿਸਾਨਾਂ ਦੇ ਉੱਤੇ ਬਹੁਤ ਭਾਰੀ ਲਾਠੀਚਾਰਜ ਹੋਇਆ, ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ, ਸਿਰ ਪਾਟੇ। ਖਾਸਾ ਮਹਿਸੂਸ ਹੋਇਆ, ਮਨ ਤੇ ਇੱਕ ਸੱਟ ਲੱਗੀ ਕਿ ਸਾਡੀ ਇਹ ਲੜਾਈ ਨੇ, ਇਸ ਤਰ੍ਹਾਂ ਦੀ ਲੜਾਈ ਨੇ ਸਾਡੇ ਬਜ਼ੁਰਗਾਂ ਦੀ ਲੱਤਾਂ ਬਾਹਾਂ ਤੜਵਾਈਆਂ, ਤੇ ਅਸੀਂ ਇਸ ਪਾਸੇ ਨੂੰ ਤੁਰੇ ਕਿ ਲੜਾਈ ਤਾਂ ਲੜਨੀ ਪੈਣੀ ਹੈ, ਪਰ ਸਾਨੂੰ ਲੜਾਈ ਦਾ ਰੂਪ ਵਧੀਆ ਬਣਾ ਕੇ ਚੱਲਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਖੂਨ ਖਰਾਬੇ ਤੋਂ ਅਸੀਂ ਬਚ ਕੇ ਕਿਵੇਂ ਲੜਾਈ ਲੜੀ। ਬਿਲਕੁਲ। ਤਾਂ ਮੈਂ ਕਾਲਜ ਦੇ ਵਿੱਚ ਪੜ੍ਹਦਿਆਂ ਅੱਗੇ ਜਾ ਕੇ ਕੁਝ ਸਮੇਂ ਬਾਅਦ ਕਿਸਾਨ ਸੰਗਠਨ ਬਣੇ, ਪਿੰਡ ਜਾ ਕੇ ਕਿਸਾਨ ਯੂਨੀਅਨਾਂ ਬਣਦੀਆਂ ਰਹੀਆਂ, ਬਣਾਉਂਦੇ ਰਹੇ ਸਾਡੇ ਸੀਨੀਅਰ ਲੀਡਰਸ਼ਿਪ ਸੀ। ਉਸ ਵੇਲੇ ਕਿਸਾਨ ਯੂਨੀਅਨ ਪਿੰਡ ਦੇ ਵਿੱਚ ਬਣੀ, ਮੈਂ ਵੀ ਉਸ ਯੂਨੀਅਨ ਦਾ ਮੈਂਬਰ ਬਣਿਆ। ਸਭ ਤੋਂ ਪਹਿਲਾਂ ਮੇਰਾ ਸਫ਼ਰ ਸ਼ੁਰੂ ਹੁੰਦਾ ਹੈ ਪਿੰਡ ਦੀ ਕਿਸਾਨ ਯੂਨੀਅਨ ਦੇ ਮੇਰੇ ਵੱਡੇ ਭਾਈ ਸਾਹਿਬ, ਮੇਰੇ ਬ੍ਰਦਰ ਸਰਦਾਰ ਰਣਜੀਤ ਸਿੰਘ, ਹਾਂਜੀ, ਉਹਦੇ ਖਜ਼ਾਨਚੀ ਬਣੇ। ਹਾਂਜੀ। ਮੈਂ ਪੜ੍ਹਿਆ ਲਿਖਿਆ ਸੀ, ਮੈਨੂੰ ਇਹ ਮਹਿਸੂਸ ਹੋਇਆ ਕਿ ਕਿਸੇ ਤਰ੍ਹਾਂ ਦਾ ਇਹ ਪੈਸੇ ਦਾ ਮਾਮਲਾ ਹੈ, ਕਿਤੇ ਕੋਈ ਮਿਸਯੂਜ ਨਾ ਹੋ ਜਾਏ, ਬਦਨਾਮੀ ਨਾ ਹੋਵੇ ਪਰਿਵਾਰ ਦੀ। ਮੈਂ ਉਹਨਾਂ ਦਾ ਹਿਸਾਬ ਕਿਤਾਬ ਰੱਖਣ ਲੱਗਿਆ। ਹਿਸਾਬ ਕਿਤਾਬ ਰੱਖਦਿਆਂ ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਪਈ।
ਉਸ ਤੋਂ ਬਾਅਦ ਮੇਰੇ ਕੰਮ ਨੂੰ ਵੇਖ ਕੇ ਜਥੇਬੰਦੀ ਨੇ ਮੈਨੂੰ ਬਲਾਕ ਦਾ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਦਿੱਤੀ। ਬਸ ਉਹ ਦਿਨ ਸੀ ਮੇਰੀ ਜ਼ਿੰਦਗੀ ਦੇ ਸ਼ੁਰੂਆਤ ਦਾ, ਐਜ ਏ ਆਗੂ ਕੰਮ ਕਰਨਾ। ਫਿਰ ਮੈਂ ਪਿੱਛਾ ਮੁੜ ਕੇ ਨਹੀਂ ਵੇਖਿਆ। ਜਿਸ ਵੇਲੇ ਮੈਂ ਬਲਾਕ ਦਾ ਪ੍ਰਧਾਨ ਬਣਿਆ, ਜੋ ਬਲਾਕ ਮੈਨੂੰ ਸੌਂਪਿਆ ਗਿਆ, ਮੇਰੀ ਜ਼ਿੰਮੇਵਾਰੀ ਜਿੱਥੇ ਲਾਈ ਗਈ, ਬਲਾਕ ਸਾਦਕ ਸੀ ਸਾਡਾ ਨੇੜੇ ਪੈਂਦਾ। ਹਾਂਜੀ। ਉਸ ਬਲਾਕ ਦੇ ਵਿੱਚ 55 ਪਿੰਡ ਸੀ ਤੇ 55 ਦੇ 55 ਪਿੰਡਾਂ ਦੇ ਵਿੱਚ ਇੱਕ ਵਧੀਆ ਐਕਟਿਵ ਜਥੇਬੰਦੀ ਅਸੀਂ ਖੜੀ ਕਰਨ ਦੇ ਵਿੱਚ ਸਫਲ ਹੋਏ, ਵਧੀਆ ਜਥੇਬੰਦੀ ਚਲਾਈ ਅਸੀਂ। ਔਰ ਮੇਰਾ ਖਿਆਲ ਹੈ ਪੰਜਾਬ ਦਾ ਉਹ ਪਹਿਲਾ ਪਿੰਡ ਸੀ ਸਾਡੀ ਜਥੇਬੰਦੀ ਦੇ ਰਿਕਾਰਡ ਦੇ ਵਿੱਚ, BKU ਏਕਤਾ ਸਿੱਧੂਪੁਰ ਦੇ ਰਿਕਾਰਡ ਦੇ ਵਿੱਚ, ਕਿ ਜਿਹੜੇ ਬਲਾਕ ਦੇ ਵਿੱਚ ਸਾਰੇ ਦੇ ਸਾਰੇ ਪਿੰਡ ਯੂਨੀਅਨ ਦੇ ਵਿੱਚ ਐਕਟਿਵ ਹੋਣ ਤੇ ਸਾਰੇ ਪਿੰਡਾਂ ਤੋਂ ਲੋਕ ਅੰਦੋਲਨ ਦੇ ਵਿੱਚ ਸ਼ਾਮਲ। ਉਸ ਤੋਂ ਬਾਅਦ ਚਲਦਿਆਂ ਚਲਦਿਆਂ ਜਥੇਬੰਦਕ ਚੋਣਾਂ ਦਾ ਸਮਾਂ ਆਇਆ। ਜਥੇਬੰਦਕ ਚੋਣਾਂ ਦਾ ਜਦੋਂ ਸਮਾਂ ਆਇਆ, ਸਾਡੇ ਮਾਨਯੋਗ ਪ੍ਰਧਾਨ ਜੀ ਸਰਦਾਰ ਪਿਸ਼ੌਰਾ ਸਿੰਘ ਜੀ ਮੇਰੀ ਚੋਣ ਵਾਸਤੇ ਉੱਥੇ ਪਹੁੰਚੇ। ਤਾਂ ਉਸ ਚੋਣ ਦੇ ਵਿੱਚ ਮੇਰੇ ਕੰਮ ਨੂੰ ਵੇਖ ਕੇ, ਜਿਸ ਤਰ੍ਹਾਂ ਦਾ ਅਸੀਂ ਕੰਮ ਕੀਤਾ, ਕਿਉਂਕਿ ਜਿਹੜੇ ਸਾਡੀ ਮੈਂਬਰਸ਼ਿਪ ਸੀ, ਕਿਉਂਕਿ ਬਲਾਕ ਬਹੁਤ ਤਕੜੀ ਜਿਹੇ ਪੱਧਰ ਦੇ ਉੱਤੇ ਬਹੁਤ ਹਾਈ ਹੋ ਕੇ ਚੱਲ ਰਿਹਾ ਸੀ। ਹਾਂਜੀ। ਜਿਹੜੇ ਦੂਸਰੇ ਬਲਾਕ ਚੱਲ ਰਹੇ ਸੀ, ਕਿਸੇ ਬਲਾਕ ਤੋਂ 60 ਕਾਪੀਆਂ ਦੀ ਭਰ ਕੇ ਆਈਆਂ, ਕਿਸੇ ਬਲਾਕ ਚੋਂ 70 ਕਾਪੀਆਂ ਭਰ ਕੇ ਆਈਆਂ ਮੈਂਬਰਸ਼ਿਪ ਦੀਆਂ। ਲੇਕਿਨ ਸਾਡੇ ਬਲਾਕ ਤੋਂ 346 ਕਾਪੀਆਂ ਦੀ ਮੈਂਬਰਸ਼ਿਪ, ਜਿਹੜੀ ਓਰੀਜਨਲ ਮੈਂਬਰਸ਼ਿਪ ਹੋ ਕੇ ਆਈ। ਠੀਕ। ਉਸ ਚੀਜ਼ ਨੂੰ ਦੇਖਦਿਆਂ ਸਰਦਾਰ ਪਿਸ਼ੌਰਾ ਸਿੰਘ ਨੇ ਇੱਕ ਜ਼ਿੰਮੇਵਾਰੀ ਪਾਈ ਵੀ ਨਹੀਂ, ਹੁਣ ਤੁਸੀਂ ਬਲਾਕ ਦੀ ਜ਼ਿੰਮੇਵਾਰੀ ਛੱਡੋ, ਹਾਂਜੀ, ਤੇ ਤੁਸੀਂ ਆ ਕੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਚੱਕੋ, ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਵਿਚਰੋ ਲੋਕਾਂ ਦੇ ਵਿੱਚ। ਤਾਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਪਹਿਲੀ ਵਾਰੀ ਬਣਿਆ। ਫਿਰ ਲਗਾਤਾਰ 6 ਵਾਰ ਮੈਨੂੰ ਮਤਲਬ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ ਦੇ ਤੌਰ ਦੇ ਉੱਤੇ ਇਹ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਹਾਂਜੀ। ਤੇ ਮੈਂ ਇਹਦੇ ਵਿੱਚ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ ਹੈ, ਖਾਸ ਗੱਲ ਜਿਹੜੀ ਇੰਨੇ ਕੁ ਸਫ਼ਰ ਦੇ ਵਿੱਚ, ਜਿਸ ਦਿਨ ਮੈਂ ਬਲਾਕ ਦੀ ਪ੍ਰਧਾਨਗੀ ਛੱਡ ਕੇ ਜ਼ਿਲ੍ਹੇ ਦੀ ਪ੍ਰਧਾਨਗੀ ਨੂੰ ਸੰਭਾਲਣ ਦਾ ਮੈਨੂੰ ਮੌਕਾ ਮਿਲਿਆ, ਇਹ ਡਿਊਟੀ ਲਾਈ ਗਈ ਮੇਰੀ, ਤੇ ਮੈਂ ਆਪਦੇ ਬਲਾਕ ਦੇ ਲੋਕਾਂ ਦੇ ਨਾਲ ਜਿਸ ਵੇਲੇ ਇਹ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਿਆਰਿਓ, ਹੁਣ ਤੁਸੀਂ ਬਲਾਕ ਦੀ ਜ਼ਿੰਮੇਵਾਰੀ ਕੋਈ ਹੋਰ ਚੱਕੋ, ਮੈਨੂੰ ਹੁਣ ਮਤਲਬ ਸਰਦਾਰ ਪਿਸ਼ੌਰਾ ਸਿੰਘ ਦਾ ਹੁਕਮ ਹੈ ਕਿ ਮੈਂ ਮਤਲਬ ਪੰਜਾਬ ਆਪਣਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਚੱਕਣੀ ਹੈ। ਹਾਂਜੀ। ਤਾਂ ਮੇਰਾ ਖਿਆਲ ਆ ਸਾਡਾ ਜਿਹੜਾ ਉੱਥੇ ਡੈਲੀਗੇਟ ਸਾਥੀ ਬੈਠੇ ਸੀ ਜ਼ਿਲ੍ਹੇ ਦੀ ਚੋਣ 'ਚ, ਉਹ ਡੈਲੀਗੇਟ ਸਾਥੀਆਂ ਦੇ ਵਿੱਚੋਂ ਲਗਭਗ 30% ਸਾਡੇ ਉਹ ਡੈਲੀਗੇਟ, ਹਾਂਜੀ, ਮਨ ਭਰ ਕੇ ਰੋਣ ਲੱਗੇ ਵੀ ਤੁਸੀਂ ਸਾਨੂੰ ਛੱਡ ਕੇ ਨਾ ਜਾਓ। ਤਾਂ ਉਹ ਅਸੀਂ ਇੱਕ, ਮੈਂ ਸਮਝਦਾ ਮੇਰੇ ਵਾਸਤੇ ਇੱਕ ਬਹੁਤ ਵਧੀਆ ਪ੍ਰਾਪਤੀ ਸੀਗੀ। ਇੱਕ ਇੰਨੇ ਲੋਕਾਂ ਦਾ ਪਿਆਰ, ਇੰਨੇ ਲੋਕਾਂ ਨੇ ਸਤਿਕਾਰ ਦੇ ਨਾਲ ਮੈਨੂੰ ਮਤਲਬ ਪਿਆਰ ਦਿੱਤਾ। ਹਾਂਜੀ। ਤਾਂ ਉਹਨਾਂ ਨੇ ਮੈਨੂੰ, ਜਦੋਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਤਾਂ ਲਗਾਤਾਰ ਮੇਰਾ ਖਿਆਲ ਹੈ ਮੈਨੂੰ ਮੇਰੇ ਪੈਰਲਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਅਸੀਂ ਜ਼ਿਲ੍ਹੇ ਦੀ ਜ਼ਿੰਮੇਵਾਰੀ, ਜ਼ਿਲ੍ਹੇ ਦੀ ਪ੍ਰਧਾਨਗੀ ਕਿਸੇ ਹੋਰ ਬੰਦੇ ਨੇ ਚੱਕਣੀ ਆ, ਜਾਂ ਮਤਲਬ ਤੇ ਜੀ ਚੋਣ ਹੋਵੇ ਜਾਂ ਕੋਈ ਮਤਲਬ ਬਰਾਬਰ ਤੇ ਇਹ ਗੱਲ ਕਰੇ ਨਾ। ਹਰ ਵਾਰੀ ਮਤਲਬ ਸਰਬਸੰਮਤੀ ਨਾਲ। ਇੱਕ ਵਾਰੀ ਤੇ ਉਹ ਵੀ ਹੋਇਆ ਕਿ ਮੇਰਾ ਬੱਚਾ ਪੜ੍ਹਦਾ ਸੀ ਸਕੂਲ ਦੇ ਵਿੱਚ, ਹਾਂਜੀ, ਤੇ ਮੈਂ ਜ਼ਿੰਮੇਵਾਰੀ ਸਮਝੀ ਕਿ ਮੈਨੂੰ ਆਪਦੇ ਬੱਚੇ, ਆਪਦੇ ਪਰਿਵਾਰ ਦੀ ਖਾਤਰ ਥੋੜਾ ਜਿਹਾ ਟਾਈਮ ਲੈਣਾ ਚਾਹੀਦਾ ਹੈ। ਜਿਸ ਵੇਲੇ ਮੈਂ ਛੁੱਟੀ ਮੰਗੀ ਸਾਡੇ ਹਾਊਸ ਤੋਂ, ਸਾਰੇ ਤੋਂ, ਕਿ ਮੈਨੂੰ ਕਿਰਪਾ ਕਰਕੇ 2 ਸਾਲ ਦਾ ਹਾਂਜੀ ਛੁੱਟੀ ਦਿੱਤੀ ਜਾਵੇ, ਮੈਂ ਆਪਦੇ ਬੱਚੇ ਦੀ ਪੜ੍ਹਾਈ ਪੂਰੀ ਕਰਵਾ ਲਾਂ, ਤਾਂ ਮੇਰਾ ਖਿਆਲ ਹੈ ਹਾਊਸ ਨੇ ਮਤਲਬ ਇੱਕ ਤਰ੍ਹਾਂ ਦਾ ਜ਼ਬਰਦਸਤੀ ਧੱਕੇ ਨਾਲ ਇਹ ਕਿਹਾ ਵੀ ਨਹੀਂ, ਚਾਹੇ ਕੁਝ ਵੀ ਹੈ, ਅਸੀਂ ਤੁਹਾਨੂੰ ਛੁੱਟੀ ਨਹੀਂ ਦੇਣੀ ਗੀ, ਇਹ ਤੁਸੀਂ ਆਪ ਇਹ ਜ਼ਿੰਮੇਵਾਰੀ ਹੈ, ਇਹ ਨਿਭਾਓ, ਭਾਵੇਂ ਕੁਝ ਵੀ ਕਰਕੇ ਨਿਭਾਓ। ਚਲੋ ਸੰਗਤ ਦਾ ਹੁਕਮ ਫਿਰ ਮੰਨਣਾ ਪਿਆ, ਤਾਂ ਮੈਂ ਉਹ ਵੀ ਨਿਭਾਈ, ਸਾਰਾ ਕੁਝ ਕੀਤਾ। ਹਾਂਜੀ। ਚਲਦਿਆਂ ਚਲਦਿਆਂ 6 ਵਾਰ ਲਗਾਤਾਰ ਮੈਂ ਮਤਲਬ ਜ਼ਿਲ੍ਹੇ ਦਾ ਪ੍ਰਧਾਨ ਰਹਿ ਕੇ, ਇੰਨੇ ਸਮੇਂ ਦੇ ਦੌਰਾਨ ਸਰਦਾਰ ਪਿਸ਼ੌਰਾ ਸਿੰਘ ਥੋੜੇ ਜਿਹੇ ਸਿਹਤ ਪੱਖੋਂ 1-2 ਵਾਰੀ ਮਤਲਬ ਉਹਨਾਂ ਨੂੰ ਐ ਮਹਿਸੂਸ ਹੋਇਆ ਕਿ ਬਿਮਾਰ ਹੈ। ਹਾਂਜੀ। ਉਹ ਬਾਹਰ ਇਲਾਜ ਕਰਵਾਉਣ ਵਾਸਤੇ ਅਮਰੀਕਾ ਵੀ ਗਏ 1-2 ਵਾਰੀ ਉਹ। ਤਾਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਪਾਈ ਕਿ ਹੁਣ ਮਤਲਬ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਤੁਹਾਡੇ ਜ਼ਿੰਮੇ ਪਾਉਣ ਲੱਗੇ ਆ। ਤੇ ਸਾਰਿਆਂ ਨੇ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਹ ਕੀਤਾ ਕਿ ਹਾਂ ਵੀ ਠੀਕ ਹੈ, ਇਹਨਾਂ ਨੂੰ ਮਤਲਬ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਅੱਗੇ ਅਸੀਂ ਕਾਰਜਕਾਰੀ ਪ੍ਰਧਾਨ ਮੰਨਦੇ ਹਾਂ। ਹਾਂਜੀ। ਉਹ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਾਹਿਗੁਰੂ ਨੂੰ, ਉਹਨਾਂ ਨੇ ਆਪ ਜਿਉਂਦੇ ਜੀ ਮੈਨੂੰ ਇਹ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ। ਤੇ ਥੋੜੇ ਸਮੇਂ ਦੇ ਬਾਅਦ, ਲਗਭਗ 6-7 ਮਹੀਨਿਆਂ ਤੋਂ ਬਾਅਦ, ਸਰਦਾਰ ਪਿਸ਼ੌਰਾ ਸਿੰਘ ਅਟੈਕ ਹੋਇਆ। ਅਟੈਕ ਦੇ ਵਿੱਚ ਉਹਨਾਂ ਦੀ ਮਤਲਬ
ਡੈਥ ਹੋ ਗਈ। ਹੂੰ ਜਿਸ ਵੇਲੇ ਉਹਨਾਂ ਦੀ ਡੈਥ ਹੋਈ ਸਾਡੇ ਮਨ ਤੇ ਫਿਰ ਬਹੁਤ ਵੱਡੀ ਸੱਟ ਲੱਗੀ। ਹਾਂਜੀ ਇੱਕ ਜ਼ਿੰਮੇਵਾਰ ਆਗੂ ਸਾਡੇ ਕੋਲੋਂ ਗਵਾਚ ਗਿਆ। ਹੂੰ ਬਹੁਤ ਨੇਕ ਇਨਸਾਨ ਸੀ ਸਰਦਾਰ ਪਿਸ਼ੌਰਾ ਸਿੰਘ। ਹਾਂਜੀ ਮੈਂ ਕਹਿੰਦਾ ਜੇ ਕੋਈ ਦੇਵਤਾ ਇਨਸਾਨ ਕਹਿਣਾ ਹੋਵੇ ਤਾਂ ਉਹ ਸਰਦਾਰ ਪਿਸ਼ੌਰਾ ਸਿੰਘ ਦੇ ਵਿੱਚੋਂ ਸਾਰੇ ਗੁਣ ਸੀਗੇ ਦੇਵਤਿਆਂ ਬਾਰੇ। ਹੂੰ ਲੱਗਿਆ ਇੱਕ ਵਾਰੀ ਕਿ ਖਾਸੀ ਮਤਲਬ ਜਥੇਬੰਦੀ ਨੂੰ ਘਾਟਾ ਪਿਆ, ਨੁਕਸਾਨ ਹੋਇਆ। ਹੂੰ ਤਾਂ ਚਲੋ ਉਹਨਾਂ ਦੇ ਭੋਗ ਦੀ ਜਦੋਂ ਰਸਮ ਹੋਈ, ਭੋਗ ਦੇ ਸਮੇਂ ਦੇ ਉੱਤੇ ਸਾਰਿਆਂ ਨੇ ਕਿਹਾ ਵੀ ਸਰਦਾਰ ਪਿਸ਼ੌਰਾ ਸਿੰਘ ਤੁਹਾਡੇ ਤੇ ਜ਼ਿੰਮੇਵਾਰੀ ਪਾ ਕੇ ਗਏ ਆ, ਹਾਂਜੀ ਤੁਸੀਂ ਇਸੇ ਜ਼ਿੰਮੇਵਾਰੀ ਨੂੰ ਉਵੇਂ ਦੀ ਉਵੇਂ ਮਤਲਬ ਨਿਭਾਓ, ਚਾਹੇ ਕੁਝ ਵੀ ਹੈ। ਠੀਕ ਚੋਣ ਤੋਂ ਪਹਿਲਾਂ ਜਿਹੜਾ 2 ਸਾਲ ਦੀ ਟਰਮ ਰਹਿੰਦੀ ਸੀ ਸਰਦਾਰ ਪਿਸ਼ੌਰਾ ਸਿੰਘ ਦੀ, ਉਹ ਮੈਨੂੰ ਬਤੌਰ ਕਾਰਜਕਾਰੀ ਪ੍ਰਧਾਨ ਨਿਭਾਉਣੀ ਪਈ, ਮੈਂ ਨਿਭਾਈ ਉਹ। ਹੂੰ ਪਰ ਉਸ ਦੇ ਦੌਰਾਨ ਚਲਦਿਆਂ ਸਾਨੂੰ ਇੱਕ ਵਾਰੀ ਅਜਿਹਾ ਹਾਲਾਤ ਬਣ ਗਿਆ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲੈ ਕੇ ਅੰਦੋਲਨ ਲੜਨ ਦਾ ਪ੍ਰੋਗਰਾਮ ਬਣਿਆ ਰਾਸ਼ਟਰੀ ਕਿਸਾਨ ਮਹਾਸੰਘ ਦਾ। ਹਾਂਜੀ ਰਾਸ਼ਟਰੀ ਕਿਸਾਨ ਮਹਾਸੰਘ ਲਗਭਗ 182 ਕਿਸਾਨ ਜਥੇਬੰਦੀਆਂ ਸੀ ਜਿਹੜੀਆਂ ਭਾਰਤ ਦੀਆਂ, ਹੂੰ ਉਹਨਾਂ ਨੇ ਮਿਲ ਕੇ ਬਣਾਇਆ ਸੀ। ਔਰ ਉਹਨਾਂ ਦਾ ਏਜੰਡਾ ਸਿਰਫ ਇਹੀ ਸੀਗਾ ਵੀ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਮਿਲੇ ਹਾਂਜੀ ਔਰ ਕਿਸਾਨਾਂ ਦੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਵੇ। ਜਿੰਨਾ ਚਿਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਉਨੀ ਦੇਰ ਤੱਕ ਚਾਹੇ ਕੁਝ ਵੀ ਅਸੀਂ ਕਰੀਏ ਕਿਸਾਨ ਦੀ ਖੁਦਕਸ਼ੀ ਰੁਕ ਨਹੀਂ ਸਕਦੀ। ਹਾਂਜੀ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਇਹ ਸਵਾਮੀਨਾਥਨ ਦੀ ਰਿਪੋਰਟ ਲੈਣੀ ਅਤੀ ਜ਼ਰੂਰੀ ਆ। ਔਰ ਕਿਸਾਨਾਂ ਦਾ ਕਰਜ਼ਾ ਜਿਹੜਾ ਇਹ ਤੁਰੰਤ ਖਤਮ ਹੋਣਾ ਬਹੁਤ ਜ਼ਰੂਰੀ ਆ। ਅਗਰ ਇਹ ਨਹੀਂ ਖਤਮ ਹੁੰਦਾ ਤੇ ਕਿਸਾਨ ਦੇ ਨੂੰ ਤੁਰੰਤ ਰਾਹਤ ਨਹੀਂ ਮਿਲ ਸਕਦੀ। ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਅੰਦੋਲਨ ਕਰਨ ਦੀ ਤਿਆਰੀ ਕੀਤੀ 2018 ਦੇ ਵਿੱਚ। ਹਾਂਜੀ ਫਰਵਰੀ 2018 ਨੂੰ ਅਸੀਂ ਮਤਲਬ ਦਿੱਲੀ ਵੱਲ ਕੂਚ ਕਰਨਾ ਸੀਗਾ ਟਰੈਕਟਰ ਟਰਾਲੀਆਂ ਲੈ ਕੇ, ਠੀਕ ਜਿਹਦੇ ਦੌਰਾਨ ਸਾਨੂੰ ਰਸਤੇ ਦੇ ਵਿੱਚ ਆਉਂਦਿਆਂ ਰੋਕ ਕੇ ਰੱਖਿਆ। ਚੀਮਾ ਮੰਡੀ ਦੇ ਵਿੱਚ ਲਗਭਗ 28 ਦਿਨ ਟੈਂਪਰੇਰੀ ਜੇਲ੍ਹ ਬਣਾ ਕੇ ਸਰਕਾਰ ਨੇ ਸਾਡਾ ਸਾਰੇ ਦੇ ਸਾਰੇ ਕਾਫਲੇ ਨੂੰ ਰੋਕੀ ਰੱਖਿਆ। ਹੂੰ ਲੇਕਿਨ ਉਹਨਾਂ ਟਾਈਮਾਂ ਦੇ ਵਿੱਚ ਇੱਕ ਅੰਨਾ ਹਜ਼ਾਰੇ ਜੀ ਜਿਹੜੇ ਭਾਰਤ ਦੇ ਸਮਾਜ ਸੇਵੀ ਨੇ, ਹਾਂਜੀ ਉਹਨਾਂ ਨੇ ਵੀ ਇੱਕ ਪੈਰਲਲ ਐਲਾਨ ਕਰਤਾ ਕਿ ਮੈਂ ਕਿਸਾਨਾਂ ਦੀ ਇਸ ਮੰਗ ਨੂੰ ਲੈ ਕੇ ਮੈਂ ਅਨਸ਼ਨ ਸ਼ੁਰੂ ਕਰਨ ਜਾ ਰਿਹਾ ਹਾਂ। ਬਿਲਕੁਲ ਉਹ ਕਈ ਕਾਰਨਾਂ ਤੋਂ, ਕਈ ਐਂਗਲਾਂ ਤੋਂ ਅਸੀਂ ਵਿਚਾਰ ਚਰਚਾ ਕਰਕੇ ਅਸੀਂ ਕਿਹਾ ਵੀ ਸਾਨੂੰ ਇਸ ਅੰਦੋਲਨ ਦੇ ਵਿੱਚ ਨਾਲ ਰਹਿਣਾ ਸਾਡਾ ਬਹੁਤ ਜ਼ਰੂਰੀ ਹੈ। ਕਿਤੇ ਇਸ ਅੰਦੋਲਨ ਨੂੰ ਸੀਰੀਅਸਲੀ ਹਰ ਐਂਗਲ ਤੋਂ ਵਾਚਣ ਦੀ ਲੋੜ ਹੈ। ਹਾਂਜੀ ਉਹ ਉਸ ਵੇਲੇ ਫਿਰ ਮਤਲਬ ਜਦੋਂ ਸਰਕਾਰ ਦੀਆਂ ਕਈ ਪਰਿਸਥਿਤੀਆਂ ਵੇਖਦੀ ਲੰਘਦੇ ਅੰਦੋਲਨ ਨੂੰ ਅਸੀਂ ਇੱਥੇ ਲੈ ਗਏ ਕਿ ਹਾਲਾਤ ਐਸੇ ਬਣ ਗਏ ਕਿ ਅੰਨਾ ਹਜ਼ਾਰੇ ਜੀ ਦੇ ਅਨਸ਼ਨ ਤੋਂ 2 ਦਿਨ ਪਹਿਲਾਂ ਹਾਂਜੀ ਅਸੀਂ ਉਹ ਅਨਸ਼ਨ ਅਸੀਂ ਸ਼ੁਰੂ ਕਰਨਾ ਪਿਆ ਸਾਨੂੰ। ਔਰ ਅਸੀਂ ਉੱਥੋਂ ਚੀਮਾ ਮੰਡੀ ਤੋਂ ਨਿਕਲ ਕੇ ਜਦੋਂ ਅੱਗੇ ਅਸੀਂ ਆਏ, ਸ਼ਤਰਾਣਾ ਪਿੰਡ ਪੈਂਦਾ ਪਾਤੜਾਂ ਦੇ ਕੋਲ, ਹਾਂਜੀ ਉੱਥੇ ਅਸੀਂ ਅਨਸ਼ਨ ਸ਼ੁਰੂ ਕੀਤਾ ਤੇ ਲਗਾਤਾਰ ਫਿਰ ਅਸੀਂ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਦੇ ਉਸ ਅੰਦੋਲਨ ਦੇ ਵਿੱਚ ਸ਼ਾਮਲ। ਹੂੰ ਤਾਂ ਜਦੋਂ ਅਸੀਂ ਅੰਨਾ ਹਜ਼ਾਰੇ ਦੇ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਤਾਂ ਉਸ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਹਾਂਜੀ ਪਹਿਲਾਂ ਤਾਂ ਸਾਨੂੰ ਕੋਈ ਏਡਾ ਬਹੁਤ ਵਧੀਆ ਮਤਲਬ ਰਿਸਪੌਂਸ ਨਹੀਂ ਮਿਲਿਆ ਉੱਥੇ। ਹੂੰ ਲੇਕਿਨ 3-4 ਦਿਨ ਬਾਅਦ ਮਤਲਬ ਅੰਨਾ ਹਜ਼ਾਰੇ ਨੂੰ ਵੀ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਕੋਈ ਜਥੇਬੰਦੀ ਹੈ ਜਿਹੜੀ ਸਾਡਾ ਮਤਲਬ ਬਹੁਤ ਵੱਡੀ ਪੱਧਰ ਤੇ ਸਮਰਥਨ ਦਿੱਤਾ ਹੈ। ਹਾਂਜੀ ਤਾਂ ਸਾਨੂੰ ਸਟੇਜ ਤੋਂ ਜਗ੍ਹਾ ਮਿਲਣੀ ਸ਼ੁਰੂ ਹੋਈ। ਹੂੰ ਤਾਂ ਮੈਂ ਪਹਿਲੇ ਦਿਨ ਇਹ ਬੋਲਿਆ ਸੀਗਾ ਸਟੇਜ ਤੋਂ ਕਿ ਅੰਨਾ ਜੀ ਤੁਸੀਂ ਬਜ਼ੁਰਗ ਹੋ, ਤੁਸੀਂ ਅਨਸ਼ਨ ਛੱਡ ਦਿਓ, ਤੁਹਾਡੀ ਸਿਹਤ ਦੀ ਲੋੜ ਹੈ, ਲੇਕਿਨ ਅਸੀਂ ਸਾਡੇ ਬੱਚਿਆਂ ਦੀ ਜ਼ਿੰਦਗੀ ਦੀ ਲੋੜ ਹੈ। ਅਸੀਂ ਆਪਦੇ ਬੱਚਿਆਂ ਦੀ ਖਾਤਰ ਲੜਾਈ ਲੜ ਰਹੇ ਹਾਂ, ਚਾਹੇ ਕੁਝ ਵੀ ਹੋਵੇ। ਇਹ ਸ਼ਹਾਦਤਾਂ, ਇਹ ਕੁਰਬਾਨੀਆਂ ਸਾਡੀਆਂ ਅਸੀਂ ਦੇਵਾਂਗੇ। ਤੁਸੀਂ ਸਾਡੇ ਅੰਦੋਲਨ ਨੂੰ ਸਿਰਫ ਸਿਰ ਤੇ ਹੱਥ ਰੱਖ ਕੇ ਚਲਾਈ ਚੱਲੋ ਤੇ ਤੁਸੀਂ ਅਨਸ਼ਨ ਛੱਡ ਦਿਓ। ਠੀਕ ਲੇਕਿਨ ਅੰਨਾ ਜੀ ਨੇ ਵੀ ਮਹਿਸੂਸ ਕੀਤਾ, ਪਤਾ ਨਹੀਂ ਕਿਸ ਤਰ੍ਹਾਂ ਲੱਗਿਆ ਉਹਨਾਂ ਨੂੰ, ਉਹਨਾਂ ਦਾ ਫਿਰ ਮੇਰੇ ਨਾਲ ਨੇੜਤਾ ਵੱਧਦੀ ਗਈ। ਹਾਂਜੀ ਤਾਂ ਅਸੀਂ ਇਸ ਅੰਦੋਲਨ ਨੂੰ ਸਫਲ ਬਣਾਉਣ ਦੇ ਵਿੱਚ ਸਫਲ ਹੋਏ, ਜਿਹੜਾ ਕਿ 28 ਮਾਰਚ 2018 ਨੂੰ ਸਰਕਾਰ ਨੇ ਐਲਾਨ ਕੀਤਾ। ਸਾਨੂੰ ਰਿਟਨ ਦੇ ਵਿੱਚ ਇੱਕ ਚਿੱਠੀ ਦੇ ਉੱਤੇ ਮੋਹਰ ਲਾ ਕੇ ਦਿੱਤੀ ਸਰਕਾਰ ਨੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਆਂਗੇ। ਹੂੰ ਅਸੀਂ ਉਸ ਅੰਦੋਲਨ ਦੇ ਵਿੱਚੋਂ ਇਹ ਕੁਝ ਮਤਲਬ ਕੱਢ ਕੇ ਲੈ ਕੇ ਆਏ। ਹੂੰ ਉਸ ਤੋਂ ਬਾਅਦ ਫਿਰ ਦੁਬਾਰਾ ਮਤਲਬ ਜਿਸ ਵੇਲੇ ਸਾਨੂੰ ਪਤਾ ਲੱਗਿਆ ਕਿ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ, ਇਹਨੂੰ ਸਹੀ ਢੰਗ ਦੇ ਨਾਲ ਭਾਵੇਂ ਕਹਿ ਰਹੀ ਹੈ ਕਿ ਹਾਂਜੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ, ਉਹ C2+50 ਦੀ ਬਜਾਏ A2+FL ਦੇ ਹਿਸਾਬ ਨਾਲ ਫਸਲ ਦਾ ਭਾਅ ਦੇਣ ਦੀ ਗੱਲ ਕਰ ਰਹੀ ਸੀ ਸਰਕਾਰ। ਬਿਲਕੁਲ ਅਸੀਂ ਸਰਕਾਰ ਦਾ ਪਰਦਾਫਾਸ਼ ਕਰਨ ਦੀ ਖਾਤਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਾਂਜੀ ਇੱਕ ਯਾਤਰਾ, ਜਨ ਜਾਗਰਣ ਯਾਤਰਾ ਕੱਢੀ, ਹੂੰ ਜਿਹਦੇ ਫਿਰ ਅਗਲਾ ਜਿਹੜਾ ਸਾਡਾ ਅੰਦੋਲਨ ਹੋਇਆ, ਉਹ ਅੰਦੋਲਨ ਹੋਇਆ 2019 ਚ। ਹਾਂਜੀ
ਉਸ ਅੰਦੋਲਨ ਦੇ ਦੌਰਾਨ ਫਿਰ ਮਤਲਬ ਵੱਡੀ ਪੱਧਰ ਤੇ ਇਹ ਹੋਇਆ ਕਿ ਅਨਸ਼ਨ ਫਿਰ ਹੋਇਆ, ਜਿਹਦੇ ਵਿੱਚ 17 ਥਾਵਾਂ ਦੇ ਉੱਤੇ ਭਾਰਤ ਦੇ ਵਿੱਚ ਅਨਸ਼ਨ ਹੋਇਆ। ਲੇਕਿਨ ਸਰਕਾਰ ਨੇ ਉੱਥੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਕਮੇਟੀ ਬਣਾ ਕੇ ਇਹਨੂੰ ਤੁਰੰਤ ਮਤਲਬ ਲਾਗੂ ਕਰਾਂਗੇ, ਲੇਕਿਨ ਕੀਤਾ ਨਹੀਂ। ਸਰਕਾਰ ਨੇ ਫਿਰ ਲੋਕਾਂ ਨਾਲ ਧੋਖਾ ਕੀਤਾ ਇੱਥੇ। ਉਸ ਅੰਦੋਲਨ ਨੂੰ ਅੱਗੇ ਤੋਰਦੇ ਅੱਜ ਮਤਲਬ ਜਿਹੜਾ ਸਾਡਾ ਇਹ ਅੰਦੋਲਨ ਹੈ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵਾਲਾ ਹਜੇ ਮਸਲਾ ਸਾਡਾ ਵਿੱਚ ਖੜਾ ਸੀ, ਕਿਸਾਨਾਂ ਦੇ ਕਰਜ਼ਿਆਂ ਦੀ ਲੜਾਈ ਹਜੇ ਵਿੱਚ ਖੜੀ ਸੀ। ਅੱਜ ਸਰਕਾਰ ਇਹ ਕਾਨੂੰਨ ਲੈ ਕੇ ਆਈ, ਇਹ ਕਾਲੇ ਕਾਨੂੰਨ। ਹਾਂਜੀ, ਇਹਨਾਂ ਕਾਲੇ ਕਾਨੂੰਨਾਂ ਦੇ ਉੱਤੇ ਅੱਜ ਸਾਡਾ ਪੂਰਾ ਦੇਸ਼ ਦਾ ਕਿਸਾਨ, ਸਾਡੇ ਭਾਵੇਂ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਅਸੀਂ ਜਿਸ ਵੇਲੇ ਪੰਜਾਬ ਦੇ ਵਿੱਚ ਇਹ ਲੜਾਈ ਲੜਨੀ ਸ਼ੁਰੂ ਕੀਤੀ ਤੇ ਸਾਨੂੰ ਇੱਕ ਮਹਿਸੂਸ ਹੋਇਆ ਕਿ ਲੜਾਈ ਜਿਹੜੀ ਹੈ ਇਹ ਬਹੁਤ ਵੱਡੀ ਲੜਾਈ ਹੈ, ਵੱਡੀ ਪੱਧਰ ਦੇ ਉੱਤੇ ਲੜਿਆ ਜਿੱਤੀ ਜਾਣੀ ਹੈ। ਇਹ ਛੋਟੀ ਮੋਟੀ ਲੜਾਈ ਨਹੀਂ ਹੈ। ਇਸ ਲੜਾਈ ਨੂੰ ਜਿੱਤਣ ਵਾਸਤੇ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਇਕੱਠੇ ਹੋਣਾ ਪੈਣਾ ਹੈ। ਤੇ ਚਲੋ ਵਾਹਿਗੁਰੂ ਦੀ ਮਰਜ਼ੀ ਸੀ, ਇੱਕ ਉਪਰਾਲਾ ਕਰਿਆ, ਉਸ ਉਪਰਾਲੇ ਦੇ ਵਿੱਚੋਂ ਰਲ ਮਿਲ ਕੇ ਅਸੀਂ ਸਾਰਿਆਂ ਨੇ ਇਹ ਏਕਤਾ ਬਣਾਉਣ ਦੇ ਵਿੱਚ ਕਿਸੇ ਦਾ ਵੱਧ ਯੋਗਦਾਨ, ਕਿਸੇ ਦਾ ਘੱਟ ਯੋਗਦਾਨ, ਉਹਦੇ ਨਾਲ ਅਸੀਂ ਇਹਨੂੰ ਇੱਕ ਸਾਂਝ ਬਣਾਉਣ 'ਚ ਸਫਲ ਹੋਏ। ਪੰਜਾਬ ਦੀਆਂ 31-32 ਕਿਸਾਨ ਜਥੇਬੰਦੀਆਂ ਅਸੀਂ ਇਕੱਠੀਆਂ ਕਰਕੇ 31-32 ਜਥੇਬੰਦੀਆਂ ਇਕੱਠੀਆਂ ਕਰਕੇ ਪੰਜਾਬ ਦੇ ਵਿੱਚੋਂ ਅੰਦੋਲਨ ਸ਼ੁਰੂ ਹੋਇਆ ਜੀ। ਹਾਂਜੀ, ਜਿਸ ਵਿੱਚ ਪੰਜਾਬ ਦੇ ਵਿੱਚੋਂ ਇਹ ਅੰਦੋਲਨ ਸ਼ੁਰੂ ਹੋਇਆ, ਉਸ ਤੋਂ ਬਾਅਦ ਇਹ ਅੰਦੋਲਨ ਫਿਰ ਅੱਗੇ ਜਾ ਕੇ ਹਿੰਦੁਸਤਾਨ ਲੈਵਲ ਦਾ ਬਣਾਉਣ ਦੀ ਸਾਨੂੰ ਲੋੜ ਮਹਿਸੂਸ ਹੋਈ, ਜਦੋਂ ਸਰਕਾਰ ਨੇ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕੀਤੇ ਕਿ ਇਹ ਤਾਂ ਜੀ ਕੇਵਲ ਪੰਜਾਬ ਦੀ ਮੰਗ ਹੈ, ਲੋਕਾਂ ਦੀ ਮੰਗ ਨਹੀਂ, ਬਾਹਰਲੀਆਂ ਸਟੇਟਾਂ ਤਾਂ ਮੰਗਦੀਆਂ ਨਹੀਂ। ਜਿਵੇਂ ਅੱਜ ਵੀ ਸਰਕਾਰ ਕੂੜ ਪ੍ਰਚਾਰ ਕਰਨ ਤੇ ਲੱਗੀ ਹੋਈ ਹੈ ਕਿ ਕੇਵਲ ਪੰਜਾਬੀਆਂ ਦਾ ਹੈ, ਕੇਵਲ ਸਿੱਖਾਂ ਦਾ ਹੈ, ਕੇਵਲ ਪੰਜਾਬ ਦੇ ਲੋਕਾਂ ਦਾ ਹੈ। ਬੜੇ ਤਰ੍ਹਾਂ ਦੇ ਮਤਲਬ ਝੂਠ ਤੂਫਾਨ ਮਤਲਬ ਸਰਕਾਰ ਫੈਲਾ ਰਹੀ ਹੈ, ਜਦੋਂ ਕਿ ਅੱਜ ਸਾਹਮਣੇ ਗਰਾਊਂਡ ਤੇ ਨਜ਼ਰ ਆ ਰਹੀ ਹੈ ਕਿ ਮੱਧ ਪ੍ਰਦੇਸ਼ ਵੀ ਦਿੱਲੀ ਦੀ ਇੱਕ ਬਾਰਡਰ ਤੇ ਬੈਠਾ ਹੈ, ਬਿਲਕੁਲ, ਯੂਪੀ ਇੱਕ ਬਾਰਡਰ ਤੇ ਬੈਠੀ ਹੈ, ਮਹਾਰਾਸ਼ਟਰ ਦੇ, ਰਾਜਸਥਾਨ ਦੇ ਕਿਸਾਨ ਇੱਕ ਬਾਰਡਰ ਤੇ ਬੈਠੇ ਨੇ, ਪੰਜਾਬ ਹਰਿਆਣਾ ਦੋ ਬਾਰਡਰਾਂ ਨੂੰ ਮਤਲਬ ਕਵਰ ਕਰੀ ਬੈਠਾ ਹੈ। ਬਿਹਾਰ ਦੇ ਵਿੱਚ ਇੱਕ ਸਰਕਾਰ ਦੇ ਖਿਲਾਫ ਲੋਕ ਪ੍ਰੋਟੈਸਟ ਕਰ ਰਹੇ ਨੇ, ਸਰਕਾਰ ਨੇ ਲਾਠੀ ਚਾਰਜ ਕਰਨਾ ਪਿਆ ਉੱਥੇ ਜਾ ਕੇ। ਤਾਂ ਫਿਰ ਵੀ ਸਰਕਾਰ ਯਾਨੀ ਹਜੇ ਅੱਜ ਵੀ ਇਹਨਾਂ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਜਦੋਂ ਅੰਦੋਲਨ ਇੱਥੋਂ ਤੱਕ ਪਹੁੰਚਿਆ, ਤੇ ਸਰਕਾਰ ਅੱਜ ਵੀ ਯਤਨ ਇਹੀ ਕਰ ਰਹੀ ਹੈ ਕਿ ਇਹ ਅੰਦੋਲਨ ਕੇਵਲ ਪੰਜਾਬੀਆਂ ਦਾ। ਸੋ ਇਹਨੂੰ ਅਸੀਂ ਕਵਰ ਕਰਨ ਦੀ ਖਾਤਰ ਜਿਹੜੀਆਂ ਬਾਹਰਲੀਆਂ ਜਥੇਬੰਦੀਆਂ ਸੀ ਉਹਨਾਂ ਨਾਲ ਤਾਲਮੇਲ ਬਣਾਇਆ। ਹਾਂਜੀ, ਦਿੱਲੀ ਦੇ ਵਿੱਚ 2 ਮੀਟਿੰਗਾਂ ਹੋਈਆਂ, ਉਹਨਾਂ ਦੋਹਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਉਭਾਰ ਕੇ ਇਹਨੂੰ ਇਹ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਇਸ ਅੰਦੋਲਨ ਨੂੰ ਅੱਜ ਲੜਿਆ ਜਾ ਰਿਹਾ ਹੈ। ਅੱਜ ਇਸ ਅੰਦੋਲਨ ਜਿਹੜਾ ਮੇਰਾ ਅੰਦੋਲਨ ਦੇ ਲੈਵਲ ਦੇ ਉੱਤੇ ਜਿਹੜੀ ਮੇਰੀ ਜ਼ਿੰਦਗੀ ਹੈ, ਉਹ ਮੇਰੀ ਜ਼ਿੰਦਗੀ ਦਾ ਇਹ ਇੱਕ ਛੋਟਾ ਜਿਹਾ ਮਤਲਬ ਇਹ ਇਤਿਹਾਸ ਹੈ, ਜਿਹਨੂੰ ਮੈਂ ਮਤਲਬ ਅੱਜ ਮੇਰੀ ਕੋਸ਼ਿਸ਼ ਹੈ ਕਿ ਵਾਹਿਗੁਰੂ ਕਿਰਪਾ ਕਰੇ, ਸਾਡੇ ਕਿਸਾਨਾਂ ਦੀ ਫਤਿਹ ਹੋਵੇ। ਇਹ ਸਾਡੇ ਹੋਂਦ ਦਾ ਸਵਾਲ ਹੈ, ਸਾਡੇ ਬੱਚਿਆਂ ਦੀ ਲਾਈਫ ਦਾ ਸਵਾਲ ਹੈ। ਅਗਰ ਅਸੀਂ ਇਹਦੇ ਤੇ ਜਿੱਤਦੇ ਨਹੀਂ ਤਾਂ ਸਮਝ ਲਓ ਅਸੀਂ ਸਾਰਾ ਕੁਝ ਹਾਰ ਜਾਾਂਗੇ। ਸਾਨੂੰ ਅਸੀਂ ਇਹ ਲੜਾਈ, ਇੱਕ ਲੜਾਈ ਦੋ ਤਰ੍ਹਾਂ ਦੀ ਹੋਇਆ ਕਰਦੀ ਹੈ ਜੀ। ਇੱਕ ਲੜਾਈ ਤਾਂ ਹੁੰਦੀ ਹੈ ਕਿ ਲੜਾਈ ਲੜਨ ਵਾਸਤੇ ਲੜਨਾ ਹੈ, ਕਿਸੇ ਨੇ ਆਪਦਾ ਲੀਡਰਸ਼ਿਪ ਐਸਟੈਬਲਿਸ਼ ਕਰਨ ਵਾਸਤੇ ਲੜਨਾ ਹੈ, ਕਿਸੇ ਨੇ ਆਪਦੀ ਰਾਜਨੀਤਿਕ ਹੋਂਦ ਬਣਾਉਣ ਵਾਸਤੇ ਲੜਨਾ ਹੈ। ਨਹੀਂ, ਇਹ ਲੜਾਈ ਅਸੀਂ ਜਿੱਤਣ ਵਾਸਤੇ ਲੜ ਰਹੇ ਹਾਂ, ਕਿਉਂਕਿ ਜੇਕਰ ਅਸੀਂ ਲੜਾਈ ਜਿੱਤਦੇ ਨਹੀਂ ਤਾਂ ਸਾਡੀ ਆਉਣ ਵਾਲੀ ਜਿਹੜੀ ਨਸਲ ਹੈ, ਸਮਝ ਲਓ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਦਾ ਭਾਰਤ ਦੇ ਨਕਸ਼ੇ ਤੋਂ, ਭਾਰਤ ਦੇ ਇਤਿਹਾਸ ਦੇ ਵਿੱਚੋਂ, ਇੱਥੋਂ ਦੇ ਸਟਰਕਚਰ ਦੇ ਵਿੱਚੋਂ ਕਿਸਾਨ ਸ਼ਬਦ ਹੀ ਖਤਮ ਹੋ ਜਾਊਗਾ ਜੇਕਰ ਅਸੀਂ ਇਸ ਲੜਾਈ ਨੂੰ ਜਿੱਤਦੇ ਨਹੀਂ ਤਾਂ। ਸੋ ਇਸ ਲੜਾਈ ਨੂੰ ਜਿੱਤਣਾ ਸਾਡੇ ਲਈ ਇੱਕ ਅਹਿਮ ਸਵਾਲ ਹੈ, ਔਰ ਇਹਨੂੰ ਜਿੱਤਣ ਵਾਸਤੇ ਸਾਡੀ ਕੋਸ਼ਿਸ਼ ਵੀ ਹੈ। ਚਾਹੇ ਸਾਨੂੰ ਕਈ ਵਾਰੀ ਕੁਝ ਲੋਕ ਜਿਹੜੇ ਨੌਜਵਾਨ ਥੋੜੇ ਜਿਹੇ ਗਰਮ ਖੂਨ ਵਾਲੇ ਨੇ, ਉਹ ਸਾਨੂੰ ਇਹ ਜਿਹੀਆਂ ਗੱਲਾਂ ਵੀ ਕਹਿ ਦਿੰਦੇ ਨੇ ਵੀ ਤੁਸੀਂ ਠੰਡੇ ਚੱਲਦੇ ਹੋ, ਗਰਮ ਨਹੀਂ ਚੱਲਦੇ। ਲੇਕਿਨ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਲੜਾਈ ਸ਼ਾਂਤਮਈ ਹੀ ਜਿੱਤੀ ਜਾਣੀ ਹੈ। ਅਗਰ ਅਸੀਂ ਮਾੜੀ ਜਿਹੀ ਵੀ ਕੋਈ ਗਲਤੀ ਕਰ ਗਏ ਤਾਂ ਕਿਤੇ ਐਸਾ ਨਾ ਹੋਵੇ ਸਰਕਾਰ ਨੂੰ ਕੋਈ ਮੌਕਾ ਨਾ ਮਿਲੇ ਸਾਡੇ ਅੰਦੋਲਨ ਨੂੰ ਖਿਲਾਰਨ ਦਾ। ਅੱਜ ਸਾਡੇ ਅੰਦੋਲਨ ਨੂੰ ਪੂਰੇ ਭਾਰਤ ਦੇ ਵਿੱਚ, ਇਕੱਲੇ ਭਾਰਤ 'ਚ ਨਹੀਂ ਮੈਂ ਕਹੂੰਗਾ ਵਰਲਡ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਡਾ ਜਿਹੜਾ ਲੋਕ ਬੈਠੇ ਨੇ, ਭਾਵੇਂ ਉਹ ਭਾਰਤੀ ਨੇ, ਭਾਵੇਂ ਉਹ ਹੋਰਨਾਂ ਮਤਲਬ ਕੰਟਰੀਆਂ ਦੀ ਵਸੋਂ ਦੇ ਲੋਕ ਨੇ, ਉੱਥੋਂ ਦੇ ਨਾਗਰਿਕ ਨੇ, ਉਹ ਵੀ ਅੱਜ ਸਾਡੇ ਅੰਦੋਲਨ ਨੂੰ ਸਮਰਥਨ ਕਰ ਰਹੇ ਨੇ, ਸਾਨੂੰ ਸਹਿਯੋਗ ਮਿਲ ਰਿਹਾ ਹੈ। ਤਾਂ ਇੱਕ ਸ਼ਾਂਤਮਈ ਅੰਦੋਲਨ ਦੀ ਸਾਡੀ ਇੱਕ ਵਿਲੱਖਣਤਾ ਹੈ, ਜਿਹਦੇ ਕਰਕੇ ਸਾਨੂੰ ਇਹ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਮੂਹਰੇ ਅਰਦਾਸ ਹੈ ਸਾਡੀ ਕਿ ਇਹਨੂੰ ਇਸੇ ਤਰ੍ਹਾਂ ਸ਼ਾਂਤਮਈ ਅੰਦੋਲਨ ਨੂੰ ਸਾਡੇ ਨੂੰ ਕਾਮਯਾਬ ਕਰਨ। ਸਤਿਗੁਰੂ
ਤਾਂ ਕਿ ਕਿਸਾਨ ਦੀ ਹੋਂਦ ਬਚੀ ਰਹੇ, ਕਿਸਾਨ ਦੇ ਬੱਚਿਆਂ ਦੀ ਜ਼ਿੰਦਗੀ ਬਚੀ ਰਹੇ, ਕਿਸਾਨ ਦੀ ਬੇਟੀ ਦੀ ਇੱਜ਼ਤ ਬਚੀ ਰਹੇ। ਇਸ ਗੱਲ ਦੇ ਉੱਤੇ ਸਾਡਾ ਹੁਣ ਇਹ ਅੰਦੋਲਨ, ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਇਸ ਅੰਦੋਲਨ ਨੂੰ ਲੜ ਰਹੇ ਹਾਂ। ਬਹੁਤ ਵਧੀਆ, ਬਹੁਤ ਡਿਟੇਲ ਦੇ ਵਿੱਚ ਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਜਿਹੜਾ ਹੁਣ ਤੱਕ ਦਾ ਤੈਅ ਕੀਤਾ ਉਹ ਸੰਗਤ ਨਾਲ ਸਾਂਝਾ ਕੀਤਾ ਆ। ਕਿਉਂ ਇੱਕ ਗੱਲ ਆਪਣੇ ਵੀਰਾਂ ਨੂੰ ਮੇਰੇ ਖਿਆਲ ਹੁਣ ਉਹਨਾਂ ਨੇ ਬੰਦ ਕਰਤਾ, ਉਹਨਾਂ ਕੋਲ ਲਾਈਟ ਜਿੰਨੀ ਕੁ ਹੈਗੀ ਬਹੁਤ ਵਧੀਆ ਆ, ਉਹ ਦੂਜੀ ਲਾਈਟਾਂ ਜਗਾਉਣ ਉਹਨਾਂ ਝਮੱਕਾ ਜਿਹਾ ਪੈਣ ਲੱਗ ਪੈਂਦਾ ਆ। ਬਿਲਕੁਲ ਠੀਕ ਆ, ਹੁਣ ਜਿਹੜੀ ਲਾਈਟ ਚੱਲ ਰਹੀ ਨਾ ਤੁਹਾਡੀ ਇਹ ਬਿਲਕੁਲ ਠੀਕ ਆ, ਹੋਰ ਨਾ ਜਗਾਉਣ ਬਲਬ ਕੋਈ ਵੀ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਅੰਦੋਲਨ ਹਮੇਸ਼ਾ ਕਿਸੇ ਵੀ ਕੰਟਰੀ 'ਚ ਹੋਵੇ ਜਿਹੜਾ ਸ਼ਾਂਤਮਈ ਹੋਵੇ ਉਹੀ ਕਾਮਯਾਬ ਹੁੰਦਾ ਆ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਬਹੁਤ ਵੱਡੀ ਐਗਜ਼ਾਮਪਲ ਆ ਸਾਡੇ ਅਮਰੀਕਾ 'ਚ। ਇੱਥੇ ਪਿਛਲੇ ਹਫ਼ਤੇ ਕੀ ਹੋਇਆ, ਟਰੰਪ ਨੇ ਜਾਣ ਤੋਂ ਮਨਾ ਕਰਤਾ, ਉਹ ਸ਼ਾਂਤਮਈ ਅੰਦੋਲਨ ਸੀਗਾ, ਕਿਸੇ ਨੇ ਨਹੀਂ ਰੋਕਿਆ, ਉੱਥੇ ਕਰਨਾ ਸ਼ਾਂਤਮਈ ਸੀਗਾ। ਉਹ ਜਿੰਨਾ ਚਿਰ ਸ਼ਾਂਤਮਈ ਰਿਹਾ ਉਹ ਅੰਦੋਲਨ ਬਹੁਤ ਵਧੀਆ ਰਿਹਾ, ਬਹੁਤ ਬੰਦੇ ਉਹਦੇ ਵਿੱਚ ਭਾਗ ਲਿਆ। ਪਰ ਜਦੋਂ ਉਹ ਸ਼ਾਂਤਮਈ ਤੋਂ ਹਟ ਕੇ ਹੁੱਲੜਬਾਜ਼ੀ ਤੇ ਉੱਤਰ ਆਇਆ ਤੇ ਅੱਜ ਵਾਸ਼ਿੰਗਟਨ DC ਦੇ ਵਿੱਚ 25,000 ਜਿਹੜੇ ਸੈਨਿਕ ਤੈਨਾਤ ਆ, ਉੱਥੇ ਕੋਈ ਜਾ ਹੀ ਨਹੀਂ ਸਕਦਾ। ਨਹੀਂ ਤਾਂ ਉਹ ਫਿਰ ਕਰ ਸਕਦੇ ਸੀ ਹੁਣ ਸ਼ਾਂਤਮਈ ਅੰਦੋਲਨ, ਉਹਨਾਂ ਨੂੰ ਇਜਾਜ਼ਤ ਮਿਲ ਜਾਣੀ ਸੀ। ਸੋ ਕਿਸੇ ਵੀ ਕੰਟਰੀ 'ਚ ਹੋਵੇ, ਦੂਜੇ ਕੰਟਰੀ ਵੀ ਤੁਹਾਡਾ ਸਾਥ ਤਾਂ ਹੀ ਦਿੰਦੇ ਆ ਜੇ ਅੰਦੋਲਨ ਸ਼ਾਂਤਮਈ ਹੋਵੇ। ਜਿਸ ਦਿਨ ਇਹ ਅੰਦੋਲਨ ਸ਼ਾਂਤਮਈ ਤੋਂ ਹਟ ਕੇ ਹੁੱਲੜਬਾਜ਼ੀ ਵਾਲੇ ਪਾਸੇ ਚਲੇ ਗਿਆ ਤੇ ਸਾਰੇ ਕੰਟਰੀਆਂ ਦੀ ਸਪੋਰਟ ਵੀ ਖਤਮ ਹੋ ਜਾਣੀ ਹੈ। ਸਾਨੂੰ ਸਮਝ ਲੈਣਾ ਚਾਹੀਦਾ। ਉਹ ਜਿਹੜੀ ਤੁਸੀਂ ਗੱਲ ਕੀਤੀ ਇਹ 'ਚ ਕੋਈ ਸ਼ੱਕ ਨਹੀਂ ਵੀ ਪੰਜਾਬੀਆਂ ਦਾ ਖੂਨ ਗਰਮ ਹੁੰਦਾ ਆ। ਸ਼ੁਰੂ ਤੋਂ ਲੈ ਕੇ ਆਪਾਂ ਆਪਣਾ ਇਤਿਹਾਸ ਦੇਖੀਏ ਤੇ ਗਰਮ ਖੂਨ ਜ਼ਰੂਰ ਆ, ਪਰ ਉਹ ਗਰਮੀ ਨੂੰ ਸਹੀ ਤਰੀਕੇ ਨਾਲ ਵਰਤਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਆ। ਮੌਕੇ ਤੇ ਉੱਤੇ ਉਦੋਂ ਤੁਸੀਂ ਬੈਰੀਅਰ ਪੱਟੇ, ਕਿਸੇ ਨੇ ਕੁਝ ਨਹੀਂ ਕਿਹਾ ਕਿਉਂਕਿ ਬਹੁਤਾਤ ਲੋਕ ਸੀਗੀ, ਬਹੁਤਾਤ ਸੀ, ਪਲਾਨ ਇਹੀ ਸੀ ਵੀ ਸ਼ਾਂਤਮਈ ਜਾਣਾ ਆ। ਸੋ ਮੌਕੇ ਉੱਤੇ ਜੋ ਹੁੰਦਾ ਆ, ਪਹਿਲਾਂ ਨਾ ਰੌਲਾ ਪਾਉਣ ਲੱਗ ਪਿਆ ਕਰੋ, ਅਸੀਂ ਇਹ ਕਰ ਦਿਆਂਗੇ, ਅਸੀਂ ਝੰਡਾ ਗੱਡ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਉਹਦੇ ਨਾਲ ਨੁਕਸਾਨ ਹੀ ਹੁੰਦਾ, ਫਾਇਦਾ ਕੋਈ ਨਹੀਂ ਹੁੰਦਾ। ਦੂਜੀ ਗੱਲ, ਜਿਹੜਾ ਅਗਲਾ ਸਵਾਲ ਹੈ ਨਾ ਉਹ ਮੇਰਾ ਕਰੰਟ ਸਿਚੁਏਸ਼ਨ ਦੇ ਉੱਪਰ ਆ। ਪਿਛਲੇ 3-4 ਦਿਨਾਂ ਤੋਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕਿ ਸਰਕਾਰ ਨੇ ਜੀ ਤਾਂ ਲੈਟਰ ਪਾਤੇ ਆ, ਸਰਕਾਰ ਨੇ ਸੰਮਨ ਕਰਤੇ ਆ। ਉਹ ਅਸੀਂ ਕੱਲ੍ਹ ਵੀ ਐਕਸਪਲੇਨ ਕੀਤਾ ਸੀ ਵੀ ਉਹ ਸੰਮਨ ਨਹੀਂ ਆ, ਜਿਹੜੇ NIL ਨੋਟਿਸ ਗਏ ਆ। ਮੈਂ ਸਕਰੀਨ 'ਤੇ ਵੀ ਦਿਖਾ ਦਿੰਦਾ ਉਹ ਨੋਟਿਸ। ਆਹ ਨੋਟਿਸ ਗਿਆ, 6 ਲਾਈਨਾਂ ਦਾ ਨੋਟਿਸ ਆ ਇਹ। ਬਹੁਤ ਸਾਰੇ ਬੰਦਿਆਂ ਨੂੰ ਉਹਨਾਂ ਨੇ ਭੇਜਿਆ ਆ ਤੇ ਉਹ ਰਿਲੇਟਡ ਹੈਗਾ ਆ ਸਿਕਸ ਫॉर ਜਸਟਿਸ, ਜਿਹੜੇ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਨਾ, ਮੈਂ ਤਾਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦਾ ਹੁੰਦਾ, ਨਾ 3 'ਚ ਨਾ 13 'ਚ ਉਹ ਰੋਟੀਆਂ ਸੇਕ ਰਹੇ ਆ ਪਿਛਲੇ 5 ਸਾਲ ਤੋਂ। ਤੇ ਸਾਡੀ ਭੋਲੀ ਕੌਮ ਉਹਨਾਂ ਨੂੰ ਪੈਸੇ ਦੇਈ ਜਾ ਰਹੀ ਆ ਵੀ ਸ਼ਾਇਦ 2020 ਰੈਫਰੈਂਡਮ ਨੇ ਸਾਨੂੰ ਖਾਲਿਸਤਾਨ ਬਣਾ ਕੇ ਦੇ ਦੇਣਾ। ਤੇ ਉਹ 2020 ਤਾਂ ਲੰਘ ਵੀ ਗਿਆ ਤੇ ਹੁਣ ਉਹਨਾਂ ਨੇ ਕੋਈ ਨਵਾਂ ਤਰੀਕਾ ਲੱਭਣਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਰੋਟੀਆਂ ਸੇਕੀਆਂ ਜਾਣ। ਤੇ ਉਹਨਾਂ ਨੇ ਜਿਹੜਾ ਉਹ ਝੰਡੇ ਦਾ ਸ਼ੋਸ਼ਾ ਛੱਡਿਆ, ਮੈਂ ਤਾਂ ਪੰਨੂ ਨੂੰ ਲਿਖ ਕੇ ਹੀ ਪਾਇਆ ਸੀ ਵੀ ਜੇ ਇੰਨੀ ਹਿੰਮਤ ਹੈ ਤੂੰ ਇੱਥੇ ਅਮਰੀਕਾ ਦੀ, ਇੱਥੇ ਇੰਡੀਅਨ ਐਮਬੈਸੀ ਤੇ ਚੜਾ ਦੇ ਜਾ ਕੇ ਝੰਡਾ। ਤੂੰ ਉੱਥੇ ਕੋਈ ਮਾਵਾਂ ਦੇ ਪੁੱਤ ਮਰਾਉਣ ਡਿਆ ਆ ਵੀ ਜਾ ਕੇ ਉੱਥੇ ਚੜਾਓ ਝੰਡਾ, ਵੀ ਇੱਥੇ ਤੂੰ ਬੈਠਾ ਆ, ਜਾ ਕੇ ਜਿਆਦਾ ਵੱਡੀ ਗੱਲ ਕਿਉਂ ਆ, ਤੂੰ ਇੱਥੇ ਚੜਾ ਦੇ ਕਿਸੇ ਵੀ ਐਮਬੈਸੀ ਤੇ ਜਾ ਕੇ। ਸੋ ਇਹ ਬੰਦਿਆਂ ਨੇ ਜਦੋਂ ਆਹ ਨੋਟਿਸ ਭੇਜਿਆ ਆ, ਇੱਕ ਤਾਂ ਇਹ ਨੋਟਿਸ ਵੱਖਰੇ ਵੱਖਰੇ ਤਰ੍ਹਾਂ ਦੇ ਹਰ ਬੰਦੇ ਨੂੰ ਗਿਆ ਆ, ਵਿੱਚ ਭਾਵੇਂ ਖਾਲਸਾ ਏਡ ਵਾਲੇ ਹੋਣ ਜਿਹੜੇ ਵਿਚਾਰੇ ਉੱਥੇ ਸੇਵਾ ਕਰ ਰਹੇ ਆ, ਅਮਨਦੀਪ ਹੁਣੀ ਹੋਣ ਜਾਂ ਕੁਛ ਹੋਰ ਬੰਦੇ ਹੋਣ, ਕੁਛ ਤੁਹਾਡੇ ਕਿਸਾਨ ਲੀਡਰਾਂ ਨੂੰ ਵੀ ਗਿਆ। ਮੇਰਾ ਸਵਾਲ ਇਹਦੇ ਉੱਤੇ ਆ, ਜਿਵੇਂ ਬਲਦੇਵ ਸਿੰਘ ਸਿਰਸੇ ਉਹਨਾਂ ਨੂੰ ਮੇਰਾ ਖਿਆਲ ਇਹ ਨੋਟਿਸ ਗਿਆ ਆ। ਸੋ ਇਸ ਨੋਟਿਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਜਿਹੜਾ ਨੋਟਿਸ ਗਿਆ ਆ ਕਿਸਾਨ ਲੀਡਰਾਂ ਨੂੰ ਖਾਸ ਕਰਕੇ ਜਿਹੜਾ ਗਿਆ ਆ, ਕਿਉਂਕਿ ਕਿਸਾਨ ਲੀਡਰ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਸਾਡਾ ਸ਼ਾਂਤਮਈ ਸੰਘਰਸ਼ ਆ, ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਖਾਲਿਸਤਾਨ ਲੈਣ ਨਹੀਂ ਆਏ, ਅਸੀਂ ਕਿਸਾਨੀ ਮੁੱਦੇ ਲਈ ਆਏ ਆ। ਸੋ ਉਹਨਾਂ ਨੂੰ ਇਹ ਜਿਹੜਾ ਭੇਜਿਆ ਗਿਆ ਨੋਟਿਸ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੋਟਿਸ ਨੂੰ? ਦੇਖੋ, ਜਿਹੜਾ ਇਹਨਾਂ ਨੇ ਨੋਟਿਸ ਭੇਜਿਆ ਹੈ, ਜਿਹੜਾ ਮੈਂ ਤਾਂ ਇਹ ਸਮਝਦਾ ਹੈ ਕਿ ਇਹ ਸਰਕਾਰ ਇੱਕ ਤਰ੍ਹਾਂ ਦਾ, ਜਿਵੇਂ ਜਦੋਂ ਹਾਰ ਜਾਂਦਾ ਹੈ ਨਾ ਜੀ ਪਹਿਲਵਾਨ, ਮੇਰੇ ਖਾੜੇ 'ਚ ਜਦੋਂ ਹਾਰਦਾ ਨਜ਼ਰ ਆਉਂਦਾ, ਜਿਹਨੂੰ ਪਤਾ ਲੱਗਦਾ ਵੀ ਮੈਂ ਹਾਰ ਰਿਹਾ, ਹਾਂਜੀ, ਉਹ ਸਾਰੇ ਨਿਯਮ ਅਸੂਲ ਛੱਡਣੇ ਸ਼ੁਰੂ ਕਰ ਦਿੰਦਾ ਹੈ। ਉਹ ਨਿਯਮ ਭੁੱਲ ਜਾਂਦਾ ਹੈ ਕਿ ਮੇਰੇ ਘੋਲ ਕਰਨ ਦੇ, ਲੜਾਈ ਲੜਨ ਦੇ ਕੀ ਨਿਯਮ ਨੇ। ਉਹ ਫਿਰ ਸਾਹਮਣੇ ਵਾਲੇ ਖਿਡਾਰੀ ਦੀਆਂ ਅੱਖਾਂ 'ਚ ਉਂਗਲਾਂ ਮਾਰਨ ਤੱਕ ਵੀ ਜਾਂਦਾ ਹੈ ਕਿ ਮੈਂ ਕਿਸੇ ਤਰੀਕੇ ਨਾਲ ਘੋਲ ਜਿੱਤਣਾ, ਚਾਹੇ ਕੁਛ ਵੀ। ਬਿਲਕੁਲ ਅੱਜ ਉਹ ਗੱਲ ਹੋ ਰਹੀ ਹੈ। ਜਿਹੜੇ NIA ਦੇ ਜਿਹੜੇ ਨੋਟਿਸ ਨੇ, ਹਾਂਜੀ, ਇਹ ਭੇਜਣਾ ਇੱਕ ਤਰ੍ਹਾਂ ਦਾ ਸਰਕਾਰ ਦੀ ਬੁਖਲਾਹਟ ਹੈ। ਸਰਕਾਰ ਇੱਕ ਬੁਰੀ ਤਰ੍ਹਾਂ, ਮਤਲਬ ਇਹ ਘਬਰਾਹਟ ਦੇ ਵਿੱਚ ਹੈ, ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਇਹਨਾਂ ਨੋਟਿਸਾਂ ਦੇ ਸੰਬੰਧ, ਜੇਕਰ ਇਹਨਾਂ ਹੀ ਨੋਟਿਸਾਂ ਦੀ ਜੇ ਆਪਾਂ ਵਿਚਾਰ ਕਰੀਏ, ਹਾਂਜੀ, ਤਾਂ ਜਿਹੜੇ ਸਾਡੇ ਇੱਥੇ ਲੰਗਰ ਲਾ ਰਹੇ ਨੇ ਬਾਬਾ ਜੀ, ਜਾਂ ਜੋ ਵੀ ਲੰਗਰ ਲਾ, ਜਿਵੇਂ ਰਵੀ ਸਿੰਘ ਹੋਰਾਂ ਨੇ ਲੰਗਰ ਲਾਇਆ, ਹਾਂਜੀ, ਮੇਰਾ ਖਿਆਲ ਹੈ ਸਾਡੇ ਅੰਦੋਲਨ ਨੂੰ ਲੰਗਰ ਰਵੀ ਸਿੰਘ ਹੋਰਾਂ ਨੇ ਜਿਹੜਾ ਲਾਇਆ, ਖਾਲਸਾ ਏਡ ਵਾਲਿਆਂ ਨੇ, ਉਹਨਾਂ ਨੇ ਸਾਨੂੰ ਕੱਲਿਆਂ ਨੂੰ ਲੰਗਰ, ਇੱਥੇ ਸਾਡੇ ਕੱਲਿਆਂ ਵਾਸਤੇ ਨਹੀਂ, ਪਹਿਲੀ ਵਾਰੀ ਲੰਗਰ ਨਹੀਂ ਲਾਇਆ ਉਹਨਾਂ ਨੇ। ਬਿਲਕੁਲ। ਜਿਸ ਦਿਨ
ਕੇਰਲਾ ਦੇ ਵਿੱਚ ਇਹ ਸਰਕਾਰ ਦੇ ਕੋਲੋਂ ਪਹੁੰਚਿਆ ਨਹੀਂ ਨਾ ਜਾਂਦਾ ਸੀਗਾ ਰਾਸ਼ਨ ਲੈ ਕੇ, ਰੋਟੀਆਂ ਨਹੀਂ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਸੀਗੀਆਂ ਉੱਥੋਂ ਦਿਆਂ ਨੂੰ। ਉਸ ਵੇਲੇ ਕੇਰਲਾ ਦੇ ਵਿੱਚ ਰਵੀ ਸਿੰਘ ਨੇ ਜਾ ਕੇ ਰੋਟੀਆਂ ਖਵਾਈਆਂ ਲੋਕਾਂ ਨੂੰ, ਲੰਗਰ ਲਾਏ। ਹਾਂਜੀ। ਜਿਸ ਵੇਲੇ ਕਰੋਨਾ ਦੇ ਦੌਰਾਨ ਦੇ ਵਿੱਚ ਭਾਰਤ ਸਰਕਾਰ ਤੋਂ ਆਪਦੇ ਲੋਕਾਂ ਨੂੰ ਰੋਟੀ ਨਹੀਂ ਖਵਾਈ ਜਾ ਰਹੀ ਸੀ, ਉਸ ਵੇਲੇ ਰਵੀ ਸਿੰਘ ਹੋਰਾਂ ਨੇ ਰੋਟੀ ਖਵਾਈ ਹੈ। ਹਰ ਬਿਪਤਾ ਦੇ ਦਿਨਾਂ ਦੇ ਵਿੱਚ ਇਹ ਗੁਰੂ ਘਰਾਂ ਦੇ ਵਿੱਚੋਂ ਲੰਗਰ ਲੱਗਦਾ ਰਿਹਾ ਤੇ ਲੰਗਰ ਇਹਨਾਂ ਨੂੰ ਮਿਲਦਾ ਖਵਾਉਂਦੇ ਰਹੇ ਨੇ। ਬਿਲਕੁਲ। ਔਰ ਇਹ ਤੋਂ ਅਗਲੀ ਗੱਲ, ਜੇ ਅੱਜ ਕਿਸਾਨ ਅੰਦੋਲਨ ਲੜ ਰਿਹਾ ਹੈ ਤਾਂ ਰਵੀ ਸਿੰਘ ਹੋਰਾਂ ਨੇ ਜਾਂ ਸਾਰੇ ਬਾਬਾ ਜੀਆਂ ਨੇ ਜਿਨ੍ਹਾਂ ਨੇ ਵੀ ਇੱਥੇ ਲੰਗਰ ਲਾਏ ਨੇ, ਉਹਨਾਂ ਨੇ ਇਹ ਮਹਿਸੂਸ ਕਰਕੇ ਲੰਗਰ ਲਾਏ ਨੇ ਕਿ ਅਗਰ ਕਿਸਾਨ ਨਾ ਰਿਹਾ, ਅਗਰ ਕਿਸਾਨੀ ਨਾ ਰਹੀ ਤਾਂ ਇਹ ਲੰਗਰ ਨਹੀਂ ਲੱਗਣੇ, ਇਹ ਕੁਝ ਨਹੀਂ ਹੋ ਸਕਣਾਗਾ। ਇਹ ਇੱਕ ਰੋਟੀ ਦੀ ਬੁਰਕੀ ਨੂੰ ਦੇਸ਼ ਦੇ ਲੋਕ ਤਰਸਣਗੇ। ਬਿਲਕੁਲ। ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸਾਡੇ ਇਸ ਅੰਨ ਦੀ ਲੜਾਈ ਨੂੰ, ਰੋਜੀ ਰੋਟੀ ਦੀ ਲੜਾਈ ਨੂੰ ਇੱਕ ਤਰ੍ਹਾਂ ਦਾ ਸਮਰਥਨ ਦਿੱਤਾ ਲੰਗਰ ਦੀ ਸੇਵਾ ਕਰਕੇ। ਔਰ ਉਹਨਾਂ ਨੂੰ ਅੱਜ ਜਦੋਂ ਉਹ ਦੇਸ਼ ਦੇ ਅੰਨਦਾਤੇ ਦੇ ਲਈ ਲੰਗਰ ਲਾਉਣ ਲੱਗੇ ਨੇ ਤੇ ਉਹ ਅੱਜ ਇਹਨਾਂ ਨੂੰ ਮਤਲਬ ਖਾਲਿਸਤਾਨੀ ਨਜ਼ਰ ਆਉਣੇ ਸ਼ੁਰੂ ਹੋ ਗਏ। ਉਹ ਇਹਨਾਂ ਨੂੰ ਹੋਰ ਬਹੁਤ ਕੁਝ ਨਜ਼ਰ ਆਉਣ ਲੱਗ ਪਿਆ। ਕਦੇ ਕੋਈ ਕਿਸੇ ਤਰ੍ਹਾਂ ਦਾ ਫਤਵਾ ਦਿੰਦੇ, ਕਦੇ ਕਿਸੇ ਤਰ੍ਹਾਂ ਦਾ, ਜਾਂ ਜਿਵੇਂ ਅੱਜ ਉਹਨਾਂ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ NIA ਦੇ ਮਤਲਬ ਨੋਟਿਸਾਂ ਦੇ ਰਾਹੀਂ। ਹਾਂਜੀ। ਤਾਂ ਇਹਦੇ ਵਿੱਚ ਸਾਡੀ 19 ਤਰੀਕ ਨੂੰ ਮੀਟਿੰਗ ਹੋਣੀ ਆ। ਅੱਜ ਸਾਡੀ ਮੀਟਿੰਗ ਹੋ ਕੇ ਹਟੀ ਆਪਦੀ ਜਥੇਬੰਦੀਆਂ ਦੀ। ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਸੀਰੀਅਸਲੀ ਇਸ ਮੈਟਰ ਨੂੰ ਵਿਚਾਰਿਆ ਹੈ ਔਰ 19 ਤਰੀਕ ਨੂੰ ਸਰਕਾਰ ਨਾਲ ਮੀਟਿੰਗ ਹੋਣੀ ਹੈ। ਸਾਡਾ ਸਭ ਤੋਂ ਪਹਿਲਾ ਏਜੰਡਾ ਇਹੀ ਹੋਏਗਾ ਕਿ NIA ਜਿਹੜੇ ਲੱਛਣ ਕਰ ਰਹੀ ਹੈ, ਜਿਹੜਾ ਕੰਮ ਇਹਨਾਂ ਨੇ ਕਰਨਾ ਸ਼ੁਰੂ ਕੀਤਾ, ਕੀ ਇਹਨਾਂ ਦਾ ਇਹੀ ਕੰਮ ਰਹਿੰਦਾ ਬਾਕੀ? ਕਿ ਦੇਸ਼ ਦੇ ਅੰਨਦਾਤਾ ਨੂੰ, ਜਦੋਂ ਤੁਸੀਂ ਅੰਨਦਾਤਾ ਮੰਨਦੇ ਹੋ ਤੇ ਜੇ ਉਹ ਲੜਾਈ ਅੰਦੋਲਨ ਲੜ ਰਿਹਾ ਹੈ ਤੇ ਉਹਦੇ ਅੰਦੋਲਨ ਦੇ ਦੌਰਾਨ ਜਿਹੜਾ ਸਾਨੂੰ ਰੋਟੀ ਖਵਾ ਰਿਹਾ ਹੈ, ਜਿਹੜਾ ਸਾਨੂੰ ਸਪੋਰਟ ਕਰ ਰਿਹਾ, ਜਿਹੜਾ ਹੁਣ ਇੱਕ ਬੱਸ ਵਾਲਾ ਆਦਮੀ ਹੈ ਜਿਹਨੇ ਸਾਨੂੰ ਟਰਾਂਸਪੋਰਟ ਪੰਜਾਬ ਦੇ ਵਿੱਚੋਂ ਸਵਾਰੀਆਂ ਲਿਆਉਣ ਦੀ, ਪੰਜਾਬ ਦੇ ਵਿੱਚ ਵਾਪਸ ਲਿਜਾਣ ਦੀ ਸੇਵਾ ਪ੍ਰੋਵਾਈਡ ਕਰਵਾ ਰਿਹਾ ਹੈ, ਇਸ ਅੰਦੋਲਨ ਨੂੰ ਤਾਕਤ ਦੇ ਰਿਹਾ ਜਿਹੜਾ ਪਿੱਛੋਂ, ਉਹ ਸਾਰਿਆਂ ਨੂੰ ਇਹਨਾਂ ਨੇ ਮਤਲਬ ਇਸ ਲਪੇਟ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਹਦਾ ਸਿੱਧਾ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਇੱਕ ਤਰ੍ਹਾਂ ਦਾ NIA ਨੂੰ ਸਰਕਾਰ ਨਜਾਇਜ਼ ਢੰਗ ਨਾਲ, ਗਲਤ ਢੰਗ ਨਾਲ ਵਰਤ ਕੇ ਇਸ ਅੰਦੋਲਨ ਤੋਂ ਲੋਕਾਂ ਨੂੰ ਪਿੱਛੇ ਹਟਾਉਣਾ ਚਾਹੁੰਦੀ ਹੈ। ਸਰਕਾਰ ਦੀ ਭਾਵਨਾ ਹੈ ਕਿ ਸ਼ਾਇਦ ਡਰ ਕੇ ਦਬ ਕੇ ਲੋਕ ਇਹਦੇ ਤੋਂ ਪਿੱਛੇ ਹਟ ਜਾਣਗੇ। ਪਰ ਦੇਖੋ ਸਾਡੇ ਲੋਕ ਕੀ ਸਮਝ ਰਹੇ ਨੇ ਇਸ ਗੱਲ ਨੂੰ। ਇਹ ਲੜਾਈ ਹੈ ਨਾ ਜੀ, ਜਿਹੜੀ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀ ਨਸਲ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਹਾਂ ਅਸੀਂ। ਬਿਲਕੁਲ। ਇੱਕ ਕਿਸਾਨ ਦੀ ਇੱਕ ਮਰਲਾ ਜ਼ਮੀਨ ਵੱਟ ਕੋਈ ਵਾਹ ਲੇ ਨਾ, ਕੋਈ ਵੱਟ ਵਾਲੇ, ਤਾਂ ਕਿਸਾਨ ਉੱਥੇ ਮਤਲਬ ਵੱਟ ਵਾਹਿਆ ਵੀ ਮਤਲਬ ਪਿੱਛੇ ਨਹੀਂ ਹਟਦਾ ਗਾ। ਹਾਲਾਂਕਿ ਵੱਟ ਦੇ ਵਿੱਚ ਬਹੁਤਾ ਕੁਝ ਨਹੀਂ ਹੁੰਦਾ। ਬਿਲਕੁਲ। ਉੱਥੇ ਮੌਤ ਨੂੰ ਪਰਵਾਹ ਨਹੀਂ ਕਰਦਾਗਾ। ਮੌਤ ਆਉਂਦੀ ਆ ਤਾਂ ਆਜੇ, ਸਾਹਮਣੇ ਵਾਲੇ ਨੂੰ ਮਾਰਨਾ ਪੈ ਸਕਦਾ ਤਾਂ ਮਾਰਨ ਲੱਗਾ ਨਹੀਂ ਵੇਂਦਾ ਅੱਗੇ ਨੂੰ ਪਿੱਛੇ, ਨਾਲੇ ਪਤਾ ਹੈ ਵੀ ਕੁਝ ਨਹੀਂ। ਪਤਾ ਹੈ ਕਿ ਅਗਰ ਇਹ ਕੰਮ ਹੋ ਗਿਆ, ਮੈਥੋਂ ਇਹ ਗਲਤੀ ਹੋ ਗਈ, ਕਾਨੂੰਨ ਮੈਂ ਹੱਥ 'ਚ ਲੈ ਗਿਆ ਤਾਂ ਮੈਨੂੰ 15, 18, 20 ਸਾਲ ਜੇਲ੍ਹ ਚਲਾਉਣੇ ਪੈਣਗੇ। ਲੇਕਿਨ ਉਹ ਵੱਟ ਪਿੱਛੇ ਜੇਲ੍ਹ ਚਲਾ ਦਿੰਦਾ ਹੈ। ਤੇ ਅੱਜ ਜਿਹੜਾ ਸਾਡੀ ਜ਼ਮੀਨ ਸਾਰੀ ਜਾ ਰਹੀ ਹੈ, ਸਾਰੀ ਕਿਸਾਨੀ ਖਤਮ ਹੋ ਰਹੀ ਹੈ, ਨਾਲ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ, ਸਾਡੀਆਂ ਨੂੰਹਾਂ ਦੇ ਧੀਆਂ ਦੀ ਆਬਰੂ ਦਾ ਸਵਾਲ ਹੈ। ਤਾਂ ਇਸ ਇਸ਼ੂ ਦੇ ਉੱਤੇ ਆ ਕੇ ਸਾਨੂੰ ਅਗਰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਤਾਂ ਅਸੀਂ ਪਿੱਛੇ ਨਹੀਂ ਹਟਣਾ। ਸਾਨੂੰ ਜਿਹੇ ਜਿਹੇ ਵੀ ਮਰਜ਼ੀ ਸਾਡੇ ਤੇ ਕਾਨੂੰਨ ਪਾਵੇ ਸਰਕਾਰ, ਕਿ ਜਿਹੋ ਜਿਹੇ ਮਰਜ਼ੀ ਪਰਚੇ ਪਾ ਲੇ ਸਾਡੇ ਤੇ ਸਰਕਾਰ, ਅਸੀਂ ਅੰਦੋਲਨ ਲੜਾਂਗੇ। ਇਸ ਅੰਦੋਲਨ ਦੇ ਚੱਲਦਿਆਂ ਅਗਰ ਅਸੀਂ ਕੋਈ 5 ਸਾਲ, ਕੋਈ 7 ਸਾਲ, ਕੋਈ 10 ਸਾਲ, ਕੋਈ 20 ਸਾਲ, ਅਗਰ ਮੈਂ ਕਹਿੰਦਾ ਜਿਹੜੀ ਸਾਡੀ ਰਹਿੰਦੀ ਜ਼ਿੰਦਗੀ ਹੈ ਸਾਰੀ ਦੀ ਸਾਰੀ ਵੀ ਸਰਕਾਰ ਜੇਲ੍ਹ 'ਚ ਲਵਾ ਦੇਵੇ ਤਾਂ ਸਾਡੇ ਬੱਚਿਆਂ ਲਈ, ਅਸੀਂ ਸਾਡੇ ਭਾਰਤ ਦੇ ਲੋਕਾਂ ਦੀ ਜੇ ਜ਼ਮੀਨ ਬਚਾਉਣ 'ਚ ਸਫਲ ਹੋ ਜਾਈਏ ਤਾਂ ਮੈਨੂੰ ਲੱਗਦਾ ਇਦੋਂ ਵੱਡੀ ਸਾਡੇ ਲਈ ਹੋਰ ਪ੍ਰਾਪਤੀ ਕੋਈ ਨਹੀਂ ਹੋਣੀ। ਔਰ ਇਸ ਤੋਂ ਵੱਡਾ ਅਸੀਂ ਹੋਰ ਕੋਈ ਕੰਮ ਕਰ ਵੀ ਨਹੀਂ ਸਕਾਂਗੇ। ਇਹ ਸਾਡਾ ਮਤਲਬ ਸਾਡਾ ਸਰੀਰ ਅਗਰ ਸਾਡੇ ਪੰਜਾਬ ਦੇ, ਭਾਰਤ ਦੇ ਲੋਕਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ ਖਾਤਰ ਕਿਤੇ ਕੰਮ ਆ ਜੇ ਤਾਂ ਉਹਦੇ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਸਰਕਾਰ ਜਿਸ ਤਰ੍ਹਾਂ ਦੇ ਮਰਜ਼ੀ ਹੱਥਕੰਡੇ ਵਰਤੇ, ਸਾਡਾ ਅੰਦੋਲਨ ਇਹਦੇ ਤੇ ਜਾਰੀ ਹੈ। ਔਰ ਸਾਰੇ ਸਾਡੇ ਸਾਥੀ ਜਿਨ੍ਹਾਂ ਨੂੰ ਇਹ ਨੋਟਿਸ ਕੱਢ ਰਹੀ ਹੈ ਉਹ ਦ੍ਰਿੜ ਇਰਾਦੇ ਨਾਲ ਇਸ ਲੜਾਈ ਨੂੰ ਲੜ ਰਹੇ ਨੇ ਔਰ ਕੋਈ ਪਿੱਛੇ ਹਟਣ ਲਈ ਤਿਆਰ ਨਹੀਂ। ਇਹ ਸਾਡਾ ਮਤਲਬ ਨੋਟਿਸਾਂ ਦੇ ਸੰਬੰਧ 'ਚ ਹੈ। ਲੇਕਿਨ ਸਰਕਾਰ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਸੀਂ ਇਹਨੂੰ ਮਤਲਬ ਸਪੈਸ਼ਲ ਏਜੰਡਾ ਬਣਾ ਕੇ ਸਰਕਾਰ ਦੇ ਨਾਲ ਇੱਥੇ ਡਿਸਕਸ ਕਰਾਂਗੇ। ਬਹੁਤ ਵਧੀਆ ਵੀਰ ਜੀ। ਜਿੰਨਾ ਚਿਰ ਇਹ ਜਜ਼ਬਾ ਤੁਹਾਡੇ ਵਿੱਚ ਆ ਤੇ ਬਾਕੀ ਕਿਸਾਨ ਲੀਡਰਾਂ 'ਚ ਆਣਾ, ਇਸੇ ਜਜ਼ਬੇ ਤੋਂ ਹੀ ਸਰਕਾਰ ਡਰ ਰਹੀ ਆ। ਇਸ ਜਜ਼ਬੇ ਤੋਂ ਕਿ ਸਾਨੂੰ ਜਿੰਨੀ ਮਰਜ਼ੀ ਭਾਵੇਂ ਸਾਰੀ ਜ਼ਿੰਦਗੀ ਜੇਲ੍ਹ 'ਚ ਸਿੱਟ ਦਿਓ,
ਇਹ ਤੋਂ ਹੀ ਸਰਕਾਰ ਨੂੰ ਡਰ ਰਿਹਾ ਇਸ ਜਜ਼ਬੇ ਤੋਂ। ਔਰ ਜਿੰਨਾ ਚਿਰ ਇਹ ਜਜ਼ਬਾ ਤੁਸੀਂ ਹਾਰ ਨਹੀਂ ਸਕਦੇ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ, ਬਹੁਤ ਵਧੀਆ ਵੀਰ ਜੀ ਨੇ ਦੱਸਿਆ ਵੀ ਅਸੀਂ ਤਿਆਰ ਹਾਂ, ਅਸੀਂ ਅਗਲੀ ਪੀੜ੍ਹੀ ਵਾਸਤੇ ਲੜ ਰਹੇ ਹਾਂ, ਪਰ ਜਿਹੜਾ ਸੰਘਰਸ਼ ਹੈ ਉਹ ਸ਼ਾਂਤਮਈ ਹੋਣਾ ਚਾਹੀਦਾ। ਸਾਰੇ ਸਹਿਮਤ ਹੈ ਜੀ, ਜਿੰਨੇ ਵੀ ਸੂਝਵਾਨ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ, ਜਿਹੜਾ ਥੋੜਾ ਜਿਹਾ ਵੀ ਇੱਥੇ ਦੀ ਡੈਮੋਕ੍ਰੇਸੀ ਜਾਂ ਇੱਥੇ ਦਾ ਸਿਸਟਮ ਨੂੰ ਜਾਣਦੇ ਆ, ਉਹ ਹਮੇਸ਼ਾ ਸਾਰੇ ਕਿਸਾਨ ਲੀਡਰਾਂ ਦੀ ਬਹੁਤ ਜ਼ਿਆਦਾ ਤਾਰੀਫ ਕਰ ਰਹੇ ਆ। ਤੁਹਾਨੂੰ ਪਤਾ ਵੀ ਇੱਕਾ ਦੁੱਕਾ ਤਾਂ ਹੁੰਦਾ ਹੀ ਆ, ਜਿਹੜੇ ਕਹਿੰਦੇ ਆ ਵੀ ਅੱਗ ਲਾ ਕੇ ਤਾਂ ਡੱਬੂ ਕਹਿੰਦੇ ਹੁੰਦੇ ਆ ਵੀ ਰੂੜੀ ਤੇ, ਉਹ ਇੱਕ ਦੋ ਬੰਦੇ ਤਾਂ ਦਿੰਦੇ, ਮੋਸਟਲੀ ਸਾਰੇ ਬੰਦੇ ਤੁਹਾਡੀਆਂ ਬਹੁਤ ਤਾਰੀਫ ਕਰ ਰਹੇ ਆ, ਜਿੰਨੇ ਵੀਰਾਂ ਨਾਲ ਸਾਡੀ ਗੱਲਬਾਤ ਹੁੰਦੀ ਆ। ਸੋ ਮੇਰਾ ਇੱਕ ਹੋਰ ਸਵਾਲ ਸੀ ਤੁਹਾਨੂੰ, ਬਈ ਤੁਸੀਂ ਕਿੰਨੀਆਂ ਕੁ ਟਰਾਲੀਆਂ ਲੈ ਕੇ ਆਏ ਆ ਆਪਣੇ ਪਹਿਲੇ ਦਿਨ ਤੋਂ ਜੋ ਤੁਰੇ ਆ, ਕਿਹੜੇ ਕਿਹੜੇ ਬੈਰੀਕੇਡ ਤੁਸੀਂ ਕਿੱਧਰ ਦੀ ਆਏ ਆ ਤੇ ਕਿਹੜੇ ਕਿਹੜੇ ਬੈਰੀਕੇਡ ਤੁਸੀਂ ਪਾਰ ਕਰਕੇ ਆਏ ਆ? ਉਹ ਬੈਰੀਗੇਡ ਜਿਹੜੇ ਟਰਾਲੀਆਂ ਆਉਣ ਦੀ ਗੱਲ ਕਰਦੇ ਆ ਨਾ ਜੀ ਆਪਾਂ, ਹਾਂਜੀ ਮੈਨੂੰ ਲੱਗਦਾ ਪਹਿਲੇ ਦਿਨ ਜਦੋਂ ਅਸੀਂ ਆਏ ਆ, ਹਾਂਜੀ ਮੈਂ ਜੀ ਆਪਦੀ ਇਕੱਲੀ ਜਿਹੜੇ ਸੰਗਠਨ ਦੀ ਮੈਂ ਪ੍ਰਧਾਨਗੀ ਕਰਦਾ ਹਾਂ। ਹਾਂਜੀ, ਉਹਦੇ ਬਾਰੇ ਪੁੱਛਿਆ ਜੀ। ਸਿਰਫ ਸਿੱਧੂਪੁਰ ਦੀ ਤੁਸੀਂ ਦੱਸੋ ਵੀ ਕਿੰਨੇ ਆਏ ਆ? ਸਿੱਧੂਪੁਰ ਦੀ ਸਿੱਧੂਪੁਰ ਜਥੇਬੰਦੀ ਪਹਿਲੇ ਦਿਨ ਜਦੋਂ ਆਈ ਹੈ, ਚੱਲੀ ਹੈ, ਤਾਂ ਲਗਭਗ ਸਾਡੀ 1800 ਟਰਾਲੀ ਅਸੀਂ ਲੈ ਕੇ ਮਤਲਬ ਪੰਜਾਬ ਤੋਂ ਚੱਲੇ ਸੀ ਪਹਿਲੇ ਦਿਨ। ਔਰ ਉਹ 1800 ਟਰਾਲੀ ਲੈ ਕੇ ਅਸੀਂ ਜਦੋਂ ਆਏ ਆ, ਤਾਂ ਸਾਡੀ ਡਿਊਟੀ ਸੀਗੀ ਮਹਿਲ ਕਲਾਂ ਇਕੱਠੇ ਹੋਏ ਸੀ ਅਸੀਂ। ਮਹਿਲ ਕਲਾਂ ਤੋਂ ਅੱਗੇ ਜਾ ਕੇ ਅਸੀਂ ਮਹਿਲਾ ਚੌਕ ਸੀ, ਮਹਿਲ ਕਲਾਂ ਨਹੀਂ, ਮਹਿਲਾ ਚੌਕ। ਠੀਕ। ਮਹਿਲਾ ਚੌਕ ਤੋਂ ਅਸੀਂ ਮਤਲਬ ਇੱਧਰ ਹਰਿਆਣੇ ਨੂੰ ਐਂਟਰ ਕਰਨਾ ਸੀਗਾ, ਤਾਂ ਮੂਨਕ ਦੇ ਰਸਤੇ ਹੋ ਕੇ ਅਸੀਂ ਅੱਗੇ ਸਾਡੇ ਬੈਰੀਅਰ ਆਇਆ ਸੀ ਇੱਥੇ ਮੂਨਕ ਤੋਂ ਥੋੜਾ ਅਗਲੇ ਪਾਸੇ ਆ ਕੇ। ਉਹ ਫਿਰ ਸਾਰਿਆਂ ਨੇ ਮਤਲਬ ਜਦੋਂ ਅਸੀਂ ਤਕੜੇ ਹੋ ਕੇ ਹਿੰਮਤ ਕੀਤੀ, ਉਹ ਬੈਰੀਕੇਡ ਜਦੋਂ ਤੋੜਿਆ, ਜਾਂ ਸ਼ੰਭੂ ਬਾਰਡਰ ਤੋਂ ਬੈਰੀਕੇਡ ਟੁੱਟਿਆ, ਸਾਰੇ ਬੈਰੀਕੇਡ ਫਿਰ ਇੱਕੋ ਦਮ ਮਤਲਬ ਸਾਰੇ ਥਾਵਾਂ ਦੇ ਉੱਤੇ ਅੱਡੋ ਅੱਡੀ ਜਿਹੜੀਆਂ ਸਾਈਡਾਂ ਤੇ ਵੀ ਕਿਸਾਨ ਸੀਗੇ ਉਹਨਾਂ ਨੇ ਤੋੜਿਆ। ਅਸੀਂ ਉਹ ਬੈਰੀਕੇਡ ਤੋੜਿਆ, ਉਸ ਤੋਂ ਅੱਗੇ ਸਰਕਾਰ ਨੇ ਫਿਰ ਬੈਰੀਕੇਡ ਲਾਇਆ, ਉਹ ਵੀ ਤੋੜਿਆ। ਫਿਰ ਸਰਕਾਰ ਨੇ ਸੜਕਾਂ ਵੀ ਪੱਟੀਆਂ, ਸੜਕਾਂ ਪੱਟ ਕੇ ਖਾਈਆਂ ਬਣਾਤੀਆਂ, ਉਹਨਾਂ ਖਾਈਆਂ ਨੂੰ ਲੋਕ ਭਰਦੇ ਆਏ। ਔਰ ਹਰਿਆਣੇ ਦੇ ਕਿਸਾਨਾਂ ਨੇ ਬੜੀ ਸਪੋਰਟ ਕੀਤੀ, ਆਪਦੇ ਟਰੈਕਟਰਾਂ ਦੇ ਮਗਰ ਕਰਾਹੇ ਲੈ ਕੇ। ਉਹ ਜਿੱਥੇ ਸਰਕਾਰ ਖਾਈ ਪੱਟ ਦਿੰਦੀ ਸੀ ਸੜਕ ਦੇ ਵਿੱਚ, ਉਹ ਸਾਰੀਆਂ ਖਾਈਆਂ ਨੂੰ ਭਰਦੇ ਲੋਕ, ਮਤਲਬ ਆਪੋ ਆਪਣੇ ਟਰੈਕਟਰਾਂ ਦੇ ਕਾਫਲੇ ਲੈ ਕੇ ਦਿੱਲੀ ਵੱਲ ਨੂੰ ਵਧ ਰਹੇ ਸੀ। ਥਾਂ ਦੇ ਉੱਤੇ, ਕਈ ਥਾਵਾਂ ਦੇ ਉੱਤੇ ਮਤਲਬ ਕਿਸਾਨਾਂ ਦੇ ਨਾਲ ਪਾਣੀ ਦੀਆਂ ਬੁਛਾੜਾਂ ਵੀ ਪਾਈਆਂ ਗਈਆਂ, ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਪਰ ਅਖੀਰ ਕਿਸਾਨ ਜਿਹੜਾ ਸਾਡੇ ਵਾਲਾ ਕਾਫਲਾ ਸੀਗਾ, ਉਹ ਬਹਾਦਰਗੜ੍ਹ ਪਹੁੰਚਣ ਦੇ ਵਿੱਚ ਸਫਲ ਹੋ ਗਿਆ। ਬਹਾਦਰਗੜ੍ਹ ਤੋਂ ਅੱਗੇ ਚੱਲ ਕੇ ਫਿਰ ਸਾਡਾ ਕਾਫਲਾ ਜਿਹੜਾ ਟਿਕਰੀ ਬਾਰਡਰ ਦੇ ਉੱਤੇ ਆ ਕੇ ਰੁਕਿਆ। ਇੱਥੇ ਸਰਕਾਰ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਅੱਗੇ ਪੱਥਰ ਲਾ ਕੇ ਬਹੁਤ ਸਾਰਾ ਭਾਰੀ ਮਤਲਬ ਸਮਾਨ ਕੋ ਰੱਖ ਕੇ, ਵੱਡੀਆਂ ਗੱਡੀਆਂ ਲਾ ਕੇ, ਟੈਂਕ ਟਿੱਪਰ ਵਗੈਰਾ ਰੇਤੇ ਦੇ ਭਰ ਕੇ ਲਾ ਕੇ ਉਹ ਰੋਕ ਕੇ ਸਾਨੂੰ ਮਤਲਬ ਉੱਥੇ ਰੋਕਿਆ ਗਿਆ ਸਰਕਾਰ ਵੱਲੋਂ। ਇਧਰਲੇ ਪਾਸੇ ਟਿਕਰੀ ਬਾਰਡਰ ਤੇ ਹੋ ਗਿਆ, ਦੂਸਰੇ ਪਾਸੇ ਸ਼ੰਭੂ ਬਾਰਡਰ ਤੇ ਹੋ ਗਿਆ। ਇਹ ਦੋ ਬਾਰਡਰ ਸਭ ਤੋਂ ਪਹਿਲਾਂ ਮਤਲਬ ਆ ਕੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਇਹ ਦੋ ਬਾਰਡਰ ਮਤਲਬ ਸੀਲ ਕੀਤੇ ਆ। ਸਭ ਤੋਂ ਪਹਿਲਾਂ ਮਤਲਬ ਜਦੋਂ ਪੰਜਾਬ ਦੇ ਲੋਕ ਇੱਧਰ ਨੂੰ ਆਏ ਨੇ, ਫਿਰ ਹਰਿਆਣੇ ਦੇ ਲੋਕਾਂ ਨੂੰ ਜਿਹੜੀ ਹਰਿਆਣੇ ਦੀ ਗਵਰਨਮੈਂਟ ਨੇ ਕੁਝ ਜ਼ਿਆਦਾ ਦਹਿਸ਼ਤ ਪਾ ਰੱਖੀ ਸੀ, ਉਹਨਾਂ ਦੀ ਦਹਿਸ਼ਤ ਵੀ ਟੁੱਟੀ। ਫਿਰ ਉਹ ਵੀ ਸਾਡੇ ਨਾਲ ਮਤਲਬ ਹਿੰਮਤ ਕਰਦੇ ਹੋਏ ਅੱਗੇ ਨੂੰ ਆਏ। ਫਿਰ ਹਰਿਆਣਾ ਦੇ ਵਿੱਚ ਲੋਕਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਹ ਅਜਿਹਾ ਹੋਇਆ। ਉਸ ਤੋਂ ਅੱਗੇ ਮਤਲਬ ਮੱਧ ਪ੍ਰਦੇਸ਼ ਵਾਲੇ ਕਿਸਾਨਾਂ ਨੇ ਆ ਕੇ ਵੀ ਪਲਵਲ ਦੇ ਕੋਲ ਇੱਕ ਨਾਕਾ ਲਾਇਆ। ਯੂਪੀ ਉੱਤਰਾਖੰਡ ਦੇ ਕਿਸਾਨਾਂ ਨੇ ਆ ਕੇ ਵੀ ਇੱਕ ਨਾਕੇ ਦੇ ਉੱਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਨੇ, ਉਹ ਵੀ ਵਧੀਆ ਮਤਲਬ ਨਾਕਾ ਚਲਾ ਰਹੇ ਨੇ। ਉਸ ਤੋਂ ਬਾਅਦ ਜਿਹੜੇ ਸਾਡੇ ਰਾਜਸਥਾਨ ਦੇ ਤੇ ਮਹਾਰਾਸ਼ਟਰ ਦੇ ਕਿਸਾਨ ਆਏ, ਉਹ ਜੈਪੁਰ ਮਾਰਗ ਤੋਂ ਆ ਰਹੇ ਸੀ, ਉਹਨਾਂ ਨੇ ਉੱਥੇ ਨਾਕਾ ਲੱਗ ਚੁੱਕਿਆ ਉਹਨਾਂ ਦਾ, ਉਹ ਵੀ ਨਾਕਾ ਮਤਲਬ ਵਧੀਆ ਚੱਲ ਰਿਹਾ। ਤੋਂ ਇਸ ਵੇਲੇ 5 ਸੜਕਾਂ ਦੇ ਉੱਤੇ ਬਹੁਤ ਤਕੜੇ ਜ਼ਬਰਦਸਤ ਨਾਕੇ ਲਾ ਕੇ ਮਤਲਬ ਲੋਕ ਮਤਲਬ ਦਿੱਲੀ ਨੂੰ 4 ਚੁਫੇਰੋਂ ਘੇਰ ਕੇ ਬੈਠੇ ਨੇ। ਔਰ ਹੁਣ ਤੱਕ ਦਾ ਮਤਲਬ ਇਸ ਤਰ੍ਹਾਂ ਦਾ ਪ੍ਰੋਗਰਾਮ ਬਣ ਕੇ ਇੱਥੇ ਤੱਕ ਅਸੀਂ ਪਹੁੰਚੇ। ਬਿਲਕੁਲ ਜੀ। ਹੁਣ ਤੱਕ ਤੁਹਾਡੀਆਂ 9 ਮੀਟਿੰਗਾਂ ਹੋ ਚੁੱਕੀਆਂ ਮੇਰਾ ਖਿਆਲ, ਜੇ ਮੈਂ ਗਲਤ ਨਹੀਂ ਤਾਂ, ਸਰਕਾਰ ਦੇ ਨਾਲ। ਤੇ ਪਿਛਲੀਆਂ 3-4 ਮੀਟਿੰਗਾਂ ਤੋਂ ਇੱਦਾਂ ਲੱਗ ਰਿਹਾ ਕਿ ਸਰਕਾਰ ਜਿਹੜੀ ਆ ਨਾ ਸਿਰਫ ਟਾਈਮ ਬਾਏ ਕਰ ਰਹੀ ਆ, ਵੀ ਸਮਾਂ ਲੰਘ ਜਾਵੇ, ਥੋੜ੍ਹਾ ਜਿਹਾ ਦੇਖਦੇ ਆ ਇਹਨਾਂ 'ਤੇ ਦਬਾਅ ਪਾ ਕੇ, ਕਦੀ NIA ਦੇ ਪਰਚੇ ਕਰਕੇ, ਕਦੀ ਹੋਰ ਕਰਕੇ। ਕਿਉਂਕਿ ਪਿਛਲੀ ਮੀਟਿੰਗ 'ਚ ਤੇ ਉਦੋਂ ਪਿਛਲੀ 'ਚ ਵੀ ਮੇਰਾ ਨਹੀਂ ਖਿਆਲ ਵੀ ਕੁਛ ਵੀ ਨਿਕਲਿਆ। ਉਸ ਤੋਂ ਪਹਿਲਾਂ ਥੋੜ੍ਹੀ ਬਹੁਤੀ ਗੱਲਬਾਤ ਹੋ ਰਹੀ ਸੀਗੀ, ਕੋਈ ਨਾ ਕੁਝ ਪੋਜ਼ਿਟਿਵ ਆ ਰਿਹਾ ਸੀ। ਜਿਵੇਂ ਇੱਕ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਆਹ 2 ਜਿਹੜੇ ਆ
ਇਹ ਮੰਨ ਲੈਂਦੇ ਆ ਤੁਹਾਡੇ ਜਿਹੜਾ ਆਪਣਾ ਪਰਾਲੀ ਵਾਲਾ ਸੀਗਾ ਤੇ ਬਿਜਲੀ ਵਾਲਾ ਸੀਗਾ। ਉਸ ਤੋਂ ਬਾਅਦ ਉਹ ਜਮਾਂ ਜਿੱਦਾਂ ਇਹ ਇੱਕ ਤਾਂ ਕਹਿੰਦੇ ਡੈਡ ਲੌਕ ਵੀ ਨਹੀਂ ਲੱਗਾ, ਟਾਈਮ ਦੇਈ ਜਾ ਰਹੇ ਆ ਅੱਗੇ, ਪਰ ਇੱਦਾਂ ਲੱਗ ਰਿਹਾ ਵੀ ਉਹ ਟਾਈਮ ਬਾਏ ਕਰ ਰਹੇ ਆ। ਜਿਹੜੇ ਉੱਥੇ ਆਉਂਦੇ ਆ ਤੁਹਾਡੇ ਨਾਲ ਮੀਟਿੰਗ ਕਰਨ, ਅਸੀਂ ਤਾਂ ਬਾਰ-ਬਾਰ ਕਹਿ ਰਹੇ ਆ ਵੀ ਉਹ ਇੱਕ ਕਠਪੁਤਲੀਆਂ ਆ, ਉਹਨਾਂ ਦੇ ਆਪ ਹੱਥ ਪੱਲੇ ਕੁਛ ਨਹੀਂ ਹੈ, ਉਹ ਕੁਛ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਮੈਨੂੰ ਲੱਗਦਾ ਮੋਦੀ ਵੀ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਉੱਪਰੋਂ ਅੰਬਾਨੀ ਅਡਾਨੀ ਤੋਂ ਓਕੇ ਨਹੀਂ ਆ ਜਾਂਦੀ, ਤੇ ਉਹਨਾਂ ਚਿਰ ਇਹ ਵੀ ਨਹੀਂ ਕੁਛ ਕਰ ਸਕਦਾ। ਸੋ 9 ਮੀਟਿੰਗਾਂ ਦੇ ਵਿੱਚੋਂ ਦੱਸੋ, ਖਾਸ ਕਰਕੇ ਜਿਹੜੀਆਂ ਲਾਸਟ 2 ਮੀਟਿੰਗਾਂ, ਵੀ ਇਹਦੇ 'ਚੋਂ ਕੁਛ ਕੱਢਣ ਪਾਉਣ ਨੂੰ ਹੈਗਾ ਇਹਨਾਂ ਮੀਟਿੰਗਾਂ 'ਚ? ਕੁਛ ਕੀ ਗੱਲਬਾਤ ਹੋਈ? ਕਿਉਂਕਿ ਲੋਕਾਂ ਨੂੰ ਇਹ ਹੁੰਦਾ ਵੀ ਮੀਟਿੰਗ ਆ, ਸ਼ਾਇਦ ਅੱਜ ਫੈਸਲਾ ਹੋ ਜਾਵੇ, ਅੱਜ ਕੁਛ ਹੋ ਜਾਵੇ। ਸੋ ਇਹਨਾਂ ਬਾਰੇ ਜ਼ਰੂਰ ਦੱਸੋ ਸਾਨੂੰ, ਮੀਟਿੰਗਾਂ ਬਾਰੇ। ਦੇਖੋ, ਜਿਹੜੀਆਂ ਇਹ ਮੀਟਿੰਗਾਂ ਹੋਈਆਂ ਲਾਸਟ ਵਾਲੀਆਂ, ਇਹ ਬਿਲਕੁਲ 100% ਤੁਹਾਡੀ ਗੱਲ ਠੀਕ ਹੈ ਇਹ ਕਿ ਇਹਨਾਂ ਮੀਟਿੰਗਾਂ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆਗਾ, ਕੋਈ ਰਿਜ਼ਲਟ ਨਹੀਂ ਨਿਕਲਿਆ। ਔਰ ਅਸੀਂ ਇੱਕ ਗੱਲ ਹੋਰ ਬੜੀ ਜਿਹੜੀ ਵੱਡੀ ਵੇਖ ਰਹੇ ਹਾਂ, ਜਿਹੜੀ ਸਾਨੂੰ ਬੜਾ ਹੈਰਾਨ ਕਰਨ ਵਾਲੀ ਮੀਟਿੰਗ ਹੈ, ਜੇ ਤੁਹਾਨੂੰ ਵੀ ਪਤਾ ਲੱਗੂਗਾ ਜਦੋਂ ਕਿ ਜਦੋਂ ਮੀਟਿੰਗ ਚੱਲ ਰਹੀ ਹੁੰਦੀ ਹੈ ਤਾਂ ਐਂ ਲੱਗਦਾ ਹੁੰਦਾ ਹੈ ਜਦੋਂ ਸਾਡੇ ਨਾਲ ਮੀਟਿੰਗ ਕਰ ਰਹੇ ਨੇ ਸਾਡੇ ਐਗਰੀਕਲਚਰ ਮਿਨਿਸਟਰ, ਉਹਨਾਂ ਦੇ ਵਿੱਚ ਕੋਈ ਆਪਣੇ ਪੱਧਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈ ਲੈਣ ਦੀ ਕੋਈ ਸਮਰੱਥਾ ਨਹੀਂ ਹੁੰਦੀ। ਉਹ ਇਸ ਤਰ੍ਹਾਂ ਗੱਲ ਕਰਦੇ ਨੇ ਜਿੰਨਾ ਕਿ ਜਿਵੇਂ ਕਿਸੇ ਨੂੰ ਕੋਈ ਪੜ੍ਹਾ ਕੇ ਭੇਜਦਾ ਹੈ ਵੀ ਇੰਨੀ ਗੱਲ ਹੀ ਕਰਨੀ, ਉਨੀ ਗੱਲ ਕਰਕੇ ਚੁੱਪ ਕਰ ਜਾਂਦੇ ਨੇ। ਫਿਰ ਜਦੋਂ ਨਹੀਂ ਗੱਲ ਸੂਤ ਆਉਂਦੀ ਫਿਰ ਉਹ ਇਹ ਕਹਿੰਦੇ ਨੇ ਚੰਗਾ ਜੀ ਹੁਣ ਮਤਲਬ ਲੰਚ ਬ੍ਰੇਕ ਕਰ ਲਈਏ, ਹੁਣ ਚਾਹ ਪੀ ਲਈਏ। ਫਿਰ ਉਹ ਸਾਈਡ ਤੇ ਬਹਿ ਕੇ ਕੋਈ ਆਪਦੇ ਕਾਮਾਂ ਦੇ ਨਾਲ, ਜਦੋਂ ਆਪਦੀ ਸੀਨੀਅਰ ਲੀਡਰਸ਼ਿਪ ਨਾਲ ਜਾਂ ਕਿਹਦੇ ਨਾਲ ਗੱਲ ਕਰਦੇ ਨੇ, ਗੱਲਬਾਤ ਕਰਕੇ ਫਿਰ ਉਹ ਵਾਪਸ ਲੈ ਕੇ ਆਉਂਦੇ ਨੇ। ਤੋਂ ਇਹ ਗੱਲਾਂ ਹੋ ਰਹੀਆਂ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਤੇ ਇਹੋ ਜਿਹੀਆਂ ਗੱਲਾਂ ਵੀ ਮਤਲਬ ਨਿਕਲ ਕੇ ਸਾਹਮਣੇ ਆ ਗਈਆਂ। ਇਹਨਾਂ ਇੱਕ ਮਤਲਬ ਮਨਮੋਹਨ ਨਾਂ ਦਾ ਕੋਈ ਬਾਬਾ ਹੈ, ਉਹਨੇ ਇੱਕ ਵੀਡੀਓ ਦੀ ਵਾਇਰਲ ਹੋਈ ਹੈ ਬਹੁਤ ਵੱਡੀ ਪੱਧਰ ਦੇ ਉੱਤੇ। ਉਹਨਾਂ ਨੇ ਇਹ ਗੱਲ ਕਹੀ ਕਿ ਨਰਿੰਦਰ ਮੋਦੀ ਜੀ ਦਾ, ਪ੍ਰਧਾਨ ਮੰਤਰੀ ਜੀ ਦਾ ਅਸਤੀਫਾ ਲੈ ਕੇ ਰੱਖਿਆ ਉਹਨਾਂ ਨੇ ਆਪਦੇ ਕੋਲੇ, ਅਡਾਨੀਆਂ ਤੇ ਅਬਾਨੀਆਂ ਨੇ। ਉਹ ਕਹਿੰਦੇ ਵੀ ਜੇ ਤੂੰ ਕਾਨੂੰਨ ਵਾਪਸ ਲੈਣ ਦੀ ਗੱਲ ਕਰੇਗਾ ਤਾਂ ਤੇਰਾ ਅਸਤੀਫਾ ਨਾਲ ਦੀ ਨਾਲ ਅਸੀਂ ਮਤਲਬ ਰਾਸ਼ਟਰਪਤੀ ਦੇ ਟੇਬਲ ਤੇ ਪਹੁੰਚਾ ਕੇ ਇਹਨੂੰ ਪ੍ਰਵਾਨਗੀ ਦਵਾ ਦੇਣੀ ਹੈ। ਤੋਂ ਸਵਾਲ ਇਸ ਗੱਲ ਦਾ ਹੈ ਉਹ ਜਿਹੜੀ ਉਹ ਕਹਿ ਰਹੇ ਨੇ ਗੱਲ, ਹੁਣ ਉਹ ਗੱਲ ਉਦੋਂ ਕਹਾ ਜਿਸ ਤਰ੍ਹਾਂ ਦੀ ਸਰਕਾਰ ਦੀ ਚੁੱਪੀ ਹੈ ਉਹ ਇਹ ਸਿੱਧ ਕਰਦੀ ਹੈ ਕਿ ਵਾਕਈ ਹੋ ਸਕਦਾ ਕਿਤੇ ਜਿਹੜੀ ਇਹ ਗੱਲ ਹੈ, ਇਹ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੋਏਗੀ। ਅੱਜ ਸਾਡੀ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਿਸ ਵੇਲੇ, ਤੇ ਪੱਤਰਕਾਰਾਂ ਨੇ ਇੱਕ ਗੱਲ ਕੀਤੀ ਸਾਡੇ ਕੋਲੇ। ਪੱਤਰਕਾਰਾਂ ਨੇ ਇਹ ਗੱਲ ਕਹੀ ਕਿ ਸਰਕਾਰ ਕਹਿੰਦੀ ਹੈ ਵੀ ਸਾਡੀ ਵੀ ਕੋਈ ਮਜਬੂਰੀ ਹੋ ਸਕਦੀ ਹੈ। ਇਹ ਸ਼ਬਦ ਆ ਜਿਹੜੇ ਸਰਕਾਰ ਵੱਲੋਂ ਕਹਿਣੇ ਵੀ ਸਾਡੀ ਵੀ ਕੋਈ ਮਜਬੂਰੀ ਹੋ ਸਕਦੀ ਹੈ, ਇਹ ਵੀ ਸੰਕੇਤ ਉਸੇ ਪਾਸੇ ਵੱਲ ਨੂੰ ਲੈ ਕੇ ਜਾਂਦੇ ਨੇ ਕਿ ਵੀ ਹੋ ਸਕਦਾ ਜਿਹੜੀ ਇਹਨਾਂ ਦੀ ਮਜਬੂਰੀ ਦੀ ਗੱਲ ਕਰਦੇ ਆ ਉਹ ਮਜਬੂਰੀ ਉਹੀ ਹੋਵੇ ਅਡਾਨੀਆਂ ਤੇ ਅਬਾਨੀਆਂ ਵਾਲੀ। ਤੋਂ ਇਸ ਕਰਕੇ ਇਹ ਇੱਕ ਤਰ੍ਹਾਂ ਦੀ ਜਿਹੜੀ ਰਸਾਕਸੀ ਬਣੀ ਹੋਈ ਹੈ। ਸਰਕਾਰ ਇਹ ਸੋਚ ਰਹੀ ਹੈ ਕਿ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਜਾ ਕੇ ਹੋ ਸਕਦਾ ਸ਼ਾਇਦ, ਕਿਉਂਕਿ ਅੰਦੋਲਨ ਦੇ ਵਿੱਚ 450 ਕਿਸਾਨ ਜਥੇਬੰਦੀਆਂ ਰਲ ਕੇ ਅੰਦੋਲਨ ਲੜ ਰਹੀਆਂ, ਇਹ ਸਰਕਾਰ ਦੀ ਭਾਵਨਾ ਹੋ ਸਕਦੀ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਕੋਈ ਸੰਗਠਨ, ਕੋਈ ਨਾ ਕੋਈ ਜਥੇਬੰਦੀ ਇਹਨਾਂ ਦੇ ਵਿੱਚੋਂ ਕੋਈ ਗਲਤੀ ਕਰ ਜੇ, ਕਿਤੇ ਕਿਸੇ ਤਰੀਕੇ ਦੇ ਨਾਲ ਇਹ ਸੰਗਠਨ ਆ ਜਿਹੜਾ ਖਿਲਰ ਜੇ, ਕੋਈ ਮਤਲਬ ਇਹ ਅੰਦੋਲਨ ਖਰਾਬ ਹੋ ਸਕੇ ਕਿਸੇ ਤਰੀਕੇ ਦੇ ਨਾਲ। ਤੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰ ਇਸ ਅੰਦੋਲਨ ਨੂੰ ਲਟਕਾਉਣ, ਲੰਬਾ ਲਿਜਾਣ ਦੇ ਵਿੱਚ ਧਿਆਨ ਦੇ ਰਹੀ ਹੈ। ਇਸ ਅੰਦੋਲਨ ਨੂੰ ਦਾ ਫੈਸਲਾ ਕਰਨ ਵਾਸਤੇ ਸਰਕਾਰ ਦੀ ਕੋਈ ਮਤਲਬ ਮਨਸ਼ਾ ਹਜੇ ਤੱਕ ਮੈਨੂੰ ਲੱਗਦਾ ਨਜ਼ਰ ਨਹੀਂ ਆ ਰਹੀ। ਲੇਕਿਨ ਇਹ ਜ਼ਰੂਰ ਹੈ ਗੱਲ ਕਿ ਸਰਕਾਰ ਦੇ ਅੰਦਰ ਘਬਰਾਹਟ ਜ਼ਰੂਰ ਹੈ। ਆ ਜਿਹੜਾ NIA ਵਰਗੇ ਮਤਲਬ ਇਹ ਹੱਥਕੰਡੇ ਵਰਤਣੇ ਸ਼ੁਰੂ ਕੀਤੇ ਨੇ ਸਰਕਾਰ ਨੇ, ਤਾਂ ਇਹਦਾ ਇਹ ਇੱਕ ਡਰੀ ਹੋਈ ਹੋਣ ਦਾ ਮਤਲਬ ਸਬੂਤ ਆ ਸਰਕਾਰ ਦਾ। ਨਹੀਂ ਤਾਂ ਐਡੀ ਗਿਰੀ ਹਰਕਤ ਸਰਕਾਰਾਂ ਛੇਤੀ ਕੀਤੇ ਕਰਦੀਆਂ ਨਹੀਂ ਹੁੰਦੀਆਂ। ਦੂਸਰੀ ਗੱਲ ਤੁਸੀਂ ਦੇਖਿਆ ਹੋਵੇਗਾ ਪਿਛਲੇ ਟਾਈਮ ਦੇ ਵਿੱਚ ਤੁਹਾਡੇ ਕੋਲੇ ਖਬਰਾਂ ਪਹੁੰਚੀਆਂ ਹੋਣਗੀਆਂ ਵੀ ਸੁਪਰੀਮ ਕੋਰਟ ਨੂੰ ਇਹਨਾਂ ਨੇ ਜਾਣਬੁੱਝ ਕੇ ਇੰਟਰਫੀਅਰ ਕਰਵਾਇਆ ਇਸ ਅੰਦੋਲਨ ਦੇ ਵਿੱਚ। ਬਿਲਕੁਲ ਆਪਣੇ ਆਦਮੀ ਦੇ ਕੋਲੋਂ ਇੱਕ ਅਪੀਲ ਪਵਾਈ, ਉਸ PIL ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਮਤਲਬ ਕਮੇਟੀ ਬਣਾ ਦਿੰਦੇ ਆ। ਔਰ ਉਹ ਜਿਹੜੀ ਕਮੇਟੀ ਬਣੀ ਹੈ ਬੜੀ ਹੈਰਾਨਗੀ ਦੀ ਗੱਲ ਹੈ, ਬੜੀ ਅਜੀਬ ਕਿਸਮ ਦੀ ਕਮੇਟੀ ਬਣੀ ਹੈ। ਉਸ ਕਮੇਟੀ ਦੇ ਜਿਹੜੇ 4 ਮੈਂਬਰ ਪਾਏ ਗਏ ਨੇ ਉਹ ਬੰਦੇ ਹੈ ਜਿਹੜੇ ਲਗਾਤਾਰ ਕਿਸਾਨੀ ਇਹਨਾਂ ਬਿੱਲਾਂ ਦੇ ਹੱਕ 'ਚ ਵੀ ਇਹ ਬਿੱਲ ਬਹੁਤ ਚੰਗੇ ਨੇ, ਸਰਕਾਰ ਦੇ ਹੱਕ 'ਚ ਉਹ ਆਰਟੀਕਲ ਲਿਖਦੇ ਆਏ ਨੇ। ਬਹੁਤ ਸਾਰੇ ਲੇਖ ਅਖਬਾਰਾਂ ਦੇ ਵਿੱਚ ਇਹਨਾਂ ਚਾਰੇ ਹੀ ਐਕਸਪਰਟਾਂ ਦੇ ਲਿਖੇ ਪਏ ਨੇ ਜਿਹੜੇ ਕਹਿੰਦੇ ਨੇ ਕਾਨੂੰਨ ਬਹੁਤ ਚੰਗੇ ਨੇ, ਤੇ ਉਹਨਾਂ ਹੀ ਬੰਦਿਆਂ ਦੀ ਚੱਕ ਕੇ ਕਮੇਟੀ ਬਣਾਤੀ ਸਰਕਾਰ ਨੇ। ਇਹ ਸਾਰੀ ਗੱਲ ਜਿਹੜੀ ਸਮਝ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਸਰਕਾਰ ਬਹੁਤ
ਹੱਥਕੰਡੇ ਵਰਤਨ ਤੇ ਤੁਰੀ ਹੋਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਅੰਦੋਲਨ ਨੂੰ ਹੋਰ ਦਿਸ਼ਾ ਦਿੱਤੀ ਜਾਵੇ। ਕਿਸਾਨ ਹਾਈ ਕੋਰਟ ਦੇ ਵਿੱਚ ਉਲਝ ਜਾਣ, ਕਿਸਾਨ NIA ਵਰਗੇ ਮਤਲਬ ਕੇਸਾਂ ਮੁਕੱਦਮਿਆਂ ਦੇ ਵਿੱਚ ਉਲਝ ਜਾਣ, ਸ਼ਾਇਦ ਲੋਕ ਇਹ ਤੋਂ ਡਰ ਜਾਣ। ਪਰ ਮੈਨੂੰ ਲੱਗਦਾ ਸਰਕਾਰ ਇਹਦੇ ਵਿੱਚ ਸਫਲ ਨਹੀਂ ਹੋ ਪਾਏਗੀ। ਇਹਨਾਂ ਮੀਟਿੰਗਾਂ ਦੇ ਵਿੱਚ ਭਾਵੇਂ ਕੁਝ ਨਹੀਂ ਨਿਕਲਿਆ, ਲੇਕਿਨ ਇਹ ਵੀ ਗੱਲ ਕਲੀਅਰ ਹੈ ਕਿ ਅਖੀਰ ਨੂੰ ਜਿੱਦਾਂ ਵੀ ਫੈਸਲਾ ਹੋਣਾ ਹੈ ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਬੈਠ ਕੇ ਹੀ ਹੋਣਾ ਹੈ। ਇਸ ਕਰਕੇ ਅਸੀਂ ਇਹ ਮਤਲਬ ਭਾਵੇਂ ਸਰਕਾਰ ਹਰ ਤਰ੍ਹਾਂ ਦੀ ਮੀਟਿੰਗ ਦੇ ਵਿੱਚ, ਹਰ ਮੀਟਿੰਗ ਦੇ ਵਿੱਚ ਸਰਕਾਰ ਦਾ ਰਵੱਈਆ ਠੀਕ ਨਹੀਂ ਹੁੰਦਾਗਾ, ਕਿਸਾਨਾਂ ਨੂੰ ਕੁਝ ਦੇਣ ਲਈ ਕੁਝ ਸੰਜੀਦਗੀ ਨਹੀਂ ਵਿਖਾਉਂਦੀ ਸਰਕਾਰ, ਪਰ ਸਰਕਾਰ ਕੱਲ ਨੂੰ ਸਾਡੇ ਅੰਦੋਲਨਕਾਰੀਆਂ ਨੂੰ, ਸਾਡੇ ਕਿਸਾਨ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਖਾਤਰ ਇਹ ਜ਼ਰੂਰ ਕਰੇਗੀ ਕਿ ਅਸੀਂ ਸੱਦਦੇ ਹਾਂ ਜੀ, ਕਿਸਾਨ ਸਾਡੇ ਨਾਲ ਮੀਟਿੰਗ 'ਚ ਨਹੀਂ ਆਉਂਦੇ। ਅਸੀਂ ਇਹ ਸੋਚ ਕੇ ਜਾਂਦੇ ਹਾਂ ਮੀਟਿੰਗ ਦੇ ਵਿੱਚ ਕਿ ਸਾਡਾ ਭਾਵੇਂ ਸਰਕਾਰ ਕੁਝ ਦੇਵੇ ਭਾਵੇਂ ਨਾ ਦੇਵੇ, ਲੇਕਿਨ ਸਰਕਾਰ ਨੂੰ ਅਸੀਂ ਇਹ ਗੇਂਦ ਨਹੀਂ ਸਰਕਾਰ ਦੇ ਹੱਥ 'ਚ ਆਉਣ ਦੇਣੀ ਜਿਹਦੇ ਨਾਲ ਉਹ ਇਹ ਕਹਿ ਸਕੇ ਕਿ ਵੀ ਕਿਸਾਨ ਸਾਡੇ ਨਾਲ ਸੱਦੇ ਤੇ ਸਾਡੀ ਮੀਟਿੰਗ 'ਚ ਆ ਕੇ ਗੱਲ ਨਹੀਂ ਕਰਦੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਜਿਹੜਾ ਮੀਟਿੰਗਾਂ ਦੇ ਬਾਰੇ ਦੱਸਿਆ। ਅਗਲਾ ਸਵਾਲ ਇਹ ਆਉਂਦਾ ਆ ਕਿਉਂਕਿ ਸਾਨੂੰ ਫੇਸਬੁੱਕ ਤੇ ਵੀ ਕਈ ਵਾਰ ਨਾਲ ਵੀਰ ਸਵਾਲ ਪੁੱਛਦੇ ਆ। ਇੱਕ ਸਵਾਲ ਸਾਨੂੰ ਇਹ ਆ ਰਿਹਾ ਬਾਰ-ਬਾਰ ਵੀ ਲੋਕਾਂ 'ਚ ਰੂਮਰ ਵੀ ਫੈਲ ਰਿਹਾ ਆ ਵੀ ਜਿਵੇਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਵੀ ਦੋ ਧੜੇ ਬਣ ਗਏ ਆ ਜੀ, ਅਲੱਗ-ਅਲੱਗ ਮੀਟਿੰਗਾਂ ਕਰਦੇ ਆ ਫਿਰ ਡਿਸਾਈਡ ਕਰਦੇ ਆ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਇਹ ਨਹੀਂ ਹੈ, ਇਹ ਜਿਹੜੀ ਅਫਵਾਹਾਂ ਫੈਲ ਰਹੀਆਂ ਨਾ, ਇਹਨਾਂ ਨੂੰ ਮੈਂ ਕਲੀਅਰ ਕਰ ਦਿਆਂ ਸਾਰੇ ਵੀਰਾਂ ਨੂੰ, ਚਿੰਤਾ ਨਾ ਕਰੋ ਇਸ ਗੱਲ ਦੀ, ਬਿਲਕੁਲ ਨਹੀਂ ਹੈ। ਇਹ ਅਲੱਗ-ਅਲੱਗ ਮੀਟਿੰਗਾਂ ਕਿਉਂ ਹੋ ਰਹੀਆਂ ਇਹਨੂੰ ਸਮਝ ਲਿਓ ਗੱਲ ਨੂੰ। ਠੀਕ ਹੈ ਜੀ। ਪਹਿਲਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਠੀਕ ਹੈ ਜੀ। ਜਿਹੜੀਆਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ, ਉਹਨਾਂ 31 ਕਿਸਾਨ ਜਥੇਬੰਦੀਆਂ ਦੇ ਵਿੱਚ 10 ਕਿਸਾਨ ਜਥੇਬੰਦੀਆਂ ਉਹ ਨੇ ਜਿਹੜੀਆਂ ਮਤਲਬ ਕਮਿਊਨਿਸਟ ਵਿਚਾਰਧਾਰਾ ਦੀਆਂ। ਠੀਕ ਹੈ। ਅਸੀਂ 15-16 ਕਿਸਾਨ ਜਥੇਬੰਦੀਆਂ ਉਹ ਹੈ ਜਿਹੜੇ ਨਾਨ ਪੋਲੀਟੀਕਲ ਹੈ, ਬਿਲਕੁਲ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ, ਕੇਵਲ ਕਿਸਾਨ ਜਥੇਬੰਦੀਆਂ ਹੈ ਔਰ ਸਾਡਾ ਨਾਮ ਕਿਸੇ ਕਾਮਰੇਡ ਵਿਚਾਰਧਾਰਾ ਨਾਲ ਕੋਈ ਤਾਲੁਕ ਹੈ। ਹੁਣ ਇੱਥੇ ਆ ਕੇ ਇਹ ਸਾਡੀਆਂ ਜਿਹੜੀਆਂ 16 ਇਕੱਠੀਆਂ ਹੋਈਆਂ ਸੀ, ਇਹ ਵੱਖਰੇ ਤੌਰ ਤੇ ਇੱਕ ਥੜਾ ਇਕੱਠਾ ਹੋਇਆ ਸੀ, ਉਹ ਵੱਖਰੀਆਂ ਇਕੱਠੀਆਂ ਹੋਈਆਂ ਸੀ। ਇਸ ਕਰਕੇ ਉਹਨਾਂ ਦਾ ਵੱਖਰਾ ਇੱਕ ਥੜਾ ਹੈ ਤੇ ਸਾਡਾ ਵੱਖਰਾ ਇੱਕ ਥੜਾ ਹੈ। ਉਹ ਥੜਿਆਂ ਨੇ ਅੱਗੇ ਜਾ ਕੇ ਮਿਲ ਕੇ ਇਹ 31 ਬਣ ਗਈਆਂ। ਕੁਝ ਬਾਹਰ ਜਿਹੜੀਆਂ ਪੰਜਾਬ ਦੇ ਵਿੱਚ ਬਾਹਰ ਖੜੀਆਂ ਸੀ ਉਹ ਜਥੇਬੰਦੀਆਂ ਦੀ ਹੋਈ। ਇਸ ਕਰਕੇ ਇਹਨਾਂ ਦੀ ਮੀਟਿੰਗ ਅੰਦਰੂਨੀ ਆਪਸੀ ਮੀਟਿੰਗ, ਆਪਸੀ ਗੱਲਬਾਤ ਕਰਨੀ ਆ, ਉਹ ਕਰਦੀਆਂ ਰਹਿੰਦੀਆਂ, ਉਹ 'ਚ ਕੋਈ ਦੋ ਰਾਵਾਂ ਨਹੀਂ ਹੈ। ਫਿਰ ਉਸ ਤੋਂ ਅੱਗੇ ਜਾ ਕੇ ਜਦੋਂ ਅਸੀਂ ਦੇਸ਼ ਲੈਵਲ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਕੀਤੀਆਂ ਤਾਂ ਉਹਦੇ ਵਿੱਚ ਫਿਰ ਦੋ ਧੜੇ ਇਕੱਠੇ ਹੋਏ ਆ। ਇੱਕ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਇਕੱਠੀ ਹੋਈ ਹੈ ਔਰ ਇੱਕ ਰਾਸ਼ਟਰੀ ਕਿਸਾਨ ਮਹਾਸੰਘ, ਦੋਨਾਂ ਨੇ ਮਿਲ ਕੇ ਸੰਯੁਕਤ ਕਿਸਾਨ ਮੋਰਚਾ ਬਣਿਆ। ਔਰ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਵਾਲੇ ਵੀ ਆਪਦੀਆਂ ਮੀਟਿੰਗਾਂ ਕਰਦੇ ਰਹਿੰਦੇ ਨੇ, ਜਿਹੜਾ ਉਹਨਾਂ ਦੇ ਗਰੁੱਪ ਦੀਆਂ ਜਥੇਬੰਦੀਆਂ ਹੈ, ਔਰ ਸੰਯੁਕਤ ਕਿਸਾਨ ਮੋਰਚਾ ਵੀ ਆਪਦੀਆਂ ਕਦੇ-ਕਦਾਈ ਉਹ ਮਤਲਬ ਮੀਟਿੰਗਾਂ ਕਰਦਾ ਹੈ ਜਿਹੜੀਆਂ ਉਹਨਾਂ ਦੀਆਂ ਉਹਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ। ਸੋ ਇਹਦਾ ਮਤਲਬ ਇਹ ਨਹੀਂ ਹੈ, ਅਸੀਂ ਸਿਰਫ ਆਪਦਾ ਮੈਸੇਜ ਨੂੰ ਠੀਕ ਢੰਗ ਨਾਲ ਥੱਲੇ ਤੱਕ ਕਨਵੇ ਕਰਨ ਵਾਸਤੇ ਜਾਂ ਥੱਲੇ ਲੋਕਾਂ ਦੀ ਆਵਾਜ਼ ਨੂੰ ਉੱਪਰ ਲੈ ਕੇ ਆਉਣ ਵਾਸਤੇ ਕਿ ਭਾਵਨਾ ਲੋਕਾਂ ਦੀ ਕੀ ਹੈ, ਇਹ ਮੀਟਿੰਗਾਂ ਉਸ ਲਈ ਹੋ ਰਹੀਆਂ, ਨਾ ਕਿ ਇਹਨਾਂ ਮੀਟਿੰਗਾਂ ਦਾ ਮਤਲਬ ਇਹ ਨਹੀਂ ਹੈ ਕਿ ਇਹ ਮੀਟਿੰਗਾਂ ਮਤਲਬ ਵੱਖਰੀਆਂ ਹੋ ਰਹੀਆਂ ਜਾਂ ਮਤਲਬ ਕੋਈ ਟੁੱਟਣ ਵਾਲੀ ਗੱਲ ਆ ਜਾਂ ਕੋਈ ਫੁੱਟ ਵਾਲੀ। ਬਿਲਕੁਲ ਨਹੀਂ, ਨਿਸ਼ਚਿੰਤ ਰਹੋ। ਤੁਸੀਂ ਸਾਡੇ ਸਾਰੇ ਸ਼ੁਭ ਚਿੰਤਕ ਵੀਰ ਬੈਠੇ ਹੋ, ਤੁਹਾਡੀਆਂ ਆਸ਼ੀਰਵਾਦਾਂ ਦੇ ਸਦਕਾ ਇਹ ਅੰਦੋਲਨ, ਇਹ ਮੋਰਚਾ ਇਸੇ ਤਰ੍ਹਾਂ ਏਕਤਾ ਬਣਾ ਕੇ ਚੱਲੇਗਾ ਔਰ ਤੁਹਾਡਾ ਪਿਆਰ ਸਾਥ ਹੈ ਸਾਡੇ। ਇਹਨੂੰ ਬਿਲਕੁਲ ਐਸੀ ਨਹੀਂ ਮਤਲਬ ਬਣੇਗੀ। ਬਾਕੀ ਵਾਹਿਗੁਰੂ ਆਪਣੇ ਨਾਲ ਹੈ, ਇਹਦੇ ਚ ਮੇਰਾ ਖਿਆਲ ਹੈ ਕੋਈ ਜਥੇਬੰਦੀ ਟੁੱਟੇਗੀ ਨਹੀਂ। ਬਹੁਤ ਵਧੀਆ, ਤੁਸੀਂ ਇੱਕ ਦੇ ਵਿੱਚ ਹੀ ਨਾ ਕਈ ਸਵਾਲਾਂ ਦੇ ਜਵਾਬ ਦੇ ਦਿੱਤੇ ਆ। ਇੱਕ ਤਾਂ ਜਿਹੜੇ ਬਾਰ-ਬਾਰ ਕਹਿ ਰਹੇ ਸੀ ਵੀ ਇਹ ਜਿਹੜੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਕਾਮਰੇਡ ਆ, ਤੁਸੀਂ ਉਹ ਗੱਲ ਕਲੀਅਰ ਕਰਤੀ ਵੀ 10 ਜਿਹੜੀਆਂ ਜਥੇਬੰਦੀਆਂ ਉਹ ਕਾਮਰੇਡ ਵਿਚਾਰਧਾਰਾ ਵਾਲੀਆਂ ਆ ਤੇ 16 ਜਥੇਬੰਦੀਆਂ ਜਿਹੜੀਆਂ ਉਹ ਕਾਮਰੇਡ ਵਿਚਾਰਧਾਰਾ ਵਾਲੀਆਂ ਨਹੀਂ ਆ, ਤੇ 5 ਜਿਹੜੀਆਂ ਹੋਰ ਆ, 5 ਜਾਂ 6 ਜਿਹੜੀਆਂ ਹੋਰ ਜਥੇਬੰਦੀਆਂ ਆ, ਉਹਨਾਂ ਵਿੱਚੋਂ ਬਹੁਤ ਸਾਰੀਆਂ ਤਕਰੀਬਨ ਸਾਰੀਆਂ ਹੀ ਜਿਹੜੀਆਂ ਆ ਉਹ ਸਿੱਖੀ ਵਿਚਾਰਧਾਰਾ ਨੂੰ ਸਮਰਪਿਤ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬ 'ਚ ਰਹਿੰਦਾ ਆ, ਉਹ ਭਾਵੇਂ ਧਰਮ ਕਿਸੇ ਨੂੰ ਬਿਲੋਂਗ ਕਰਦਾ ਹੋਵੇ, ਮੈਂ ਤੁਹਾਨੂੰ ਇਹੀ ਕਹਿੰਦਾ ਵੀ ਗੁਰੂ ਨਾਨਕ ਦੀ ਸੋਚ 'ਤੇ ਚੱਲਣ ਵਾਲਾ ਪਹਿਲਾਂ ਹੁੰਦਾ ਆ, ਬਾਕੀ ਸਭ ਕੁਝ ਬਾਅਦ 'ਚ ਆਉਂਦਾ ਆ। ਸੋ ਜਿਹੜੀ ਤੁਸੀਂ ਦੂਜੀ ਗੱਲ ਕਲੀਅਰ ਕੀਤੀ ਹੈ ਨਾ, ਉਹ ਵੀ ਬਹੁਤ ਵਧੀਆ ਵੀ ਰਿਊਮਰ ਬਹੁਤ ਫੈਲਾਏ ਜਾ ਰਹੇ ਆ। ਮੈਨੂੰ ਐਂ ਲੱਗਦਾ ਵੀ ਤੁਹਾਡੇ ਇੱਥੇ ਵੀ ਬਹੁਤ ਸਾਰੇ ਸਰਕਾਰ ਨੇ ਆਪਣੇ ਜਿਹੜੇ ਬੰਦੇ, ਆਪਣੇ ਏਜੰਟ ਅੰਦਰ ਬਾੜੇ ਹੋਏ ਆ, ਜਿਹੜੇ ਇਹ ਗੱਲ ਫਟਾਫਟ ਬਾਹਰ ਆ ਜਾਂਦੀ ਵੀ ਮੀਟਿੰਗ ਉੱਧਰ ਹੋ ਰਹੀ ਆ ਤੇ ਇੱਧਰ ਵੀ ਹੋ ਰਹੀ ਆ। ਇਹ 'ਚ ਕੋਈ ਸ਼ੱਕ ਵੀ ਨਹੀਂ, ਕਿਉਂਕਿ ਬਹੁਤ ਸਾਰੇ ਫੜੇ ਵੀ ਗਏ ਆ, ਪਹਿਲਾਂ ਵੀ ਫੜੇ ਗਏ ਸੀ, ਬਾਅਦ 'ਚ ਫਿਰ ਫੜੇ ਗਏ ਆ ਜਿਹੜੇ ਬੰਦੇ ਵਿੱਚ ਰਲ ਕੇ, ਔਰ ਬਹੁਤ ਸਾਰੇ ਸਰਕਾਰਾਂ ਨੇ ਪਹਿਲਾਂ ਹੀ ਪਲਾਨ ਕੀਤੇ ਹੁੰਦੇ ਆ। ਹੋ ਸਕਦਾ ਤੁਹਾਡੇ ਅੰਦਰ ਵੀ ਕਿਸਾਨ ਲੀਡਰਾਂ ਦੇ ਵਿੱਚ ਵੀ ਕੁਝ ਬੰਦੇ ਸਰਕਾਰ ਵੱਲੋਂ ਪਲਾਨ ਕੀਤੇ ਹੋਣ, ਕਿਉਂਕਿ ਲੰਬੀ ਗੇਮ ਖੇਡਦੀਆਂ ਹੁੰਦੀਆਂ ਸਰਕਾਰਾਂ।
ਤੇ ਇਹਨਾਂ ਨੇ ਆਪਣੇ ਜਿੰਨੇ ਏਜੰਟ ਬਾਹਰ ਵੀ ਇਹਨਾਂ ਕੰਟਰੀਆਂ ਦੇ ਵਿੱਚ ਬਿਠਾਏ ਹੋਏ ਸਾਰੇ ਹੁਣ ਐਕਟਿਵ ਕਰਤੇ ਆ। ਅਸੀਂ ਆ ਪਿਛਲੇ 2 ਹਫ਼ਤਿਆਂ ਤੋਂ ਕਹਿ ਰਹੇ ਆ ਵੀ ABCD ਸਾਰੀਆਂ ਟੀਮਾਂ ਜਿਹੜੀਆਂ ਸਰਕਾਰ ਦੀਆਂ ਉਹ ਐਕਟਿਵ ਹੋ ਚੁੱਕੀਆਂ ਆ ਕਿ ਕਿੱਦਾਂ ਮੋਰਚੇ ਨੂੰ ਫੇਲ ਕੀਤਾ ਜਾਵੇ। ਕੋਈ ਖਾਲਿਸਤਾਨ ਦੇ ਨਾਮ ਦੇ ਉੱਤੇ, ਕੋਈ ਕਿਸੇ ਹੋਰ ਚੀਜ਼ ਦੇ ਉੱਤੇ, ਕੋਈ ਫਿਰਕੂ ਪ੍ਰਸਤੀ ਭੜਕਾ ਕੇ, ਕੋਈ ਕੁਛ ਕਰਕੇ ਉਹ ਬਹੁਤ ਜ਼ਿਆਦਾ ਫੇਸਬੁੱਕ ਤੇ ਖਾਸ ਕਰਕੇ ਮੈਸੇਜ ਆ ਰਹੇ ਆ ਵੀ ਆਹ ਦੇਖੋ ਜੀ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਵੱਡੇ ਵੱਡੇ ਟਾਈਟਲ ਲਿਖ ਕੇ। ਉਹ ਭਾਵੇਂ ਤੁਸੀਂ ਕਿਸਾਨ ਨੇਤਾ ਗੱਲ ਕਿਸੇ ਹੋਰ ਤਰੀਕੇ ਨਾਲ ਕਰੋ ਨਾ, ਜਦੋਂ ਉੱਤੇ ਟਾਈਟਲ ਹੋਰ ਲਿਖ ਹੋ ਜਾਂਦਾ ਉਹਦੇ ਉੱਤੇ ਤੇ ਉਹ ਗੱਲ ਹੀ ਬਦਲ ਜਾਂਦੀ। ਅਗਲੇ ਦਾ ਪਹਿਲਾਂ ਹੀ ਮਾਈਂਡ ਸੈੱਟ ਹੋ ਜਾਂਦਾ ਵੀ ਸ਼ਾਇਦ ਇੱਦਾਂ ਹੀ ਕਿਹਾ ਹੋਵੇ। ਉਹ ਸੁਣਨ ਨੂੰ ਇੱਦਾਂ ਹੀ ਲੱਗਦਾ ਜਿਵੇਂ ਰਾਜੇਵਾਲ ਉਹਨਾਂ ਦੀ 2-3 ਵੀਡੀਓ ਆਈਆਂ, ਜਦ ਕਿ ਧਿਆਨ ਨਾਲ ਸੁਣੋ ਤਾਂ ਉਹਨਾਂ ਨੇ ਕੁਝ ਵੀ ਗਲਤ ਕਿਤੇ ਵੀ ਨਹੀਂ ਕਿਹਾ, ਪਰ ਉਹਨੂੰ ਰੰਗਤ ਇੱਦਾਂ ਦਿੱਤੀ ਗਈ ਵੀ ਜਿਵੇਂ ਉਹ ਕੋਈ ਖਾਲਿਸਤਾਨ ਦੇ ਖਿਲਾਫ ਜਾਂ ਨਿਸ਼ਾਨ ਸਾਹਿਬ ਦੇ ਖਿਲਾਫ ਜਾਂ ਸਿੱਖੀ ਦੇ ਖਿਲਾਫ ਕੋਈ ਪ੍ਰਚਾਰ ਕਰ ਰਿਹਾ। ਅੰਮ੍ਰਿਤਧਾਰੀ ਬੰਦਾ ਆ ਉਹ, ਤੇ ਉਹਦੇ ਉੱਤੇ ਹੀ ਦੇਖੋ ਇਹ ਇਲਜ਼ਾਮ ਲੱਗ ਰਹੇ ਆ। ਸੋ 26 ਤਰੀਕ ਦਾ ਪ੍ਰੋਗਰਾਮ ਬਹੁਤ ਲੋਕੀ ਕਹਿ ਰਹੇ ਆ ਵੀ ਬਹੁਤ ਵੱਡਾ ਪ੍ਰੋਗਰਾਮ ਆ, ਬਹੁਤ ਮੀਡੀਆ ਦੇ ਵਿੱਚ ਵੀ ਬਹੁਤ ਖਬਰਾਂ ਆਈਆਂ, ਔਰ ਇਹ ਸਰਕਾਰ ਨੂੰ ਵੀ ਲੱਗਦਾ ਵੀ ਸਰਕਾਰ ਵੀ ਹਿੱਲੀ ਹੋਈ ਆ ਉਸ ਪ੍ਰੋਗਰਾਮ ਵਾਸਤੇ, ਵੀ 26 ਤੋਂ ਡਰੀ ਹੋਈ ਆ ਸਰਕਾਰ, ਇਹ 'ਚ ਕੋਈ ਸ਼ੱਕ ਨਹੀਂ। ਪਹਿਲਾਂ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਸੀ, ਉਹ ਬੈਕਆਊਟ ਕਰ ਗਿਆ। ਬਾਅਦ 'ਚ ਇੱਕ ਕੰਟਰੀ ਦਾ ਨਾਮ ਹੀ ਨਹੀਂ ਸੁਣਿਆ ਕਿਤੇ, ਉਹਨੂੰ ਬੁਲਾਇਆ ਵੀ ਕੋਈ ਤਾਂ ਆ ਜਾਵੇ ਵੀ ਸਾਡੀ ਇੱਜ਼ਤ ਰਹਿ ਜਾਵੇ, ਉਹ ਵੀ ਹੁਣ ਬੈਕਆਊਟ ਕਰ ਗਿਆ। ਤੇ ਹੁਣ ਮੇਰਾ ਖਿਆਲ ਕੋਈ ਵੀ ਨਹੀਂ ਆ ਰਿਹਾ, ਇਹਨਾਂ ਨੇ ਆਪ ਹੀ ਕਰਨਾ ਆ। ਸੋ 26 ਦੇ ਪ੍ਰੋਗਰਾਮ ਬਾਰੇ ਥੋੜ੍ਹਾ ਜਿਹਾ ਦੱਸਿਓ ਵੀ ਉਹਦੀ ਰੂਪਰੇਖਾ ਕਦੋਂ ਕੁ ਸੰਗਤ ਦੇ ਨਾਲ ਸਾਂਝੀ ਹੋਊਗੀ, ਕਿਹੜੀ ਮੀਟਿੰਗ ਤੋਂ ਬਾਅਦ ਆਪਾਂ ਪੂਰਾ ਦੱਸਾਂਗੇ ਵੀ ਕੀ ਪਲਾਨ ਆ, ਕੀ ਰੂਟ ਆ, ਕਿੱਧਰ ਨੂੰ ਜਾਣਾ ਆ, ਕਿੱਦਾਂ ਜਾਣਾ ਆ। ਕਿਉਂਕਿ ਉਹ ਬਹੁਤ ਸਾਰੇ ਰੂਮਰ ਵਿੱਚ ਫੈਲਾ ਦਿੰਦੇ ਆ ਫੇਸਬੁੱਕ ਉੱਤੇ, ਜੀ ਅਸੀਂ ਸਾਰੇ ਬੈਰੀਅਰ ਪੱਟ ਦੇਣੇ ਆ, ਅਸੀਂ ਲਾਲ ਕਿਲ੍ਹੇ ਚੱਲ ਜਾਣਾ, ਅਸੀਂ ਫਲਾਣੇ ਥਾਂ ਚੱਲ ਜਾਣਾ। ਸੋ ਉਹਦੇ ਬਾਰੇ ਜ਼ਰੂਰ ਦੱਸੋ ਵੀ 26 ਦਾ ਪ੍ਰੋਗਰਾਮ ਆਪਣਾ ਡਿਸਾਈਡ ਹੋਇਆ ਜਾਂ ਕਦੋਂ ਹੋਊਗਾ। ਦੇਖੋ ਜਿਹੜਾ 26 ਦਾ ਪ੍ਰੋਗਰਾਮ ਹੈ ਸਾਡਾ, ਇਹ ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਇਹ ਕਲੀਅਰ ਕਰੀਏ ਕਿ 26 ਦਾ ਪ੍ਰੋਗਰਾਮ ਆਪਣਾ ਕਿਉਂ ਆਇਆ। 26 ਦੇ ਪ੍ਰੋਗਰਾਮ ਦੇ ਵਾਸਤੇ ਸਾਡਾ ਇਹ ਸੀਗਾ ਕਿ ਕਿਸਾਨ ਪਰੇਡ ਹੋਏਗੀ ਉਸ ਦਿਨ। ਇਹ ਕਦੇ ਵੀ ਜਥੇਬੰਦੀਆਂ ਨੇ ਫੈਸਲਾ ਨਹੀਂ ਲਿਆ ਕਿ ਅਸੀਂ ਜਿਹੜੀ ਦੇਸ਼ ਲੈਵਲ ਦੀ ਪਰੇਡ ਹੋਣੀ ਹੈ, ਅਸੀਂ ਉਸ ਪਰੇਡ ਨੂੰ ਡਿਸਟਰਬ ਕਰਨ ਦਾ ਪ੍ਰੋਗਰਾਮ ਨਹੀਂ ਬਣਾਇਆ ਕਦੇ ਵੀ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਗਲਤ ਪ੍ਰਚਾਰ ਹੋਇਆ ਕਿ ਲਾਲ ਕਿਲੇ ਦੇ ਉੱਤੇ ਝੰਡਾ ਚੜਾਉਣਾ ਹੈ, ਉਹ ਵੀ ਇੱਕ ਤਰ੍ਹਾਂ ਨਾਲ ਮਤਲਬ ਗਲਤ ਪ੍ਰਚਾਰ ਹੋਇਆ। ਇੱਕ ਆਈ ਗੱਲ ਆ ਕਿ ਅਸੀਂ ਪਾਰਲੀਮੈਂਟ ਤੇ ਕਬਜ਼ਾ ਕਰਨਾ ਹੈ, ਇਹ ਵੀ ਕਿਸੇ ਨੇ ਮਤਲਬ ਐਵੇਂ ਬਿਨਾਂ ਸੋਚੇ ਸਮਝੇ ਪਤਾ ਨਹੀਂ ਕਿੱਥੋਂ ਕੋਈ ਬੰਦੇ ਮਤਲਬ ਬੋਲ ਦਿੰਦੇ ਆ, ਕੋਈ ਇਹੋ ਜਿਹੀ ਗੱਲਾਂ ਕਿੱਥੋਂ ਆ ਜਾਂਦੀਆਂ। ਸਾਡਾ ਬਿਲਕੁਲ ਪੀਸਫੁਲੀ ਪ੍ਰੋਗਰਾਮ ਹੈ, ਨਾ ਤਾਂ ਸਾਡਾ ਸੱਤਾ ਪਰਿਵਰਤਨ ਦਾ ਕੋਈ ਪ੍ਰੋਗਰਾਮ ਹੈ, ਨਾ ਸਾਡਾ ਰਾਜਨੀਤਿਕ ਪਾਰਟੀ ਪੈਦਾ ਕਰਨ ਦਾ ਕੋਈ ਪ੍ਰੋਗਰਾਮ ਹੈ, ਨਾ ਸਾਡਾ ਕਿਸੇ ਤਰ੍ਹਾਂ ਦਾ ਕੋਈ ਵਾਇਲੈਂਸ ਕਰਨ ਦਾ ਪ੍ਰੋਗਰਾਮ ਹੈ। ਪੀਸਫੁਲੀ ਪ੍ਰੋਟੈਸਟ ਕਰਨਾ, ਔਰ ਅਸੀਂ ਇਹ ਚਾਹੁੰਦੇ ਹਾਂ ਕਿ ਉਸ ਦਿਨ ਸਾਡੇ ਦੇਸ਼ ਨੂੰ ਸੰਵਿਧਾਨ ਮਿਲਿਆ ਹੈ, ਉਹ ਸਾਡਾ ਗਣਤੰਤਰ ਦਿਵਸ ਹੈ, ਉਹ ਨਾ ਕਿ ਇਕੱਲੀ ਸਰਕਾਰ ਵਾਸਤੇ ਹੈ, ਉਹ ਸਾਡੇ ਪੂਰੇ ਦੇਸ਼ ਦੇ ਲੋਕਾਂ ਵਾਸਤੇ, ਦੇਸ਼ ਵਾਸਤੇ ਗਣਤੰਤਰ ਦਿਵਸ ਹੈ। ਇਹ ਆਜ਼ਾਦੀ, ਇਹ ਸੰਵਿਧਾਨ ਸਾਨੂੰ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ। ਬਿਲਕੁਲ। ਔਰ ਉਹਨਾਂ ਟਾਈਮ ਦੇ ਵਿੱਚ ਕਿਉਂ ਕੀ ਕਾਰਨ ਹੈ ਕਿ ਸਾਡੇ ਕਿਸਾਨ ਨੂੰ ਕਿਉਂ ਨਹੀਂ ਉਹ ਗਣਤੰਤਰ ਦਿਵਸ ਮਨਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ। ਦੂਸਰੀ ਜਿਹੜੀ ਗੱਲ ਹੈ ਕਿ ਅਸੀਂ ਰਾਈਟ ਰੱਖਦੇ ਹਾਂ ਕਿ ਅਸੀਂ ਵੀ ਗਣਤੰਤਰ ਦਿਵਸ ਮਨਾਈਏ, ਔਰ ਨਾ ਕਿ ਕਿਸੇ ਤਰ੍ਹਾਂ ਦੀ ਅਸੀਂ ਹੋ ਹੱਲਾ ਕਰਨਾ ਹੈ, ਕੁਛ ਨਹੀਂ ਹੈ, ਪੀਸਫੁਲੀ ਇਹ ਪ੍ਰੋਟੈਸਟ ਕਰਨਾ ਹੈ। ਮੈਸੇਜ ਅਸੀਂ ਕੀ ਦੇਣਾ ਚਾਹੁੰਦੇ ਹਾਂ? ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਹਾਂ ਕਿ ਅੱਜ ਉਹ ਦਿਨ ਹੈ ਜਦੋਂ ਦੇਸ਼ ਦੀ ਕੌਮ ਨੂੰ, ਇੱਥੋਂ ਦੇ ਲੋਕਾਂ ਨੂੰ ਸੰਵਿਧਾਨ ਮਿਲਿਆ। ਬਿਲਕੁਲ। ਔਰ ਅੱਜ ਇੱਕ ਪਾਸੇ ਤਾਂ ਉਹ ਲੋਕ ਸੰਵਿਧਾਨ ਦੇ ਸੰਬੰਧ ਦੇ ਵਿੱਚ ਬੋਲਣਗੇ ਔਰ ਸੰਵਿਧਾਨ ਦੀ ਗੱਲ ਕਰਨਗੇ ਜਿਹੜੇ ਲਗਾਤਾਰ ਸੰਵਿਧਾਨ ਦੀ ਵਾਇਲੈਂਸ ਕਰਦੇ ਆ ਰਹੇ ਨੇ, ਜਿਨ੍ਹਾਂ ਨੇ ਲਗਾਤਾਰ ਬਾਰ-ਬਾਰ ਸੰਵਿਧਾਨ ਨੂੰ ਤੋੜਿਆ। ਔਰ ਇੱਕ ਪਾਸੇ ਆਹ ਕਿਸਾਨ ਬੈਠੇ ਨੇ ਜਿਹੜੇ ਸੰਵਿਧਾਨ ਦੀ ਰਾਖੀ ਦੀ ਮੰਗ ਕਰਦੇ ਨੇ ਕਿ ਸੰਵਿਧਾਨ ਨੂੰ ਨਾ ਤੋੜਿਆ ਜਾਏ, ਕਿਉਂਕਿ ਜਿਹੜੇ ਆਹ ਕਾਲੇ ਕਾਨੂੰਨ ਬਣੇ ਨੇ, ਜਿਹੜੇ ਕਾਨੂੰਨ ਬਣਾਏ ਗਏ ਨੇ, ਇਹ ਸਾਡੇ ਸੰਵਿਧਾਨ ਦੇ ਉਲਟ ਜਾ ਕੇ ਬਣਾਏ ਗਏ ਨੇ। ਸੰਵਿਧਾਨ ਇਹ ਕਹਿੰਦਾ ਹੈ ਕਿ ਐਗਰੀਕਲਚਰ ਆ ਜਿਹੜੀ ਇਹ ਸਟੇਟ ਸਬਜੈਕਟ ਹੈ, ਇਹਦੇ ਉੱਤੇ ਅਗਰ ਕਾਨੂੰਨ ਬਣਾਉਣੇ ਨੇ, ਜਿਹੜਾ ਫੂਡ ਗ੍ਰੇਨ ਹੈ, ਫੂਡ ਗ੍ਰੇਨ ਦੇ ਉੱਤੇ ਅਗਰ ਕਾਨੂੰਨ ਬਣਾਉਣਾ ਹੈ ਤਾਂ ਸਟੇਟ ਗਵਰਨਮੈਂਟ ਨੇ ਬਣਾਉਣਾ ਹੈ। ਸਟਾਫ ਫੂਡ ਦੇ ਉੱਤੇ ਅਗਰ ਕਾਨੂੰਨ ਬਣਾਉਣਾ ਹੈ ਤਾਂ ਸੈਂਟਰ ਗਵਰਨਮੈਂਟ ਨੇ ਬਣਾਉਣਾ ਹੈ। ਕਿਸਾਨ ਪੈਦਾ ਕਰਦਾ ਫੂਡ ਗ੍ਰੇਨ, ਨਾ ਕਿ ਸਟਾਫ ਫੂਡ। ਇਹ ਗੱਲ ਨੂੰ ਅਸੀਂ ਮਤਲਬ ਉਸ ਦਿਨ ਸਾਰੇ ਵਰਲਡ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਜਾਣ ਦੀ ਇੱਕ ਸਾਡੀ ਅਪੇक्षा ਹੈ, ਸਾਡੀ ਭਾਵਨਾ ਹੈ, ਸਾਡੀ ਇੱਛਾ ਹੈ, ਤਾਂ ਕਿ ਮਤਲਬ ਲੋਕਾਂ ਦੀ ਇਹ ਗੱਲ ਜਿਹੜੀ ਹੈ ਉਹ ਜਾਵੇ ਔਰ ਅਸੀਂ ਕਿਸਾਨ ਦੀ ਹਕੀਕਤ ਕੀ ਹੈ
ਇਹਦੀ ਲਾਈਫ ਕੀ ਹੈ, ਇਹਦੀ ਜ਼ਿੰਦਗੀ ਕੀ ਹੈ, ਕਿਸ ਤਰ੍ਹਾਂ ਦਿਨ ਕੱਟੀਆਂ ਹੋ ਰਹੀਆਂ ਕਿਸਾਨ ਦੀਆਂ, ਉਹ ਅਸੀਂ ਝਾਕੀਆਂ ਬਣਾ ਕੇ ਉਹ ਪੂਰੇ ਵਰਲਡ ਦੇ ਸਾਹਮਣੇ ਰੱਖਣੀ ਚਾਹੁੰਦੇ ਆ। ਔਰ ਮੇਰਾ ਖਿਆਲ ਹੈ ਸਰਕਾਰ ਨੂੰ ਹੋ ਸਕਦਾ ਇਸੇ ਗੱਲ ਤੋਂ ਘਬਰਾਹਟ ਹੋਵੇ, ਜਿਹੜਾ ਕਿਸਾਨ ਇਹ ਉੱਥੇ ਪੈਦਾ ਕਰਦੇ ਨੇ ਨੱਚਦਾ ਤੇ ਟੱਪਦਾ ਕਿਸਾਨ, ਉਹ ਅਸੀਂ ਉਹਦੇ ਖਿਲਾਫ ਉਹ ਕਿਸਾਨ ਪੈਦਾ ਕਰਨਾ ਵਿਖਾਉਣਾ ਚਾਹੁੰਦੇ ਆ ਝਲਕੀਆਂ ਦੇ ਵਿੱਚ, ਜਿਹੜਾ ਰੱਸੇ ਫਾਂਸੀਆਂ ਦੇ ਰੱਸੇ ਚੁੰਮ ਰਿਹਾ ਹੈ, ਜਿਹੜਾ ਫਾਹੇ ਲੈ ਰਿਹਾ ਹੈ, ਜਿਹੜਾ ਫਾਸਾ ਖਾ ਰਿਹਾ ਹੈ, ਜਿਨ੍ਹਾਂ ਦੇ ਬੱਚੇ ਰੁਲ ਰਹੇ ਨੇ, ਜਿਨ੍ਹਾਂ ਦੀਆਂ ਧੀਆਂ ਆਰਥਿਕ ਮੰਦਹਾਲੀ ਕਰਕੇ ਉਮਰੋਂ ਲੰਘ ਜਾਂਦੀਆਂ ਨੇ ਤੇ ਉਹਨਾਂ ਦੀਆਂ ਸ਼ਾਦੀਆਂ ਨਹੀਂ ਕਰ ਪਾਉਂਦੇ। ਇਹ ਅਸੀਂ ਉਹ ਝਲਕੀਆਂ ਮਤਲਬ ਪੇਸ਼ ਕਰਨੀਆਂ ਚਾਹੁੰਦੇ ਆ। ਔਰ ਜਿਹੜੀਆਂ ਸਰਕਾਰ ਝਲਕੀਆਂ ਪੇਸ਼ ਕਰਦੀ ਹੈ ਉਹ ਇੱਕ ਭੰਗੜੇ ਪਾਉਂਦਾ ਕਿਸਾਨ ਦੀ ਝਲਕੀ ਪੇਸ਼ ਕਰਦੀ ਹੈ, ਕਿਸੇ ਬਹੁਤ ਅਮੀਰ ਕਿਸਾਨ ਨੂੰ ਸ਼ੋਅ ਕਰਨ ਦੀ ਝਲਕੀ ਪੇਸ਼ ਕਰਦੀ ਹੈ। ਤੋਂ ਅਸੀਂ ਉਹਦੇ ਪੈਰਲਲ ਇਹ ਝਲਕੀਆਂ ਪੇਸ਼ ਕਰਕੇ ਵਿਖਾਉਣਾ ਚਾਹੁੰਦੇ ਆ ਕਿ ਕਿਸਾਨ ਦੀ ਹਾਲਤ ਆ ਹੈ, ਨਾ ਕਿ ਹਾਂ ਜਿਹੜੀ ਉੱਥੇ ਵਿਖਾਈ ਜਾ ਰਹੀ ਹੈ। ਸਾਡਾ ਮੰਤਵ ਹੈ ਜੋ ਅਸੀਂ ਇਹਦੇ ਵਿੱਚ ਮਤਲਬ 26 ਜਨਵਰੀ 'ਚ ਕਰਨਾ ਹੈ। ਔਰ ਉਹਦੇ ਤੇ ਸਾਡੀ ਅੱਜ ਦੀ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਤੈਅ ਹੋ ਚੁੱਕਿਆ ਹੈ ਕਿ ਅਸੀਂ ਜਿਹੜੀ ਦਿੱਲੀ ਦੇ ਵਿੱਚ ਸੜਕ ਜਾ ਰਹੀ ਹੈ ਜਿਹਨੂੰ ਆਊਟਰ ਰਿੰਗ ਰੋਡ ਕਹਿੰਦੇ ਨੇ, ਹਾਂਜੀ, ਉਸ ਰਿੰਗ ਰੋਡ ਦੇ ਉੱਤੇ ਅਸੀਂ ਜਾਣਾ ਹੈ। ਔਰ ਉਹਦੇ ਤੇ ਜਾ ਕੇ ਅਸੀਂ ਅੱਗੇ ਜਿਹੜਾ ਹੈਗਾ ਜਿੱਥੇ ਗਾਂਧੀ ਜੀ ਹੋਰਾਂ ਦੀ ਮਤਲਬ ਸਮਾਧੀ ਬਣੀ ਹੋਈ ਹੈ, ਉਸ ਥਾਂ ਤੱਕ ਮਤਲਬ ਅਸੀਂ ਇਹ ਲੋਕਾਂ ਦੇ ਇਕੱਠ ਤੇ ਮੁਨਸਰ ਕਰੇਗਾ ਕਿ ਕਿੰਨੇ ਕੁ ਟਰੈਕਟਰ ਨੇ, ਕਿੰਨੀ ਕੁ ਗਿਣਤੀ ਦੇ ਵਿੱਚ ਆਉਂਦੇ ਨੇ, ਕਿੰਨੇ ਲੰਮਾ ਸਾਡਾ ਇਹ ਰੂਟ ਚੱਲਣਾ ਹੈ। ਉਸ ਹਿਸਾਬ ਦੇ ਨਾਲ ਅਸੀਂ ਇਹਨੂੰ ਵਧਾਵਾਂ ਘਟਾਵਾਂਗੇ। ਔਰ ਇਹ ਪੂਰੇ ਮਤਲਬ ਸਾਰੇ ਦੇ ਸਾਰਾ ਇਹਦੇ ਤੇ ਸਾਡਾ ਮਤਲਬ ਮਾਰਚ ਕਰਨ ਦਾ ਸਾਡਾ ਪ੍ਰੋਗਰਾਮ ਹੈ। ਇਹਦੇ ਤੇ ਸਾਡਾ ਝੰਡਾ ਲਹਿਰਾਉਣ ਦਾ ਮਤਲਬ ਹੈ। ਇਹਦੇ ਤੇ ਹੀ ਸਾਡਾ ਲੋਕਾਂ ਨੂੰ ਝਲਕੀਆਂ ਵਿਖਾਉਣ ਦਾ ਮਤਲਬ ਹੈ ਕਿ ਕਿਸਾਨ ਹਕੀਕਤ ਦੇ ਵਿੱਚ ਕਿਸਾਨ ਕੀ ਹੈ ਤੇ ਪੇਸ਼ ਕੀ ਕੀਤਾ ਜਾ ਰਿਹਾ ਹੈ। ਅਸਲ ਸਾਡਾ ਮੰਤਵ ਇਹ ਹੈ, ਇਹ ਅਸੀਂ ਤੈਅ ਕੀਤਾ ਹੈ। ਹਾਂਜੀ ਭਾਜੀ, ਇਹਦੇ ਨਾਲ ਹੀ ਇੱਕ ਮੈਂ ਹੋਰ ਸਵਾਲ ਤੁਹਾਨੂੰ ਪੁੱਛੂੰਗਾ, ਕਿਉਂਕਿ ਅਕਸਰ ਜਿਹੜੇ ਆ ਲੋਕਾਂ ਦੇ ਵਿੱਚ ਫੈਲਾਇਆ ਜਾਂਦਾ ਵੀ ਦੇਖੋ ਜੀ ਇਹ ਜਿਹੜੀ ਕਿਸਾਨਾਂ ਦੀ ਸਟੇਜ ਆ ਜੀ, ਇਹ ਜੀ ਫਲਾਣੇ ਨੇ ਕੈਪਚਰ ਕਰ ਲਈ ਆ ਜੀ, ਇੱਥੇ ਕੋਈ ਸਿੱਖੀ ਦੀ ਗੱਲ ਨਹੀਂ ਹੋਣ ਦਿੰਦੇ ਜੀ, ਇੱਥੇ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਜਿਹੜੇ ਆ ਲੋਕ ਕਰਦੇ ਆ। ਤੁਸੀਂ ਮਾੜਾ ਜਿਹਾ ਆਪਣਾ ਸਕੈਜੂਲ ਦੱਸ ਦੋਗੇ ਵੀ ਜਿਹੜੀ ਮੈਂ ਤੁਹਾਨੂੰ ਬਲਬੀਰ ਸਿੰਘ ਰਾਜੇਵਾਲ ਨੂੰ ਜਾਂ ਤੁਹਾਡੇ ਸਾਰੇ ਲੀਡਰਾਂ ਨੂੰ ਉਸੇ ਇੱਕੋ ਸਟੇਜ ਤੋਂ ਸੁਣਿਆ ਆ, ਤੁਸੀਂ ਉਸ ਸਟੇਜ ਦੇ ਬਾਰੇ ਦੱਸੋਗੇ ਵੀ ਤੁਹਾਡਾ ਪ੍ਰੋਗਰਾਮ ਕਿੱਦਾਂ ਉੱਥੋਂ ਸ਼ੁਰੂ ਹੁੰਦਾ, ਕਿੰਨੇ ਵਜੇ ਤੱਕ, ਕਿੰਨੇ ਵਜੇ ਤੱਕ ਤੁਹਾਡਾ ਚੱਲਦਾ ਆ, ਇਹ ਵੀ ਜ਼ਰੂਰ ਦਰਸ਼ਕਾਂ ਨੂੰ ਦੱਸਿਆ ਜਾਵੇ। ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਪਤਾ ਨਹੀਂ ਕਿਉਂ ਇਹ ਜਿਹਾ ਪ੍ਰਚਾਰ ਕਿੱਥੋਂ ਚੱਲ ਰਿਹਾ ਹੈ, ਕਿਉਂ ਕਰ ਦਿੰਦਾ ਹੈ। ਸਾਡੀ ਜਿਹੜੀ ਸਿੰਘੂ ਬਾਰਡਰ ਤੇ ਜਿਹੜੀ ਸਟੇਜ ਚੱਲਦੀ ਹੈ, ਹਾਂਜੀ, ਇਸ ਸਟੇਜ ਦੇ ਉੱਤੇ ਮੇਰਾ ਖਿਆਲ ਹੈ ਅੱਜ ਤੱਕ ਜਿੰਨੇ ਦਿਨ ਲੰਘੇ ਨੇ, ਪਿੱਛੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੇ ਦਿਨ ਲੰਘੇ ਨੇ, ਸਟੇਜ 2 ਦਿਨ ਸਾਹਿਬਜ਼ਾਦਿਆਂ ਨੂੰ ਸਮਰਪਿਤ ਰਹੀ ਹੈ। ਸਿੱਖ ਵਿਦਵਾਨ ਬੋਲੇ ਨੇ, ਸਿੱਖ ਆਪਣਿਆਂ ਨੇ ਪ੍ਰਚਾਰਕ ਢਾਡੀਆਂ ਨੇ ਉੱਥੇ ਵਾਰਾਂ ਗਾਈਆਂ, ਉਹ ਪ੍ਰੋਗਰਾਮ ਦਿੱਤੇ ਗਏ ਨੇ। ਔਰ ਡੇਲੀ ਉਸ ਸਟੇਜ ਤੋਂ ਨਿਤਨੇਮ ਹੁੰਦਾ ਹੈ ਜੀ। ਜਿਹੜੀ ਸਟੇਜ ਤੋਂ ਡੇਲੀ ਨਿਤਨੇਮ ਹੁੰਦਾ ਹੈ ਉਹਨੂੰ ਮੈਨੂੰ ਨਹੀਂ ਲੱਗਦਾਗਾ ਵੀ ਉਹ ਕਿਹਾ ਜਾਵੇ ਵੀ ਇੱਥੇ ਸਿੱਖਾਂ ਨੂੰ ਕੋਈ ਮਤਲਬ ਜਗ੍ਹਾ ਨਹੀਂ ਮਿਲ ਰਹੀ। ਇਹ ਜ਼ਰੂਰ ਹੈ ਗੱਲ ਕਿ ਅਸੀਂ ਦੇਸ਼ ਲੈਵਲ ਦੀ ਲੜਾਈ ਲੜ ਰਹੇ ਹਾਂ। ਬਿਲਕੁਲ, ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਨੇ, ਇਹਦੇ ਵਿੱਚ ਮੁਸਲਮਾਨ ਵੀ ਸਾਡਾ ਭਾਈਚਾਰਾ ਸਾਡੇ ਨਾਲ ਹੈ, ਇਹਦੇ ਵਿੱਚ ਹਿੰਦੂ ਭਾਈਚਾਰਾ ਵੀ ਸਾਡੇ ਨਾਲ ਹੈ। ਅਸੀਂ ਸਾਰੇ ਮਿਲ ਕੇ ਇਸ ਅੰਦੋਲਨ ਨੂੰ ਲੜ ਰਹੇ ਹਾਂ ਔਰ ਸਾਰਿਆਂ ਦੇ ਹੀ ਧਾਰਮਿਕ ਭਾਵਨਾਵਾਂ ਹੈ। ਹਾਂਜੀ, ਬਿਲਕੁਲ ਇਹ ਕਦੇ ਕਿਸੇ ਬੰਨਿਓ ਵੀ ਕੋਈ ਨਹੀਂ ਹੋਇਆਗਾ ਕਿ ਅਸੀਂ ਹਿੰਦੂ ਸਿੱਖ ਦੀ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੇ। ਇਹ ਕਿਸੇ ਬੰਨਿਓ ਟਿਕਰੀ ਬਾਰਡਰ ਦੇ ਉੱਤੇ 2 ਵਾਰੀ ਹਿੰਦੂ ਵੀਰਾਂ ਨੇ ਉੱਥੇ ਹਵਨ ਕਰਵਾਇਆ ਹੈ। ਇਧਰਲੇ ਪਾਸੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਕਿ ਹੋਇਆਗਾ ਹੁਣ ਆਉਣ ਵਾਲੀ 20 ਤਰੀਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਉਤਸਵ ਹੈ, ਉਹ ਮਨਾਇਆ ਜਾਣਾ ਹੈ। ਤਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਆਇਆ ਸੀ, ਉਹ ਇੱਥੇ ਮਨਾਇਆ ਗਿਆ। ਤੋ ਸਾਰੇ ਹੀ ਉਹ ਮਤਲਬ ਦਿਨ ਜਿਹੜੇ ਆ ਰਹੇ ਨੇ ਉਹਨਾਂ ਨੂੰ ਮਤਲਬ ਪੂਰਾ ਜਿਸ ਤਰੀਕੇ ਦਾ ਦਿਨ ਹੁੰਦਾ ਉਸ ਨੂੰ ਉਸੇ ਤਰੀਕੇ ਨਾਲ ਉਸੇ ਰੰਗ ਦੇ ਵਿੱਚ ਮਨਾਇਆ ਜਾ ਰਿਹਾ ਹੈ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਇੱਕ ਬਹੁਤ ਵੱਡੀ ਜਿਹੜੀ ਮਤਲਬ ਮੈਨੂੰ ਵਧੀਆ ਗੱਲ ਲੱਗੀ ਹੈ ਕਿ ਅੱਜ ਜਿਹੜਾ ਇੱਕ ਪਾੜਾ ਪਾਇਆ ਜਾ ਰਿਹਾ ਸੀਗਾ ਕਿ ਹਿੰਦੂ ਸਿੱਖ ਮੁਸਲਮਾਨ ਦੀ ਲੜਾਈ ਕਰਵਾਈ ਜਾ ਰਹੀ ਸੀ ਨਾ ਬੜਾ ਜ਼ੋਰ ਦੇ ਕੇ, ਹਾਂਜੀ, ਉਹ ਅੱਜ ਇਸ ਅੰਦੋਲਨ ਨੇ ਮੁੜ ਦੁਬਾਰਾ ਮਤਲਬ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਕਰਕੇ ਵਿਖਾਤੇ। ਪਿਛਲੇ ਦਿਨਾਂ ਦੇ ਵਿੱਚ
ਹਰਿਆਣੇ ਦੇ ਵਿੱਚ ਇੱਕ ਤਰ੍ਹਾਂ ਦਾ ਨਵਾਂ ਪ੍ਰਚਾਰ, ਨਵਾਂ ਮਤਲਬ ਰੌਲਾ ਰੱਪਾ ਪਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਕਿ ਜੀ SYL ਦਾ ਮੁੱਦਾ ਉਠਾਓ, ਜਾਣ ਕੇ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਔਰ ਉਹ ਮੇਰਾ ਖਿਆਲ ਉਸ ਮੁੱਦੇ ਨੂੰ ਹਰਿਆਣੇ ਦੇ ਹੀ ਕਿਸਾਨਾਂ ਨੇ, BJP ਦੀ ਲੀਡਰਸ਼ਿਪ ਹੈ ਜਿਹੜੀ, ਉਹ ਧਰਨਾ ਦੇਣ ਦਾ ਯਤਨ ਕਰਦੀ ਹੈ ਵੀ ਸਾਨੂੰ SYL ਦਾ ਪਾਣੀ ਦਿਓ। ਲੇਕਿਨ ਹਰਿਆਣੇ ਦੇ ਕਿਸਾਨਾਂ ਨੇ ਤਕੜਿਆ ਹੋ ਕੇ ਉਹਨੂੰ ਆਪ ਮੂਹਰੇ ਲੱਗ ਕੇ ਉਹਨਾਂ ਦੇ ਧਰਨੇ ਨੂੰ ਜਾ ਕੇ ਚੁਕਵਾਇਆ ਔਰ ਉਹਨਾਂ ਨੂੰ ਮਤਲਬ ਉੱਥੋਂ ਖਦੇੜਿਆ ਕਿ ਇਹ ਤੁਸੀਂ ਸਾਡਾ ਮਤਲਬ ਅੰਦੋਲਨ ਨੂੰ ਖਰਾਬ ਕਰਨ, ਬਦਨਾਮ ਕਰਨ ਦਾ ਯਤਨ ਕਰ ਰਹੇ ਹੋ, ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹ ਹਰਿਆਣੇ ਦੇ ਕਿਸਾਨ ਵੀਰਾਂ ਦੀ ਮਤਲਬ ਬਹੁਤ ਵੱਡੀ, ਮੈਂ ਕਹਿੰਦਾ ਹਰਿਆਣੇ ਦੇ ਪੰਜਾਬ ਦਾ ਜਿਹੜਾ ਡਿਸਪਿਊਟ ਖੜਾ ਕੀਤਾ ਸੀ ਪੋਲੀਟੀਕਲ ਲੋਕਾਂ ਨੇ, ਉਹ ਵੀ ਅੱਜ ਮਤਲਬ ਹਰਿਆਣਾ ਤੇ ਪੰਜਾਬ ਮੁੜ ਦੁਬਾਰਾ ਭਾਈ ਬਣ ਕੇ ਮਤਲਬ ਖੜੇ ਨਜ਼ਰ ਆ ਰਹੇ ਨੇ। ਔਰ ਹਿੰਦੂ, ਮੁਸਲਮਾਨ, ਸਿੱਖ ਸਾਰੇ ਮਤਲਬ ਮਿਲ ਕੇ ਭਾਈ ਬਣ ਕੇ ਖੜੇ ਹੋਏ ਨਜ਼ਰ ਆ ਰਹੇ ਨੇ। ਇਹਦੇ ਵਿੱਚ ਕਿਸੇ ਵੀ ਇੱਕ ਧਰਮ ਨੂੰ ਪਿੱਛੇ ਕਰਨਾ ਜਾਂ ਕਿਸੇ ਨੂੰ ਮੂਹਰੇ ਕਰਨਾ ਮੈਨੂੰ ਨਹੀਂ ਲੱਗਿਆਗਾ ਵੀ ਕਿਸੇ ਵੀ ਸਟੇਜ ਤੇ ਅਜਿਹਾ ਹੋਇਆ ਹੋਵੇ। ਇਹ ਜੀ ਕੋਈ ਗੱਲ ਨਹੀਂ ਹੈ। ਬਹੁਤ ਵਧੀਆ ਵੀਰ ਜੀ, ਉਹ ਤੁਸੀਂ ਬਹੁਤ ਡਿਟੇਲ 'ਚ ਬਹੁਤ ਸੋਹਣੇ ਤਰੀਕੇ ਨਾਲ ਸੰਗਤ ਨਾਲ ਸਾਂਝ ਪਾਈ ਆ। ਪੂਰੇ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ 3 ਚੈਨਲਾਂ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਆ। ਸੋ ਬਹੁਤ ਸਾਰੇ ਸੰਗਤ ਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਊਗੇ। ਫੇਸਬੁੱਕ ਉੱਤੇ ਬਹੁਤ ਸਾਰੇ ਵੀਰ ਜੁੜੇ ਹੋਏ ਆ, YouTube ਦੇ ਉੱਤੇ ਬਹੁਤ ਸਾਰੇ ਦੇਖਦੇ ਆ, ਫੇਸਬੁੱਕ ਉੱਤੇ ਦੇਸੀ ਚੈਨਲ ਵਾਲੇ ਵੀ ਲਾਈਵ ਚਲਾਉਂਦੇ ਆ, ਉੱਤੇ ਵੀ ਲਾਈਵ ਚੱਲ ਰਿਹਾ ਹੋਣਾ ਪ੍ਰੋਗਰਾਮ। ਸੋ ਐਂਡ 'ਚ ਤੁਸੀਂ ਸੰਗਤ ਨਾਲ ਕੁਛ ਆਪਣੇ ਵੱਲੋਂ ਸਾਂਝਾ ਕਰਨਾ ਚਾਹੋ, ਖਾਸ ਕਰਕੇ NRI ਸੰਗਤ ਵਾਸਤੇ, ਕਿਉਂਕਿ ਇੰਡੀਆ ਥੋੜ੍ਹਾ ਟਾਈਮ ਜ਼ਿਆਦਾ ਹੋ ਜਾਂਦਾ, ਪ੍ਰੋਗਰਾਮ ਅਗਲੇ ਦਿਨ ਦੇਖਦੇ ਆ ਲੋਕੀ ਬਹੁਤੇ, ਤੇ ਕੋਈ ਸੰਗਤ ਨਾਲ ਕੋਈ ਸਾਂਝਾ ਕਰਨਾ ਚਾਹੋ। ਇੱਕ ਸਵਾਲ ਮੈਂ ਜਿਹੜਾ ਜ਼ਰੂਰ ਪੁੱਛਦਾ ਹੁੰਦਾ ਹਰੇਕ ਨੂੰ, ਉਹ ਤੁਹਾਨੂੰ ਵੀ ਪੁੱਛੂੰਗਾ ਕਿ ਸਾਡੀ ਕੌਮ ਦੇ ਵਿੱਚ, ਖਾਸ ਕਰਕੇ ਸਿੱਖਾਂ ਵਿੱਚ, ਇੱਕ ਬੜੀ ਆ ਵੀ ਦਸਵੰਧ ਅਸੀਂ ਕੱਢ ਕੇ ਰੱਖ ਲੈਂਦੇ ਆ ਵੀ ਉਹ ਕਿਤੇ ਨਾ ਕਿਤੇ ਦੇਣਾ ਆ। ਸੋ ਬਹੁਤ ਸਾਰਾ ਮਿਸਯੂਜ਼ ਹੋ ਰਿਹਾ, ਉਹ ਬਹੁਤ ਸਾਰੇ ਗਰੁੱਪ ਫੇਸਬੁੱਕਾਂ 'ਤੇ ਬਣ ਗਏ ਆ। ਕੱਲ੍ਹ ਹੀ ਮੈਂ ਦੇਖਿਆ ਇੱਕ ਚੜੂਨੀ ਉਹਨਾਂ ਦੇ ਨਾਂ ਦੇ ਉੱਤੇ ਗਰੁੱਪ ਬਣਿਆ ਹੋਇਆ, ਉਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਪੈਸੇ ਮੰਗ ਰਹੇ। ਉਹਨਾਂ ਨੇ ਸਪਸ਼ਟੀਕਰਨ ਦਿੱਤਾ ਮੇਰਾ ਨਹੀਂ ਹੈ ਇਹ ਪੇਜ, ਵੀ ਐਵੇਂ ਕੋਈ ਪੈਸੇ ਮੰਗੀ ਜਾਂਦਾ। ਸੋ ਇੱਦਾਂ ਇਹ ਦੱਸੋ ਵੀ ਜੇ ਕੋਈ ਪੈਸਾ ਦੇਣਾ ਚਾਹਵੇ, ਜਿਹੜੇ ਸ਼ਹੀਦ ਹੋਏ ਆ ਜਾਂ ਕਿਸੇ ਹੋਰ ਕਾਰਜ ਵਾਸਤੇ ਪੈਸਾ ਦੇਣਾ ਚਾਹਵੇ, ਉਹ ਸਹੀ ਤਰੀਕਾ ਕਿਹੜਾ ਆ? ਤੇ ਤੁਹਾਨੂੰ ਕਿਸੇ ਪੈਸੇ ਦੀ ਲੋੜ ਆ ਸਾਰੀਆਂ ਸੰਸਥਾਵਾਂ ਨੂੰ, ਤਾਂ ਕਿ ਲੋਕੀ ਲੁੱਟੇ ਨਾ ਜਾਣ? ਬਹੁਤ ਮੈਂ ਧੰਨਵਾਦੀ ਹਾਂ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਬਾਹਰਲੇ ਕੰਟਰੀਆਂ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਸਾਡੇ ਇਸ ਅੰਦੋਲਨ ਨੂੰ ਸਮਰਥਨ ਕਰ ਰਹੇ ਨੇ। ਤੁਹਾਡਾ ਪਿਆਰ ਬਹੁਤ ਮਿਲ ਰਿਹਾ ਹੈ, ਇਹ ਬਹੁਤ ਆ ਸਾਡੇ ਵਾਸਤੇ, ਜਿਹੜੇ ਤੁਸੀਂ ਸਾਨੂੰ ਹੱਲਾਸ਼ੇਰੀ ਦੇ ਰਹੇ ਹੋ। ਮੈਂ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੰਡ ਦੀ ਮਦਦ ਦੇਣ ਦੀ ਗੱਲ ਜਿਹੜੀ ਕੀਤੀ ਹੈ, ਇਹ ਅਸੀਂ ਕੋਸ਼ਿਸ਼ ਹੈ ਸਾਡੀ ਕਿ ਉਹ ਸਿੱਧਾ ਪਰਿਵਾਰਾਂ ਤੱਕ ਪਹੁੰਚੇ। ਪਰ ਮੈਨੂੰ ਹੁਣ ਪਿਛਲੇ ਦਿਨ ਹੀ ਕੱਲ ਇੱਕ ਗੱਲ ਆਈ ਸੀ ਨਿਕਲ ਕੇ ਬਾਹਰ, ਹੋਰ ਕਿ ਵਿਦੇਸ਼ਾਂ ਤੋਂ ਜਿਹੜੇ ਵੀਰ ਸਾਡੇ ਫੰਡ ਭੇਜਦੇ ਨੇ, ਉਹਨਾਂ ਵਾਸਤੇ ਵੀ ਜਿੰਨੇ ਇੱਕ ਪਰਿਵਾਰ ਦੀ ਇਹ ਖਬਰ ਆਈ ਵੀ ਇੱਕ ਤਾਂ ਉਹਨਾਂ ਦਾ ਵਿਅਕਤੀ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ, ਉਹਨਾਂ ਨੂੰ ਫੰਡ ਭੇਜਣ ਵਾਲੇ ਵੀਰਾਂ ਨੇ ਵਿਚਾਰਿਆਂ ਨੇ ਪਤਾ ਨਹੀਂ ਕਿੱਥੋਂ ਢਿੱਡ ਪੇਟ ਬੰਨ ਕੇ ਦਿਹਾੜੀਆਂ ਮਜ਼ਦੂਰੀਆਂ ਕਰ ਕਰਕੇ 4 ਪੈਸੇ ਇਕੱਠੇ ਕੀਤੇ, ਦਸਵੰਧ ਇਕੱਠਾ ਕੀਤਾ ਹੈ, ਉਹ ਉਹਨਾਂ ਪਰਿਵਾਰਾਂ ਨੂੰ ਹਮਦਰਦੀ ਦੇ ਨਾਲ ਭੇਜ ਰਹੇ ਨੇ। ਤੇ ਸਾਡੀ ਇਹ NIA ਨੇ ਉਹਨਾਂ ਨੂੰ ਵੀ ਮਤਲਬ ਨੋਟਿਸ ਕੱਢਤਾ ਕਿ ਤੁਹਾਨੂੰ ਵਿਦੇਸ਼ਾਂ ਤੋਂ ਫੰਡ ਆ ਰਿਹਾ ਹੈ। ਤੋ ਅਸੀਂ ਤੇ ਐਂ ਲੱਗਦਾ ਵੀ ਜਿਹੜੇ ਸਾਡੇ ਵਿਚਾਰੇ ਸ਼ਹਾਦਤਾਂ ਦੇ ਵੀ ਰਹੇ ਨੇ, ਸਰਕਾਰ ਉਹਨਾਂ ਦੇ ਬੱਚਿਆਂ ਦਾ ਵੀ ਗਲ ਘੁੱਟਣਾ ਚਾਹੁੰਦੀ ਹੈ। ਸੋ ਇਹਦੇ ਬਾਰੇ ਆਪਾਂ ਮਤਲਬ ਸੋਚਾਂਗੇ, ਵਿਚਾਰਦੇ ਹਾਂ, ਅਸੀਂ ਬੈਠ ਕੇ ਮੀਟਿੰਗ ਕਰਕੇ ਫਿਰ ਆਪਾਂ ਸਾਂਝੀ ਕਰ ਲਾਂਗੇ ਗੱਲ ਕਿ ਇਹਨੂੰ ਕਿਵੇਂ ਕੀਤਾ ਜਾ ਸਕਦਾ। ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਸਾਡੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਚਿੰਤਾ ਕਰ ਰਹੇ ਹੋ, ਤਹਿ ਦਿਲੋਂ ਧੰਨਵਾਦੀ ਆ ਵੀਰੋ। ਇੱਥੇ ਫੰਡ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਹੈ, ਲੰਗਰ ਪ੍ਰਸ਼ਾਦੇ ਸਭ ਕੁਝ ਵਾਧੂ ਨੇ, ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਲੇਕਿਨ ਜੇ ਕਿਤੇ ਹੋਏਗੀ ਤਾਂ ਉਹ ਦੇਖਾਂਗੇ ਜਿਸ ਤਰ੍ਹਾਂ ਦੀ ਗੱਲ ਹੋਈ। ਲੇਕਿਨ ਮੈਨੂੰ ਐਂ ਲੱਗਦਾ ਵੀ ਹਜੇ ਤੱਕ ਸਾਰਾ ਸਿਸਟਮ ਠੀਕ ਚੱਲ ਰਿਹਾ ਹੈ। ਇਹ ਜ਼ਰੂਰ ਹੈਗਾ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਝ ਜਥੇਬੰਦੀਆਂ ਦੇ ਨਾਵਾਂ ਤੇ ਜਾਂ ਕੀ ਕਾਰਨ ਆ, ਉਹ ਹਕੀਕਤ ਕਿੰਨੀ ਹੈ ਇਹ ਪਤਾ ਨਹੀਂ। ਲੇਕਿਨ ਇਹ ਗੱਲ ਚੱਲ ਜ਼ਰੂਰ ਰਹੀ ਹੈ ਕਿ ਵੀ ਜਥੇਬੰਦੀਆਂ ਮੰਗ ਰਹੀਆਂ ਨੇ ਪੈਸੇ। ਅਸੀਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਆ। ਤੁਸੀਂ ਜਿਹੜਾ ਸਾਨੂੰ ਜਿਸ ਢੰਗ ਦੇ ਨਾਲ ਸਤਿਕਾਰ ਕਰ ਰਹੇ ਹੋ, ਜਿਸ ਢੰਗ ਦੇ ਨਾਲ ਸਾਡਾ ਪਿਆਰ ਸਾਨੂੰ ਦੇ ਰਹੇ ਹੋ, ਸਾਡੇ ਲਈ ਇਹ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਇਸ ਤੋਂ ਵੱਧ ਸਾਡੇ ਵਾਸਤੇ ਹੋਰ ਕੋਈ ਚੀਜ਼ ਹੋ ਨਹੀਂ ਸਕਦੀ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਾਡੇ ਸਾਰੇ NRIs ਵੀਰਾਂ ਦਾ, ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਵੀਰੋ, ਧੰਨਵਾਦ ਹੈ। ਇੱਕ ਬੇਨਤੀ ਸਾਡੀ ਜ਼ਰੂਰ ਤੁਸੀਂ ਪ੍ਰਵਾਨ ਕਰ ਲਿਓ ਕਿ ਜਿਹੜੇ ਵੀ ਤੁਸੀਂ ਜਿਸ ਇਸ਼ਟ ਨੂੰ ਵੀ ਮੰਨਦੇ
ਕਿਰਪਾ ਕਰੋ ਇਹ ਏਕਤਾ ਬਣੀ ਰਹੇ ਸਤਿਗੁਰੂ ਦੇ ਚਰਨਾਂ ਦੇ ਵਿੱਚ, ਆਪਣੇ ਆਪਣੇ ਗੁਰੂ ਦੇ, ਆਪਣੇ ਆਪਣੇ ਰੱਬ ਦੇ, ਆਪਣੇ ਆਪਣੇ ਇਸ਼ਟ ਦੇ ਚਰਨਾਂ 'ਚ ਇੱਕ ਅਰਦਾਸ ਕਰੋ ਕਿ ਇਹ ਏਕਤਾ ਬਣੀ ਰਹੇ, ਇਹ ਮੋਰਚਾ ਫਤਿਹ ਹੋਵੇ, ਇੱਥੇ ਕਿਸੇ ਦਾ ਵਾਲ ਵੀ ਵਿੰਗਾ ਨਾ ਹੋਵੇ। ਦੇਖੋ ਅੰਦੋਲਨ ਲੜ ਰਹੇ ਹਾਂ, ਕੋਸ਼ਿਸ਼ ਹੈ ਕਿ ਹਰ ਇੱਕ ਵਿਅਕਤੀ, ਹਰ ਇੱਕ ਬੱਚਾ ਜਿਹੜਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਇਆ ਹੈ ਉਹ ਸਹੀ ਸਲਾਮਤ ਆਪਣੀ ਮਾਂ ਦੇ ਸਾਹਮਣੇ ਜਾਵੇ, ਹੱਸਦਾ ਖੇਡਦਾ ਆਪਦੀ ਮਾਂ ਦੀ ਗੋਦ 'ਚ ਜਾਵੇ। ਅਸੀਂ ਇਹ ਅਰਦਾਸ ਕਰੀਏ ਪ੍ਰਮਾਤਮਾ ਦੇ ਚਰਨਾਂ 'ਚ, ਕਿਸੇ ਦਾ ਵਾਲ ਵੀ ਵਿੰਗਾ ਨਾ ਹੋਵੇ ਔਰ ਮੋਰਚਾ ਫਤਿਹ ਹੋਵੇ, ਸ਼ਾਂਤੀ ਬਣੀ ਰਹੇ। ਬਸ ਇਹ ਅਰਦਾਸ ਤੁਹਾਡੇ ਤੋਂ ਮੈਂ ਉਮੀਦ ਕਰਦਾ, ਸਤਿਗੁਰੂ ਦੇ ਚਰਨਾਂ 'ਚ ਸਾਰੇ ਮਿਲ ਕੇ ਆਪਾਂ ਕਰੀਏ। ਫਤਿਹ ਹੋਵੇ। ਬਹੁਤ ਬਹੁਤ ਧੰਨਵਾਦ। ਹਾਂਜੀ ਭਾਜੀ, ਇੱਕ ਮੈਂ ਆਖਰੀ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਗੱਲ ਸਾਂਝੀ ਕਰਨੀ ਚਾਹੂੰਗਾ। ਇਹ ਜਿਹੜਾ ਸਾਡਾ ਪਲੇਟਫਾਰਮ ਆ, ਇਹ ਇੰਟਰਨੈਸ਼ਨਲ ਲੈਵਲ ਤੇ 3 ਚੈਨਲਾਂ ਤੇ ਚੱਲਦਾ, ਪਲੱਸ YouTube, Facebook ਹਰ ਜਗ੍ਹਾ ਜਾਂਦਾ ਬਾਹਰ ਦੇਸ਼ਾਂ 'ਚ। ਇਹ ਤੁਹਾਡਾ ਆਪਣਾ ਕਿਸਾਨਾਂ ਦਾ, ਪੰਜਾਬੀਆਂ ਦਾ, ਸਿੱਖਾਂ ਦਾ ਤੁਹਾਡਾ ਆਪਣਾ ਚੈਨਲ ਆ। ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ। ਹਰ ਸ਼ਨੀਚਰ ਐਤਵਾਰ ਅਸੀਂ ਪ੍ਰੋਗਰਾਮ ਕਰਦੇ ਆ ਇਹ। ਤੇ ਬਹੁਤ ਬਹੁਤ ਧੰਨਵਾਦ ਕੁਲਵੰਤ ਸਿੰਘ ਸੰਧੂ ਭਾਜੀ ਹੁਣਾਂ ਦਾ, ਜਿਨ੍ਹਾਂ ਨੇ ਸਾਨੂੰ ਤੁਹਾਡੇ ਸਾਰੀਆਂ ਜਿਹੜੀਆਂ ਰੂਹਾਂ ਆ, ਪਾਕ ਪਵਿੱਤਰ ਰੂਹਾਂ ਨਾਲ ਦਰਸ਼ਨ ਕਰਾਏ ਆ, ਤੇ ਨਾਲੇ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਜਿਹੜਾ ਮੈਸੇਜ ਆ ਉਹ ਹਰ ਤਰੀਕੇ ਦਾ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਟਾਰਗੇਟ ਇਹ ਹੈ, ਜੇ 32 ਕਿਸਾਨ ਜਥੇਬੰਦੀਆਂ, ਘੱਟ ਤੋਂ ਘੱਟ ਅਸੀਂ 20 ਜਿਹੜੇ ਨੁਮਾਇੰਦੇ ਆ, 20 ਜਾਂ 25 ਨੁਮਾਇੰਦਿਆਂ ਨੂੰ ਲਿਆ ਕੇ ਲੋਕਾਂ ਦੇ ਰੂਬਰੂ ਕਰ ਸਕੀਏ ਵੀ ਕਿੱਦਾਂ ਥੱਲਿਓ ਤੋਂ ਲੈ ਕੇ ਕਿੱਦਾਂ ਸੰਘਰਸ਼ ਤੱਕ ਪਹੁੰਚੇ ਆ। ਕਿਉਂਕਿ ਆਮ ਲੋਕਾਂ ਦੇ ਵਿੱਚ ਇਹ ਹੁੰਦਾ ਜੀ, ਪਤਾ ਨਹੀਂ ਕਿਸਾਨ ਜਥੇਬੰਦੀਆਂ ਕਰੇ ਉਦੋਂ ਅੱਜ ਹੀ ਉੱਠ ਕੇ ਆ ਗਏ ਆ। ਸੋ ਤਾਂ ਸਾਡਾ ਮਕਸਦ ਰਹਿੰਦਾ ਵੀ ਤੁਹਾਡੀ ਸਾਰੀ ਜਿਹੜੀ ਆ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਲੋਕਾਂ ਨੂੰ ਦੱਸਿਆ ਜਾਵੇ ਵੀ ਕਿੱਦਾਂ ਕਿੱਦਾਂ ਉੱਭਰ ਕੇ ਆਏ ਆ। ਬਾਕੀ ਤੁਹਾਡਾ ਸਾਡੇ ਚੈਨਲ ਵੱਲੋਂ ਵੀ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਆਪਣਾ ਜਿਹੜਾ ਕੀਮਤੀ ਵਕਤ ਹੈ, ਟਾਈਮ ਸਾਨੂੰ ਦਿੱਤਾ। ਸੋ ਇਸੇ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਫਤਿਹ ਗਜਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ, ਇਹ ਸੀਗੇ ਜੀ ਸਾਡੇ ਵੀਰ ਜਗਜੀਤ ਸਿੰਘ ਡੱਲੇਵਾਲ ਹੁਣੀ, ਜਿਹੜੇ ਸਿੱਧੂਪੁਰ ਕਿਸਾਨ ਯੂਨੀਅਨ ਦੇ ਨੇਤਾ ਆ। ਤੇ ਬਹੁਤ ਦੇਰ ਤੋਂ ਮੈਨੂੰ ਬਹੁਤ ਵੀਰਾਂ ਦੇ ਫੋਨ ਵੀ ਆਏ ਸੀ ਵੀ ਡੱਲੇਵਾਲ ਉਹਨਾਂ ਨੂੰ ਜ਼ਰੂਰ ਲੈ ਕੇ ਆਓ। ਬਾਰ-ਬਾਰ ਲੋਕੀ ਫੋਨ ਕਰਦੇ ਰਹਿੰਦੇ, ਕਿਉਂਕਿ ਮੇਰਾ ਨੰਬਰ ਉੱਤੇ WhatsApp ਤੇ ਹੈਗਾ ਆ, ਉੱਤੇ ਬਹੁਤ ਮੈਸੇਜ ਹੁੰਦੇ। ਹੁਣ ਸਾਰਿਆਂ ਨੂੰ ਨਹੀਂ ਲਿਆ ਸਕਦੇ ਵੀਰੋ, ਬਹੁਤ ਸਾਰਿਆਂ ਦੀ ਇਹ ਡਿਮਾਂਡ ਆ ਕਿ ਪੰਜਾਬ ਤੋਂ ਬਾਹਰ ਦੇ ਲੀਡਰ ਵੀ ਲਿਆਂਦੇ ਜਾਣ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਤੋਂ ਬਾਹਰ ਦੇ ਲੀਡਰ ਵੀ, ਰਕੇਸ਼ ਟਕੈਤ ਹੋ ਗਏ ਜਾਂ ਕੋਈ ਹੋਰ ਲੀਡਰ ਹੋ ਗਿਆ, ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ। ਕੋਸ਼ਿਸ਼ ਕਰ ਰਹੇ ਹਾਂ ਅਗਲੇ ਹਫ਼ਤੇ ਬਲਦੇਵ ਸਿੰਘ ਸਿਰਸੇ ਉਹਨਾਂ ਨੂੰ ਲੈ ਕੇ ਆਈਏ। ਸੋ ਇੱਕ ਗੱਲ ਹੋਰ ਜਿਹੜੀ ਕਰਨੀ ਜ਼ਰੂਰੀ ਆ ਕਿ ਆਪਾਂ ਜਿਹੜਾ ਕੱਲ੍ਹ ਪ੍ਰੋਗਰਾਮ ਕੀਤਾ ਸੀ ਕੁਲਵੰਤ ਸਿੰਘ ਹੁਣਾਂ ਨਾਲ, ਉਸ ਤੋਂ ਬਾਅਦ ਕੁਛ ਸਾਡੇ ਵੀਰਾਂ ਨੂੰ ਬਹੁਤ ਉਹ ਪ੍ਰੋਗਰਾਮ ਦੇ ਨਾਲ ਇਤਰਾਜ਼ ਹੋਇਆ ਵੀ ਦੇਖੋ ਜੀ ਇਹ ਕਾਮਰੇਡਾਂ ਨੂੰ ਲੈ ਕੇ ਆ ਰਹੇ ਆ। ਹਾਲਾਂਕਿ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਪ੍ਰੋਗਰਾਮ ਵਾਚ ਕੀਤਾ ਗਿਆ, ਦੇਖਿਆ ਗਿਆ, ਪਸੰਦ ਕੀਤਾ ਗਿਆ, ਲਾਈਕ ਕੀਤਾ ਗਿਆ, ਉਹ ਰੁਲਦੂ ਸਿੰਘ ਹੁਣਾਂ ਵਾਲਾ ਪ੍ਰੋਗਰਾਮ ਸੀਗਾ। ਰੁਲਦੂ ਸਿੰਘ ਮਾਨਸਾ ਹੁਣਾਂ ਵਾਲਾ, ਜਿਹਨਾਂ ਨੇ ਛਾਤੀ ਠੋਕ ਕੇ ਕਿਹਾ ਸੀ ਕਿ ਮੈਂ ਕਾਮਰੇਡ ਆ। ਅਤੇ ਬਹੁਤ ਸਾਰੀ ਸੰਗਤ ਨੇ ਉਹ ਪ੍ਰੋਗਰਾਮ ਬਹੁਤ ਜ਼ਿਆਦਾ ਲਾਈਕ ਕੀਤਾ ਸੀਗਾ। ਸੋ ਵੀਰੋ, ਜਿਹੜੀਆਂ ਸਟੈਂਪਾਂ ਆ ਨਾ, ਥੋੜ੍ਹੇ ਚਿਰ ਲਈ ਆਪਾਂ ਉਹਨਾਂ ਨੂੰ ਜੇਬਾਂ 'ਚ ਪਾ ਲਈਏ, ਕਿਉਂਕਿ ਮੈਨੂੰ ਪਤਾ ਹੈ ਸਾਡੀ ਕੌਮ 'ਚ ਇਹ ਇੱਕ ਤਾਂ ਫੁੱਟ ਪਾਊ ਤਾਕਤਾਂ ਹੁੰਦੀਆਂ ਆ, ਕੁਛ ਪਰਸਨਲ ਏਜੰਡੇ ਹੁੰਦੇ ਆ ਲੋਕਾਂ ਦੇ, ਜਿਹੜੇ ਸਾਨੂੰ ਕਿਸੇ ਕਾਰਨ ਕਰਕੇ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ, ਅਤੇ ਉਹ ਵੀ ਫਿਰ ਐਕਟਿਵ ਹੋ ਕੇ ਅਤੇ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਦੇਖੋ ਜੀ ਇਹ ਤਾਂ ਹੈ ਹੀ ਕਾਮਰੇਡ ਲੋਕ ਆ, ਇਹ ਕਾਮਰੇਡਾਂ ਨੂੰ ਲੈ ਕੇ ਆ ਰਹੇ ਆ। ਸੋ ਇੱਦਾਂ ਦੀਆਂ ਗੱਲਾਂ ਕਰਨੀਆਂ ਇਸ ਟਾਈਮ, ਸਿਰਫ ਇਹ ਸੋਚ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ, ਕਰੋ, ਪਰ ਉਹ ਜੇ ਮੋਰਚੇ ਨੂੰ ਢਾਲ ਆ ਰਹੀਆਂ ਨਾ, ਅਤੇ ਉਹ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ। ਕਿਉਂਕਿ ਇਸ ਟਾਈਮ ਜੇ ਤੁਸੀਂ ਜੈਨੂਅਲੀ ਪੰਜਾਬ ਨੂੰ ਪਿਆਰ ਕਰਦੇ ਹੋ, ਸਿੱਖੀ ਨੂੰ ਪਿਆਰ ਕਰਦੇ ਹੋ, ਪੰਜਾਬੀਅਤ ਨਾਲ ਪਿਆਰ ਕਰਦੇ ਹੋ, ਕਿਸਾਨੀ ਨੂੰ ਪਿਆਰ ਕਰਦੇ ਹੋ, ਅਤੇ ਇਸ ਟਾਈਮ ਤੁਹਾਡਾ ਇਹ ਗੱਲਾਂ ਕਰਨੀਆਂ ਨਹੀਂ ਬਣਦਾ। ਬਾਰ-ਬਾਰ ਪ੍ਰੋਗਰਾਮਾਂ ਦੇ ਵਿੱਚ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਹਾਂ। ਮੈਨੂੰ ਕੱਲ੍ਹ ਦੇ ਮੈਸੇਜ ਆ ਰਹੇ ਆ ਵੀ ਇੱਕ ਵੀਰ ਤੁਹਾਡੇ 'ਤੇ ਪ੍ਰੋਗਰਾਮ ਹੀ ਕਰ ਰਿਹਾ ਵੀ ਤੁਸੀਂ ਕਾਮਰੇਡ ਬਣ ਗਏ ਆ। ਦੇਖੋ ਵੀਰੋ, ਸਾਨੂੰ ਕੋਈ ਉਹਨਾਂ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਪਹਿਲੀ ਵਾਰੀ ਨਹੀਂ ਸਾਨੂੰ ਕਾਮਰੇਡ ਕਿਹਾ ਗਿਆ। ਕੋਈ ਸਾਨੂੰ ਮਿਸ਼ਨਰੀ ਕਹਿੰਦਾ ਆ, ਅੱਜ ਤੱਕ ਮਿਸ਼ਨਰੀ ਕਾਲਜ ਦੀ ਸ਼ਕਲ ਨਹੀਂ ਦੇਖੀ, ਪਤਾ ਨਹੀਂ ਵੀ ਮਿਸ਼ਨਰੀ ਕੀ। ਜੇ ਤਾਂ ਗੁਰੂ ਨਾਨਕ ਦੇਵ ਮਿਸ਼ਨ ਦੀ ਗੱਲ ਕਰਨੀ ਮਿਸ਼ਨਰੀ ਆ, ਅਤੇ ਹਾਂ ਮੈਂ ਮਿਸ਼ਨਰੀ ਹਾਂ। ਅਤੇ ਜੇ ਆਹ ਜਿਹੜੇ ਪਖੰਡਾਂ ਤੋਂ ਬਾਹਰ ਨਿਕਲਣ ਵਾਲਾ ਕਾਮਰੇਡ ਆ, ਤਾਂ ਹਾਂ ਮੈਂ ਕਾਮਰੇਡ ਆ। ਅਤੇ ਜੇ ਗੁਰੂ ਨਾਨਕ ਦੀ ਸੋਚ 'ਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪੌੜ ਲੈਣ ਵਾਲੇ ਨੂੰ ਖਾਲਸਾ ਕਹਿੰਦੇ ਆ, ਤਾਂ ਮੈਂ ਖਾਲਸਾ ਆ। ਇਹ ਹੁਣ ਤੁਸੀਂ ਡਿਸਾਈਡ ਕਰਨਾ ਭਾਈ, ਜਿਹੜੇ ਮਰਜ਼ੀ ਸਟੈਂਪ ਲਾਈ ਜਾਓ। ਖੰਡੇ ਦੀ ਪੌੜ ਵੀ ਲਈ ਹੋਈ ਆ, ਗੁਰੂ ਨਾਨਕ ਦੀ ਸੋਚ 'ਤੇ ਵੀ ਚੱਲਦਾ, ਅਤੇ ਪਖੰਡਾਂ 'ਚ ਵਿਸ਼ਵਾਸ ਵੀ ਨਹੀਂ ਕਰਦਾ।
ਸੋ ਸਟੈਂਪਾਂ ਜਿਹੜੀਆਂ ਮਰਜ਼ੀ ਲਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਉੱਤੇ। ਸੋ ਉਹ ਪਤਾ ਲੱਗਾ ਕਿ ਕਬੀਰ ਨੇ ਘੰਟੇ 2 ਘੰਟੇ ਦਾ ਪ੍ਰੋਗਰਾਮ ਹੀ ਕਰਤਾ ਵੀ ਇਹ ਕਾਮਰੇਡ ਮਿਸ਼ਨਰੀ ਜਿਹੜੇ ਆ ਕਾਮਰੇਡ ਬਣ ਗਏ ਆ। ਚਲੋ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਵੀ ਆਪਣਾ ਦਾਣਾ ਪਾਣੀ ਚਲਾਉਣਾ ਆ, ਆਪਣਾ ਦਾਲ ਫੁਲਕਾ ਚਲਾਉਣਾ ਕਿਸੇ ਨਾ ਕਿਸੇ ਤਰੀਕੇ ਨਾਲ ਟੀ ਵੀ 'ਤੇ। ਉਹ ਹਰਨੇਕ ਸਿੰਘ ਬਹੁਤ ਦੇਰ ਤੋਂ ਇੱਦਾਂ ਦੇ ਪ੍ਰੋਗਰਾਮ ਚਲਾ ਕੇ ਕਾਫੀ TRP ਇਕੱਠੀ ਕਰ ਲਈ ਸੀ। ਸੋ ਕਈਆਂ ਨੂੰ TRP ਦਾ ਮਤਲਬ ਹੁੰਦਾ, ਸਾਨੂੰ ਕੋਈ TRP ਦਾ ਮਤਲਬ ਨਹੀਂ। ਅਸੀਂ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਰਹੇ ਹਾਂ, ਇਸ ਟਾਈਮ ਆਪਣੇ ਪਰਸਨਲ ਏਜੰਡੇ ਸਾਈਡ 'ਤੇ ਰੱਖ ਦਿਓ। ਜੇ ਕਿਸਾਨੀ ਖਤਮ ਹੋ ਗਈ ਤੇ ਪੰਜਾਬੀਅਤ ਦਾ ਵਜੂਦ ਪੰਜਾਬ 'ਚੋਂ ਤਾਂ ਖਤਮ ਹੋ ਜਾਊਗਾ, ਬਾਹਰਲੇ ਕੰਟਰੀਆਂ 'ਚ ਰਹਿ ਜਾਊਗਾ, ਕਿਉਂਕਿ ਅਸੀਂ ਸਾਰੇ ਖਾਸ ਕਰਕੇ ਜਿਹੜੇ ਪੰਜਾਬ ਤੋਂ ਆਏ ਹੋਏ ਆ ਉਹ ਕਿਸਾਨੀ ਕਿੱਤੇ ਨਾਲ ਹੀ ਸੰਬੰਧ ਰੱਖਦੇ ਆ। ਸ਼ਹਿਰਾਂ 'ਚੋਂ ਬਹੁਤ ਘੱਟ ਲੋਕ ਆ ਜਿਹੜੇ ਸ਼ਹਿਰੀ ਆ, ਜਿਹੜੇ ਸ਼ਹਿਰਾਂ 'ਚੋਂ ਆਏ ਹੋਣ। ਬਹੁਤੇ ਪਿੰਡਾਂ 'ਚੋਂ ਸ਼ਹਿਰਾਂ 'ਚ ਵੀ ਮੂਵ ਹੋਏ ਸੀ। ਸੋ ਸਾਡਾ ਬੇਸ ਜਿਹੜਾ ਆ ਉਹ ਕਿਸਾਨੀ ਆ। ਔਰ ਜੇ ਬੇਸ ਨਾ ਰਿਹਾ ਨਾ, ਭਾਵੇਂ ਤੁਹਾਡੀ ਉੱਥੇ ਜ਼ਮੀਨ ਹੈ ਭਾਵੇਂ ਨਹੀਂ ਹੈ, ਮੈਂ ਆਪਣੀ ਸਾਰੀ ਜ਼ਮੀਨ ਵੇਚ ਚੁੱਕਾ ਆ, ਉੱਥੇ ਪੰਜਾਬ 'ਚੋਂ ਸਾਰੀ ਵੇਚ ਚੁੱਕਾ, ਕਈ ਸਾਲ ਹੋ ਗਏ, ਕਿਉਂਕਿ ਸਾਰਾ ਕੁਛ ਇੱਥੇ ਆ। ਹੁਣ ਉੱਥੇ ਕੋਈ ਹੈ ਹੀ ਨਹੀਂ ਕੋਈ ਪਰ ਪਰਿਵਾਰ ਤਾਂ ਉੱਥੇ ਹੈ ਨਾ, ਚਾਚੇ ਤਾਂ ਇਹ ਤਾਂ ਹਾਲੇ ਵੀ ਹੈ, ਮਿੱਟੀ ਤਾਂ ਉੱਥੋਂ ਦੀ 'ਚੋਂ ਜਨਮ ਲਿਆ ਨਾ। ਸੋ ਉਹਦੇ ਨਾਲ ਮੋਹ ਖਤਮ ਨਹੀਂ ਹੋ ਸਕਦਾ। ਅਤੇ ਮੈਂ ਨਹੀਂ ਦੇਖਣਾ ਚਾਹੁੰਦਾ ਵੀ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਤੁਸੀਂ ਪਿੰਡਾਂ ਨੂੰ ਜਾਓ ਅਤੇ ਉੱਥੇ ਤੁਹਾਨੂੰ ਪਿੰਡ ਹੀ ਨਾ ਲੱਭੇ, ਉੱਥੇ ਸਿਰਫ ਵੱਡੇ ਵੱਡੇ ਕਾਰਖਾਨੇ ਅਤੇ ਕੁਛ ਹੋਰ ਲੱਗਾ ਹੋਵੇ। ਸੋ ਭਾਈ ਇਹ ਸੋਚੋ ਥੋੜ੍ਹਾ ਜਿਹਾ, ਇਸ ਟਾਈਮ ਪਰਸਨਲ ਏਜੰਡੇ ਸਾਈਡ 'ਤੇ ਰੱਖ ਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ। ਮੈਂ ਕੱਲ੍ਹ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ, ਫਿਰ ਕਹਿੰਦਾ ਪਿਛਲੀ ਵਾਰ ਵੀ ਕਿਹਾ ਸੀ ਵੀ ਜੇ ਸਾਡੇ ਕੋਲ ਗਲਤੀ ਹੋਈ ਹੈ ਭਾਈ ਸਾਨੂੰ ਮਾਫ ਕਰ ਦਿਓ, ਪਰ ਕਿਸਾਨੀ ਅੰਦੋਲਨ ਨੂੰ ਢਾਹ ਨਾ ਲਾਓ। ਹਾਂਜੀ ਜਗਮੋਹਨ ਸਿੰਘ ਜੀ। ਵਰਿੰਦਰ ਸਿੰਘ ਜੀ, ਇਸੇ ਲੜੀ ਦੇ ਵਿੱਚ ਮੈਂ ਗੱਲ ਕਰਦਾ ਵੀ ਬਾਬਾ ਨਾਨਕ ਜੀ ਸਾਡਾ ਪਹਿਲਾ ਗੁਰੂ ਪਾਤਸ਼ਾਹ ਮੱਕੇ ਜਾਂਦਾ ਆ, ਚਾਈਨਾ ਦੇ ਵਿੱਚ ਜਾਂਦਾ ਆ, ਸ਼੍ਰੀ ਲੰਕਾ ਦੇ ਵਿੱਚ ਜਾਂਦਾ ਆ, ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਦਾ ਆ। ਜੇ ਅੱਜ ਦੇ ਉਸ ਖੇਤਰ ਦੇ ਲੋਕ ਹੁੰਦੇ, ਉਹਨਾਂ ਦੇ ਵੀ ਸਟੈਂਪਾਂ ਲੱਗ ਜਾਣੀਆਂ ਸੀਗੀਆਂ ਕੋਈ ਨਾ ਕੋਈ। ਜਿਹੜੇ ਅੱਜ ਕੱਲ੍ਹ ਦੇ ਜਿਹੜੇ ਲੋਕ ਆ, ਉਹਨਾਂ ਨੇ ਸਰਬ ਸਾਂਝੀ ਵਾਲਤਾ ਦਾ, ਅਸੀਂ ਕਹਿੰਦੇ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੇ ਅਸੀਂ ਅਰਦਾਸ ਦੇ ਵਿੱਚ। ਕੀ ਸਰਬੱਤ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਕੀ ਸਾਰੇ ਧਰਮਾਂ ਦੇ ਨਹੀਂ ਆਉਂਦੇ? ਧਰਮ ਸਾਡਾ ਸਾਂਝੀ ਵਾਲਤਾ ਦਾ ਕਹਿੰਦੇ ਆ, ਮਾਡਰਨ ਧਰਮ ਕਹਿੰਦੇ ਆ। ਜੇ ਕੁਲਵੰਤ ਸਿੰਘ ਸੰਧੂ ਨਾਲ ਸਾਡਾ ਸੰਪਰਕ ਹੋਇਆ ਕਿਸੇ ਭਰਾ ਦੇ ਤੌਰ ਤੇ, ਸਾਨੂੰ ਲਿਆਂਦਾ ਗਿਆ, ਉਹਨਾਂ ਨੂੰ ਵੀ ਅਸੀਂ ਲੈ ਕੇ ਆਏ। ਉਹਨਾਂ ਨੇ ਗਾਂਹ ਤੋਂ ਗਾਂਹ ਸਾਨੂੰ ਲੀਡਰਾਂ ਦੇ ਨਾਂ ਦੱਸਿਆ। ਜਗਦੀਸ਼ ਸਿੰਘ ਡੱਲੇਵਾਲ ਵੀ ਉਹਨਾਂ ਦੇ ਥਰੂ ਸਾਡੇ ਕੋਲ ਆ ਰਿਹਾ ਆ। ਜਗਦੀਸ਼ ਸਿੰਘ ਡੱਲੇਵਾਲ ਕਾਮਰੇਡ ਨਹੀਂ ਆ, ਕਮਿਊਨਿਸਟ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ। ਸਾਡੇ ਕੋਲ ਬਲਵੀਰ ਸਿੰਘ ਰਾਜੇਵਾਲ ਆਏ ਆ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਆ, ਉਹ ਕਮਿਊਨਿਸਟ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ। ਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਵੀ ਕਾਮਰੇਡ ਹੋਣਾ ਕੋਈ ਮਾੜੀ ਗੱਲ ਨਹੀਂ ਆ। ਸੰਵਿਧਾਨ ਦੇ ਵਿੱਚ ਜਿੰਨੇ ਵੀ ਪਾਰਟੀਆਂ ਆ, ਕਾਂਗਰਸ ਆ, ਚਾਹੇ ਆਪ ਆ, ਚਾਹੇ CPI ਆ, CPM ਆ, ਚਾਹੇ ਅਕਾਲੀ ਆ, ਸਾਰੀ ਕੋਈ ਵੀ ਪਾਰਟੀ ਤੁਸੀਂ ਜੁਆਇਨ ਕਰ ਸਕਦੇ ਆ। ਪਰ ਗੱਲ ਤਾਂ ਇੱਥੇ ਆ ਕੇ ਆਉਂਦੀ ਵੀ ਅੱਜ ਦਾ ਏਜੰਡਾ ਕੀ ਆ, ਅੱਜ ਕਿਹੜਾ ਬੰਦਾ ਕਿੱਥੇ ਖੜਾ, ਕੀ ਕਰ ਰਿਹਾ, ਕੀ ਉਹ ਪੰਜਾਬ ਦੇ ਹਿੱਤ ਲਈ, ਕਿਸਾਨਾਂ ਦੇ ਹਿੱਤਾਂ ਲਈ ਲੜ ਰਿਹਾ, ਜਾਂ ਉਹ ਵਿਰੋਧ ਚ ਲੜ ਰਿਹਾ। ਜਿਹੜੇ ਦਾ ਵਿਰੋਧ ਚ ਗੱਲ ਕਰ ਰਿਹਾ ਫਿਰ ਤਾਂ ਉਹ ਕਿਸਾਨ ਵਿਰੋਧੀ ਲੋਕ ਹੀ ਆ। ਸੋ ਆਪਾਂ ਨੂੰ ਕਿਸੇ ਤੋਂ ਮਾਫੀ ਮੰਗਣ ਦੀ ਵੀ ਨਹੀਂ ਲੋੜ। ਆਪਾਂ ਕਿਉਂਕਿ ਬਾਬੇ ਨਾਨਕ ਦੇ ਸਿਧਾਂਤ ਤੇ ਚੱਲੇ ਆ, ਔਰ ਚੱਲਣਾ ਔਰ ਚੱਲਦੇ ਰਹਾਂਗੇ। ਸਾਨੂੰ ਕੋਈ ਡੱਕ ਨਹੀਂ ਸਕਦਾ ਮਾਈ ਦਾ ਲਾਲ, ਕਿਉਂਕਿ ਸਾਡੇ ਤੇ ਥਾਪੜਾ 10ਵੇਂ ਪਾਤਸ਼ਾਹ ਦਾ, ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਲੈ ਕੇ ਚੱਲੇ ਆ। ਸਾਨੂੰ ਕਿਸੇ ਦੁੱਖੀ ਤਿੱਖੀ ਦੀ ਪਰਵਾਹ ਕਰਨ ਦੀ ਲੋੜ ਨਹੀਂ ਆ। ਸਾਡਾ ਗੁਰੂ ਸਾਡੇ ਨਾਲ ਆ। ਹਾਂਜੀ ਭਾਈ। ਹਾਂਜੀ, ਆਪਣੇ ਨਾਲ WhatsApp ਤੇ ਕਾਲ ਆ। ਹਾਂਜੀ, ਤੁਸੀਂ ਆਉਣੇ ਰੋ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਇਹ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਹੋ, ਜਿਹੜਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੁਸੀਂ ਇੰਟਰੋਡਿਊਸ ਕਰ ਰਹੇ ਹੋ। ਅਗਰ ਉਹ ਵੀ ਮੌਜੂਦ ਹੁੰਦੇ, ਮੇਰੀ ਇੱਕ ਸੁਜੈਸ਼ਨ ਸੀ ਉਹਨਾਂ ਨੂੰ, ਜਿਹੜੀ ਉਹਨਾਂ ਨੇ ਰਿਪਬਲਿਕ ਡੇ ਤੇ ਪਰੇਡ ਕਰਨੀ ਹੈ, ਅਗਰ ਹੋ ਸਕੇ ਤੁਸੀਂ ਮੈਸੇਜ ਜ਼ਰੂਰ ਪਹੁੰਚਾਓ। ਜ਼ਰੂਰ ਜੀ। ਕਿ ਜਿਹੜੀ ਕਿਉਂਕਿ ਕਹਿ ਰਹੇ ਨੇ ਕਿ ਇਹਨਾਂ ਨੇ ਨਾ ਝਾਂਕੀਆਂ ਵੀ ਰੱਖਣੀਆਂ ਨੇ, ਜਿਹਦੇ ਚ ਉਹਨਾਂ ਨੇ ਕਿਸਾਨਾਂ ਦੀ ਦੁਰਦਸ਼ਾ ਦਿਖਾਣੀ ਹੈ। ਬਹੁਤ ਅੱਛਾ ਆਈਡੀਆ। ਪਰ ਅਗਰ ਇਹ ਵੀ ਕਹਿਣਾ ਆਈਡੀਆ ਕਿ ਇੱਕ ਝਾਂਕੀ ਇਹੋ ਜਿਹੀ ਜ਼ਰੂਰ ਬਣਾਉਣ ਜਿਹੜੀ ਕਿ ਭਾਵੇਂ ਪਹਿਲੀਆਂ ਝਾਂਕੀਆਂ ਵਿੱਚੋਂ ਹੋਏ, ਜਿਹਦੇ ਵਿੱਚ ਕਿ ਉਹਨਾਂ ਨੇ ਦੱਸਿਆ ਹੈ ਕਿ ਵੀ ਇਹਨਾਂ ਨੇ ਹਰ ਕਦਮ ਕਦਮ ਤੇ ਕੌਂਸਟੀਟਿਊਸ਼ਨ ਕਦੋਂ ਇਹਨਾਂ ਨੇ ਸੱਤਾਧਾਰੀ ਧਿਰ ਨੇ ਕੌਂਸਟੀਟਿਊਸ਼ਨ ਦੀ ਜਦੋਂ ਨਿਰਾਦਰੀ ਕੀਤੀ। ਜਿਵੇਂ ਪੰਜਾਬ ਰੀਆਰਗਨਾਈਜ਼ੇਸ਼ਨ, ਸਾਡੇ ਪੰਜਾਬ ਦੇ ਪਾਣੀ ਆ ਉਹ ਵੀ ਅਨਕੌਂਸਟੀਟਿਊਸ਼ਨਲ। ਫਿਰ ਜਿਹੜਾ ਇਹ ਕਿਸਾਨੀ ਬਿੱਲ ਨੇ, ਫਾਰਮੂਲਾਜ਼, ਇਹ ਵੀ ਅਨਕੌਂਸਟੀਟਿਊਸ਼ਨਲ। ਇਹੋ ਜਿਹੇ 3-4 ਜਿਹੜੇ ਵੱਡੇ ਵੱਡੇ ਕੌਂਸਟੀਟਿਊਸ਼ਨ ਦੀ ਜਦੋਂ ਧੱਜੀਆਂ ਉਡਾਈਆਂ ਨੇ, ਉਹਦੀ ਇੱਕ ਝਾਂਕੀ ਜ਼ਰੂਰ ਜਿਹੜੀ ਹੈ ਬਣੇ। ਫਿਰ ਉਹਦੇ ਪਿੱਛੇ ਬਣ ਕੇ ਕਰਕੇ ਦੇਖੋ ਕੀ ਹਾਲ ਹੋ ਰਹੀ ਹੈ ਕਿਸਾਨਾਂ ਦੀ, ਕਿਉਂਕਿ ਇਹ ਕੌਂਸਟੀਟਿਊਸ਼ਨ ਨੂੰ ਹੀ ਨਹੀਂ ਫੋਲੋ ਕਰਦਾ, ਸਰਕਾਰ ਆਪ ਹੀ ਨਹੀਂ ਫੋਲੋ ਕਰਦੀ ਕੌਂਸਟੀਟਿਊਸ਼ਨ ਨੂੰ।
ਬਿਲਕੁਲ, ਬਹੁਤ ਵਧੀਆ ਤੁਹਾਡੀ ਸੁਜੈਸ਼ਨ ਆ, ਬਹੁਤ ਜ਼ਿਆਦਾ ਵਧੀਆ ਸੁਜੈਸ਼ਨ ਆ, ਔਰ ਆਪਾਂ ਪਹੁੰਚਾਵਾਂਗੇ ਜ਼ਰੂਰ ਇਹ ਸੁਜੈਸ਼ਨ ਉਹਨਾਂ ਤੱਕ। ਹਾਂਜੀ, ਤੇ ਇੱਕ ਮੇਰਾ ਦੇਖੋ ਬਹੁਤ ਰਿਸਪੈਕਟਫੁਲ ਲੀਡਰਸ ਹੈਗੇ ਨੇ, ਪਰ ਫਿਰ ਵੀ ਮੈਂ ਕਹਿੰਦਾ ਕਿ ਕਿਤੇ ਅਗਰ ਟਫ ਕੁਐਸਚਨਸ ਪੁੱਛਣੇ ਹੋਣ ਰਿਸਪੈਕਟੇਬਲ ਵੇ ਵਿੱਚ ਤੇ ਉਹ ਜ਼ਰੂਰ ਪੁੱਛਣੇ ਚਾਹੀਦੇ ਨੇ। ਤੇ ਮੇਰਾ ਇੱਕ ਡਾਊਟ ਹੈ, ਅਗਰ ਤੁਸੀਂ ਕਲੀਅਰ ਕਰੋ ਹਾਂਜੀ ਹਾਂਜੀ। ਕਿ ਦੇਖੋ ਜੀ ਰਾਜੇਵਾਲ ਸਾਹਿਬ ਦੀ ਮੈਂ ਕਹਿੰਦਾ ਬੜੇ ਵੱਡੇ ਲੀਡਰ ਨੇ, ਬਲਕਿ ਮੈਂ ਇੱਥੇ ਤੱਕ ਕਹਿੰਦਾ ਕਿ ਜਿਹੜੇ ਇਹ ਲੀਡਰ ਸਾਹਮਣੇ ਆਏ ਨੇ ਨਾ, ਇਹਨਾਂ ਨੇ ਸਾਡੇ ਜਿਹੜੇ ਦੂਜੇ ਧਾਰਮਿਕ ਲੀਡਰ ਸੀ ਨਾ ਉਹਨਾਂ ਨੂੰ ਬੋਨੇ ਕਰ ਦਿੱਤਾ। ਮੈਂ ਪਹਿਲਾਂ ਗੱਲ ਇਹ ਕਰ ਦੇਵਾਂ। ਅੱਛਾ, ਹੁਣ ਪਰ ਜਿਹੜੇ ਰਾਜੇਵਾਲ ਸਾਹਿਬ ਨੇ ਜਿਹੜੀਆਂ 1-2 ਸਟੇਟਮੈਂਟ ਦਿੱਤੀਆਂ ਨੇ ਨਾ, ਉਹ ਜਿਹੜੀ ਪਹਿਲੀ ਸਟੇਟਮੈਂਟ ਸੀ ਉਹਦੇ ਵਿੱਚ ਦੇਖੋ ਇੰਡੀਅਨ ਗਵਰਨਮੈਂਟ ਨੇ ਤੇ ਇਲਜ਼ਾਮ ਲਾਣਾ ਹੀ ਲਾਣਾ ਹੈ। ਉਹਨਾਂ ਨੇ ਸਭ ਤੋਂ ਪਹਿਲਾ ਇਲਜ਼ਾਮ ਲਾਇਆ ਸੀ ਨਕਸਲ ਕੇ ਵੜ ਗਏ ਨੇ ਇਹਦੇ ਵਿੱਚ। ਹੁਣ ਪਰ ਉਹਨਾਂ ਨੇ ਸਟੇਜ ਉੱਤੇ ਉਗਰਾਹਾਂ ਦੇ ਖਿਲਾਫ ਕੁਝ ਨਹੀਂ ਬੋਲਿਆ, ਠੀਕ ਹੈ ਨਾ। ਪਰ ਤੁਹਾਨੂੰ ਔਰ ਫਿਰ ਇਹ ਬਾਰ-ਬਾਰ ਨਾ ਕਿ ਜਿਵੇਂ ਸਾਡੇ ਇਹ ਵੇਲੇ ਲੀਡਰ ਆ ਰਹੇ ਨੇ ਕਿ ਖਾਲਿਸਤਾਨੀ ਹੈਗੇ ਨੇ ਤੇ ਕੱਢ ਦਿਓ ਤੁਸੀਂ ਵਿੱਚੋਂ, ਖਾਲਿਸਤਾਨੀ ਹੈਗੇ ਨੇ ਤੇ ਤੁਸੀਂ ਆਪ ਫੜ ਲਓ। ਇਹ ਥੋੜਾ ਨਾ ਇਨਸਲਟਿੰਗ ਜੀ ਲੱਗਦੀ ਹੈ ਗੱਲ, ਕਿਉਂਕਿ ਤੁਹਾਨੂੰ ਤਾਂ ਚੈਲੰਜ ਕਰਨਾ ਚਾਹੀਦਾ ਸੀ ਕਹਿਣ ਨੂੰ ਕਿ ਵੀ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਤੁਸੀਂ ਕਹੋ ਹਿੰਦੂ ਰਾਸ਼ਟਰਵਾਦੀ ਵੜ ਗਏ ਨੇ। ਇਹ ਟਾਈਮ ਸੀਗਾ ਕਿ ਨੈਰੇਟਿਵ ਵੀ ਚੇਂਜ ਹੋ ਸਕਦਾ। ਅਸੀਂ ਕਹੀਏ ਨਹੀਂ ਜੀ ਨਹੀਂ, ਬੀਜੇਪੀ ਦੇ ਵਿੱਚ ਰੈਲੀਜ਼ ਵਿੱਚ ਸਾਰੇ ਹਿੰਦੂ ਰਾਸ਼ਟਰਵਾਦੀ ਵੜ ਗਏ ਨੇ, ਸੈਪਰੇਟਿਸਟ ਵੜ ਗਏ ਨੇ। ਤੁਸੀਂ ਉਹ ਦੇਖੋ, ਤੁਸੀਂ ਇੱਥੇ ਨਾ ਫਿਕਰ ਕਰੋ। ਬਿਲਕੁਲ, ਦੇਖੋ ਇਹ ਜ਼ਰੂਰ ਤੁਸੀਂ ਮੈਸੇਜ ਪਹੁੰਚਾਓ। ਨਹੀਂ, ਇਹ ਮੈਸੇਜ ਆਪਾਂ ਪਹੁੰਚਾ ਚੁੱਕੇ ਆ, ਆਫ ਏਅਰ ਗੱਲ ਕਰ ਚੁੱਕੇ ਆ। ਦੇਖੋ ਆਪਾਂ ਨਹੀਂ ਕਹਿੰਦੇ ਕਿ ਰਾਜੋਵਾਲ ਕੋਈ ਪਰਫੈਕਟ ਇਨਸਾਨ ਆ, ਕਿਉਂਕਿ ਪਰਫੈਕਟ ਸਿਰਫ ਉਹ ਇੱਕ ਕਰਤਾਰ ਆ। ਬਾਕੀ ਜਿਹੜਾ ਆਮ ਬੰਦਾ ਗੱਲ ਕਰਨ ਲੱਗਿਆ, ਜਦੋਂ ਆਮ ਗੱਲ ਕਰਦਾ ਉਹਦੇ ਕੋਲ ਕਈ ਵਾਰੀ ਜ਼ਬਾਨ 'ਚ ਉਹਦਾ ਆਈਡੀਆ ਹੋਰ ਹੁੰਦਾ ਗੱਲ ਕਰਨ ਦਾ, ਪਰ ਜਦੋਂ ਗੱਲ ਕਰਦਾ ਨਾ ਉਹ ਨਿਕਲ ਕੁਛ ਹੋਰ ਜਾਂਦਾ ਮੂੰਹ 'ਚੋਂ। ਤੇ ਭਾਵੇਂ ਉਹਨਾਂ ਦਾ ਬਿਲਕੁਲ ਇਰਾਦਾ ਨਹੀਂ ਸੀ ਇਹਦੇ ਬਾਰੇ, ਪਰ ਜਿਹੜੀ ਗੱਲ ਉਹਨਾਂ ਦੇ ਮੂੰਹ 'ਚੋਂ ਨਿਕਲੀ ਉਹ ਬਿਲਕੁਲ ਸਹੀ ਆ। ਤੁਸੀਂ ਵੀ ਉਹ ਲੋਕਾਂ ਨੇ ਹੋਰ ਪਾਸੇ ਨੂੰ ਫੜਿਆ, ਕੁਛ ਸਾਡੇ ਮੀਡੀਆ ਨੇ ਉੱਤੇ ਟਾਈਟਲ ਬਣਾ ਕੇ ਜਦੋਂ 19 ਕਲਿੱਪ ਚਲਾਈ ਆ, ਜੇ ਪੂਰੀ ਸੁਣਦੇ ਤੇ ਗੱਲ ਸ਼ਾਇਦ ਕੁਛ ਹੋਰ ਹੋ ਜਾਂਦੀ। ਸੋ ਇਹ ਬਹੁਤ ਸੋਚ ਸਮਝ ਕੇ ਸਾਰੇ ਨੇਤਾ ਨੂੰ ਬੋਲਣਾ ਚਾਹੀਦਾ, ਖਾਸ ਕਰਕੇ ਜਿਹੜੇ ਲੀਡਰ ਆ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ, ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਨਾਂ ਉੱਤੇ, ਕਿਉਂਕਿ ਉਹਨਾਂ ਦਾ ਇੱਕ ਬਿਆਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ। ਔਰ ਇਹ ਸਾਰਿਆਂ ਵਾਸਤੇ ਆ, ਇਕੱਲੇ ਰਾਜੇਵਾਲ ਵਾਸਤੇ ਨਹੀਂ। ਜਿੰਨੇ ਵੀ ਕਿਸਾਨ ਲੀਡਰ ਆ ਉਹਨਾਂ ਨੇ ਸ਼ਾਇਦ ਇੱਦਾਂ ਹੀ ਬੰਦਾ ਸਿੱਖਦਾ ਠੋਕਰਾਂ ਖਾ ਕੇ, ਕਿਉਂਕਿ ਪਹਿਲਾਂ ਐਡਾ ਵੱਡਾ ਕੋਈ ਮੋਰਚਾ ਲੱਗਾ ਨਹੀਂ, ਸ਼ਾਇਦ ਉਹਨਾਂ ਨੇ ਉਸ ਗੱਲ ਤੋਂ ਕਾਫੀ ਲੈਸਨ ਲੈ ਲਿਆ ਹੋਵੇ ਵੀ ਮੈਂ ਜਦੋਂ ਗੱਲ ਕੀਤੀ ਆ ਉਹ ਗੱਲ ਨੂੰ ਹੋਰ ਰੰਗਤ ਦਿੱਤੀ ਜਾ ਰਹੀ। ਸੋ ਬਹੁਤ ਵਧੀਆ, ਤੁਹਾਡੀ ਬਹੁਤ ਵਧੀਆ ਵਿਚਾਰ ਸੀ। ਥੈਂਕ ਯੂ ਭਾਈ ਤੁਹਾਡਾ ਕਾਲ ਕਰਨ ਵਾਸਤੇ। ਥੈਂਕ ਯੂ। ਹਾਂਜੀ, ਕਾਲਾਂ ਹੁਣ ਖੁੱਲੀਆਂ ਆ, ਜਿੰਨੇ ਵੀ ਕਾਲ ਕਰਨੀ ਆ ਉਹ ਕਾਲ ਕਰ ਸਕਦਾ ਆ। ਆਪਣੇ ਦਿਲ ਦੇ ਵਲਵਲੇ ਜਾਂ ਕੋਈ ਹੋਰ ਗੱਲ ਜਾਂ ਕੋਈ ਸਵਾਲ ਤੁਸੀਂ ਉਹਨਾਂ ਤੱਕ ਪਹੁੰਚਾਉਣਾ ਚਾਹੋ, ਕਿਉਂਕਿ ਅਸੀਂ ਹਰ ਹਫਤੇ ਲੈ ਕੇ ਆ ਰਹੇ ਹਾਂ। ਇੱਕ ਹੋਰ ਕਾਲ ਆ ਆਪਣੀ। ਹਾਂਜੀ ਨਨੂਆ ਸਾਹਿਬ, ਤੁਸੀਂ ਆਉਣੇ ਰਹੋ। ਬਹੁਤ ਵਧੀਆ ਤੁਹਾਡੀ। ਹਾਂਜੀ ਨਨੂਆ ਸਾਹਿਬ, ਕਰੋ ਗੱਲ, ਤੁਸੀਂ ਆਉਣੇ ਰਹੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅੰਦੋਲਨ ਦੇ ਵਿੱਚ 36 ਪੰਜਾਬੀ ਤੇ 400 ਗੈਰ ਪੰਜਾਬੀ ਹੈਗੀਆਂ, ਪਰ ਵੱਡਾ ਵੀਰ ਕੌਣ ਹੈ? ਵੱਡਾ ਵੀਰ ਪੰਜਾਬ ਹੈ। ਤੇ 10 ਕਾਮਰੇਡ ਨੇ ਤੇ 16 ਗੈਰ ਕਾਮਰੇਡ ਨੇ। ਵੱਡਾ ਵੀਰ ਦੀ ਚੱਕਰ ਹੈ ਵੀ ਮੈਂ ਬਣਨਾ। ਹੁਣ ਇਹ ਝਗੜਾ ਪਿਆ ਹੋਇਆ ਸਾਡਾ। ਉਸ ਤੋਂ ਬਾਅਦ 10 ਧਰਮ ਹੈ ਉਹਨਾਂ ਉੱਥੇ ਅੰਦੋਲਨ ਵਾਲੇ ਲੋਕਾਂ ਦੇ। 10 ਚੋਂ ਵੱਡਾ ਵੀਰ ਕਿਹੜੇ ਧਰਮ ਨੇ ਬਣਿਆ? ਲੋਕਾਂ ਨੇ ਪ੍ਰਵਾਨ ਕਰ ਲਿਆ, ਕਹਿੰਦੇ ਆ ਕਿ ਹਾਂ ਅਸੀਂ ਕਾਮਰੇਡ ਅਸੀਂ ਉਹ ਬਣਾਂਗੇ, ਸਿੱਖ ਬਣਾਂਗੇ, ਅਸੀਂ ਅੰਮ੍ਰਿਤ ਛਕਾਂਗੇ, ਅਸੀਂ ਸਿੱਖ ਦੀ ਵਿਚਾਰਧਾਰਾ ਨੂੰ ਪੂਰੇ ਇੰਡੀਆ 'ਚ ਈਵਨ ਖਾਲਿਸਤਾਨ ਹੀ ਬਣਾ ਦਾਂਗੇ ਸਾਰੀ ਦੁਨੀਆ ਨੂੰ। ਇਹ ਮੰਨ ਚੁੱਕੇ ਆ ਲੋਕ। ਤੇ ਜਿਹੜੀ ਅੱਗੇ ਗੱਲ ਕਰਦੇ ਆ ਨਾ ਧਾਰਮਿਕ ਜਿਹੜਾ ਸਮਾਂ ਵੰਡ ਹੈ, ਹੁਣ ਸਮਾਂ ਵੰਡ ਹੈ ਸਾਡੇ ਰੇਡੀਓ ਵੀ ਇੱਥੇ ਦਿੰਦੇ ਆ, ਅਮਰੀਕਾ 'ਚ ਵੀ ਸਮਾਂ ਵੰਡ ਕਰ ਦਿੰਦੇ ਆ, ਪਰ ਸਮਾਂ ਉਹ ਦਿੰਦੇ ਆ ਸਵੇਰੇ ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲੇ ਕਿਹੜਾ ਕਿਸੇ ਨੇ ਗੀਤ ਸੁਣਨੇ ਆ ਵੀ ਚਲੋ ਦੇ ਦਿਓ ਇਹਨਾਂ ਨੂੰ ਟਾਈਮ। ਸੋ ਇਸ ਕਰਕੇ ਇਹ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਪੀਕ ਟਾਈਮ ਤੇ ਕਦੋਂ ਇਹ ਆਪ ਲੈ ਲੈਂਦੇ ਆ ਤੇ ਦੂਜਾ ਕਰ ਦਿੰਦੇ ਆ। ਤੇ ਉਸ ਤੋਂ ਬਾਅਦ ਜੇਕਰ ਸਰੀਰਕ ਲੋੜਾਂ ਦੀ ਪੂਰਤੀ ਹੈ ਉਹਦੇ ਵਾਸਤੇ ਆਪਾਂ ਲੰਗਰ ਵਰਤਾਉਂਦੇ ਆ, ਖਾਂਦੇ ਆ। ਲੰਗਰ ਦੇ ਵਿੱਚ ਜੇ ਹੁਣ ਅਸੀਂ ਇਹ ਕਹਿਣ ਲੱਗ ਜਾਈਏ ਕਿ ਦੂਜੇ ਲੋਕ ਸਾਡੇ 'ਚ ਆਏ ਹੋਏ ਹੁਣ ਅਸੀਂ ਇਡਲੀ ਬੜਾ ਸਮੋਸਾ ਬਣਾਉਣ ਲੱਗ ਜਾਣਾ, ਇਹ ਨਹੀਂ ਹੈਗਾ। ਵੱਡੇ ਵੀਰ ਦਾ ਜੋ ਭੋਜਨ ਹੈ ਉਹ ਚੱਲ ਰਿਹਾ ਉੱਥੇ। ਐਸੇ ਤਰੀਕੇ ਜਦੋਂ ਲੜਦੀਆਂ ਹੁੰਦੀਆਂ ਨਾ ਫੌਜਾਂ ਦੇ ਵਿੱਚ ਵੀ, ਜਦੋਂ ਸਿੱਖ ਫੌਜ ਹੈ, ਫੌਜ ਦਾ ਜਿਹੜਾ ਉਹ ਗੁਰਦੁਆਰਾ ਹੁੰਦਾ ਉੱਥੇ ਹੀ ਸਾਰੇ ਮੱਥਾ ਟੇਕ ਲੈਂਦੇ ਹੁੰਦੇ, ਉੱਥੇ ਹੀ ਉਹਨਾਂ ਦਾ ਹੀ ਲੰਗਰ ਖਾ ਲੈਂਦੇ। ਈਵਨ ਕੜਾਹ ਪ੍ਰਸ਼ਾਦ ਜੋ ਵੀ ਬਣਦਾ ਸਾਡਾ ਉਹ ਖਾਂਦੇ ਆ। ਸੋ ਸਾਨੂੰ ਖਾਮ-ਖਾ ਦੀਆਂ ਇਹੋ ਜਿਹੀਆਂ ਲੜਾਈਆਂ ਨਹੀਂ ਪਾਉਣੀਆਂ ਚਾਹੀਦੀਆਂ। ਵੱਡਾ ਵੀਰ ਜੋ ਹੈਗਾ ਹੈ ਪ੍ਰਮਾਤਮਾ ਨੇ ਬਣਾਇਆ, ਉਸੇ ਨੂੰ ਬਣਾ ਹੀ ਰੱਖਣਾ ਚਾਹੀਦਾ ਹੈ ਸਾਨੂੰ। ਇਹ ਹੋਰ ਦੂਜੇ ਜਿਹੜੇ ਬੰਦੇ ਆ ਇਹ ਧੱਕੇ ਨਾਲ ਪੰਗਾ ਨਾ ਲੈਣ ਵੱਡਾ ਵੀਰ ਬਣਦੇ ਜੀ। ਥੈਂਕ ਯੂ ਸਰ। ਹਾਂਜੀ, ਧੰਨਵਾਦ ਇਹਨਾਂ ਦਾ। ਪਰ ਮੈਂ ਇਹਨਾਂ ਦੀ ਗੱਲ ਨੂੰ ਥੋੜਾ ਜਿਹਾ ਸਪਸ਼ਟ ਕਰਨਾ ਚਾਹੁੰਦਾ।
ਆਪਾਂ ਨੂੰ ਇਹ ਪਤਾ ਆ ਵੀ ਖਾਲਸਾ ਏਡ ਨੇ ਉੱਥੇ ਲੰਗਰ ਲਾਇਆ ਜਾਂ ਉਹਨਾਂ ਦੇ ਜਿਹੜਾ ਜੋ ਵੀ ਸੇਵਾ ਕਰ ਰਹੇ ਆ, ਤੇ ਆਪਣੇ ਜਿਹੜੇ ਲੰਗਰ ਲੱਗੇ ਹੋਏ ਸਿੱਖਾਂ ਵੱਲੋਂ। ਪਰ ਮੈਂ ਸੰਗਤ ਨੂੰ ਜਾਣਕਾਰੀ ਦੇ ਦੇਵਾਂ, ਉੱਥੇ ਬਹੁਤ ਸਾਰੇ ਹਰਿਆਣੇ ਦੇ ਵੀਰਾਂ ਨੇ ਵੀ ਲੰਗਰ ਲਾਏ ਆ, ਉੱਥੇ ਬਹੁਤ ਸਾਰੇ ਯੂਪੀ ਦੇ ਵੀਰਾਂ ਨੇ ਵੀ ਲੰਗਰ ਲਾਇਆ। ਇੱਕ ਪਿੱਛੇ ਜੀ ਵੀਡੀਓ ਰਿਲੀਜ਼ ਹੋਈ ਸੀ, ਉਹਦੇ ਵਿੱਚ ਜਿਹੜੀ ਇਹ ਗੱਲ ਕਹਿ ਰਹੇ ਨਾ ਡੋਸਿਆਂ ਦਾ ਤੇ ਉਤਪਮ ਦਾ, ਉਹਦਾ ਵੀ ਲੰਗਰ ਲੱਗਾ ਹੋਇਆ ਸੀਗਾ। ਸੋ ਬਹੁਤ ਸਾਰੇ ਆ, ਪਰ ਆਪਾਂ ਨੂੰ ਉਹ ਖਬਰਾਂ ਨਹੀਂ ਆ ਰਹੀਆਂ। ਹਰ ਕੋਈ ਆਪਣੇ ਆਪਣੇ ਤੌਰ 'ਤੇ, ਭਾਵੇਂ ਛੋਟੇ ਤੌਰ 'ਤੇ ਲੰਗਰ ਲੱਗਾ ਹੋਵੇ, ਜਿਹੜਾ ਵੱਡੇ ਤੌਰ 'ਤੇ ਲੰਗਰ ਆ ਉਹ, ਕਿਉਂਕਿ ਸਾਡੀ ਲੰਗਰ ਦੀ ਪ੍ਰਥਾ ਆ ਸਿੱਖੀ ਦੇ ਵਿੱਚ। ਸਾਡੇ ਕੋਲ ਆਲਰੇਡੀ ਇੱਕ ਸਿਸਟਮ ਡਿਵੈਲਪ ਹੋਇਆ ਲੰਗਰ ਦਾ। ਸਾਡੇ ਕੋਲ ਤੁਸੀਂ ਦੇਖਿਆ ਹੋਣਾ, ਵੀਡੀਓਸ ਦੇਖੀ ਹੋਣੀ ਆ, ਉਹ ਪੂਰੇ ਦਾ ਪੂਰਾ ਟਰੱਕ ਜਿਹੜਾ ਆਲਰੇਡੀ ਪਲੈਨਡ ਕਰਕੇ ਬਣਿਆ ਹੋਇਆ, ਜਿਹੜਾ ਭਾਵ ਦੇ ਨਾਲ ਲੰਗਰ ਬਣਾ ਰਿਹਾ ਆ, ਕਿਉਂਕਿ ਸਾਡੇ ਕੋਲ ਆਲਰੇਡੀ ਸਿਸਟਮ ਹੈਗਾ ਆ। ਉਹ ਇਸ ਕਰਕੇ ਜਾ ਰਹੇ। ਪਰ ਛੋਟੇ ਲੰਗਰ ਬਹੁਤ ਸਾਰੇ ਹੋਰਾਂ ਧਰਮਾਂ ਨੇ ਵੀ ਲਾਏ ਹੋਏ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸੋ ਆਪਣੇ ਵਿਚਾਰ ਸੀਗੇ ਉਹਨਾਂ ਦੇ। ਹਾਂਜੀ ਜਗਮੋਹਨ ਸਿੰਘ ਜੀ। ਵਧੀਆ ਟਿੱਪਣੀ ਆਈ ਆ ਬਿੱਕਰ ਸਿੰਘ ਧੁਰੀ ਹੋਣਾ ਦੀ। ਮੈਂ ਜਦੋਂ ਵਧੀਆ ਟਿੱਪਣੀ ਕਰਦਾ, ਆਪਾਂ ਨੂੰ ਜ਼ਰੂਰ ਦੱਸਣਾ ਚਾਹੀਦਾ, ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਆ। ਕਾਂਗਰਸੀ, ਅਕਾਲੀ, ਭਾਜਪਾਈ ਆਪਸ ਵਿੱਚ ਕੁੜਮ ਹਨ, ਫਿਰ ਕਾਮਰੇਡ ਕਿਸਾਨ ਸਾਡੇ ਸਿੱਖ ਭਾਈਚਾਰੇ ਦੇ ਕੀ ਦੰਦੀਆਂ ਵੱਢਦੇ ਹਨ। ਗੱਲ ਤਾਂ ਵੀਰੋ ਇਹੀ ਅਸੀਂ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਈ ਜਿਹੜੇ ਵੀ ਇਸ ਟਾਈਮ ਉਸ ਮੂਵਮੈਂਟ ਦੇ ਵਿੱਚ ਆ, ਉਹ ਸਾਰੇ ਭਾਈ ਵਾਂਗ ਵਿਚਰ ਰਹੇ ਆ। ਡੱਲੇਵਾਲ ਸਾਹਿਬ ਦੇਖੋ, ਜਿਹੜਾ ਲੈ ਕੇ ਕੌਣ ਆ ਰਿਹਾ ਡੱਲੇਵਾਲ ਸਾਹਿਬ ਨੂੰ? ਅਸੀਂ ਕੌਣ ਆ? ਸਿੱਖ ਜਿਹੜਾ ਸਿੱਖੀਜ਼ਮ ਦੇ ਉੱਪਰ ਪ੍ਰਚਾਰ ਕਰਨ ਵਾਲਾ ਚੈਨਲ। ਤੇ ਲਿਆ ਉਸ ਬੰਦੇ ਨੂੰ, ਡੱਲੇਵਾਲ ਸਾਹਿਬ ਦਾ ਨੰਬਰ, ਉਹਦਾ ਅਰੇਂਜਮੈਂਟ ਕੌਣ ਕਰ ਰਿਹਾ? ਕੁਲਵੰਤ ਸਿੰਘ ਸੰਧੂ, ਜਿਹੜਾ ਕਾਮਰੇਡ ਆ। ਸੋ ਇਹ ਗੱਲਾਂ ਜਿਹੜੀਆਂ ਦੇਖੋ ਕਿੱਦਾਂ ਸਾਡੀ, ਉਹਨਾਂ ਨੇ ਕੱਲ ਕੁਲਵੰਤ ਸਿੰਘ ਵੀ ਕਹਿ ਕੇ ਗਿਆ ਵੀ ਸੱਤ ਰੰਗੀ ਪੀਂਗ ਹੈ ਇੱਥੇ। ਇਹ ਕਿਸਾਨਾਂ ਦਾ ਅੰਦੋਲਨ ਆ, ਇਹ ਲੋਕ ਲਹਿਰ ਆ, ਇਹਨੂੰ ਤੁਸੀਂ ਜਿਹੜਾ ਝੁੰਝਲਾ ਨਹੀਂ ਸਕਦੇ। ਹਰ ਬੰਦਾ ਆਪਣਾ ਜਿਹੜਾ ਯੋਗਦਾਨ ਪਾ ਰਿਹਾ ਦੇ ਵਿੱਚ। ਸਾਡੇ NRI ਭਰਾ ਇੱਥੇ ਕੱਲ ਯੂਬਾ ਸਿਟੀ ਵੀ ਰੈਲੀ ਕੱਢੀ ਆ, ਸੋ ਰੈਲੀਆਂ ਕੱਢ ਰਹੇ ਆ, ਹਰ ਬੰਦਾ ਆਪਣਾ ਯੋਗਦਾਨ ਪਾ ਰਿਹਾ। ਅਸੀਂ ਜਿਹੜਾ ਆ ਆਪ ਵਿਦਵਾਨ ਬਣ ਕੇ ਨਾ ਕਹੀਏ ਵੀ ਅਸੀਂ ਸਭ ਤੋਂ ਤਕੜੇ ਇੰਟੈਲੀਜੈਂਟ ਬਾਹਰ ਅਮਰੀਕਾ 'ਚ ਹੀ ਬੈਠੇ ਆ। ਜਿਹੜੇ ਇਹ ਵੀਰ ਆ, ਇਹ ਦੇਖੋ ਉਹਨਾਂ ਦੇ, ਆਪਾਂ ਤਦੇ ਉਹਨਾਂ ਦੀ ਸਟਾਰਟਿੰਗ ਦੇ ਵਿੱਚ ਸ਼ੁਰੂ ਤੋਂ ਗੱਲ ਕਰਦੇ ਆ ਵੀ ਉਹਨਾਂ ਦੇ ਜੀਵਨ ਦਾ ਸਫ਼ਰ ਪਤਾ ਲੱਗੇ, ਕਿੱਦਾਂ ਸੰਘਰਸ਼ ਚੋਂ ਨਿਕਲ ਕੇ ਇੱਦਾਂ ਲੀਡਰ ਬਣ ਕੇ ਆਏ ਆ। ਤੇ ਕੋਈ 3000 ਟਰਾਲੀ, ਅੱਜ ਸਿੱਧੂਪੁਰ ਵਾਲਾ ਕਹਿੰਦਾ ਮੈਂ 1800 ਟਰਾਲੀ ਲੈ ਕੇ ਆਇਆ। ਸੋ ਇਹਨਾਂ ਦੇ ਨਾਲ ਇਹ ਸਾਰੇ ਭਰਾ ਜਿਹੜੇ ਪੰਜਾਬ ਚੋਂ ਤੁਰੇ ਆ, ਜਥੇਬੰਦਕ ਸੋਚ ਕੇ ਮੀਟਿੰਗਾਂ ਕਰਕੇ ਇਹ ਸਾਰੇ ਤੁਰੇ ਆ। ਤੇ ਅਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਟਿੱਪਣੀਆਂ ਕਰਕੇ ਤਾਂ ਉਹਨਾਂ ਨੂੰ ਸਲਾਹਾਂ ਦਿੰਦੇ, ਇੱਦਾਂ ਕਰ ਲਓ ਤਾਂ ਉੱਦਾਂ ਕਰ ਲਓ। ਉਹ ਬਹੁਤ ਸਿਆਣੇ ਲੀਡਰ ਹੈ ਸਾਰੇ ਉੱਥੇ। ਹਾਂਜੀ ਵੀਰਵਿੰਦਰ ਸਿੰਘ। ਹਾਂਜੀ, ਸਭ ਤੋਂ ਵੱਡੀ ਪ੍ਰੋਬਲਮ ਨਾ ਟਿੱਪਣੀ ਦੀ ਆ, ਜਿਹੜੀ ਟਿੱਪਣੀਆਂ ਪਿੱਛੋਂ ਕਰ ਦਿੰਦੇ ਨਾ, ਕਿਉਂਕਿ ਹਰ ਬੰਦਾ ਜਦੋਂ ਕੋਈ ਟਿੱਪਣੀ ਕਰਦਾ ਜਾਂ ਕੁਝ ਲਿਖਦਾ ਆ, ਉਹ ਆਪਣੇ ਨਜ਼ਰੀਏ ਤੋਂ ਕਰਦਾ ਆ। ਉਹਨੂੰ ਗੱਲ ਦਾ ਜਿੰਨਾ ਕੁ ਸਮਝ ਆਉਂਦੀ ਆ ਉਨੀ ਕੁ ਉਹ ਕਰ ਦਿੰਦਾ। ਪਰ ਸਾਡੇ ਇੱਕ ਪ੍ਰੋਬਲਮ ਆ TRP, ਵੀ ਮੇਰਾ ਲਾਈਕ ਕਿਹਨੇ ਕੀਤਾ ਫੇਸਬੁੱਕ ਤੇ। ਇਹ ਬੜੀ ਵੱਡੀ ਇੱਕ ਤਰਾਸਦੀ ਹੈ ਸਾਡੇ ਵਿੱਚ, ਵੀ ਕਿੰਨੇ ਲਾਈਕ ਆਏ, ਕਿੰਨੇ ਸ਼ੇਅਰ ਹੋਏ। ਸੋ ਉਹ ਸ਼ੇਅਰ ਤੇ ਲਾਈਕ ਦੇ ਚੱਕਰ ਦੇ ਵਿੱਚ ਨਾ ਅਸੀਂ ਉੱਤੇ ਇਹੋ ਜਿਹੀ ਟਿੱਪਣੀ ਕਰਕੇ ਲਾ ਦਿੰਦੇ ਆ ਅਗਲੇ ਦੀ ਗੱਲ ਨੂੰ, ਵੀ ਉਹ ਗੱਲ ਹੋਰ ਦੀ ਹੋਰ ਹੀ ਬਣ ਜਾਂਦੀ ਆ। ਵੀ ਜਾਂ ਤਾਂ ਸਿੱਧੀ ਅਗਲੇ ਦੀ ਸ਼ੇਅਰ ਕਰ ਦਿਓ, ਫਿਰ ਅਗਲਾ ਆਪ ਹੀ ਸਮਝ ਦੇਵੇ ਜਿੰਨੇ ਸੁਣਨੀ ਆ। ਜਦੋਂ ਤੁਸੀਂ ਉੱਤੇ ਆਪਣਾ ਇੱਕ ਕਾਮੈਂਟ ਕਰ ਦਿੰਦੇ ਆ, ਉਹਦੇ ਨਾਲ ਉਹ ਗੱਲ ਬਦਲ ਜਾਂਦੀ। ਹਾਂਜੀ, ਆਪਣੇ ਨਾਲ WhatsApp ਤੇ ਕਾਲ ਆ, ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਜੀਤ ਸਿੰਘ ਟੋਟੇ ਤੇ ਜਲੰਧਰ ਤੋਂ ਬੋਲ ਰਿਹਾ। ਹਾਂਜੀ ਤੇ ਤੁਹਾਡਾ ਇਹਦਾ ਪ੍ਰੋਗਰਾਮ ਹੈ ਬਹੁਤ ਸੋਹਣਾ ਆ। ਤੇ ਇਹ ਜਿਹੜਾ ਲੋਕ ਧਰਮ ਦੇ ਬਾਰੇ ਇਹਦੇ ਵਿੱਚ ਬੋਲ ਰਹੇ ਆ, ਕੁਝ ਬੋਲ ਰਹੇ ਆ, ਇਹ ਅਸਲ ਜਿਹੜਾ ਮੋਰਚਾ ਆ, ਇਹ ਇੱਕ ਕਿਸਾਨ ਮੋਰਚਾ ਆ। ਇਹ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੈ, ਇਹ ਪੂਰੇ ਇੰਡੀਆ ਦਾ, ਪੂਰੇ ਭਾਰਤ ਵਰਸ਼ ਦਾ ਹੈਗਾ। ਬਿਲਕੁਲ। ਸਾਨੂੰ ਇੱਥੋਂ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ ਦੇਖਣ ਨੂੰ ਮਿਲੀ ਆ ਕਿ ਕਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਲੋਕ ਬੈਠ ਕੇ, ਸਾਰੇ ਧਰਮਾਂ ਦੇ ਲੋਕ ਬੈਠ ਕੇ, ਸਾਰੇ ਸੂਬਿਆਂ ਦੇ ਲੋਕ ਬੈਠ ਕੇ, ਕਿੰਨਾ ਸੋਹਣਾ ਆਰਾਮ ਨਾਲ ਸਿੱਧੇ ਤੌਰ ਤੇ ਚੱਲ ਰਿਹਾ। ਦੂਸਰਾ, ਜਿੰਨੇ ਵੀ ਸਾਡੇ ਵੱਡੇ ਲੀਡਰ ਨੇ, ਇਹਨਾਂ ਦੇ ਜਿੰਨੇ ਵੀ ਲੀਡਰ ਹੈਗੇ ਆ ਕਿਸਾਨਾਂ ਦੇ, ਇਹਨਾਂ ਦੇ ਜਥੇਬੰਦੀਆਂ ਦੇ, ਸਾਰੇ ਬਹੁਤ ਸੋਹਣਾ, ਬੜੇ ਸੱਜੇ ਢੰਗ ਨਾਲ ਬੋਲਦੇ ਆ। ਕੋਈ ਅਨਪਾਰਲੀਮੈਂਟ ਲੈਂਗੁਏਜ ਨਹੀਂ ਬੋਲਦੇ। ਇਸੇ ਤਰ੍ਹਾਂ ਦੋ ਚੀਜ਼ਾਂ ਹੈਗੀਆਂ, ਜਿੱਦਾਂ ਇੱਥੇ ਇੱਕ ਤਰ੍ਹਾਂ ਸਾਰੇ ਲੋਕ ਮਿਲ ਕੇ ਰਹਿ ਰਹੇ ਆ, ਇਸ ਤਰ੍ਹਾਂ ਹੀ ਇੱਕ ਜਿਹੜਾ ਆ ਆਰਮੀ ਹੈ ਸਾਡਾ ਇੰਡੀਆ ਦਾ, ਜਿਹਦੇ ਵਿੱਚ ਹਰ ਇੱਕ ਧਰਮ ਦੇ ਬੰਦੇ ਇਕੱਠੇ ਬਹਿ ਕੇ ਰਹਿੰਦੇ ਆ, ਇਕੱਠੇ ਖਾਂਦੇ ਆ, ਇਕੱਠੇ ਪੀਂਦੇ ਆ। ਉੱਥੇ ਉਹ ਜਦ ਲੋਕ ਸਾਰੇ ਇਕੱਠੇ ਰਹਿ ਸਕਦੇ ਆ। ਇਸ ਤਰ੍ਹਾਂ ਹੀ ਸਾਨੂੰ ਐਗਜ਼ਾਮਪਲ ਇਹਨਾਂ ਨੇ ਸੈੱਟ ਕੀਤੀ ਹੈ ਤੇ ਸਾਰੇ ਦੇਸ਼ ਨੂੰ ਸਾਡੇ ਤੋਂ, ਇਹਨਾਂ ਤੋਂ
ਸਿੱਖਣਾ ਚਾਹੀਦਾ ਵੀ ਅਸੀਂ ਏਦਾਂ ਇੱਕ ਦੂਜੇ ਨਾਲ ਰਲ ਮਿਲ ਕੇ ਰਹੀਏ। ਦੂਜੀ ਗੱਲ, ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਸੋਹਣਾ ਤੇ ਬਹੁਤ ਵਧੀਆ ਆ, ਤੇ ਮੈਂ ਕਹਿੰਦਾ ਜਿਹੜਾ ਕਮੈਂਟ ਵਗੈਰਾ ਕਰਦੇ ਆ ਕੋਈ ਨਹੀਂ ਕਰਨ ਦਿਓ ਉਹਨਾਂ ਨੂੰ, ਜਿੱਦਾਂ ਦਾ ਮਰਜ਼ੀ ਉਹ ਕਮੈਂਟ ਕਰਦਾ ਹੈਗਾ, ਪਰ ਤੁਸੀਂ ਕਿਸੇ ਨੂੰ ਵੀ ਅਨਪਾਰਲੀਮੈਂਟ ਲੈਂਗੁਏਜ ਨਾ ਇਸਤੇਮਾਲ ਕਰੋ। ਬੜੇ ਪ੍ਰੇਮ ਨਾਲ ਆਰਾਮ ਨਾਲ ਜਵਾਬ ਦਿਓ, ਠੀਕ ਹੈ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੈ ਤੇ ਆ ਕਿਸਾਨ ਮੋਰਚਾ ਵੀ ਇਦਾਂ ਚੱਲਦਾ ਆ। ਇਹ ਜਿੱਤ ਦੂਰ ਨਹੀਂ ਆ, ਲਾਗੇ ਹੀ ਆ ਔਰ ਪੱਕੀ ਜਿੱਤ ਆ। ਹੁਣ ਨਹੀਂ, ਤੁਹਾਨੂੰ ਪਹਿਲਾਂ ਮੈਂ ਕਿਹਾ ਸੀਗਾ 10 ਦਿਨਾਂ ਨੂੰ, 15 ਦਿਨਾਂ ਨੂੰ, ਮਹੀਨੇ ਨੂੰ ਜਿੱਤ ਜ਼ਰੂਰ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਵੇਂ ਅੰਕਲ ਉਹਨਾਂ ਨੇ ਕਿਹਾ ਵੀ ਜਿੱਦਾਂ ਇੱਥੇ ਕਿਸਾਨ ਚੱਲ ਰਿਹਾ ਨਾ, ਇੱਦਾਂ ਹੀ ਜਵਾਨ ਚੱਲਦੇ ਆ। ਤੇ ਸਾਡੇ ਲਾਲ ਬਹਾਦਰ ਸ਼ਾਸਤਰੀ ਨੇ ਜਿਹੜਾ ਨਾਅਰਾ ਦਿੱਤਾ ਸੀਗਾ ਭਾਰਤ ਨੂੰ ਪਹਿਲਾ, ਜੈ ਜਵਾਨ ਜੈ ਕਿਸਾਨ, ਮੈਨੂੰ ਲੱਗਦਾ ਮੋਦੀ ਉਹ ਨਾਅਰਾ ਬਦਲਣਾ ਚਾਹੁੰਦਾ ਆ, ਤੇ ਉਹ ਨਾਅਰਾ ਬਦਲ ਕੇ ਜੈ ਅਡਾਨੀ ਤੇ ਜੈ ਅੰਬਾਨੀ ਕਰਨਾ ਚਾਹੁੰਦਾ ਆ। ਇਹ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਪਿੱਛੇ ਹਟ ਕੇ। ਸੋ ਜੇ ਆਪਾਂ ਦੇਖੀਏ ਨਾ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੇ 26 ਜਨਵਰੀਆਂ ਮਨਾਈਆਂ ਗਈਆਂ, ਤੇ ਪਹਿਲੀਆਂ ਕੁਛ ਜਿਹੜੀਆਂ 26 ਜਨਵਰੀ ਸੀ ਉਹ ਸਾਰੀਆਂ ਝਾਕੀਆਂ ਟਰੈਕਟਰਾਂ ਤੇ ਟਰਾਲੀਆਂ ਤੇ ਨਿਕਲਦੀਆਂ ਰਹੀਆਂ ਆ। ਹਾਂਜੀ, ਕਿਉਂਕਿ ਤਾਂ ਹੀ ਕਿਸਾਨ ਨੂੰ ਅੱਗੇ ਕਰਕੇ ਤੇ ਨਾਲ ਜਵਾਨ ਦੀ ਦਿਖਾਈ ਜਾਂਦੀ ਸੀ ਟਰਾਲੀ। ਉਹ ਕਿੰਨਾ ਵਧੀਆ ਮੈਸੇਜ ਆਉਂਦਾ ਸੀ ਵੀ ਕਿਸਾਨ ਚਲਾ ਰਿਹਾ ਟਰੈਕਟਰ ਤੇ ਟਰਾਲੀ ਤੇ ਜਵਾਨ ਖੜਾ ਆ, ਜਿਹੜਾ ਪਾਵਰ ਦਿਖਾ ਰਿਹਾ ਕੰਟਰੀ ਦੀ। ਕਿਉਂਕਿ ਉਦੋਂ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਸੀ। ਤੇ ਅੱਜ ਫਿਰ ਗੱਲ ਉੱਥੇ ਆ ਗਈ ਆ ਵੀ ਇੱਕ ਪਾਸੇ ਜਵਾਨ ਹੋਊਗਾ, ਜਿਹੜਾ ਕਿਸਾਨ ਦਾ ਪੁੱਤ ਹੋਊਗਾ ਉਹ ਉੱਧਰ ਝਾਕੀ ਕੱਢ ਰਿਹਾ ਹੋਊਗਾ, ਤੇ ਇੱਧਰ ਉਹਦਾ ਪਿਓ ਟਰੈਕਟਰ ਤੇ ਬੈਠਾ ਉਹ ਆਪਣੀ ਝਾਕੀ ਕੱਢ ਰਿਹਾ ਹੋਊਗਾ। ਬਹੁਤ ਵਧੀਆ ਮੈਸੇਜ ਆ ਜੇ ਇਹਨੂੰ ਕੋਈ ਧਿਆਨ ਨਾਲ ਸਮਝੇ। ਪਰ ਜੇ ਅਸੀਂ ਸਮਝਣਾ ਨਹੀਂ, ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀਆਂ ਗੱਲਾਂ ਜਦੋਂ ਕਰਦੇ ਹਾਂ, ਅਸੀਂ ਉੱਥੇ ਜਾ ਕੇ ਫਤਿਹ ਪ੍ਰਾਪਤ ਕਰ ਲੈਣੀ ਆ, ਅਸੀਂ ਪਾਰਲੀਮੈਂਟ ਤੇ ਕਬਜ਼ਾ ਕਰ ਲੈਣਾ। ਪਾਰਲੀਮੈਂਟ ਤੇ ਕਬਜ਼ੇ ਨੇ ਟਰੰਪ ਦਾ ਕੀ ਹਾਲ ਕਰਤਾ ਦੇਖ ਲਓ। ਬਿਲਕੁਲ ਜੀ, ਆਪਣੇ ਸਾਹਮਣੇ ਆ। ਉਹਦੇ ਮੂੰਹ 'ਚੋਂ ਹੀ ਗੱਲ ਨਿਕਲੀ ਸੀ ਇੰਨੀ ਵੀ ਜਾਓ ਪਾਰਲੀਮੈਂਟ 'ਚ, ਤੇ ਉਹਦਾ ਕੀ ਹਾਲ ਹੋ ਗਿਆ। ਹੁਣ ਉਹ ਪਹਿਲਾ ਪ੍ਰੈਜ਼ੀਡੈਂਟ ਹੋਊਗਾ ਜਿਹੜਾ 2 ਵਾਰੀ ਇੰਪੀਚ ਹੋਇਆ, ਜਿਹਨੂੰ 2 ਵਾਰੀ ਇੰਪੀਚ ਕੀਤਾ ਗਿਆ ਅਮਰੀਕਾ ਦਾ। ਔਰ ਹੋ ਸਕਦਾ ਐਤਕੀ ਉਹ ਜਿਹੜਾ ਸੈਨੇਟ ਦੇ ਵਿੱਚੋਂ ਉੱਤੇ ਸਜ਼ਾ ਵੀ ਲੱਗ ਜਾਵੇ ਇੰਪੀਚਮੈਂਟ ਤੋਂ ਬਾਅਦ। ਸੋ ਇਹ ਗੱਲਾਂ ਕਰਨ ਲੱਗਿਆ ਸਾਨੂੰ ਬਹੁਤ ਸੋਚ ਸਮਝ ਕੇ ਧਿਆਨ 'ਚ ਰੱਖ ਕੇ ਵੀ ਸਾਡੇ ਪਿਓ ਦਾਦੇ ਉੱਥੇ ਬੈਠੇ ਹੋਏ ਆ ਤੇ ਜਾਬਤੇ 'ਚ ਰਹਿਣ ਦੀ ਲੋੜ ਆ। ਜਾਬਤੇ ਤੋਂ ਬਾਹਰ ਨਾ ਜਾਓ। ਜਾਬਤੇ ਤੋਂ ਬਾਹਰ ਜਾ ਕੇ ਕਦੇ ਵੀ ਕੋਈ ਮੋਰਚਾ ਕਾਮਯਾਬ ਨਹੀਂ ਹੁੰਦਾ। ਵੀਰੋ, ਜਿਹੜੇ ਨੰਬਰ ਆ ਕਾਲ ਕਰਨ ਵਾਲੇ ਨਾ ਸਕਰੀਨ 'ਤੇ ਆ ਰਹੇ ਆ, 805 432 6668 ਜਿਹੜਾ ਨੰਬਰ ਆ ਉਹ ਸਿਰਫ WhatsApp, ਸਿਗਨਲ ਜਾਂ ਟੈਲੀਗ੍ਰਾਮ ਦਾ ਆ, ਦੂਜਾ ਨੰਬਰ ਨਹੀਂ ਆ। ਜਿਹੜੇ ਦੂਜੇ ਨੰਬਰ ਆ ਰੈਗੂਲਰ ਉਹ ਸਾਹਮਣੇ ਆ ਰਹੇ ਆ ਤੁਹਾਡੇ। ਕੈਨੇਡਾ ਦਾ ਨੰਬਰ ਆਪਣਾ ਲੋਕਲ ਆ, ਤੇ USA ਦਾ ਨੰਬਰ ਤੁਹਾਡਾ ਆਪ ਦਾ ਲੋਕਲ ਆ। 805 668 4100 ਜਿਹੜਾ ਉਹ USA ਦਾ ਆ, ਤੇ 778 300 1000 ਕੈਨੇਡਾ ਦਾ ਆ। ਸੋ WhatsApp 'ਤੇ ਸਿਰਫ ਇੱਕ ਹੀ ਕਾਲ ਇੱਕ ਟਾਈਮ 'ਤੇ ਲਈ ਜਾ ਸਕਦੀ ਆ। ਕਈ ਵੀਰ ਇੱਕ ਵੀਰ ਦੀ ਹੋਰ ਕਾਲ ਆ ਰਹੀ ਸੀ, ਲੋਕਲ ਕਾਲ ਸੀ WhatsApp 'ਤੇ। ਜਿਹੜੇ ਲੋਕਲ ਆ ਉਹ ਲੋਕਲ ਨੰਬਰ ਯੂਜ਼ ਕਰਿਆ ਕਰੋ, ਤਾਂ ਕਿ ਮੈਂ 2 ਕਾਲਾਂ ਲੈ ਸਕਦਾ ਇੱਕ ਟਾਈਮ ਦੇ ਉੱਤੇ, ਜਾਂ 3 ਲੈ ਸਕਦਾ, 4 ਲੈ ਸਕਦਾ। ਜਿਹੜੀਆਂ ਰੈਗੂਲਰ ਨੰਬਰ ਆ ਉੱਤੇ ਜਿੰਨੀਆਂ ਮਰਜ਼ੀ ਕਾਲਾਂ ਲੈ ਸਕਦੇ ਹਾਂ ਅਸੀਂ, ਕਿਉਂਕਿ ਉਹ ਪੂਰਾ ਸਿਸਟਮ ਆਪਣਾ ਲੱਗਾ ਹੋਇਆ ਫੋਨ ਦਾ। ਤੇ WhatsApp 'ਤੇ ਜਾਂ ਸਿਗਨਲ 'ਤੇ ਮੈਂ ਇੱਕ ਹੀ ਕਾਲ ਇੱਕ ਟਾਈਮ 'ਤੇ ਲੈ ਸਕਦਾ ਆ। ਸੋ ਇੰਨਾ ਕੁ ਜ਼ਰੂਰ ਖਿਆਲ ਰੱਖਿਆ ਕਰੋ। ਕਈ ਵਾਰੀ ਵੀਰ ਕਹਿੰਦੇ ਮੇਰੀ ਕਾਲ ਨਹੀਂ ਚੱਕੀ, ਪਰ ਜਦੋਂ ਇੱਕ ਕਾਲ 'ਤੇ ਹੋਈ ਹੈ ਦੂਜੀ ਕਾਲ ਨਹੀਂ ਲੈ ਸਕਦੇ। ਸੋ ਰੈਗੂਲਰ ਨੰਬਰ 'ਤੇ ਕਰ ਲਿਆ ਕਰੋ, 668 4100 805 ਏਰੀਆ ਕੋਡ ਦੇ ਨਾਲ। ਹਾਂਜੀ ਜਗਮੋਹਨ ਸਿੰਘ। ਵੀਰਵਿੰਦਰ ਸਿੰਘ ਜੀ, ਥੋੜੀ ਜੀ ਮੈਂ 2 ਮਿੰਟ ਲਾਉਂਗਾ। ਆਪਣੇ ਪਿੰਡ ਬਾਰੇ ਵੀ ਗੱਲ ਕਰਨੀ ਚਾਹੁੰਦਾ। ਸਾਡਾ ਪਿੰਡ ਪ੍ਰਾਗਪੁਰ ਆ, ਜਲੰਧਰ ਜ਼ਿਲ੍ਹੇ 'ਚ। ਮੈਂ ਆਪਣੇ ਫਾਦਰ ਸਾਹਿਬ ਨਾਲ ਡਿਸਕਸ ਕਰਦਾ ਸੀਗਾ, ਗੱਲਾਂ ਬਾਤਾਂ ਤੇ ਚੱਲੀਆਂ, ਤੇ ਉਹਨਾਂ ਨੇ ਗੁਰਦੁਆਰੇ ਵੀ ਇਹ ਜਾ ਕੇ ਆਪਣੇ ਪੰਜਾਬ 'ਚ ਬੋਲਿਆ। ਸਾਡੇ ਜਦੋਂ ਖੁਸ਼ਖੇਤੀ ਟੈਕਸ ਲੱਗਾ ਆ 1963 ਦੇ ਵਿੱਚ, ਇਹ ਜਿਹੜਾ ਸੀਗਾ ਕੈਰੋ ਨੇ ਲਾਇਆ ਸੀ, ਤਾਂ ਉਦੋਂ ਸਾਡੇ ਪਿੰਡ ਦੇ ਲੋਕ ਜਿਹੜੇ ਆ ਉਹ ਸ਼ਾਮਲ ਹੋਏ ਸੀ। ਉਹਨਾਂ ਦੇ ਵਿੱਚ 4 ਮੈਂਬਰ ਜਿਹੜੇ ਸਾਡੇ ਪਿੰਡ ਦੇ ਸੀਗੇ, ਜਿਹਨਾਂ ਲੀਡ ਕਰਕੇ ਲੈ ਗਏ, ਉਹ ਮੇਰੇ ਬਾਬਾ ਜੀ ਲੈ ਕੇ ਗਏ ਸੀਗੇ, ਪਿਆਰਾ ਸਿੰਘ ਕਾਮਰੇਡ। ਉਹ ਉਹਨਾਂ ਦੇ ਨਾਲ ਸੀਗੇ ਬਚਨ ਸਿੰਘ ਜਿਹੜੇ ਆ ਰਾਏ, ਚੰਨਣ ਸਿੰਘ ਟੁੱਟ ਤੇ ਕਰਤਾਰ ਸਿੰਘ ਟੁੱਟ। ਇਹ ਜਿਹੜੇ ਸਾਡੇ ਪਿੰਡ ਤੋਂ 4 ਬੰਦੇ ਗਏ ਸੀਗੇ। ਇਹਨਾਂ 4 ਘਰਾਂ ਦੀ ਕੁਰਕੀ ਹੋਈ ਸੀ ਉਸ ਟਾਈਮ। ਜੋ ਕੁਛ ਵੀ ਘਰ 'ਚ ਭਾਂਡਾ, ਟੀਂਡਾ, ਬਲਦ, ਝੋਟੇ, ਗਾਂ, ਮੱਝ, ਸਭ ਕੁਛ ਮਤਲਬ ਲੈ ਗਏ ਸੀਗੇ। ਉਸ ਤੋਂ ਬਾਅਦ ਮੈਨੂੰ ਪਤਾ ਕਿ ਮੇਰੇ ਡੈਡੀ ਦੱਸਦੇ ਸੀਗੇ, 3 ਕਲਾਸ ਪੜ੍ਹਦੇ ਸੀ ਫਾਦਰ ਸਾਹਿਬ ਮੇਰੇ। ਉਹ ਕਹਿੰਦੇ ਵੀ ਅਸੀਂ ਬਾਅਦ 'ਚ ਆਪਣੇ ਮਾਸੀ ਦੇ ਘਰ ਜਾ ਕੇ ਰਹੇ ਹਾਂ ਜਦ ਤੱਕ ਫਾਦਰ ਹੁਣੀ ਜੇਲ੍ਹ 'ਚੋਂ ਛੁੱਟ ਕੇ ਨਹੀਂ ਆਏ। ਸੋ 2 ਮਹੀਨੇ ਸਾਰੇ ਸਾਡੇ ਪਿੰਡ ਦੇ ਵੀਰ ਜਿਹੜੇ ਆ ਪਹਿਲਾ ਕਿਸਾਨ ਸੰਘਰਸ਼ ਜਿਹੜਾ ਆ ਉਹਦੇ ਵਿੱਚ ਇਹ ਜੇਲ੍ਹ ਕੱਟ ਕੇ ਆਏ ਆ, ਤੇ ਇਹਨਾਂ ਨੂੰ ਲੀਡ ਕਰਕੇ ਮੇਰੇ ਬਾਬਾ ਜੀ ਹੁਣੀ ਪਿਆਰਾ ਸਿੰਘ ਕਾਮਰੇਡ ਨਾਲ ਲੈ ਕੇ ਗਏ ਸੀਗੇ। ਸੋ ਮੈਂ ਜ਼ਰੂਰ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਆ, ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਸਾਡੇ ਪਰਿਵਾਰਾਂ ਦੇ ਵਿੱਚ ਹੀ ਇਹ ਚੱਲ ਰਿਹਾ ਆ। ਜੋ ਵੀ ਇਹ ਸਾਡੇ ਖੂਨ ਦੇ ਵਿੱਚ ਹੀ ਆ।
ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੋਂ ਲੈ ਕੇ ਅਸੀਂ ਉਹੋ ਹੀ ਸੋਚ ਲੈ ਕੇ ਤੁਰ ਰਹੇ ਹਾਂ, 10ਵੇਂ ਪਾਤਸ਼ਾਹ ਦੇ ਥਾਪੜੇ ਨਾਲ ਤੁਰ ਰਹੇ ਹਾਂ। ਸੋ ਇਹ ਮੈਂ ਜ਼ਰੂਰ ਦਰਸ਼ਕਾਂ ਦੇ ਨਾਲ, ਕਿਉਂਕਿ ਸਾਡੇ ਪਿੰਡ ਦੇ ਵੀ ਕਾਫੀ ਵੀਰ ਸਾਡਾ ਪ੍ਰੋਗਰਾਮ ਸੁਣਦੇ ਆ, ਉਹਨਾਂ ਨੂੰ ਵੀ ਪਤਾ ਲੱਗੂਗਾ। ਪਿਆਰਾ ਸਿੰਘ ਕਾਮਰੇਡ, ਬਚਨ ਸਿੰਘ ਰਾਏ, ਚੰਨਣ ਸਿੰਘ ਟੁੱਟ ਤੇ ਕਰਤਾਰ ਸਿੰਘ, ਜਿਹੜੇ ਇਹ ਸਾਰੇ ਜਿਹੜੇ ਆ ਉਦੋਂ 2-2 ਮਹੀਨੇ ਦੀ ਜੇਲ੍ਹ ਕੱਟ ਕੇ ਆਏ, ਪਲੱਸ ਨਾਲ ਇਹਨਾਂ ਦੀ ਜਿਹੜੀ ਆ ਕੁਰਕੀ ਹੋਈ ਸੀ ਘਰਾਂ ਦੀ। ਕੁਰਕੀ ਮਤਲਬ ਹੁੰਦਾ ਵੀ ਸਾਰਾ ਕੁਛ ਹੀ ਲੈ ਜਾਂਦੇ ਆ, ਭਾਂਡੇ ਵੀ ਨਹੀਂ ਛੱਡਦੇ ਤੁਹਾਡੇ ਘਰੇ, ਪੂਰੇ ਘਰ ਦੀ ਕੁਰਕੀ ਕਰਕੇ। ਕੋਈ ਤਾਂ ਸਮਾਨ ਨਹੀਂ ਹੁੰਦਾ, ਮੱਝ, ਗਾਂ, ਖੁਰਲੀ, ਬਲਦ, ਗੱਡਾ, ਕੁਛ ਨਹੀਂ ਛੱਡਦੇ ਕੁਰਕੀ ਵਾਲੇ। ਸੋ ਉਸ ਤੋਂ ਬਾਅਦ ਜਦੋਂ ਇਹ ਅਲੱਗ-ਅਲੱਗ ਬਹੁਤ ਇਹਨਾਂ ਨੇ ਜਿੱਦਾਂ ਸਹਿਆ ਬਹੁਤ ਕੁਛ ਉਸ ਟਾਈਮ, ਉਸ ਤੋਂ ਬਾਅਦ 2 ਮਹੀਨੇ ਬਾਅਦ ਛੁੱਟ ਕੇ ਆਏ ਆ। ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਦੁਬਾਰਾ ਫਿਰ ਜ਼ੀਰੋ ਤੋਂ ਸ਼ੁਰੂ ਕੀਤਾ। ਹਾਂਜੀ ਭਾਜੀ। ਹਾਂਜੀ, 4735 ਤੁਸੀਂ ਆਉਣੇ ਰੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਮੈਂ ਤਾਂ ਸਿਰਫ ਮਾੜਾ ਜਿਹਾ ਕਹਿਣਾ ਸੀ ਭਾਜੀ, ਉਹ ਜਦੋਂ ਕੋਈ ਆਪਣੇ ਲੀਡਰ ਆਉਂਦੇ ਆ, ਉਹਨਾਂ ਦਾ ਨਾਮ ਨਾ ਸਕਰੀਨ ਤੇ ਆ ਜਾਇਆ ਕਰੇ, ਕਿਉਂਕਿ ਕਈ ਵਾਰੀ ਥੋੜਾ ਇੱਧਰ ਉੱਧਰ ਹੋ ਜਾਈਦਾ ਤੇ ਪਤਾ ਨਹੀਂ ਲੱਗਦਾ ਕਿਹੜੇ ਲੀਡਰ ਸਾਹਿਬ ਬੋਲ ਰਹੇ ਨੇ। ਹਾਂਜੀ, ਆਪਾਂ ਨਾ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਪਹਿਲੇ 4 ਮਿੰਟ ਉਹਨਾਂ ਦਾ ਨਾਮ ਤੇ ਸਕਰੀਨ ਤੇ ਉਹਨਾਂ ਦੀ ਫੋਟੋ ਤੇ ਉਹਨਾਂ ਬਾਰੇ ਜਿੰਨੀ ਕੁ ਜਾਣਕਾਰੀ ਹੁੰਦੀ ਉਹ ਜ਼ਰੂਰ ਉੱਤੇ ਰੱਖਦੇ ਆ। ਪਰ ਆ ਗੱਲ ਤੁਹਾਡੀ ਤੇ ਗੌਰ ਕਰ ਲਾਂਗੇ, ਆਪਾਂ ਥੱਲੇ ਲਿਖ ਦਾਂਗੇ ਜਿੱਦਾਂ ਸਾਡਾ ਨਾਮ ਲਿਖਿਆ ਨਾ, ਤੇ ਆਪਾਂ ਉਹਦੇ ਚ ਮਿਕਸ ਹੋ ਜਾਂਦਾ, ਇੱਧਰ ਉੱਧਰ ਹੋ ਜਾਂਦਾ ਬੰਦਾ। ਹਾਂਜੀ, ਤੇ ਉਥੋਂ ਫਿਰ ਪਤਾ ਨਹੀਂ ਲੱਗਦਾ। ਜ਼ਰੂਰ। ਤੇ ਦੂਜੀ ਇਹ ਗੱਲ ਹੈਗੀ, ਉਹ ਆਪਣਾ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਪਰ ਕਦੀ ਕਦੀ ਤੁਸੀਂ ਉਹ ਜਿਹੜੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਹੋਰ ਪਰਾਂ ਜਿਹੜੇ ਹੈਗੇ ਆ ਯੂਪੀ ਦੇ, ਰਾਜਸਥਾਨ ਦੇ, ਉਹਨਾਂ ਦਾ ਵੀ ਥੋੜੀ ਇਨਫੋਰਮੇਸ਼ਨ ਦੇ ਦਿਆ ਕਰੋ, ਪਤਾ ਨਹੀਂ। ਜ਼ਰੂਰ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪ੍ਰੋਬਲਮ ਇਹ ਆ ਵੀਰ ਜੀ ਉਹ ਕਿ ਉੱਥੇ ਨਾ ਇੰਟਰਨੈਟ ਦੀ ਬਹੁਤ ਪ੍ਰੋਬਲਮ ਹੈ ਸਾਰੇ ਥਾਵਾਂ ਤੇ। ਜਿਹੜਾ ਟਿਕਰੀ ਬਾਰਡਰ ਆ ਨਾ, ਉੱਤੋਂ ਵੀ ਅਸੀਂ ਕਈ ਦਿਨਾਂ ਦੀ ਕੋਸ਼ਿਸ਼ ਕਰ ਰਹੇ ਸੀ। ਇਹਨਾਂ ਨੂੰ ਡੱਲੇਵਾਲ ਉਹਨਾਂ ਨੇ ਨਾ ਫੋਨ ਨਹੀਂ ਚੱਲਦਾ, ਉੱਥੇ ਜੈਮਰ ਲੱਗੇ ਹੋਏ ਆ। ਸੋ ਇਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਪ੍ਰੋਗਰਾਮ ਕਰਨ ਵਾਸਤੇ, ਜਿੱਥੇ ਵਾਈਫਾਈ ਹੋਵੇ ਕਿਸੇ ਹੋਟਲ ਰੂਮ 'ਚ ਜਾਂ ਕਿਤੇ ਪ੍ਰੋਗਰਾਮ ਕਰਨ ਵਾਸਤੇ। ਉਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ, ਕਿਉਂਕਿ ਉਹ ਇੰਟਰਨੈਟ ਨਹੀਂ ਹੋਣ ਕਰਕੇ ਆਪਾਂ ਇੰਟਰਨੈਟ ਦੇ ਨਾਲ ਹੀ ਪ੍ਰੋਗਰਾਮ ਕਰ ਸਕਦੇ ਹਾਂ, ਤਾਂ ਉਹ ਹੋ ਨਹੀਂ ਰਿਹਾ ਪ੍ਰੋਗਰਾਮ ਉੱਥੋਂ। ਨਹੀਂ ਤਾਂ ਆਪਣੇ ਬੰਦੇ ਗਾਜੀਪੁਰ ਵੀ ਬੈਠੇ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ, ਪਰ ਆਪਾਂ ਕੋਸ਼ਿਸ਼ ਕਰਾਂਗੇ ਰਿਕਵੈਸਟ ਕੈਥ ਉਹਨਾਂ ਨੂੰ ਲੈ ਕੇ ਆਉਣ ਦੀ। ਅੱਛਾ ਜੀ, ਹਾਂਜੀ, ਚਲੋ ਬਹੁਤ ਮਿਹਰਬਾਨੀ ਤੁਹਾਡੀ। ਪਰ ਕੋਈ ਚੀਜ਼ ਹੋਰ ਹੈ ਪੁੱਛਣੀ ਵੀ, ਜੇਕਰ ਕਿਸੇ ਨੇ ਪੈਸੇ ਭੇਜਣੇ ਹੋਣ, ਜਿੱਦਾਂ ਸ਼ਹੀਦ ਹੋਏ ਆ ਜਿਹੜੇ, ਉਹਦਾ ਜਦੋਂ ਵੀ ਕੋਈ ਡਿਸਾਈਡ ਕਰੋਗੇ ਤੇ ਉਹ ਜ਼ਰੂਰ ਦੱਸ ਦੇਣਾ, ਫਿਰ ਬੰਦਾ ਸਿੱਧਾ ਡਾਇਰੈਕਟ ਉਹਨਾਂ ਨੂੰ ਪੈਸੇ ਭੇਜ ਸਕਦਾ। ਜ਼ਰੂਰ ਜੀ, ਅਸੀਂ ਸਾਡੀ ਕੋਸ਼ਿਸ਼ ਆ। ਅਸੀਂ ਕਿਹਾ ਵੀ ਸੀ ਪਹਿਲਾਂ ਵੀ ਜੇ ਤੁਸੀਂ ਪੈਸੇ ਭੇਜਣੇ ਆ ਤੇ ਆਪਣੇ ਪਿੰਡ ਨੂੰ ਭੇਜੋ, ਤੁਹਾਡੇ ਪਿੰਡ 'ਚ, ਕਿਉਂਕਿ ਹਰੇਕ ਬੰਦੇ ਦਾ ਉੱਥੇ ਕੋਈ ਨਾ ਕੋਈ ਲਿੰਕ ਹੈ, ਕੋਈ ਚਾਚੇ ਦਾ ਮੁੰਡਾ, ਕੋਈ ਤਾਏ ਦਾ ਮੁੰਡਾ, ਜਿਹਨੂੰ ਤੁਸੀਂ ਜਾਣਦੇ ਹੋਵੋ, ਤਾਂ ਕਿ ਉਹ ਆਪਣੇ ਹੱਥੀਂ ਜਾ ਕੇ ਉਹਨਾਂ ਦੇ ਘਰ 'ਚ ਦੇ ਸਕੇ ਜਾਂ ਕੁਝ। ਪਰ ਹਾਲੇ ਲੋੜ ਨਹੀਂ ਆ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਇੱਕ ਇੱਦਾਂ ਦੀ ਜਥੇਬੰਦੀ ਬਣਾਓ ਜਿਹੜੀ ਸਾਰਿਆਂ ਨੂੰ ਬਰਾਬਰ ਦੇ ਸਕੇ। ਇਹ ਨਾ ਹੋਵੇ ਕਿਸੇ ਨੂੰ ਵੱਧ ਮਿਲ ਜਾਵੇ ਤੇ ਕਿਸੇ ਨੂੰ ਮਿਲੇ ਹੀ ਨਾ। ਸੋ ਹਾਲੇ ਵੇਟ ਕਰ ਲਓ, ਕਿਉਂਕਿ ਹਾਲੇ ਸੰਘਰਸ਼ ਓਵਰ ਨਹੀਂ ਹੋਇਆ, ਔਰ ਇਹ ਹਾਲੇ ਤਾਂ 150-200 ਸ਼ਹੀਦੀ ਹੋਈ ਆ। ਸ਼ਹੀਦੀਆਂ ਵਧਣੀਆਂ ਆ, ਕਿਉਂਕਿ ਠੰਡ ਵੀ ਆ, ਬਿਮਾਰੀ ਵੀ ਆ, ਤੇ ਸਾਰਾ ਕੁਛ ਆ, ਤੇ ਉਹ ਹਾਲੇ ਵੇਟ ਕਰ ਲਓ। ਐਂਡ 'ਚ ਕੁਛ ਨਾ ਕੁਛ ਕਰੂਗੇ। ਕੁਛ ਬਜਟ ਉਹਨਾਂ ਕੋਲ ਆਇਆ ਵੀ ਹੋਇਆ, ਸਾਨੂੰ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਦੱਸਿਆ ਸੀ। ਜਿਹੜਾ ਉਹਨਾਂ ਕੋਲ ਬਜਟ ਇਕੱਠਾ ਹੋਇਆ, ਉਹ ਵੀ ਕੋਸ਼ਿਸ਼ ਕਰੂਗੇ ਵੀ ਉਸ ਬਜਟ ਦੇ ਵਿੱਚੋਂ ਕੋਈ ਇੱਕ ਫਿਕਸ ਅਮਾਊਂਟ ਉਹਨਾਂ ਸਾਰਿਆਂ ਨੂੰ ਦਿੱਤਾ ਜਾ ਸਕੇ। ਅੱਛਾ, ਹਾਂਜੀ, ਧੰਨਵਾਦ ਤੁਹਾਡਾ ਵੀ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਬਹੁਤ ਵਧੀਆ। ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਨਾਮ ਵਧੀਆ ਲੱਗਾ ਮੈਨੂੰ ਗੱਲ, ਵੀ ਥੱਲੇ ਜਿੱਦਾਂ ਸਾਡਾ ਨਾਮ ਆ ਰਿਹਾ ਸਕਰੀਨ 'ਤੇ, ਉਹਨਾਂ ਦਾ ਨਾਮ ਵੀ ਵਿੱਚ ਐਡ ਕਰ ਦਿਆ ਕਰੀਏ, ਕਿਉਂਕਿ ਕਈ ਵੀਰ ਬਾਅਦ 'ਚ, ਸ਼ੁਰੂ ਤੋਂ ਬਾਅਦ 'ਚ ਜੁੜਦੇ ਆ, ਕਿਤੇ ਨਾ ਕਿਤੇ ਕੋਈ ਹੋਰ ਪ੍ਰੋਗਰਾਮ ਦੇਖ ਰਹੇ ਹੁੰਦੇ ਆ ਜਾਂ ਕੁਛ। ਇੱਕ ਬੇਨਤੀ ਹੈ ਸਾਰਿਆਂ ਨੂੰ ਵੀ ਇਹ ਜਿਹੜੇ ਪ੍ਰੋਗਰਾਮ ਆ ਅਸੀਂ ਤੁਹਾਡੇ ਵਾਸਤੇ ਕਰ ਰਹੇ ਹਾਂ, ਇਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹ ਪ੍ਰੋਗਰਾਮਾਂ ਨੂੰ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ, ਮੈਸੇਜ ਗਾਂਹ ਦੀ ਗਾਂਹ ਚੱਲ ਜੂਗਾ, ਕਿਉਂਕਿ ਅਸੀਂ ਪ੍ਰੋਗਰਾਮ ਦੇ ਵਿੱਚ ਟੋਕਦੇ ਨਹੀਂ। ਜਿੰਨੇ ਵੀ ਕਿਸਾਨ ਆਗੂ ਹੁੰਦੇ ਆ ਉਹਨਾਂ ਨੂੰ ਆਪਣੀਆਂ ਗੱਲਾਂ ਦਿਲ ਦੀਆਂ ਕਰਨ ਦਿੰਦੇ ਆ। ਸੋ ਜਿਹੜਾ ਇਹ ਮੈਸੇਜ ਆ, ਇਹ ਓਰੀਜਨਲ ਮੈਸੇਜ ਆਉਂਦਾ ਆ, ਨਾਲ ਅਸੀਂ ਕੋਈ ਟਾਈਟਲ ਨਹੀਂ ਲਾਉਣਾ ਗਰਮ ਉਹਦੇ ਵੀ ਦੇਖੋ ਡੱਲੇਵਾਲ ਨੇ ਕੀ ਕਿਹਾ, ਦੇਖੋ ਡੱਲੇਵਾਲ ਨੇ ਫਲਾਣੇ ਦੇ ਬਾਰੇ ਕੀ ਕਿਹਾ, ਇੱਦਾਂ ਕੁਝ ਨਹੀਂ ਲਿਖਣਾ। ਅਸੀਂ ਸਾਨੂੰ ਪਤਾ ਜੇ ਅਸੀਂ ਇੱਦਾਂ ਦਾ ਲਿਖ ਦਈਏ ਸਾਡੇ ਵਿਊ ਜਿਹੜੇ ਬਹੁਤ ਜ਼ਿਆਦਾ ਵੱਧ ਜੂਗੇ। ਅੱਜ ਉੱਤੇ ਟਾਈਟਲ ਲਾ ਦਈਏ ਦੇਖੋ ਡੱਲੇਵਾਲ ਨੇ ਦੀਪ ਸਿੱਧੂ ਬਾਰੇ ਕੀ ਕਿਹਾ, ਦੇਖੋ ਡੱਲੇਵਾਲ ਨੇ ਲੱਖੇ ਸਿਧਾਣੇ ਬਾਰੇ ਕੀ ਕਿਹਾ, ਵਿੱਚ ਭਾਵੇਂ ਕੁਝ ਵੀ ਨਾ ਹੋਵੇ, ਲੋਕਾਂ ਨੇ ਉੱਤੇ ਕਲਿੱਕ ਕਰਕੇ ਦੇਖਣਾ। ਪਰ ਸਾਡਾ ਇਹ ਮਕਸਦ ਨਹੀਂ ਆ। ਸਾਡਾ ਮਕਸਦ ਆ ਉਹਨਾਂ ਦੇ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ। ਸੋ ਉਹ ਤੁਹਾਡੇ 'ਤੇ ਡਿਪੈਂਡ ਕਰਦਾ, ਉਹਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸਲੀ ਗੱਲ ਜਿਹੜੀ ਆ ਅੰਦਰ ਦੀ ਉੱਥੇ ਹੋ ਕੀ ਰਿਹਾ ਆ ਮੋਰਚੇ 'ਚ, ਉਹ ਲੋਕਾਂ ਤੱਕ ਪਹੁੰਚਾਈ ਜਾ ਸਕੇ।
ਕਿਉਂਕਿ ਬਹੁਤੇ ਜਿਹੜੇ ਚੈਨਲ ਆ ਉਹ ਨਵੇਂ ਖਾਸ ਕਰਕੇ ਜਿਹੜੇ ਸ਼ੁਰੂ ਹੋਏ ਆ ਉਹਨਾਂ ਦੀ ਵੀ ਅਸੀਂ ਮਜਬੂਰੀ ਸਮਝਦੇ ਹਾਂ। ਉਹ ਚਾਹੁੰਦੇ ਆ ਵੀ ਸਾਡਾ ਚੈਨਲ ਕਿਸੇ ਨਾ ਕਿਸੇ ਤਰੀਕੇ ਨਾਲ ਮਸ਼ਹੂਰ ਹੋ ਜਾਵੇ, ਕਿਉਂਕਿ ਨਵਾਂ ਸ਼ੁਰੂ ਹੋਇਆ, ਹੁਣੇ ਸਟਾਰਟ ਕੀਤਾ ਚੈਨਲ, ਅਤੇ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ। ਅਸੀਂ ਇਹ ਪੰਥ ਦੀ ਕੰਮਾਂ ਵਾਸਤੇ ਕੀਤਾ, ਪੰਥ ਦੀਆਂ ਗੱਲਾਂ ਕਰਨ ਵਾਸਤੇ। ਮਤਲਬ ਨਹੀਂ, ਪਰ ਗੱਲ ਜ਼ਰੂਰ ਗਾਂਹ ਪਹੁੰਚਾ ਦਿਆ ਕਰੋ। ਹਾਂਜੀ ਹਾਂਜੀ ਵਿੱਚ ਤੁਹਾਡਾ ਵਿੱਚ ਕਨੈਕਟ। ਹਾਂਜੀ ਭਾਜੀ, ਬਿਲਕੁਲ ਜੀ। ਆਪਾਂ ਜਦੋਂ ਤੋਂ ਇਹ ਚੈਨਲ ਸ਼ੁਰੂਆਤ ਕੀਤੀ ਆ, ਆਪਾਂ ਇਹ ਆਪਾਂ ਜਿਹੜੀ ਸਿੱਖ ਕੌਮ ਆ ਸਾਡੀ, ਜਾਂ ਮਨੁੱਖਤਾ ਦੇ ਭਲੇ ਵਾਸਤੇ ਚੈਨਲ ਸ਼ੁਰੂ ਕੀਤਾ। ਜਿਹੜੀਆਂ ਗੱਲਾਂ ਕੋਈ ਨਹੀਂ ਕਰਦਾ ਜਾਂ ਸੱਚ ਬੋਲਣ ਤੋਂ ਡਰਦਾ ਆ, ਆਪਾਂ ਉਹ ਗੱਲਾਂ ਸਾਰੀਆਂ ਕਰ ਸਕੀਏ। ਬਾਕੀ ਸਾਡੇ ਕੋਲ ਕਈ ਚੈਨਲਾਂ ਦੇ ਬਾਰੇ ਇਨਫੋਰਮੇਸ਼ਨ ਵੀ ਹੈਗੀ ਆ ਵੀ ਜਿਹੜੇ ਕਈ ਚੈਨਲ ਫਲੱਡ ਕੀਤੇ ਗਏ ਆ, ਉਹ ਮੋਸਟਲੀ ਇੰਡੀਆ ਦੇ ਪੰਜਾਬ ਦੇ ਵਿੱਚੋਂ ਜਿਹੜੇ ਗਏ ਆ ਚੈਨਲ, ਉਹ ਮੋਸਟਲੀ ਕਾਫੀ ਜ਼ਿਆਦਾ ਜਿਹੜੇ ਆ ਉਹ ਉੱਥੇ ਦੇ MLA ਜਾਂ MP ਕਿਸੇ ਨਾ ਕਿਸੇ ਨੇ ਫੰਡ ਕਰਕੇ ਇਹਨਾਂ ਚੈਨਲਾਂ ਨੂੰ ਜਿਹੜਾ ਆ ਉਹ ਖਿੱਚਿਆ ਗਿਆ ਵਿੱਚ ਸਾਰਿਆਂ ਦੇ। ਸੋ ਬੇਸਿਕਲੀ ਇਹ ਆ ਵੀ ਉਹ ਚੈਨਲਾਂ ਦੀ ਮਜਬੂਰੀ ਵੀ ਬਣ ਜਾਂਦੀ ਆ, ਕਿਉਂਕਿ ਉਹਨਾਂ ਨੇ ਪੈਸੇ ਵੀ ਕਮਾ ਕੇ ਦੇਣੇ ਆ ਜਿੰਨੇ ਇਨਵੈਸਟ ਕੀਤਾ ਆ। ਤੋ ਸਾਡਾ ਜਿਹੜਾ ਚੈਨਲ ਹੈ ਇਹ ਟੋਟਲੀ ਜਿਹੜੀ ਡੋਨੇਸ਼ਨ ਜਾਂ ਕੁਝ ਵੀ ਇਹਨੂੰ ਸਾਨੂੰ ਆਉਂਦਾ ਆ, ਉਹ ਵਰਲਡ ਸਿੱਖ ਫੈਡਰੇਸ਼ਨ ਜਥੇਬੰਦੀ ਜਿਹੜੀ ਆ ਉਹਦੇ ਵੱਲੋਂ ਇਹ ਚੱਲ ਰਿਹਾ ਆ, ਤੇ ਉਹਦੇ ਵੱਲੋਂ ਹੀ ਸਾਨੂੰ ਸਾਰੇ ਵੀਰ ਜਿਹੜੇ ਆ ਸਾਡੇ ਕੰਟਰੀਬਿਊਟ ਕਰਦੇ ਆ, ਚਾਹੇ ਉਹ ਕੁਲਵੰਤ ਸਿੰਘ ਸੁੰਨੜ ਆ, ਚਾਹੇ ਉਹ ਮਨਦੀਪ ਸਿੰਘ ਬੈਲਗਾ ਆ, ਸੁਰਿੰਦਰ ਸਿੰਘ ਬਸਰੇ ਹੁਣੀ ਆ, ਅਮੋਲਕ ਸਿੰਘ ਆ, ਗੁਰਨੇਕ ਸਿੰਘ ਬਾਗੜੀ ਹੁਣੀ ਆ। ਮੈਂ ਜਿੰਨੇ ਵੀ ਨਾਂ ਲਵਾਂ, ਸਾਡੇ ਜਿਹੜੇ ਵੀ ਕਰਦੇ ਆ, ਸਾਨੂੰ ਸਪੋਰਟ ਕਰਦੇ ਆ, ਉਹਨਾਂ ਦੇ ਨਾਂ ਜਿਹੜੇ ਆ ਉਹ ਸਾਡੇ ਜਦੋਂ ਗੁਰਮਤ ਟੀਵੀ ਤੇ ਚੱਲ ਰਿਹਾ ਹੁੰਦਾ ਆ, ਉਹਦੇ ਥੱਲੇ ਉਹਨਾਂ ਦੇ ਨਾਮਾਂ ਦੀ ਸਕਰੋਲ ਆਉਂਦੀ ਆ, ਸਾਰੇ ਵੀ ਜਿਹੜੇ ਸਪੋਰਟ ਕਰ ਰਹੇ ਆ। ਸੋ ਕੋਈ ਵੀ ਸਾਡੇ ਚੈਨਲ ਨੂੰ ਸਪੋਰਟ ਕਰ ਸਕਦਾ ਆ, ਮੋਸਟ ਵੈਲਕਮ। ਜਗਮੋਹਨ ਸਿੰਘ ਜੀ, ਪ੍ਰੋਗਰਾਮ ਲਾਈਵ ਚੱਲ ਰਿਹਾ, ਕਿਉਂਕਿ ਮੇਰੇ ਇੱਧਰ ਬਿਜਲੀ ਇੰਚ ਮੱਕਾ ਮਾਰਿਆ, ਸਿਰਫ ਬੈਕਅਪ ਤੇ ਚੱਲ ਰਹੀ ਆ ਹੁਣ। ਬਿਲਕੁਲ ਜੀ, ਚੱਲ ਰਿਹਾ ਪ੍ਰੋਗਰਾਮ ਇੱਥੇ। ਮੈਨੂੰ ਸਕਰੀਨ ਤੇ ਕੁਝ ਨਹੀਂ ਦਿਖ ਰਿਹਾ ਹੁਣ, ਸਕਰੀਨ ਤੇ ਆ ਰਿਹਾ ਆ, ਮੇਰੀ ਸਕਰੀਨ ਬੰਦ ਆ ਹੁਣ, ਉਹ ਸਿਰਫ ਬੈਕਅਪ ਤੇ ਚੱਲ ਰਿਹਾ, ਕੰਪਿਊਟਰ ਚੱਲ ਰਿਹਾ। ਇੱਧਰਲੀ ਸਕਰੀਨ ਸ਼ਾਇਦ ਉਹਦੇ 'ਚ ਬੈਕਅਪ ਬੈਟਰੀ 'ਚ ਨਹੀਂ ਸੀ ਲੱਗੀ ਹੋਈ, ਸਕਰੀਨ ਮੇਰੀ ਬੰਦ ਆ। ਸੋ ਮੈਂ ਟੋਟਲੀ ਬਲਾਈਂਡ ਆ ਇਸ ਟਾਈਮ। ਥੋੜਾ ਜਿਹਾ ਇੱਧਰ ਨੂੰ ਦੇਖ ਕੇ ਤੁਸੀਂ ਕਰ ਸਕਦੇ ਗੱਲ ਇੱਥੇ, ਬਿਲਕੁਲ। ਤੇ ਬਿਲਕੁਲ ਸਭ ਕੁਝ ਵਧੀਆ ਚੱਲ ਰਿਹਾ ਪ੍ਰੋਗਰਾਮ, ਟਿੱਪਣੀਆਂ ਵੀ ਆ ਰਹੀਆਂ, ਫੇਸਬੁੱਕ ਤੇ ਵੀ ਇਸ ਟਾਈਮ ਲਾਈਵ ਹੋ ਰਿਹਾ ਆ। ਸੋ ਸਾਡਾ ਵੀਰੋ, ਇਹ ਜਿਹੜਾ ਚੈਨਲ ਹੈ ਇਹ ਸਾਡਾ ਨਹੀਂ, ਇਹ ਤੁਹਾਡਾ ਚੈਨਲ ਹੈ। ਤੁਸੀਂ ਇਹਨੂੰ ਸਕਸੈਸਫੁਲ ਬਣਾਉਣਾ ਆ। ਤੁਹਾਡੀ ਜਿਹੜੀ ਗੱਲ ਆ, ਜਿਹੜੀ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ, ਗੱਲਾਂ ਕਰਕੇ ਜਾਂ ਕਵਿਤਾ ਸੁਣਾਉਣੀ ਚਾਹੁੰਦੇ ਇੱਥੇ ਆ ਕੇ, ਜੇ ਸਿੱਖ ਪੰਥ ਦਾ ਦਰਦ ਰੱਖਦੇ ਆ, ਜੇ ਇਨਸਾਨੀਅਤ ਦਾ ਦਰਦ ਰੱਖਦੇ ਆ, ਤੁਸੀਂ ਇਹ ਚੈਨਲ ਤੁਸੀਂ ਲੋਕਾਂ ਦਾ ਅੰਮ੍ਰਿਤ ਗੁਰ ਤੇ ਪਾਇਆ। ਹੈਲੋ, ਨਹੀਂ ਕੱਟਿਆ ਗਿਆ ਫੋਨ, ਕਿਉਂਕਿ ਮੇਰੇ ਬਿਜਲੀ ਚਲੇ ਗਈ ਹੋਈ ਆ ਤੇ ਬੈਕਅਪ ਤੇ ਹੀ ਚੱਲ ਰਿਹਾ ਸਾਰਾ ਕੰਮ। ਹਾਂਜੀ, ਸੋ ਤੁਸੀਂ ਕਰੋ, ਮੈਂ ਉਹਨਾਂ ਚਿਰ ਇੱਧਰ ਸਕਰੀਨ ਲਿਆਉਣ ਦੀ ਕੋਸ਼ਿਸ਼ ਕਰਦਾ ਆ। ਇੱਕ ਸਕਰੀਨ ਮੇਰੀ ਚੱਲ ਰਹੀ ਹੈ, ਕੰਟੀਨਿਊ ਕਰ ਰਿਹਾ ਸੀਗਾ ਵੀ ਆਪਾਂ ਜਿਹੜੇ ਵੀ ਪ੍ਰੋਗਰਾਮ ਇਹ ਲੈ ਕੇ ਆਉਨੇ ਆ, ਆਪਣੇ ਸਾਰੇ ਜਿਹੜੇ ਸਾਡੀ ਰੀੜ ਦੀ ਹੱਡੀ ਆ, ਸਾਡੇ ਦਰਸ਼ਕ ਆ, ਸਾਡੇ ਫੇਸਬੁੱਕ ਤੇ ਜਿਹੜੇ ਦੇਖਦੇ, ਸਾਨੂੰ YouTube ਤੇ ਦੇਖਦੇ ਆ। ਮੈਂ ਇਹ ਵੀ ਬੇਨਤੀ ਕਰੂੰਗਾ, ਜਿਹੜੇ ਸਾਨੂੰ YouTube ਤੇ ਦੇਖਦੇ ਆ ਜਾਂ ਜਿਹੜੇ ਸਾਨੂੰ ਫੇਸਬੁੱਕ ਤੇ ਦੇਖਦੇ ਆ, ਉਹ ਸਾਡਾ ਚੈਨਲ ਕੋਸ਼ਿਸ਼ ਕਰੋ ਸਬਸਕ੍ਰਾਈਬ ਕਰੋ, ਹੋਰ ਸੰਗਤ ਨੂੰ ਦੱਸੋਗਾ ਵੀ ਆ ਜੀ SDBM TV YouTube ਤੇ ਤੁਸੀਂ ਸਬਸਕ੍ਰਾਈਬ ਕਰੋ। ਸੱਚ ਦੀ ਖੋਜ ਪੇਜ ਜਿਹੜਾ ਸਾਡਾ ਚੱਲਦਾ ਹੈ, SDBM ਪੇਜ ਫੇਸਬੁੱਕ ਤੇ, ਇਹਦਾ ਲਿੰਕ ਤੁਸੀਂ ਕਹੋ ਵੀ ਇਹਦਾ ਲਿੰਕ ਜਿਹੜਾ ਆ ਉਹਨੂੰ ਤੁਸੀਂ ਪੇਜ ਨੂੰ ਲਾਈਕ ਕਰੋ, ਜਾਂ ਗੁਰਮਤ TV ਵਾਲਾ ਸਾਡਾ ਪੇਜ ਹੈ ਜਿਹੜਾ, ਉਸ ਪੇਜ ਨੂੰ ਜਾ ਕੇ ਲਾਈਕ ਕਰੋ। ਦੇਸੀ ਚੈਨਲ ਦਾ ਫੇਸਬੁੱਕ ਪੇਜ ਆ, ਉਹਨੂੰ ਲਾਈਕ ਕਰੋ। ਮਤਲਬ ਸਾਰੇ ਸਾਡੇ ਕੋਲ ਆਪਸ਼ਨ ਹੈਗੀਆਂ ਆ, ਜਿਹੜਾ ਅੰਮ੍ਰਿਤ ਗੁਰ ਤੇ ਪਾਇਆ। ਹਾਂਜੀ, WhatsApp ਤੇ ਤੁਹਾਡੀ ਕਾਲ ਹੈ, ਔਨ 에ਅਰ ਹੋ ਤੁਸੀਂ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਰਾਜਿੰਦਰ ਸਿੰਘ ਬੋਲ ਰਿਹਾ ਸੀਗਾ ਵਿਨੀਪੈਗ ਤੋਂ ਜੀ। ਹਾਂਜੀ, ਕਰੋ ਗੱਲ। ਤੇ ਬਹੁਤ ਵਧੀਆ ਪ੍ਰੋਗਰਾਮ ਸੁਣਿਆ ਡੱਲੇਵਾਲ ਜੀ ਦਾ, ਬਹੁਤ ਵਧੀਆ ਉਹਨਾਂ ਨੇ ਵਿਚਾਰ ਸੀਗੇ, ਵਧੀਆ ਸੰਘਰਸ਼ਮਈ ਬੰਦੇ ਆ ਉਹ। ਹਾਂਜੀ, ਤੇ ਮੈਂ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦਾ ਸੀ। ਮੈਂ ਕਿਹਾ ਵੀ ਜਿਵੇਂ ਮਤਲਬ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਵੀ ਮਤਲਬ ਹਰੇਕ ਪਿੰਡ ਦੇ ਵਿੱਚ, ਘਰ ਦੇ ਵਿੱਚ ਮਤਲਬ ਝੰਡੇ ਲੱਗਣ, ਹਨਾ ਜੀ। ਕੋਈ ਵੀ ਝੰਡੇ ਮਤਲਬ ਹਰੇਕ ਘਰੇ ਹੋਣ, ਉਹਦੇ ਨਾਲ ਹੋਊਗਾ ਮਤਲਬ ਭਲਾ ਦੀ ਹਰਾ ਹੋਵੇ, ਕੇਸਰੀ ਹੋਵੇ, ਕੋਈ ਹੋਵੇ ਝੰਡਾ, ਹਨਾ। ਹਾਂਜੀ, ਇਹ ਮੇਰਾ ਛੋਟਾ ਜਿਹਾ ਸੁਝਾਅ ਸੀਗਾ ਜੀ ਕਿਸਾਨ ਜਥੇਬੰਦੀਆਂ ਦੀ। ਨਹੀਂ, ਬਹੁਤ ਵਧੀਆ ਤੁਹਾਡਾ ਸੁਝਾਅ ਆ। ਕੁਛ ਆਪਣੇ ਵੀਰ ਨਾ ਟਰਾਈ ਵੀ ਕਰ ਰਹੇ ਆ ਇੱਥੇ ਅਮਰੀਕਾ ਤੋਂ, ਉਹਨਾਂ ਨੇ ਬੇਕਰਫੀਲਡ ਤੋਂ 20,000 ਝੰਡਿਆਂ ਦਾ ਕਰੀਬ ਇੱਥੋਂ ਉਹਨਾਂ ਨੇ ਫੰਡ ਭੇਜਿਆ ਆ, ਕਿ ਤਾਂ ਕਿ ਉੱਥੇ ਝੰਡੇ ਲਗਾਏ ਜਾ ਸਕਣ।
ਸੋ ਬਹੁਤ ਵਧੀਆ ਆਈਡੀਆ, ਖਾਸ ਕਰਕੇ 26 ਜਨਵਰੀ ਤੱਕ ਜੇ ਹਰ ਘਰ ਦੇ ਉੱਤੇ, ਹਰ ਗੱਡੀ ਦੇ ਉੱਤੇ ਝੰਡਾ ਲੱਗਾ ਹੋਵੇ ਤੇ ਬਹੁਤ ਵੱਡਾ ਇੱਕ ਮੈਸੇਜ ਆ ਸਕਦਾ ਆ ਆਪਣੇ ਆਪ ਬਿਨਾਂ ਦੇ। ਨਾ ਵਿਰੋਧ ਕਰਨਾ ਕਿਸੇ ਦਾ, ਨਾ ਆਪਾਂ ਕਿਸੇ ਨੂੰ ਕੁਝ ਕਹਿਣਾ, ਆਪਾਂ ਉਹਦੇ ਘਰੇ ਝੰਡਾ ਲਾਉਣਾ ਛੱਤ ਦੇ ਉੱਤੇ। ਬਿਲਕੁਲ ਬਿਲਕੁਲ, ਬਹੁਤ ਵਧੀਆ ਸਟੇਸ਼ਨ ਹੈ ਭਾਜੀ, ਬਹੁਤ ਜ਼ਿਆਦਾ ਵਧੀਆ ਤੁਹਾਡੀ ਸਟੇਸ਼ਨ ਹੈ ਵੀਰ ਜੀਓ। ਵਿਨੀਪੈਗ ਤੋਂ ਜਿਹੜੇ ਕਾਲ ਕਰ ਰਹੇ ਆਪਾਂ ਨੂੰ, ਬਹੁਤ ਵਧੀਆ ਸਟੇਸ਼ਨ ਹੈ ਤੁਹਾਡਾ। ਧੰਨਵਾਦ ਭਾਜੀ, ਧੰਨਵਾਦ ਜੀਓ, ਧੰਨਵਾਦ। ਹਾਂਜੀ, ਬਾਕੀ ਮੈਂ ਅਗਾਂਹ ਫਿਰ ਗੱਲ ਕੰਟੀਨਿਊ ਕਰੂੰਗਾ ਵੀ ਬਹੁਤ ਸੋਚਣ ਵਾਲੀ ਗੱਲ ਆ ਵੀ ਇਹ ਸਰਕਾਰ ਬਣੀ, ਜੋਗੀ ਜਿਹੜਾ ਆ ਉਹਦਾ ਜ਼ੋਰ ਇਹ ਲੱਗਿਆ ਆ ਵੀ ਸ਼ਹਿਰਾਂ ਦੇ ਨਾਂ ਬਦਲ ਦੋ। ਜਿਹੜਾ ਵੀ ਸ਼ਹਿਰ ਕੋਈ ਮੁਸਲਮਾਨ ਦੇ ਨਾਂ ਤੇ ਆ ਉਹ ਸ਼ਹਿਰ ਬਦਲ ਦੋ। ਜਿਹੜਾ ਅਮਿਤ ਸ਼ਾਹ ਆ ਉਹਦਾ ਜ਼ੋਰ ਇਹ ਲੱਗਾ ਵੀ ਕਾਨੂੰਨ ਬਦਲ ਦੋ। ਜਿਹੜਾ ਵੀ ਕੋਈ ਕਾਨੂੰਨ ਹੈ ਉਹ ਕਾਨੂੰਨਾਂ ਦੀ ਬਦਲੀ 'ਚ ਲੱਗਾ ਆ। ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ, ਉਹਨਾਂ ਦਾ ਜ਼ੋਰ ਇਹ ਲੱਗਾ ਵੀ ਸੂਟ ਬਦਲ ਦੋ। ਸੋ ਤਿੰਨੋਂ ਹੀ ਬਦਲਾਅ ਤਾਂ ਲੈ ਕੇ ਆ ਰਹੇ ਆ ਰਾਜਨੀਤੀ 'ਚ, ਤੇ ਬਦਲਾਅ ਉਹਨਾਂ ਦੇ ਇਹ ਆ, ਜੋਗੀ ਕਹਿੰਦਾ ਸ਼ਹਿਰਾਂ ਦੇ ਨਾਂ ਬਦਲ ਦੋ, ਅਮਿਤ ਸ਼ਾਹ ਕਹਿੰਦਾ ਆ ਜਿਹੜੇ ਵੀ ਕਾਨੂੰਨ ਬਦਲ ਦੋ ਸਾਰੇ, ਤੇ ਮੋਦੀ ਸਾਹਿਬ ਕਹਿੰਦੇ ਸੂਟ ਬਦਲੀ ਜਾਓ। ਸੋ 1.25 ਲੱਖ ਦੇ ਸੂਟ ਪਾ ਕੇ ਫਕੀਰ ਬੰਦੇ ਕਹਿੰਦੇ ਵੀ ਮੈਂ ਫਕੀਰ ਆ, ਮੇਰੇ ਤੋਂ ਵੱਡਾ ਕੋਈ ਫਕੀਰ ਨਹੀਂ ਆ। ਸੋ ਇਹ ਆਪਾਂ ਦੇਖ ਸਕਦੇ ਆ ਵੀ ਇਹ ਬਾਬਿਆਂ ਵਾਲਾ ਜਿਹੜਾ ਉਹ ਕਹਿੰਦਾ ਆਪਾਂ ਬੂਬਨੇ ਵਾਲਾ ਟ੍ਰੈਂਡ ਕਹਿੰਦੇ ਆ, ਉਹੀ ਆ ਵੀ ਸਾਡਾ ਕੀ ਹੈ ਜੀ, ਸਾਡਾ ਸਾਰਾ ਕੁਛ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆ, ਸਾਡੇ ਨਾਂ ਕੁਛ ਨਹੀਂ ਆ। ਆਪ ਲੱਖਾਂ ਦੀਆਂ ਗੱਡੀਆਂ, ਕਰੋੜਾਂ ਦੀਆਂ ਜਾਇਦਾਦਾਂ ਰੱਖਦੇ ਆ। ਸੋ ਇਹ ਸਾਨੂੰ ਦੇਖਣਾ ਪੈਣਾ ਆ ਵੀ ਜਦੋਂ ਵੀ ਅਸੀਂ ਇਹ ਗੱਲਬਾਤ ਕਰਦੇ ਆ ਜਾਂ ਸਾਨੂੰ ਆਪ ਸੁਚੇਤ ਹੋਣਾ ਚਾਹੀਦਾ। ਅਸੀਂ ਕਹਿੰਦੇ ਹਮੇਸ਼ਾ ਇਸ ਚੈਨਲ ਤੋਂ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਗੁਰਬਾਣੀ ਆਪ ਪੜ੍ਹੋ। ਜਦੋਂ ਗੁਰਬਾਣੀ ਪੜ੍ਹ ਕੇ ਤੁਹਾਨੂੰ ਗੁਰਮਤਿ ਦੀ ਸਮਝ ਆਊਗੀ, ਹੌਲੀ 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 ਤੁਹਾਨੂੰ ਪਤਾ ਲੱਗ ਜਾਊਗਾ ਵੀ ਬਾਬਾ ਨਾਨਕ ਦਾ ਸਿਧਾਂਤ ਕੀ ਆ। ਬਾਬਾ ਨਾਨਕ ਦਾ ਸਿਧਾਂਤ ਆਹੀ ਆ ਵੀ ਗਰੀਬ ਬੰਦੇ ਦੀ ਮਦਦ ਕਰਨੀ ਆ, ਗਰੀਬ ਗੁਰਬੇ ਦੀ ਮਦਦ ਕਰਨੀ ਆ। ਪਰ ਇਹ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ, ਕਿਉਂਕਿ ਹਰ ਬੰਦਾ ਜਿਹੜਾ ਆ ਉਹ ਆਪਣਾ ਨਾਂ ਵੇਚਣਾ ਚਾਹੁੰਦਾ ਵੀ ਮੇਰਾ ਨਾਂ ਹੋ ਜਾ ਦੁਨੀਆ ਦੇ ਵਿੱਚ। ਪਰ ਜਦੋਂ ਅਸੀਂ ਕਹਿੰਦੇ ਹੁੰਦੇ ਆ ਵੀ ਜੇ ਡੋਨੇਸ਼ਨ ਵੀ ਕਰਨੀ ਆ ਵੀ ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ, ਵੀ ਦਾਨ ਵੀ ਸਾਨੂੰ ਅਕਲ ਨਾਲ ਕਰਨਾ ਚਾਹੀਦਾ ਆ। ਜੇ ਹੁਣ ਕਿਸਾਨ ਜਥੇਬੰਦੀਆਂ ਬਾਰ-ਬਾਰ ਕਹਿ ਰਹੀਆਂ ਭਾਈ ਸਾਨੂੰ ਪੈਸਾ ਨਾ ਭੇਜੋ, ਜਿਹੜਾ ਪੈਸਾ ਆ ਤੁਸੀਂ ਆਪਣੇ ਪਿੰਡ ਵਿੱਚ ਭੇਜੋ। ਆਪਾਂ ਨੂੰ ਵੀ ਪਤਾ ਜਿੰਨੇ ਵੀ ਆਪਾਂ ਬਾਹਰ ਵੀਰ ਬੈਠੇ ਆ, ਕਿਸੇ ਨਾ ਕਿਸੇ ਦਾ ਭਰਾ, ਭੈਣ, ਮਾਸੀ ਦਾ ਮੁੰਡਾ, ਭੂਆ ਦਾ ਮੁੰਡਾ ਇੰਡੀਆ ਦੇ ਵਿੱਚ ਹੁੰਦਾ ਆ, ਉਹਨੂੰ ਪੈਸੇ ਭੇਜੇ ਜਾਣ, ਉਹ ਜਾ ਕੇ ਆਪ ਸ਼ਹੀਦ ਪਰਿਵਾਰ ਨੂੰ ਫੜਾ ਕੇ ਫੋਟੋ ਖਿੱਚ ਕੇ ਤੈਨੂੰ ਭੇਜੇ ਵੀ ਆਹ ਦੇਖੋ ਜੀ ਮੈਂ ਸ਼ਹੀਦ ਪਰਿਵਾਰ ਨੂੰ ਪੈਸੇ ਜਿਹੜੇ ਦੇ ਦਿੱਤੇ ਆ। ਸੋ ਇਹ ਸਾਰਾ ਯੋਗਦਾਨ ਆਪਣਾ ਕੱਲਿਆਂ ਦਾ, ਕਿਸਾਨ ਵਾਲਾ ਦਾ ਨਹੀਂ, ਹਰ ਇੱਕ ਗਰੀਬ ਗੁਰਬੇ ਤੋਂ ਲੈ ਕੇ ਜਿਹੜਾ ਯੋਗਦਾਨ ਇਹਦੇ ਵਿੱਚ ਪਾਉਣਾ ਪੈਣਾ, ਤਾਂ ਹੀ ਲੜਾਈ ਜਿਹੜੀ ਆ ਸਕਸੈਸਫੁਲ ਹੋਣੀ ਆ। ਸੋ ਭਾਜੀ ਤੁਹਾਡਾ ਹੋਇਆ ਸਿਸਟਮ ਸੈੱਟ ਕਿ ਨਹੀਂ? ਨਹੀਂ, ਮੈਂ ਬਲਾਈਂਡ ਆ ਟੋਟਲੀ। ਤੁਸੀਂ ਗੱਲ ਕਰੋ, ਆਪਣੇ ਕੋਲ ਰਹਿ ਗਏ ਆ 7-8 ਮਿੰਟ ਰਹਿ ਗਏ ਆ, ਕੋਈ ਗੱਲ ਨਹੀਂ, ਤੁਸੀਂ ਸਿੱਧਾ ਚਲੋ ਮੈਂ ਏਦਾਂ ਹੀ ਕੈਮਰੇ ਵੱਲ ਦੇਖ ਕੇ ਗੱਲ ਕਰਦਾ ਕਿਉਂਕਿ ਮੈਨੂੰ ਸਕਰੀਨ ਤੇ ਕੁਝ ਨਹੀਂ ਦਿਖ ਰਿਹਾ। ਤੁਸੀਂ ਕਰੋ ਗੱਲ, ਕਾ ਕੋਈ ਨਹੀਂ, ਠੀਕ ਹੈ। ਦੇਖੋ ਵੀਰੋ, ਪਹਿਲਾਂ ਸੌਰੀ ਆ ਡਿਸਟਰਬੈਂਸ ਵਾਸਤੇ, ਸਾਡੇ ਹਨੇਰੀ ਬਹੁਤ ਤੇਜ਼ ਚੱਲ ਰਹੀ ਆ, ਉਹਦੇ ਕਰਕੇ ਝਮੱਕਾ ਲੱਗਾ, ਬਿਜਲੀ ਤਾਂ ਆ ਗਈ ਹੈ ਵਾਪਸ, ਪਰ ਉਹਦੇ ਨਾਲ ਜਿਹੜਾ ਮੇਰਾ ਇੱਕ ਮੋਨੀਟਰ ਆ ਉਹ ਬੰਦ ਹੋ ਗਿਆ, ਜਿਹੜੇ ਮੋਨੀਟਰ ਦੇ ਉੱਤੇ ਮੇਨ ਸਾਰਾ ਕੁਝ ਚੱਲਦਾ ਹੁੰਦਾ ਆ, ਤੇ ਦੂਸਰਾ ਵੀ ਝਮੱਕੀ ਜਾ ਰਿਹਾ ਆ। ਸੋ ਮੈਂ ਬਾਅਦ 'ਚ ਕਰੂੰਗਾ ਸੈੱਟ, ਆਪਾਂ ਪ੍ਰੋਗਰਾਮ ਕੰਪਲੀਟ ਕਰ ਲਈਏ ਤੇ ਥੋੜ੍ਹੀ ਪਹਿਲਾਂ ਆਪਾਂ ਬੰਦ ਕਰ ਦਾਂਗੇ ਪ੍ਰੋਗਰਾਮ। ਅਗਲੇ ਹਫਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਦਾਰ ਬਲਦੇਵ ਸਿੰਘ ਸਿਰਸਾ ਹੋਣੀ, ਉਹਨਾਂ ਨੂੰ ਲੈ ਕੇ ਆਈਏ ਸ਼ਨੀਵਾਰ, ਤੇ ਐਤਵਾਰ ਕਿਸੇ ਹੋਰ ਕਿਸਾਨ ਲੀਡਰ ਨੂੰ ਤੁਹਾਡੇ ਨਾਲ ਰੂਬਰੂ ਕਰਾਇਆ ਜਾਵੇ। ਬਾਰ-ਬਾਰ ਸਾਡੀ ਕੋਸ਼ਿਸ਼ ਆ ਵੀ ਜਿੰਨਾ ਚਿਰ ਇਹ ਕਿਸਾਨ ਮਸਲਾ ਚੱਲ ਰਿਹਾ ਆ, ਤੁਹਾਨੂੰ ਜਿਹੜੀਆਂ ਅੰਦਰ ਦੀਆਂ ਗੱਲਾਂ ਆ, ਜਿਹੜੀਆਂ ਗੱਲਾਂ ਆਮ ਚੈਨਲਾਂ 'ਤੇ ਜਾਂ ਆਮ ਮੀਡੀਆ ਤੋਂ ਤੁਹਾਨੂੰ ਨਹੀਂ ਪਤਾ ਲੱਗਦੀਆਂ, ਉਹ ਜਿਵੇਂ ਆਪਾਂ 1-on-1 ਕਿਸੇ ਨਾਲ ਪਰਸਨਲ ਗੱਲ ਕਰੀਦੀ ਆ, ਇੱਦਾਂ ਤੁਹਾਡੇ ਨਾਲ ਉਹ ਗੱਲਬਾਤ ਕੀਤੀ ਜਾ ਸਕੇ, ਤਾਂ ਕਿ ਸਾਨੂੰ ਅਸਲੀਅਤ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, ਪਰ ਸੋਸ਼ਲ ਮੀਡੀਆ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਵੀ ਆ ਵੀ ਹਰ ਕੋਈ ਬੰਦਾ ਆਪਣੇ ਤਰੀਕੇ ਨਾਲ ਗੱਲ ਨੂੰ ਗਾਂਹ ਵਧਾਉਂਦਾ ਆ, ਗਾਂਹ ਪਹੁੰਚਾਉਂਦਾ ਆ, ਅਤੇ ਉਹ ਗੱਲ ਗਾਂਹ ਸਿਰੇ ਤੱਕ ਜਾਂਦੀ ਜਾਂਦੀ ਕੁਛ ਹੋਰ ਦੀ ਹੋਰ ਹੀ ਬਣ ਜਾਂਦੀ ਆ। ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲ ਅਸਲ ਦੇ ਵਿੱਚ ਕੀ ਆ ਉਹ ਤੁਹਾਡੇ ਤੱਕ ਪਹੁੰਚੇ, ਅਤੇ ਆਪਾਂ ਅਗਲੇ ਹਫਤੇ ਫਿਰ ਲੈ ਕੇ ਆਵਾਂਗੇ ਕਿਸੇ ਨਾ ਕਿਸੇ ਕਿਸਾਨ ਨੂੰ। ਤੁਸੀਂ ਜਗਮੋਹਨ ਸਿੰਘ ਜੀ ਐਂਡ 'ਚ ਕੁਛ ਕਹਿਣਾ ਚਾਹੋ ਤਾਂ ਤੁਸੀਂ ਕਹਿ ਲਓ। ਮੈਨੂੰ ਇਹ ਵੀ ਨਹੀਂ ਪਤਾ ਬੰਦ ਵੀ ਕਿੱਦਾਂ ਕਰਨਾ ਅੱਜ, ਸੋ ਮੈਨੂੰ ਸ਼ਟ ਆਫ ਹੀ ਕਰਨਾ ਪੈਣਾ। ਜਦੋਂ ਹੋ ਗਿਆ ਤੁਹਾਡੀ ਗੱਲ ਖਤਮ ਹੋ ਗਈ, ਮੈਂ ਫਿਰ ਸ਼ਟ ਆਫ ਹੀ ਕਰ ਦੂੰਗਾ। ਹਾਂਜੀ, ਆਖਰੀ ਦੇ ਵਿੱਚ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਨੂੰ ਦੇਸੀ ਚੈਨਲ, ਗੁਰਮਤਿ ਟੀਵੀ, ਪਿਓਰ ਪੰਜਾਬੀ ਟੀਵੀ ਤੇ ਲਾਈਵ ਦੇਖਦੇ, ਜਿਹੜੇ ਸਾਨੂੰ ਸੱਚ ਦੀ ਖੋਜ ਫੇਸਬੁੱਕ ਪੇਜ ਤੇ ਦੇਖਦੇ ਆ, YouTube SDBM TV ਤੇ ਦੇਖਦੇ ਆ,
ਉਹਨਾਂ ਸਾਰੇ ਦਰਸ਼ਕਾਂ ਦਾ ਧੰਨਵਾਦ, ਕਿਉਂਕਿ ਇਹ ਚੈਨਲ ਤੁਹਾਡਾ ਵੀਰੋ, ਸਾਡਾ ਦੇ ਵਿੱਚ ਕੁਝ ਨਹੀਂ ਆ। ਕਈ ਬੰਦੇ ਆ ਕੇ ਗਲਤ ਟਿੱਪਣੀਆਂ ਕਰਦੇ ਆ। ਸਾਨੂੰ ਬਹੁਤ ਵੀਰਾਂ ਨੇ ਕਿਹਾ ਵੀ ਜਿਹੜੇ ਗਲਤ ਟਿੱਪਣੀਆਂ ਕਰਦੇ ਉਹਨਾਂ ਨੂੰ ਤੁਸੀਂ ਬਲਾਕ ਕਰ ਦਿਆ ਕਰੋ, ਬੈਨ ਕਰ ਦਿਆ ਕਰੋ ਇੱਥੋਂ, ਕਿਉਂਕਿ ਉਹ ਆ ਕੇ ਜਿਹੜਾ ਵਿਸ਼ਾ ਆ ਜਾਂ ਮੁੱਦਾ ਹੈ ਉਹਨੂੰ ਭੜਕਾ ਦਿੰਦੇ ਆ। ਮੁੱਦਾ ਚੱਲਦਾ ਕਿਸਾਨੀ, ਇੱਥੇ ਕਿਸਾਨੀ ਤੋਂ ਬਾਅਦ ਕੋਈ ਆ ਕੇ ਕਿਸੇ ਨੂੰ ਗਾਲਾਂ ਕੱਢਣ ਲੱਗ ਪੈਂਦਾ, ਕੋਈ ਕਿਸੇ ਪਾਰਟੀ ਨੂੰ ਗਾਲਾਂ ਕੱਢ। ਅੱਜ ਕਿਸਾਨੀ ਮੁੱਦਾ ਆ, ਕਿਸਾਨੀ ਵਿੱਚ ਉਹਨਾਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ MLA ਜਾਂ MP ਨੂੰ ਆਪਣੀ ਸਟੇਜ ਤੋਂ ਬੋਲਣ ਨਹੀਂ ਦਿੱਤਾ। ਸੋ ਅਗਲੇ ਵੀਕ ਅਸੀਂ ਲੈ ਕੇ ਆਉਣਾ ਸਰਦਾਰ ਬਲਦੇਵ ਸਿੰਘ ਸਰਸਾ ਹੋਣਾ ਨੂੰ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਜਿਹੜਾ ਗਲਤ ਇਤਿਹਾਸ ਛਾਪਿਆ ਉਹਦੇ ਬਾਰੇ ਵੀ ਕਾਫੀ ਆਵਾਜ਼ ਬੁਲੰਦ ਕੀਤੀ ਆ, ਤੇ ਬਹੁਤ ਜਿਹੜੇ ਸਿਧਾਂਤਕ ਖੋਰਾ ਲੱਗ ਰਿਹਾ ਸਿੱਖੀ ਨੂੰ ਉਹਦੇ ਬਾਰੇ ਵੀ ਆਵਾਜ਼ ਬੁਲੰਦ ਕਰਦੇ ਆ। ਦੇਖੋ, ਜਿਹਦੇ ਦਿਲ ਦੇ ਵਿੱਚ ਬਾਬੇ ਨਾਨਕ ਦੀ ਸੋਚ ਆ, ਜਿਹਦੇ ਦਿਲ ਵਿੱਚ ਦਰਦ ਆ ਗਰੀਬ ਗੁਰਬੇ ਲਈ, ਉਹੀ ਬੰਦਾ ਇਹਨਾਂ ਇੱਦਾਂ ਦੇ ਸੰਗਠਨਾਂ 'ਚ, ਇੱਦਾਂ ਦੇ ਜਿਹੜੇ ਅੰਦੋਲਨ ਹੈ ਉਹਨਾਂ 'ਚ ਜੂਝਦਾ ਆ। ਇਹ ਮੇਰੀ ਗੱਲ ਯਾਦ ਰੱਖਿਓ, ਮੈਂ ਹਮੇਸ਼ਾ ਕਰਦਾ ਹੁੰਦਾ। ਜਿਹੜਾ ਬਹੁਤ ਅਮੀਰ ਬੰਦਾ ਹੁੰਦਾ ਨਾ, ਉਹਨੂੰ ਇਹਨਾਂ ਅੰਦੋਲਨਾਂ ਨਾਲ, ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕਿਉਂਕਿ ਉਹ ਸੰਘਰਸ਼ ਨਾਲ ਉਹਦਾ ਨੇੜੇ ਦਾ ਵੀ ਵਾਹ ਵਾਸਤਾ ਨਹੀਂ ਹੁੰਦਾ। ਉਹ ਕੋਈ ਕਹਿੰਦੇ ਹੁੰਦੇ ਕੋਟ ਮੱਧੇ ਕੋ ਵਿਰਲਾ ਸੇਵਕ, ਹਨਾ, ਵੀ ਬਾਕੀ ਸਭ ਵਿਵਹਾਰੀ। ਬਾਣੀ ਕਹਿੰਦੀ ਆ ਉਹ ਇੱਕ ਅੱਧਾ ਹੋ ਸਕਦਾ ਕੋਈ ਇਨਸਾਨ ਅਮੀਰ, ਨਹੀਂ ਤਾਂ ਜਿਹਦੇ ਕੋਲ 4 ਪੈਸੇ ਹੁੰਦੇ ਆ ਉਹਦਾ ਆਪਣੀ ਦੌੜ ਪੈਸਿਆਂ ਤੱਕ ਲੱਗ ਹੁੰਦੀ ਆ। ਨਾ ਉਹਦੇ ਕੋਲ ਟਾਈਮ ਹੁੰਦਾ ਸਮਾਜ ਸੁਧਾਰ ਲਈ, ਨਾ ਉਹਦੇ ਕੋਲ ਕਿਸੇ ਦੇ ਭਲਾ ਕਰਨ ਲਈ। ਉਹਨਾਂ ਨੂੰ ਕਹੋ ਹੁਣ ਜਿਹੜੇ ਅੰਬਾਨੀ ਅੰਡਾਨੀ ਇਹਨਾਂ ਕੋਲ ਇੰਨੇ ਪੈਸੇ ਆ, ਜੇ ਇਹ ਜਿਹੜੇ ਫੰਡ ਗੌਰਮੈਂਟ ਨੂੰ ਦਿੰਦੇ ਆ, ਮਤਲਬ ਕਿ ਮੋਦੀ ਨੂੰ ਦਾ ਅਮਿਤ ਸ਼ਾਹ ਨੂੰ ਦਿੰਦੇ ਆ, ਜੇ ਕਹੋ ਇਹਨਾਂ ਨੂੰ ਵੀ ਲੋਕਾਂ ਲਈ ਘਰ ਬਣਾ ਦਿਓ, ਜਿੱਦਾਂ ਸਾਡੇ ਵੀਰ ਵਰਿੰਦਰ ਸਿੰਘ ਪ੍ਰਹਾਰ ਨੂੰ ਆਪਾਂ ਆਪਣੇ ਪ੍ਰੋਗਰਾਮ ਤੇ ਲੈ ਕੇ ਆਏ ਸੀਗੇ, ਤਾਂ ਉਹ ਹੋਮ ਫਾਰ ਦਾ ਹੋਮਲੈਸ ਲਈ ਸੰਸਥਾ ਲਈ ਕੰਮ ਕਰ ਰਿਹਾ ਆ। ਤੇ ਉਹਦੇ ਵਿੱਚੋਂ 2 ਘਰਾਂ ਦਾ ਆਪਾਂ ਵੀ ਯੋਗਦਾਨ ਪਾਇਆ। ਆਪਾਂ ਹਮੇਸ਼ਾ ਕਹਿੰਦੇ ਚੈਰਿਟੀ ਸਟਾਰਟ ਫਰੋਮ ਹੋਮ। ਪਹਿਲਾਂ ਤੁਹਾਨੂੰ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਲੋਕਾਂ ਵਾਸਤੇ। ਜੇ ਅਸੀਂ ਪ੍ਰੋਗਰਾਮ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਇਹ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਲਾਗੂ ਕੀਤੀਆਂ ਜਾਣ, ਵੀ ਸਾਨੂੰ ਕਿਸੇ ਨਾਲ ਪਰਸਨਲ ਜੈਲਸੀ ਨਾ ਹੋਵੇ। ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕੋਈ ਆਪਣੀ ਵਿਚਾਰ ਸਾਡੇ ਤੇ ਥੋਪਣਾ ਚਾਹੇ, ਵੀ ਜੋ ਅਸੀਂ ਕਹਿੰਦੇ ਤੁਸੀਂ ਇਦਾਂ ਹੀ ਕਰੋ, ਸਾਨੂੰ ਫੋਲੋ ਕਰੋ। ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਕਦੀ ਵੀ ਆਪਣੇ ਵਿਚਾਰ ਕਿਸੇ ਪ੍ਰਚਾਰਕ, ਕਿਸੇ ਵੀ ਬੰਦੇ ਤੇ ਆਪਣੇ ਵਿਚਾਰ ਨਹੀਂ ਥੋਪੇ। ਹਰ ਬੰਦੇ ਨੂੰ ਇਜਾਜ਼ਤ ਹੈ ਜਿਹਨੂੰ ਮਰਜ਼ੀ ਮਿਲੇ, ਜਿਹਦੇ ਮਰਜ਼ੀ ਪ੍ਰੋਗਰਾਮ ਤੇ ਜਾਵੇ, ਜਿਹਦੇ ਮਰਜ਼ੀ ਪ੍ਰੋਗਰਾਮ ਤੇ ਨਾ ਜਾਵੇ। ਸੋ ਅਸੀਂ ਕਦੀ ਵੀ ਆਪਣੇ ਵਿਚਾਰ, ਹਰ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਫਰੀडम ਆਫ ਸਪੀਚ ਹੈ। ਪਰ ਫਰੀडम ਆਫ ਸਪੀਚ ਵੀ ਇੰਨੀ ਵਾਇਲੈਂਟ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਕਿਸੇ ਦੇ ਪ੍ਰਾਈਵੇਟ, ਕਿਸੇ ਦੀ ਮਾਂ, ਭੈਣ, ਧੀ, ਮਾਤਾ ਦੇ ਉੱਪਰ ਤੁਸੀਂ ਟਿੱਪਣੀਆਂ ਕਰੋ, ਜਾਂ ਪ੍ਰੋਗਰਾਮ ਉਹਨਾਂ ਦੇ ਉੱਪਰ ਕਰੋ, ਉਹਨਾਂ ਦੇ ਪਰਸਨਲ ਜੀਵਨ ਤੇ ਕਰੋ। ਸਾਨੂੰ ਇਹ ਕੋਈ ਵੀ ਫਰੀडम ਆਫ ਸਪੀਚ ਇਹ ਇਜਾਜ਼ਤ ਨਹੀਂ ਦਿੰਦੀ। ਕਿਉਂਕਿ ਮੈਂ ਇੱਕ ਚੀਜ਼ ਹਮੇਸ਼ਾ ਲਰਨ ਕਰਦੇ ਆ, ਜਦੋਂ ਇੱਥੇ ਦਾ ਸੈਨੇਟਰ ਸੀਗਾ ਐਰੀਜ਼ੋਨਾ ਦਾ ਜੌਨ ਮਕੇਨ, ਜਦੋਂ ਉਹਦੇ ਨਾਲ ਉਹਨੂੰ ਪੁੱਛਿਆ ਕਿ ਓਬਾਮਾ ਬਹੁਤ ਗਲਤ ਬੰਦਾ ਆ, ਵੀ ਇਹ ਤਾਂ ਜੀ ਬਿਲਕੁਲ ਹੀ ਐ ਆ ਜੀ, ਮੁਸਲਮਾਨ ਹੈ ਜੀ, ਫਲਾਨਾ ਏਦਾਂ ਕਿਹਾ। ਉਹਨੇ ਬਹੁਤ ਵਧੀਆ ਤਰੀਕੇ ਨਾਲ, ਇੰਨਾ ਵਧੀਆ ਮੈਨੂੰ ਉਹ ਗੱਲ ਲੱਗੀ ਜ਼ਿੰਦਗੀ 'ਚ ਮੈਂ ਲਰਨ ਕੀਤੀ। ਉਹ ਕਹਿੰਦਾ ਵੀ ਇਹਦੇ ਨਾਲ ਓਬਾਮਾ ਇਜ਼ ਏ ਨਾਈਸ ਪਰਸਨ, ਇਜ਼ ਏ ਨਾਈਸ ਫੈਮਿਲੀ ਮੈਨ, ਪਰ ਉਹ ਬਹੁਤ ਵਧੀਆ ਇਨਸਾਨ ਹੈ, ਬਹੁਤ ਹੀ ਚੰਗਾ ਆਪਣੇ ਪਰਿਵਾਰ ਨੂੰ ਉਹ ਪਾਲਦਾ ਆ। ਪਰ ਉਹਦੇ ਨਾਲ ਮੇਰੇ ਮਤਭੇਦ ਆ ਵਿਚਾਰਧਾਰਾ ਦੇ, ਉਹਦੀ ਵਿਚਾਰਧਾਰਾ ਹੋ ਰਿਹਾ, ਮੇਰੀ ਵਿਚਾਰਧਾਰਾ ਹੋ ਰਿਹਾ। ਸਾਨੂੰ ਵੀ ਕਈ ਬੰਦੇ ਉਕਸਾਉਂਦੇ ਆ, ਕਾਲਾਂ ਕਰਦੇ ਜੀ ਤੁਸੀਂ ਟਕਸਾਲ ਦਾ ਉਹਦਾ ਨਾਂ ਨਹੀਂ ਲੈਂਦੇ ਜੀ, ਤੁਸੀਂ ਇਹਨੂੰ ਨਹੀਂ ਕਹਿੰਦੇ ਜੀ। ਮੈਂ ਕਿਹਾ ਸਾਡੇ ਸਿਧਾਂਤਕ ਮਤਭੇਦ ਆ ਸੰਪਰਦਾਇਆਂ ਨਾਲ, ਉਹਦੇ ਵਿੱਚੇ ਟਕਸਾਲ, ਵਿੱਚੇ ਨਾਨਕਸਰੀਏ, ਵਿੱਚੇ ਭਨਿਆਰੇ ਵਾਲੇ, ਸੌਦੇ ਵਾਲੇ, ਸਾਰੇ ਸਾਡੇ ਉਹਨਾਂ ਨਾਲ ਪਰਸਨਲ ਕਿਸੇ ਵੀਰ ਨਾਲ ਦੁਸ਼ਮਣੀ ਨਹੀਂ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਟਕਸਾਲੀ ਵੀਰ ਆ ਜਾਂ ਕੋਈ ਨਾਨਕਸਰੀਆ ਵੀਰ ਉਹਦੀ ਪਰਸਨਲ ਲਿਆ ਕੇ ਇੱਥੇ ਉਛਾਲੀ ਜਾਵੇ, ਉਹਦੀ ਧੀ ਭੈਣ ਬਾਰੇ ਗਲਤ ਬੋਲਿਆ ਜਾਵੇ ਇੱਥੇ। ਸੋ ਹਮੇਸ਼ਾ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਪਾਰਲੀਮੈਂਟ, ਮਤਲਬ ਵਧੀਆ ਸੁਚੱਜੀ ਭਾਸ਼ਾ। ਬਾਬੇ ਨਾਨਕ ਨੇ ਕਿਹਾ ਆ ਤਨ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਜਿਹੜੀ ਗੱਲ ਹੈ ਵੀ ਆਪਾਂ ਜੇ ਫਿੱਕਾ ਬੋਲਾਂਗੇ, ਕਿਸੇ ਨੂੰ ਮਾੜਾ ਬੋਲਾਂਗੇ, ਇਟ ਕਮਸ ਟੂ ਯੂ ਬੈਕ, ਤੁਹਾਡੇ ਤੇ ਵੀ ਵਾਪਸ ਏਦਾਂ ਆਉਣਾ ਆ। ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਆ ਵੀ ਚੰਗਾ ਬੋਲੋ, ਚੰਗੀ ਤਰ੍ਹਾਂ ਬਿਹੇਵ ਕਰੋ। ਜੇ ਤੁਹਾਡੇ ਵਿਰੋਧੀ ਵਿਚਾਰਾਂ ਵਾਲਾ ਦਾ, ਉਹਨੂੰ ਵੀ ਫਤਿਹ ਬੁਲਾਓ ਸਮਾਂ ਕੇ ਵੀ ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੇ ਨਾਲ ਜਿਹੜੀ ਤੁਹਾਡੀ ਸਿਧਾਂਤਕ ਮਤਭੇਦ ਹੋ ਸਕਦਾ, ਤੁਹਾਡਾ ਦੁਸ਼ਮਣ ਨਹੀਂ ਹੋ ਸਕਦਾ। ਆ ਕਿੰਨਾ ਫਰਕ ਪਾਇਆ ਸੀ ਇਹਨਾਂ ਜਿਹੜੇ ਫਿਰਕੂ ਜਥੇਬੰਦੀਆਂ ਨੇ ਕਿ ਹਿੰਦੂ ਏਦਾਂ, ਸਿੱਖ ਏਦਾਂ, ਸਿੱਖ ਅੱਤਵਾਦੀ ਆ। ਪਰ ਜਦੋਂ ਸਾਡੇ ਸਿੱਖ ਭਰਾ ਉਹਨਾਂ ਬਾਰਡਰਾਂ ਤੇ ਗਏ ਆ, ਉਹਨਾਂ ਲੋਕਾਂ ਨਾਲ ਮਿਲੇ ਆ ਜਿਹੜੇ 84 ਤੋਂ ਬਾਅਦ ਜਿਹੜੇ ਪੈਦਾ ਹੋਏ ਆ ਹਰਿਆਣੇ ਦੇ ਵਿੱਚ, ਨੌਜਵਾਨ ਮੁੰਡੇ ਅੱਜ ਹੋਏ ਆ, ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਤਾਂ ਮੀਡੀਆ ਤੇ ਇਹੀ ਦੇਖਿਆ ਸੀ ਸਿੱਖਾਂ ਬਾਰੇ
ਵੀ ਸਿੱਖ ਜਿਹੜੇ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਖਾਲਿਸਤਾਨੀ ਆ, ਇਹ ਫਲਾਣੇ ਆ। ਪਰ ਜਦੋਂ ਉਹ ਆਪ ਜਾ ਕੇ ਮਿਲੇ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਨੂੰ ਪਤਾ ਲੱਗਾ ਯਾਰ ਇਹ ਤਾਂ ਇੰਨੇ ਸ਼ਾਂਤੀ ਪ੍ਰੀਏ, ਇੰਨੇ ਦਿਲਦਾਰ ਬੰਦੇ ਆ, ਇੰਨਾ ਪਿਆਰ ਕਰਦੇ ਆ। ਹੁਣ ਆਪਾਂ ਵੀ ਇੱਥੇ ਆਪਣੇ ਗੁਰਦੁਆਰੇ ਜਾਂਦੇ ਆ, ਆਪਾਂ ਕਦੀ ਤਾਂ ਸੋਚਦੇ ਆ ਲੰਗਰ ਵੀ, ਜੇ ਸਾਡੇ ਵਿਰੋਧੀ ਪਰਿਵਾਰ ਨੇ ਜਿਹਨਾਂ ਸਾਡੀ ਨਹੀਂ ਵੀ ਬਣਦੀ ਉਹਨਾਂ ਨੇ ਵੀ ਲੰਗਰ ਲਾਇਆ ਹੁੰਦਾ, ਅਸੀਂ ਉਹ ਕਹਿੰਦੇ ਵੀ ਲੰਗਰ ਨਹੀਂ ਖਾਣਾ ਇੱਥੇ ਆ ਕੇ। ਸੋ ਸਾਡੇ ਇਹ ਸਾਰੀਆਂ ਮਤਭੇਦ ਭੁਲਾ ਕੇ ਦੋਨੇ ਜਥੇਬੰਦੀਆਂ ਦੇਖੋ ਕਿੰਨੀਆਂ ਇਕੱਠੀਆਂ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਬੈਠੀਆਂ। ਸਾਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਦਾ, ਸਾਨੂੰ ਇਸ ਗੱਲ ਤੇ ਇਹ ਹੋਣਾ ਚਾਹੀਦਾ ਵੀ ਸਾਡੇ ਯਾਰ ਸਿੱਖ ਭਰਾ, ਸਾਡੇ ਪੰਜਾਬੀ ਭਰਾ ਸਾਰੇ ਇਕੱਠੇ ਬੈਠੇ ਆ। ਦੇਖੋ ਕਿੰਨਾ ਇੱਕ ਕਿਸਮ ਦਾ ਕਿੰਨਾ ਵਧੀਆ ਸੰਦੋਲਨ ਚੱਲ ਰਿਹਾ ਆ। ਸਾਨੂੰ ਇੱਥੋਂ ਉਹਨਾਂ ਦੀ ਡਟ ਕੇ ਸਪੋਰਟ ਕਰਨੀ ਚਾਹੀਦੀ ਆ। ਜਦੋਂ ਅਸੀਂ ਕਹਿੰਦੇ ਆ ਨਾ ਵੀ ਭਰਾ ਮੈਂ ਤੇਰੇ ਨਾਲ ਖੜਾ ਆ, ਉੱਥੇ ਸ਼ਰਤਾਂ ਨਹੀਂ ਹੁੰਦੀਆਂ, ਉੱਥੇ ਅੰਤਰਗਤੀ ਜਿੱਦਾਂ ਉਹ ਕਹਿੰਦੇ ਵੀ ਟਿੱਪਣੀ ਲੈ ਕੇ ਦੇ ਦਿਓ ਆਪਣੀ, ਉੱਥੇ ਸ਼ਰਤਾਂ ਨਹੀਂ ਹੁੰਦੀਆਂ, ਉੱਥੇ ਸਲਾਹਾਂ ਨਹੀਂ ਹੁੰਦੀਆਂ, ਉੱਥੇ ਉਹ ਸਿਆਣੇ ਆ, ਉਮਰ ਦੇ ਤਜਰਬੇਕਾਰ ਆ। ਸਾਨੂੰ ਇਹ ਕਹਿਣਾ ਚਾਹੀਦਾ ਵੀ ਅਸੀਂ ਤੁਹਾਡੇ ਨਾਲ ਆ, ਤੁਹਾਡਾ ਸਮਰਥਨ ਕਰਨੇ ਆ। ਜਿੱਦਾਂ ਕਈ ਵੀ ਸੁਜੈਸ਼ਨ ਦਿੰਦੇ ਆ, ਆਪਾਂ ਪਰਸਨਲ ਲੀਡਰਾਂ ਨੂੰ ਸੁਜੈਸ਼ਨ ਜਿਹੜੀ ਆ ਉਹ ਪਹੁੰਚਾ ਸਕਦੇ ਆ, ਪਰ ਉਹਨਾਂ ਨੂੰ ਭੰਡਣਾ, ਉਹਨਾਂ ਨੂੰ ਮਿਹਣੇ ਮਾਰਨੇ, ਇਹ ਕਿਤੇ ਦਾ ਵੀ ਅਸੂਲ ਨਹੀਂ ਆ। ਤੁਹਾਡੇ ਆਪਣੇ ਪਰਸਨਲ ਏਜੰਡਿਆਂ ਕਰਕੇ ਤੁਸੀਂ ਕਿਸੇ ਨੂੰ ਮਿਹਣੇ ਮਾਰਦੇ ਆ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸਿਆਣਪ ਆ। ਸੋ ਆਪਣੇ ਕੋਲ ਟਾਈਮ ਜਿਹੜਾ ਭਾਜੀ ਰਹਿ ਗਿਆ ਆ, ਉਹ 9 ਮਿੰਟ ਰਹਿ ਗਏ ਆ। ਪ੍ਰੋਗਰਾਮ 'ਚ ਆਪਾਂ ਛੇਤੀ ਸਮਾਪਤ ਕਰ ਦਿੰਦੇ ਆ। ਇਸੇ ਦੇ ਨਾਲ ਹੀ ਅਸੀਂ ਅੱਜ ਤੁਹਾਡੇ ਕੋਲ ਇਜਾਜ਼ਤ ਮੰਗਦੇ ਆ, ਕਿਉਂਕਿ ਵੀਰ ਜੀ ਹੁਣਾਂ ਦਾ ਜਿਹੜਾ ਉੱਧਰੋਂ ਕੰਪਿਊਟਰ ਜਿਹੜਾ ਆ ਉਹ ਸ਼ਟਡਾਊਨ ਹੋ ਗਿਆ ਸੀਗਾ ਬਿਜਲੀ ਨਾ ਆਉਣ ਕਰਕੇ। ਜੇ ਸਾਡੇ ਕੋਲ ਵੀ ਕੋਈ ਵੱਧ ਘੱਟ ਗੱਲਬਾਤ ਹੁੰਦੀ ਆ, ਸਾਨੂੰ ਜ਼ਰੂਰ ਕਾਲ ਕਰਕੇ, ਤਾਂ ਸਾਡੇ ਨੰਬਰ ਤੇ ਪਰਸਨਲ ਪਏ ਆ, ਕਾਲ ਕਰਕੇ ਦੱਸੋ ਵੀ ਵੀਰ ਜੀਓ ਤੁਸੀਂ ਆਹ ਕੰਮ ਜਿਹੜਾ ਆ ਇਹ ਗਲਤ ਕਰਦੇ ਆ, ਜਾਂ ਆਹ ਭਾਸ਼ਾ ਜਿਹੜੀ ਆ ਤੁਹਾਡੀ ਗਲਤ ਆ। ਅਸੀਂ ਜ਼ਰੂਰ ਆਪਣੇ ਵਿੱਚ ਉਹ ਸੁਧਾਰ ਜਿਹੜਾ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਗੁਰਬਾਣੀ ਕਹਿੰਦੀ ਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਸਾਰੇ ਉਹ ਭੁੱਲਣਹਾਰ ਆ, ਅਸੀਂ ਭੁੱਲ ਕਰ ਸਕਦੇ ਆ। ਸਾਨੂੰ ਜ਼ਰੂਰ ਦੱਸਿਆ ਜਾਵੇ, ਅਸੀਂ ਇਹ 'ਚ ਫਖਰ ਮਹਿਸੂਸ ਕਰਾਂਗੇ। ਔਰ ਸਾਡੇ ਬਹੁਤ ਭਰਾ ਏਦਾਂ ਦੇ ਆ ਜਿਹੜੇ ਕਾਲ ਕਰਕੇ ਦੱਸਦੇ ਆ ਵੀ ਵਰਿੰਦਰ ਭਾਜੀ, ਜਗਮੋਹਨ ਸਿੰਘ ਜੀ, ਤੁਸੀਂ ਇੱਥੇ ਆਹ ਚੀਜ਼ ਗਲਤ ਕਰ ਰਹੇ ਹੋ, ਜਾਂ ਆਹ ਲਾਈਨ ਤੁਹਾਨੂੰ ਨਹੀਂ ਬੋਲਣੀ ਚਾਹੀਦੀ, ਜਾਂ ਆਹ ਭਾਸ਼ਾ ਨਹੀਂ ਬੋਲਣੀ ਚਾਹੀਦੀ। ਉੱਤੇ ਮੈਂ ਵਰਿੰਦਰ ਭਾਜੀ ਨਾਲ ਡਿਸਕਸ ਕਰਦਾ ਰਹਿੰਦਾ ਆ, ਜਾਂ ਕਈ ਵਾਰ ਸਾਡਾ ਜਿਹੜਾ ਵਰਿੰਦਰ ਭਾਜੀ ਦਾ ਜਾਂ ਮੇਰਾ ਉਸ ਪੁਆਇੰਟ ਆਫ ਵਿਊ ਜਿਹੜਾ ਹੋਰ ਪ੍ਰਸਪੈਕਟ ਦੇ ਵਿੱਚ ਹੁੰਦਾ ਆ, ਪਰ ਉਹਨੂੰ ਹੋਰ ਪਾਸੇ ਨੂੰ ਬੰਦਾ ਸਮਝ ਆਉਂਦਾ ਆ, ਤੇ ਅਸੀਂ ਉਹਨਾਂ ਨੂੰ ਉਹ ਵੀ ਸਮਝਾਈਦਾ ਵੀ ਅਸੀਂ ਇਸ ਐਂਗਲ ਤੋਂ ਗੱਲ ਕੀਤੀ ਆ, ਇਸ ਐਂਗਲ ਤੋਂ ਨਹੀਂ ਕੀਤੀ। ਸੋ ਇਸੇ ਦੇ ਨਾਲ ਹੀ ਆਪਾਂ ਫਤਿਹ ਗਜਾਉਂਦੇ ਆ। ਅਗਲੇ ਸ਼ਨੀਚਰਵਾਰ ਨੂੰ ਸਾਡੇ ਕੋਲ ਬਲਦੇਵ ਸਿੰਘ ਸਿਰਸਾ ਹੁਣੀ ਆਉਣਗੇ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ। ਤੇ ਸ਼ਨੀਚਰਵਾਰ ਨੂੰ ਸੇਮ 8 ਤੋਂ ਲੈ ਕੇ ਸਾਡਾ ਜਿਹੜਾ ਕੈਲੀਫੋਰਨੀਆ ਦਾ ਟਾਈਮ ਹੈ 8 ਤੋਂ ਲੈ ਕੇ 10, ਤੇ ਪੰਜਾਬ ਦਾ ਟਾਈਮ ਦੇਸ਼ ਪੰਜਾਬ ਦਾ 9:30 ਤੋਂ ਲੈ ਕੇ 11:30 ਤੱਕ ਸਾਡਾ ਲਾਈਵ ਪ੍ਰੋਗਰਾਮ ਹੋਊਗਾ। ਵੀਰੋ ਬਾਰ-ਬਾਰ ਬੇਨਤੀਆਂ ਜ਼ਰੂਰ ਇਸ ਕਰਦੇ ਆ ਕਿ ਸਾਨੂੰ ਇਦਾਂ ਨਾ ਲੱਗਣ ਲੱਗ ਪਿਆ ਵੀ ਅਸੀਂ ਪ੍ਰੋਗਰਾਮ ਕਰਦੇ ਪਤਾ ਨਹੀਂ ਕੀ ਕਰ ਰਹੇ ਆ। ਅਸੀਂ ਇਹ ਤੁਹਾਡਾ ਪ੍ਰੋਗਰਾਮ ਹੈ, ਤੁਹਾਡਾ ਚੈਨਲ ਹੈ, ਤੁਸੀਂ ਜੋ ਮਰਜ਼ੀ ਸੁਜੈਸ਼ਨ ਸਾਨੂੰ ਭੇਜੋ, ਜ਼ਰੂਰ ਸੁਣਾਂਗੇ। ਪਰ ਜੇ ਕੋਈ ਅਨਪਾਰਲੀਮੈਂਟਰੀ ਇੱਥੇ ਸਾਨੂੰ ਕੋਈ ਸਰਕਾਰੀ ਲਿਖੂਗਾ, ਕੋਈ ਟਾਊਟ ਲਿਖੂਗਾ, ਕੋਈ ਕਿਸੇ ਹੋਰ ਜਿਹੜਾ ਅਸੀਂ ਇੱਥੇ ਲੀਡਰ ਲੈ ਕੇ ਆਂਦਾ ਉਹਦੇ ਬਾਰੇ ਗਲਤ ਭਾਸ਼ਾ ਵਰਤੂਗਾ, ਅਸੀਂ ਜ਼ਰੂਰ ਇਸ ਪੇਜ ਤੋਂ ਅੱਗੇ ਤੋਂ ਬੈਨ ਕਰਾਂਗੇ। ਕਿਉਂਕਿ ਜੇ ਤੁਸੀਂ ਗਲਤ ਟਿੱਪਣੀਆਂ ਕਰੋਗੇ, ਜਿਹੜੀ ਅਨਪਾਰਲੀਮੈਂਟ ਲੈਂਗੁਏਜ ਹੈ, ਉਹ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਕਿਉਂਕਿ ਸਾਰੇ ਪੰਜਾਬੀ ਆ, ਸਾਰਿਆਂ ਦੇ ਵਿੱਚ ਉਸੇ ਬਾਬੇ ਨਾਨਕ ਦਾ ਖੂਨ ਜਿਹੜਾ ਆ ਉਹ ਉਬਾਲੇ ਮਾਰਦਾ ਆ। ਉਹ ਇਸੇ ਦੇ ਵਿੱਚ ਹੀ ਦਸ਼ਮੇਸ਼ ਪਿਤਾ ਦਾ ਥਾਪੜਾ ਜਿਹੜਾ ਸਾਨੂੰ ਹੈਗਾ ਆ, ਉਹ ਸਾਡੇ 'ਚ ਖੂਨ, ਉਹ ਵੀ ਸਾਡੇ 'ਚ ਵੀ ਉਹੀ ਖੂਨ ਆ। ਸੋ ਇੱਦਾਂ ਨਾ ਸੋਚਿਆ ਕਰੋ। ਸੋ ਇਸੇ ਦੇ ਨਾਲ ਹੀ ਮੈਂ ਦਰਸ਼ਕਾਂ ਤੋਂ ਇਜਾਜ਼ਤ ਲੈਣਾ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਅੱਜ ਦੀ ਥੋੜੀ ਜਿਹੜੀ ਇੰਟਰਪਸ਼ਨ ਆਈ ਹੈ ਵਿੱਚ, ਉਹਦੇ ਵਾਸਤੇ ਸੌਰੀ ਆ, ਪਰ ਇਹ ਕਿਸੇ ਦੇ ਹੱਥ ਵਸ ਨਹੀਂ ਆ। ਮੈਨੂੰ ਕੰਪਿਊਟਰ ਰੀਬੂਟ ਕਰਨਾ ਪੈਣਾ, ਪਰ ਕਿਉਂਕਿ ਪ੍ਰੋਗਰਾਮ ਦਾ ਲਿੰਕ ਨਹੀਂ ਸੀ ਟੁੱਟਿਆ। ਇਹ ਖਾਸੀਅਤ ਹੈ ਇਹਦੀ ਕਿ ਪ੍ਰੋਗਰਾਮ ਬੈਕਅਪ 'ਤੇ ਚੱਲਦਾ ਰਹਿੰਦਾ ਆ, ਪਰ ਮੈਨੂੰ ਦੋਨੋਂ ਸਕਰੀਨਾਂ 'ਤੇ ਕੁਛ ਨਹੀਂ ਦਿਖ ਰਿਹਾ। ਸੋ ਮੈਂ ਰੀਬੂਟ ਕਰਕੇ ਹੀ ਇਹਨੂੰ ਬੰਦ ਵੀ ਕਰਨਾ ਆ, ਉੱਦਾਂ ਮੇਰੇ ਕੋਲ ਬੰਦ ਵੀ ਨਹੀਂ ਹੋਣਾ। ਸੋ ਅਗਲੇ ਹਫਤੇ ਦੇ ਪ੍ਰੋਗਰਾਮ ਦਾ ਆਪਾਂ ਅਨਾਊਂਸ ਕਰ ਦਾਂਗੇ। ਸੈਚਰਡੇ ਦਾ ਆਲਰੇਡੀ ਕਰਤਾ ਕਿ ਬਲਦੇਵ ਸਿੰਘ ਸਿਰਸੇ ਉਹਨਾਂ ਨੂੰ ਲੈ ਕੇ ਆਵਾਂਗੇ। ਅਤੇ ਹੁਣ ਇਹ ਵੀ ਕੋਈ ਪਤਾ ਨਹੀਂ ਵੀ ਉਹਨਾਂ ਬਾਰੇ ਹੁਣ ਕੀ ਲਿਖਦੇ ਆ, ਵੀ ਇਹ ਕਿਹੜੀ ਪਾਰਟੀ ਦਾ ਬੰਦਾ ਲੈ ਕੇ ਆ ਰਿਹਾ, ਜਿਹੜੇ ਕਹਿੰਦੇ ਕਦੀ ਕਾਮਰੇਡ ਲੈ ਆਉਂਦੇ ਆ, ਕਦੀ ਕੁਛ। ਸੋ ਅਤੇ ਸੰਡੇ ਨੂੰ ਸਾਡੀ ਕੋਸ਼ਿਸ਼ ਹੋਊਗੀ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਕਿਸਾਨੀ ਮੁੱਦੇ ਬਾਰੇ ਹੀ ਗੱਲ ਕੀਤੀ ਜਾਵੇ। ਉਹ ਕੋਈ ਗਾਇਕ ਹੋਵੇ, ਕੋਈ ਪੋਲੀਟੀਕਲ ਲੀਡਰ ਹੋਵੇ, ਜਾਂ ਕੋਈ ਕਿਸਾਨੀ ਲੀਡਰ ਹੋਵੇ, ਉਹ ਤੁਹਾਨੂੰ ਦੱਸ ਦਾਂਗੇ ਆਉਣ ਵਾਲੇ 2-3 ਦਿਨਾਂ ਦੇ ਵਿੱਚ। ਤਦ ਤੱਕ ਲਈ ਜਾਵੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪਤਾ ਨਹੀਂ ਟਾਈਮ ਕਿੰਨਾ ਲੱਗਣਾ ਇਹਨੂੰ ਕੱਟਣ 'ਤੇ, ਮੈਂ ਕੋਸ਼ਿਸ਼ ਕਰਦਾ ਕੱਟਣ ਦੀ।